15 ਅਪ੍ਰੈਲ ਨੂੰ ਹੈਗਾ ਵਾ ਕਲਾਸ 10ਵੀਂ ਦਾ ਸਰੀਰਕ ਸਿੱਖਿਆ ਦਾ ਪੇਪਰ ਯਾਨੀ ਕਿ ਫਿਜ਼ੀਕਲ ਐਜੂਕੇਸ਼ਨ ਦਾ ਪੇਪਰ। ਠੀਕ ਹੈ, ਤਾਂ ਦੇਖ ਸਕਦੇ ਹੋ ਕਿ ਸ਼ਾਂਤੀ ਕੇਸ ਪੇਪਰ ਤੋਂ ਤੁਹਾਡੀ ਰਿਵੀਜ਼ਨ ਕਰਾ ਦਿੰਦੇ ਆ। ਇਹਦੇ ਵਿੱਚ ਵੈਰੀ ਇੰਪੋਰਟੈਂਟ ਪ੍ਰਸ਼ਨ ਉੱਤਰ ਹੈਗੇ ਆ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਿਛਲੇ ਜਿਹੜੇ ਪੇਪਰ ਆ ਰਹੇ ਹਨ ਉਹ ਸ਼ਾਂਤੀ ਕੇਸ ਪੇਪਰ ਦੇ ਵਿੱਚੋਂ ਹੀ ਆ ਰਹੇ ਹਨ। ਤਾਂ ਦੇਖ ਲਓ, ਸ਼੍ਰੇਣੀ 10ਵੀਂ ਸਰੀਰਕ ਸਿੱਖਿਆ ਦਾ ਪੇਪਰ ਆ, ਫਿਜ਼ੀਕਲ ਐਜੂਕੇਸ਼ਨ 50 ਨੰਬਰ ਦਾ ਇਹ ਪੇਪਰ ਆਵੇਗਾ। ਤਾਂ ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਆ, ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ ਭਾਗ ਊੜਾ ਹੈਗਾ। ਭਾਗ ਊੜਾ ਜਿਹੜਾ ਹੈਗਾ ਤੁਹਾਨੂੰ 20 ਨੰਬਰ ਦਾ ਆਏਗਾ। ਇਹਦੇ ਵਿੱਚ ਕੀ ਨੇ ਵਸਤੂਨਿਸ਼ਟ ਪ੍ਰਸ਼ਨ ਹੋਣਗੇ, ਖਾਲੀ ਥਾਵਾਂ ਆਉਣਗੀਆਂ, ਸਹੀ ਗਲਤ ਆਉਣਗੇ ਤੇ ਬਹੁਪਾਤੀ ਪ੍ਰਸ਼ਨ ਪੁੱਛੇ ਜਾਣਗੇ। ਬਹੁਪਾਤੀ ਮਤਲਬ MCQ ਵੀ ਆਉਣਗੇ। ਤਾਂ ਸਭ ਤੋਂ ਪਹਿਲਾਂ ਆਪਾਂ ਵਸਤੂਨਿਸ਼ਟ ਪ੍ਰਸ਼ਨ ਦੇਖ ਲੈਂਦੇ ਆ ਜੋ 5 ਅੰਕ ਦੇ ਆਉਣਗੇ। ਤਾਂ ਦੇਖੋ ਸਭ ਤੋਂ ਪਹਿਲਾ ਪ੍ਰਸ਼ਨ ਕੀ ਹੈ, ਮਾਸਪੇਸ਼ੀਆਂ ਕੀ ਹਨ। ਠੀਕ ਹੈ ਜੀ, ਤਾਂ ਦੇਖੋ ਇਹਦਾ ਆਨਸਰ ਹੈ ਮਾਸਪੇਸ਼ੀਆਂ ਸੂਤਰ ਸੈੱਲਾਂ ਦਾ ਸੁਮੇਲ ਹਨ। ਹਰ ਇੱਕ ਮਾਸਪੇਸ਼ੀ ਹੱਡੀ ਨਾਲ ਜੁੜੀ ਹੋਣ ਕਰਕੇ ਜਦ ਸੁੰਗੜਦੀ ਹੈ ਤਾਂ ਕੀ ਹੈ, ਹੱਡੀਆਂ ਨੂੰ ਵੀ ਖਿੱਚ ਪੈਂਦੀ ਹੈ, ਜਿਸ ਕਾਰਨ ਵੱਖ-ਵੱਖ ਅੰਗ ਕੰਮ ਕਰਦੇ ਹਨ। ਪ੍ਰਸ਼ਨ ਦੂਸਰਾ ਕੀ ਹੈ, ਮਾਸਪੇਸ਼ੀਆਂ ਦੀਆਂ ਕਿਸਮਾਂ ਦੇ ਨਾਂ ਲਿਖੋ। ਤਾਂ ਦੇਖੋ ਕੀ ਹੈ, ਸਭ ਤੋਂ ਪਹਿਲਾਂ ਇੱਛੁਕ ਮਾਸਪੇਸ਼ੀਆਂ, ਅਣਇੱਛੁਕ ਮਾਸਪੇਸ਼ੀਆਂ, ਦਿਲ ਦੀਆਂ ਮਾਸਪੇਸ਼ੀਆਂ। ਤੀਸਰਾ ਪ੍ਰਸ਼ਨ ਕੀ ਹੈ, ਮਲ ਨਿਕਾਸ ਪ੍ਰਬੰਧ ਕੀ ਹੈ ਜਾਂ ਫਿਰ ਮਲ ਨਿਕਾਸ ਪ੍ਰਣਾਲੀ ਕੀ ਹੈ। ਤਾਂ ਦੇਖੋ ਸਰੀਰ ਵਿੱਚ ਫਾਲਤੂ ਅਤੇ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢਣ ਦੀ ਕਿਰਿਆ ਨੂੰ ਮਲ ਨਿਕਾਸ ਪ੍ਰਬੰਧ ਕਿਹਾ ਜਾਂਦਾ ਹੈ। ਜਾਂ ਫਿਰ ਦੋਸਤੋ ਇਹਦੀ ਜਗ੍ਹਾ ਤੇ ਤੁਹਾਨੂੰ ਆ ਵੀ ਆ ਸਕਦਾ ਵਾ ਕਿ ਮਲ ਤਿਆਗ ਪ੍ਰਣਾਲੀ, ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ ਮਲ ਤਿਆਗ ਪ੍ਰਣਾਲੀ ਦੇ ਵਿੱਚ ਜਿਹੜਾ ਹੈਗਾ ਵਾ ਮੁੱਖ ਅੰਗਾਂ ਦੇ ਨਾਂ ਲਿਖੋ। ਤਾਂ ਫੇਫੜੇ, ਗੁਰਦੇ, ਚਮੜੀ ਅਤੇ ਆਂਤੜੀਆਂ। ਠੀਕ ਹੈ ਜੀ, ਅਗਲਾ ਪ੍ਰਸ਼ਨ ਕੀ ਹੈ, ਮਾਸਪੇਸ਼ੀਆਂ ਦੇ ਕੋਈ ਦੋ ਕੰਮ ਲਿਖੋ। ਤਾਂ ਦੇਖੋ ਆਨਸਰ ਕੀ ਹੈ, ਮਾਸਪੇਸ਼ੀਆਂ ਜਿਹੜੀ ਹੈਗੇ ਸਰੀਰ ਨੂੰ ਰੂਪ ਪ੍ਰਦਾਨ ਕਰਦੀਆਂ ਹਨ। ਦੂਸਰਾ ਇਹਦੇ ਵਿੱਚ ਦੇਖ ਸਕਦੇ ਹੋ ਇਹਨਾਂ ਦੀਆਂ ਸਹਾਇਤਾ ਨਾਲ ਵਿਅਕਤੀ ਜਿਹੜਾ ਹੈਗਾ ਚੱਲਣਾ ਫਿਰਨਾ ਅਤੇ ਉਛਲਣਾ ਕੁੱਦਣਾ ਅਤੇ ਸਾਹ ਲੈਂਦਾ ਹੈ। ਠੀਕ ਹੈ, ਅਗਲਾ ਪ੍ਰਸ਼ਨ ਕੀ ਹੈ, ਇੱਛੁਕ ਮਾਸਪੇਸ਼ੀਆਂ ਕੀ ਹਨ। ਤਾਂ ਇਹ ਮਾਸਪੇਸ਼ੀਆਂ ਉਹ ਹਨ ਜੋ ਵਿਅਕਤੀ ਦੀ ਇੱਛਾ ਅਨੁਸਾਰ ਕਰਦੇ ਹਨ। ਅੱਗੇ ਹੈ 7ਵਾਂ ਪ੍ਰਸ਼ਨ, ਅਣਇੱਛੁਕ ਮਾਸਪੇਸ਼ੀਆਂ ਕੀ ਹਨ। ਤਾਂ ਇਹ ਵਿਅਕਤੀ ਦੇ ਵਸ ਵਿੱਚ ਨਹੀਂ ਹੁੰਦੇ, ਇਹ ਵਿਅਕਤੀ ਦੀ ਇੱਛਾ ਤੋਂ ਬਗੈਰ ਕੰਮ ਕਰਦੇ ਰਹਿੰਦੇ ਹਨ। ਅਗਲਾ ਪ੍ਰਸ਼ਨ ਕੀ ਹੈ, 8ਵਾਂ ਪ੍ਰਸ਼ਨ, ਦਿਲ ਦੀਆਂ ਮਾਸਪੇਸ਼ੀਆਂ ਕੀ ਹੁੰਦੀਆਂ ਹਨ। ਤਾਂ ਇਹ ਮਾਸਪੇਸ਼ੀਆਂ ਅਣਇੱਛੁਕ ਮਾਸਪੇਸ਼ੀਆਂ ਜਿਹੀਆਂ ਹੁੰਦੀਆਂ ਹਨ, ਪਰੰਤੂ ਲਗਾਤਾਰ ਕੰਮ ਕਰਨ ਨਾਲ ਵੀ ਇਹਨਾਂ ਵਿੱਚ ਥਕਾਵਟ ਨਹੀਂ ਆਉਂਦੀ। ਅਗਲਾ ਪ੍ਰਸ਼ਨ, ਸਰੀਰ ਵਿੱਚ ਕਿੰਨੇ ਗੁਰਦੇ ਹੁੰਦੇ ਹਨ, ਯਾਨੀ ਕਿ 2 ਕਿਡਨੀ ਹੁੰਦੀਆਂ ਹਨ। ਠੀਕ ਹੈ ਜੀ, ਅਗਲਾ ਪ੍ਰਸ਼ਨ ਕੀ ਹੈ, ਵਿਅਕਤੀ ਦੇ ਸਰੀਰ ਵਿੱਚ ਫੇਫੜਿਆਂ ਦੀ ਗਿਣਤੀ ਦੱਸੋ। ਤਾਂ ਦੋਸਤੋ 2 ਹੈ। ਠੀਕ ਹੈ, ਲਹੂ ਦਾ ਕੰਮ ਲਿਖੋ। ਲਹੂ ਦਾ ਕੰਮ ਕੀ ਹੈ, ਲਹੂ ਸਰੀਰ ਨੂੰ ਆਕਸੀਜਨ ਦਿੰਦਾ ਹੈ ਅਤੇ ਫਾਲਤੂ ਪਦਾਰਥਾਂ ਨੂੰ ਸਰੀਰ ਵਿੱਚੋਂ ਨਿਕਲਣ ਦਾ ਮਲ ਤਿਆਗ ਪ੍ਰਣਾਲੀ ਦੁਆਰਾ ਕੰਮ ਕਰਦਾ ਹੈ। ਅੱਗੇ ਹੈ ਨੱਕ ਦੁਆਰਾ ਸਾਹ ਲੈਣ ਦੇ ਕੀ ਲਾਭ ਹਨ। ਠੀਕ ਹੈ, ਤਾਂ ਨੱਕ ਦੁਆਰਾ ਸਾਹ ਲੈਣ ਵਿੱਚ ਹਵਾ ਸ਼ੁੱਧ ਅਤੇ ਗਰਮ ਹੋ ਕੇ ਸਰੀਰ ਵਿੱਚ ਜਿਹੜੀ ਹੈਗੀ ਆ ਜਾਂਦੀ ਹੈ। ਤੇ ਦੋਸਤੋ ਆਹ ਜਿਹੜਾ ਮਲ ਤਿਆਗ ਪ੍ਰਣਾਲੀ ਆ ਤੇ ਉੱਪਰ ਜਿਹੜਾ ਇਹ ਆਪਣਾ ਦਿੱਤਾ ਹੋਇਆ ਸੀਗਾ ਇੱਕ ਹੋਰ ਆਹ ਮਲ ਨਿਕਾਸ ਪ੍ਰਬੰਧ। ਤਾਂ ਇਹਦੇ ਜਗ੍ਹਾ ਤੇ ਨਾ ਕਈ ਵਾਰੀ ਮਲ ਜਿਹੜਾ ਹੈਗਾ ਵਾ ਇੱਥੇ ਆ ਜਾਊਗਾ, ਜਿਵੇਂ ਕਿ ਇਹ ਮਲ ਨਿਕਾਸ ਪ੍ਰਣਾਲੀ ਵੀ ਆ ਸਕਦਾ ਵਾ। ਤਾਂ ਇਸ ਦਾ ਆਨਸਰ ਤੁਸੀਂ ਉਹੀ ਲਿਖਣਾ ਵਾ ਜੋ ਤੁਹਾਨੂੰ ਦੱਸਿਆ ਵਾ, ਮਲ ਤਿਆਗ ਪ੍ਰਣਾਲੀ ਤੇ ਮਲ ਨਿਕਾਸ ਪ੍ਰਣਾਲੀ ਇੱਕ ਹੀ ਹੁੰਦਾ ਵਾ ਮੈਨੂੰ ਜਿੱਥੇ ਤੱਕ ਲੱਗਦਾ। ਠੀਕ ਹੈ, ਇਸ ਨੂੰ ਧਿਆਨ ਦੇ ਵਿੱਚ ਰੱਖਿਓ। ਤੇ ਅੱਗੇ ਹੈ ਆਪਣਾ ਪ੍ਰਸ਼ਨ ਕਿ ਨੱਕ ਦੁਆਰਾ ਸਾਹ ਲੈਣ ਦੇ ਕੀ ਲਾਭ ਹਨ। ਠੀਕ ਹੈ ਜੀ, ਤਾਂ ਨੱਕ ਦੁਆਰਾ ਜਿਹੜਾ ਹੈਗਾ ਸਾਹ ਲੈਣ ਵਿੱਚ ਹਵਾ ਸ਼ੁੱਧ ਅਤੇ ਗਰਮ ਹੋ ਕੇ ਸਰੀਰ ਵਿੱਚ ਜਾਂਦੀ ਹੈ। 13ਵਾਂ ਪ੍ਰਸ਼ਨ, ਸਾਹ ਲੈਣ ਦੇ ਸਮੇਂ ਅਸੀਂ ਕਿਹੜੀ ਗੈਸ ਅੰਦਰ ਲੈ ਜਾਂਦੇ ਹਾਂ। ਤਾਂ ਦੋਸਤੋ ਆਕਸੀਜਨ ਗੈਸ। ਅੱਗੇ 14ਵਾਂ ਪ੍ਰਸ਼ਨ, ਸਰੀਰਕ ਥਕਾਵਟ ਤੋਂ ਕੀ ਭਾਵ ਹੈ। ਤਾਂ ਇਸ ਵਿੱਚ ਸਰੀਰ ਥੱਕ ਜਾਂਦਾ ਹੈ ਅਤੇ ਕੰਮ ਕਰਨ ਦਾ ਜਿਹੜਾ ਹੈਗਾ ਮਨ ਨਹੀਂ ਕਰਦਾ। ਅਗਲਾ ਪ੍ਰਸ਼ਨ, ਸਾਹ ਕਿਰਿਆ ਦੁਆਰਾ ਕਿਹੜੀ ਗੈਸ ਬਾਹਰ ਕੱਢਦੇ ਹਾਂ। ਤਾਂ ਕਾਰਬਨ ਡਾਈਆਕਸਾਈਡ। ਮਾਨਸਿਕ ਥਕਾਵਟ ਕੀ ਹੈ। ਤਾਂ ਜਦੋਂ ਕੰਮ ਕਰਦੇ ਕਰਦੇ ਜਿਹੜਾ ਹੈਗਾ ਸਰੀਰ ਦੇ ਨਾਲ ਮਨ ਵੀ ਥੱਕ ਜਾਂਦਾ ਹੈ ਤਾਂ ਉਸ ਨੂੰ ਮਾਨਸਿਕ ਥਕਾਵਟ ਕਹਿੰਦੇ ਹਨ। ਅਗਲਾ ਪ੍ਰਸ਼ਨ ਦੇਖਦੇ ਹਾਂ ਕੀ ਹੈ। ਤਾਂ ਦੇਖੋ ਹਾਂਜੀ, ਪਰਿਣਾਮ ਦੇ ਕੀ ਲਾਭ ਹਨ। ਤਾਂ ਦੇਖੋ ਸਰੀਰ ਵਿੱਚ ਸਿਹਤਮੰਦ ਅਤੇ ਮਨ ਸੰਤੁਸ਼ਟ ਰਹਿੰਦਾ ਹੈ, ਸਰੀਰ ਨੂੰ ਆਕਸੀਜਨ ਦੀ ਮਾਤਰਾ ਪੂਰੀ ਮਿਲਦੀ ਰਹਿੰਦੀ ਹੈ। 18ਵਾਂ ਪ੍ਰਸ਼ਨ, ਕਿਸ ਯੰਤਰ ਨਾਲ ਜਿਹੜਾ ਹੈਗਾ ਫੇਫੜਿਆਂ ਦੀ ਸ਼ਕਤੀ ਮਾਪੀ ਜਾਂਦੀ ਹੈ। ਤਾਂ ਇਹਦਾ ਆਨਸਰ ਆਏਗਾ ਸਪਾਇਰੋਮੀਟਰ ਦੁਆਰਾ। ਅੱਗੇ ਹੈ 19ਵਾਂ ਪ੍ਰਸ਼ਨ, ਪਲਾਜ਼ਮਾ ਕੀ ਹੁੰਦੇ ਹਨ। ਤਾਂ ਪਲਾਜ਼ਮਾ ਪੀਲੇ ਰੰਗ ਦਾ ਜਿਹੜਾ ਹੈਗਾ ਨਮਕੀਨ ਪਦਾਰਥ ਹੈ, ਇਹ ਸਰੀਰ ਨੂੰ ਕੀਟਾਣੂਆਂ ਦੇ ਹਮਲੇ ਤੋਂ ਬਚਾਉਂਦਾ ਹੈ। ਅੱਗੇ ਹੈ ਲਹੂ ਕਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ। ਤਾਂ 3 ਪ੍ਰਕਾਰ ਦੇ ਜਿਹੜਾ ਹੈਗਾ ਲਾਲ, ਚਿੱਟਾ ਤੇ ਆਪਣਾ ਪਲੇਟਲੈਟਸ। ਠੀਕ ਹੈ ਜੀ, ਅਗਲਾ ਪ੍ਰਸ਼ਨ, ਇੱਕ ਸਿਹਤਮੰਦ ਵਿਅਕਤੀ ਦੀ ਨਬਜ਼ ਪ੍ਰਤੀ ਮਿੰਟ ਕਿੰਨੀ ਵਾਰ ਚੱਲਦੀ ਹੈ। ਤਾਂ 70 ਤੋਂ 80 ਵਾਰ। ਸਰੀਰਕ ਥਕਾਵਟ ਕਿਵੇਂ ਦੂਰ ਕੀਤੀ ਜਾਂਦੀ ਹੈ। ਤਾਂ ਇਹਦਾ ਆਨਸਰ ਆਏਗਾ ਸਰੀਰਕ ਥਕਾਵਟ ਵਿੱਚ ਜਿਹੜਾ ਹੈਗਾ ਵਾ ਨੀਂਦ, ਆਰਾਮ ਅਤੇ ਮਨੋਰੰਜਨ ਕਿਰਿਆਵਾਂ ਨਾਲ ਦੂਰ ਕੀਤੀ ਜਾ ਸਕਦੀ ਹੈ। ਫੇਫੜਿਆਂ ਵਿੱਚ ਕਿਹਨਾਂ ਚੀਜ਼ਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ। ਤਾਂ ਫੇਫੜਿਆਂ ਵਿੱਚ ਗੈਸਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ। ਪਲਾਜ਼ਮਾ ਦਾ ਰੰਗ ਕੀ ਹੁੰਦਾ ਹੈ। ਤਾਂ ਪੀਲਾ। ਸਰੀਰ ਨੂੰ ਰੋਗ ਤੋਂ ਕੌਣ ਬਚਾਉਂਦਾ ਹੈ। ਸਫੇਦ ਜਿਹੜੇ ਹੈਗੇ ਆ ਕਣ। ਅਗਲਾ ਪ੍ਰਸ਼ਨ ਦੋਸਤੋ ਤੁਹਾਡਾ ਕੀ ਹੈ, ਦੇਖੋ ਭਾਰਤੀ ਕਸਰਤ ਦੀ ਜਿਹੜੀ ਹੈਗੀ ਪ੍ਰਾਚੀਨ ਵਿਧੀ ਕਿਹੜੀ ਹੈ। ਤਾਂ ਯੋਗ ਆਸਨ। ਸੀਸ ਆਸਨ ਹਰ ਰੋਜ਼ ਘੱਟੋ ਘੱਟ ਕਿੰਨੇ ਸਮੇਂ ਲਈ ਕਰਨਾ ਚਾਹੀਦਾ ਹੈ। ਤਾਂ 2 ਮਿੰਟ ਲਈ।
ਅੱਗੇ ਹੈ ਆਪਣਾ ਸੀਸ ਆਸਣ ਦੇ ਕੋਈ ਦੋ ਲਾਭ ਦੱਸੋ। ਤਾਂ ਇਸ ਨਾਲ ਜਿਹੜੀ ਹੈਗੀ ਯਾਦ ਸ਼ਕਤੀ ਤੇਜ਼ ਹੁੰਦੀ ਹੈ, ਮੋਟਾਪਾ ਦੂਰ ਹੁੰਦਾ ਹੈ। ਵਰਜ ਆਸਣ ਦਾ ਲਾਭ ਦੱਸੋ। ਤਾਂ ਇਸ ਨਾਲ ਜਿਹੜਾ ਹੈਗਾ ਵਾ ਸ਼ੂਗਰ ਦਾ ਰੋਗ ਦੂਰ ਹੋ ਜਾਂਦਾ ਹੈ। ਪਦਮ ਆਸਣ ਦੇ ਕੋਈ ਦੋ ਲਾਭ ਦੇਖੋ ਤਾਂ ਦੱਸੋ ਕਮਰ ਦਰਦ ਦੂਰ ਹੋ ਜਾਂਦਾ ਹੈ ਤੇ ਬਾਰ-ਬਾਰ ਪਿਸ਼ਾਬ ਆਉਣਾ ਬੰਦ ਹੋ ਜਾਂਦਾ ਹੈ। ਅੱਗੇ ਹੈ ਭੁਜੰਗ ਆਸਣ ਦੇ ਕੋਈ ਦੋ ਲਾਭ। ਤਾਂ ਦੇਖੋ ਗਠੀਆਂ ਦੀ ਜਿਹੜੀ ਹੈਗੀ ਬਿਮਾਰੀ ਉਹ ਦੂਰ ਹੋ ਜਾਂਦੀ ਹੈ, ਠੀਕ ਹੈ, ਤੇ ਔਰਤਾਂ ਦੇ ਯੋਨੀ ਵਿਕਾਸ ਅਤੇ ਜਿਹੜਾ ਹੈਗਾ ਮਾਸਿਕ ਧਰਮ ਸੰਬੰਧੀ ਰੋਗ ਦੂਰ ਹੋ ਜਾਂਦੇ ਹਨ। ਅੱਗੇ ਹੈ 7ਵਾਂ ਪ੍ਰਸ਼ਨ, ਹਰਨੀਆਂ ਅਤੇ ਨਲ ਰੋਗਾਂ ਨੂੰ ਠੀਕ ਕਰਨ ਲਈ ਕਿਹੜਾ ਆਸਣ ਜਿਹੜਾ ਹੈਗਾ ਵਾ ਸਹਾਇਕ ਹੋ ਜਾਂਦਾ ਹੈ, ਠੀਕ ਹੈ ਜੀ, ਸਹਾਇਕ ਹੋ ਜਾਂਦਾ ਹੈ ਜਾਂ ਪ੍ਰਣਾਲੀ ਸਹਾਇਕ ਲਿਖਿਆ ਹੋਇਆ ਇਹਨਾਂ ਨੇ। ਤਾਂ ਦੋਸਤੋ ਇਹਦਾ ਆਏਗਾ ਚੱਕਰ ਆਸਣ, ਠੀਕ ਹੈ ਜੀ। ਅਗਲਾ ਪ੍ਰਸ਼ਨ, ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਦਾ ਮਹੱਤਵਪੂਰਨ ਢੰਗ ਕਿਹੜਾ ਹੈ। ਤਾਂ ਯੋਗ ਹੈ। ਮਾਨਸਿਕ ਇਕਾਗਰਤਾ ਲਈ ਜਿਹੜਾ ਹੈਗਾ ਕਿਹੜਾ ਯੋਗ ਉੱਤਮ ਹੈ। ਤਾਂ ਦੋਸਤੋ ਪਦਮ ਆਸਣ। ਅੱਗੇ ਹੈ 10ਵਾਂ ਪ੍ਰਸ਼ਨ, ਥਕਾਵਟ ਕਿੰਨੇ ਪ੍ਰਕਾਰ ਦੇ ਹੁੰਦੇ ਹਨ। ਦੋ ਤਰ੍ਹਾਂ ਦੇ ਹੁੰਦੇ ਹਨ। ਇੱਕ ਤਾਂ ਹੈਗਾ ਦੋਸਤੋ ਮਨੋਰੁਕ ਅਤੇ ਦੂਸਰਾ ਹੈਗਾ ਸਰੀਰਕ, ਠੀਕ ਹੈ ਜੀ। ਅੱਗੇ ਹੈ 11ਵਾਂ ਪ੍ਰਸ਼ਨ, ਕਿਹੜਾ ਆਸਣ ਕਰਨ ਨਾਲ ਯਾਦ ਸ਼ਕਤੀ ਵੱਧਦੀ ਹੈ। ਤਾਂ ਦੋਸਤੋ ਸੀਸ ਆਸਣ ਕਰਨ ਨਾਲ। ਆਸਣ ਤੋਂ ਕੀ ਭਾਵ ਹੈ। ਤਾਂ ਮਨੁੱਖੀ ਸਰੀਰ ਨੂੰ ਵੱਧ ਤੋਂ ਵੱਧ ਸਮੇਂ ਲਈ ਕਿਸੇ ਖਾਸ ਸਥਿਤੀ ਵਿੱਚ ਰੱਖਣ ਨੂੰ ਆਸਣ ਕਹਿੰਦੇ ਹਨ। ਅਗਲਾ ਪ੍ਰਸ਼ਨ, ਯੋਗ ਦੇ 8 ਅੰਗਾਂ ਦੇ ਨਾਂ ਲਿਖੋ। ਯਮ, ਨਿਯਮ, ਆਸਣ, ਪ੍ਰਾਣਾਯਾਮ, ਪ੍ਰਤਿਹਾਰ, ਧਾਰਨਾ, ਧਿਆਨ ਤੇ ਸਮਾਧੀ, ਠੀਕ ਹੈ ਜੀ। ਤਾਂ ਇਹ ਤੁਹਾਡੇ ਅੰਗ ਹੈਗੇ ਆ ਯੋਗ ਦੇ। ਅੱਗੇ ਯੋਗ ਦਾ ਉਦੇਸ਼ ਕੀ ਹੈ। ਤਾਂ ਯੋਗ ਦਾ ਉਦੇਸ਼ ਸਰੀਰ ਨੂੰ ਅਰੋਗ, ਲਚਕਦਾਰ, ਜੋਸ਼ੀਲਾ ਅਤੇ ਜ਼ਿੰਦਗੀ ਦੀਆਂ ਸ਼ਰਤਾਂ ਤੋਂ ਦੋਸਤੋ ਕੀ ਹੈ ਜ਼ਿਆਦਾ ਸਿਹਤਮੰਦ ਰੱਖਣਾ ਹੈ, ਠੀਕ ਹੈ। ਅਗਲਾ ਪ੍ਰਸ਼ਨ, ਭਾਰਤੀ ਕਸਰਤ ਦੀ ਪ੍ਰਾਚੀਨ ਵਿਧੀ ਕਿਹੜੀ ਹੈ। ਤਾਂ ਯੋਗ ਹੈ, ਠੀਕ ਹੈ। ਅਗਲਾ ਪ੍ਰਸ਼ਨ, ਪਦਮ ਆਸਣ ਦੇ ਦੋ ਲਾਭ ਦੱਸੋ। ਤਾਂ ਦੇਖੋ ਪਦਮ ਆਸਣ ਨਾਲ ਮੋਢੇ ਵਿੱਚ ਜਿਹੜਾ ਹੈਗਾ ਕੁੱਬ ਨਹੀਂ ਪੈਂਦਾ ਹੈ, ਪੇਟ ਅੱਗੇ ਨਹੀਂ ਨਿਕਲਦਾ। ਯੋਗ ਕਿਹੜੀ ਭਾਸ਼ਾ ਦੇ ਸ਼ਬਦ ਯੂਜ ਤੋਂ ਲਿਆ ਗਿਆ ਹੈ। ਤਾਂ ਦੋਸਤੋ ਸੰਸਕ੍ਰਿਤ ਦੇ, ਠੀਕ ਹੈ। ਯੂਜ ਸ਼ਬਦ ਦਾ ਕੀ ਅਰਥ ਹੈ। ਇਸ ਦਾ ਅਰਥ ਦੋਸਤੋ ਕੀ ਹੈ, ਜੁੜਨਾ। ਅਗਲਾ ਪ੍ਰਸ਼ਨ, ਫੇਫੜਿਆਂ ਦੇ ਰੋਗ ਕਿਹੜੇ ਆਸਣ ਰਾਹੀਂ ਠੀਕ ਹੁੰਦੇ ਹਨ। ਤਾਂ ਦੋਸਤੋ ਇਹ ਪ੍ਰਾਣਾਯਾਮ ਨਾਲ ਜਿਹੜੇ ਹੈਗੇ ਠੀਕ ਹੁੰਦੇ ਹਨ। ਕਿਹੜਾ ਆਸਣ ਕਰਨ ਨਾਲ ਗੋਡੇ ਨਹੀਂ ਭਿੜਦੇ। ਤਾਂ ਦੋਸਤੋ ਬ੍ਰਿਕਸ਼ ਆਸਣ। 21ਵਾਂ ਪ੍ਰਸ਼ਨ, ਮਨੁੱਖ ਆਪਣੀਆਂ ਭਾਵਨਾਵਾਂ 'ਤੇ ਕਿਵੇਂ ਕਾਬੂ ਰੱਖ ਸਕਦਾ ਹੈ। ਮਨੁੱਖ ਯਮ ਅਤੇ ਨਿਯਮ ਦੀ ਪਾਲਣਾ ਕਰਕੇ ਆਪਣੀਆਂ ਭਾਵਨਾਵਾਂ 'ਤੇ ਕਾਬੂ ਰੱਖ ਸਕਦਾ ਹੈ। ਅਗਲੇ ਪ੍ਰਸ਼ਨ, ਕਿਹੜਾ ਆਸਣ ਮਨੁੱਖ ਦੀ ਥਕਾਵਟ ਦੂਰ ਕਰਦਾ ਹੈ। ਤਾਂ ਸੀਸ ਆਸਣ। ਅੱਗੇ ਯੋਗ ਦੇ ਰਸਤੇ ਵਿੱਚ ਜਿਹੜੇ ਹੈਗੇ ਸਿਹਤ ਪ੍ਰਾਪਤ ਕਰਨ ਦਾ ਢੰਗ ਕਿਸ ਨੇ ਦੱਸਿਆ ਹੈ। ਤਾਂ ਦੋਸਤੋ ਪਤੰਜਲੀ ਰਿਸ਼ੀ। ਤਾਂ ਇੱਥੇ ਦੋਸਤੋ ਪਤੰਜਲੀ ਨਹੀਂ ਪਤੰਜਲੀ ਆਊਗਾ, ਠੀਕ ਹੈ। ਇੱਥੇ ਮੈਨੂੰ ਜਿੱਥੇ ਤੱਕ ਲੱਗਦਾ ਪਤੰਜਲੀ ਰਿਸ਼ੀ ਨੇ ਦੱਸਿਆ ਵੈਸੇ ਸਪੈਲਿੰਗ ਸਹੀ ਕਰ ਲਿਓ। ਇੱਥੇ ਪਤੰਜਲੀ ਨਹੀਂ ਆਊਗਾ, ਪਤੰਜਲੀ ਆਊਗਾ, ਪਤੰਜਲੀ, ਠੀਕ ਹੈ ਜੀ। ਪਤਨ ਜੱਜਾ ਤੇ ਇੱਥੇ ਲੱਲਾ, ਠੀਕ ਹੈ। ਇਸ ਤਰ੍ਹਾਂ ਇੱਥੇ ਤੱਤੇ ਦੀ ਜਗ੍ਹਾ ਬਸ ਤੁਸੀਂ ਲੱਲਾ ਕਰ ਲੈਣਾ ਵਾ। ਅੱਗੇ ਆਪਣਾ ਯੋਗ ਕੀ ਹੈ। ਤਾਂ ਯੋਗ ਸੰਸਕ੍ਰਿਤ ਦੇ ਸ਼ਬਦ ਯੂਜ਼ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਜੁੜਨਾ। ਅੱਗੇ ਦੋਸਤੋ ਦੇਖੋ ਪ੍ਰੋਟੀਨ ਕਿੰਨੇ ਪ੍ਰਕਾਰ ਦੇ ਹੁੰਦੇ ਹਨ। ਤਾਂ ਦੋਸਤੋ ਦੇਖੋ ਪ੍ਰੋਟੀਨ ਦੋ ਪ੍ਰਕਾਰ ਦੇ ਹੁੰਦੇ ਹਨ, ਜੀਵ ਪ੍ਰੋਟੀਨ ਤੇ ਆਪਣਾ ਬਨਸਪਤੀ ਪ੍ਰੋਟੀਨ। ਕਾਰਬੋਹਾਈਡਰੇਟਸ ਕੀ ਹੈ। ਤਾਂ ਇਹ ਕਾਰਬਨ ਅਤੇ ਹਾਈਡਰੋਜਨ ਦਾ ਮਿਸ਼ਰਣ ਹੈ। ਵਿਟਾਮਿਨ ਕਿੰਨੇ ਪ੍ਰਕਾਰ ਦੇ ਹੁੰਦੇ ਹਨ। ਜਿਵੇਂ ਕਿ ਤੁਹਾਨੂੰ ਪਤਾ ਹੀ ਆ, ਵਿਟਾਮਿਨ ਜਿਹੜੇ ਹੈਗੇ ਮੋਸਟ ਇੰਪੋਰਟੈਂਟ ਜਿਹੜੇ ਹੈਗੇ ਆਪਣੇ ਵਿਟਾਮਿਨ 6 ਪ੍ਰਕਾਰ ਦੇ ਹੁੰਦੇ ਹਨ, A, B, C, D, E ਤੇ K ਵਿਟਾਮਿਨ, ਠੀਕ ਹੈ। ਅੱਗੇ ਹੈ ਆਪਣਾ ਕਿਹੜੇ ਵਿਟਾਮਿਨ ਪਾਣੀ ਵਿੱਚ ਘੁਲਣਸ਼ੀਲ ਨਹੀਂ ਹਨ। ਤਾਂ ਦੋਸਤੋ ਵਿਟਾਮਿਨ C, D, E, K, ਠੀਕ ਹੈ। ਅੱਗੇ ਛੋਟੇ ਬੱਚੇ ਦੇ ਲਈ ਕਿਹੜਾ ਦੁੱਧ ਚੰਗਾ ਹੁੰਦਾ ਹੈ। ਤਾਂ ਮਾਂ ਦਾ ਦੁੱਧ ਚੰਗਾ ਹੁੰਦਾ ਹੈ। ਸਾਡੇ ਰੋਜ਼ਾਨਾ ਭੋਜਨ ਵਿੱਚ ਪ੍ਰੋਟੀਨ ਦੀ ਮਾਤਰਾ ਕਿੰਨੀ ਹੋਣੀ ਚਾਹੀਦੀ ਹੈ। ਤਾਂ 70 ਤੋਂ 100 ਗ੍ਰਾਮ, ਠੀਕ ਹੈ। ਪ੍ਰੋਟੀਨ ਦੀ ਮਾਤਰਾ ਇੰਨੀ ਹੋਣੀ ਚਾਹੀਦੀ ਆ। ਬਾਕੀ ਅਗਰ ਚਰਬੀ ਦਾ ਤੁਹਾਨੂੰ ਪੁੱਛ ਲੈਣ ਉਹਦਾ ਅਲੱਗ ਹੁੰਦਾ ਵਾ, ਤੁਹਾਨੂੰ ਦਿਖਾ ਦੇਣਾ ਉਹ ਵੀ। ਤਾਂ ਦੇਖੋ ਦੋਸਤੋ ਚਰਬੀ ਦਾ ਜਿਵੇਂ ਕਿ ਤੁਸੀਂ ਇੱਥੇ ਥੱਲੇ ਦੇਖ ਲਓ, ਚਰਬੀ ਦੀ ਜਿਹੜੀ ਹੈਗੀ 50 ਤੋਂ 70 ਗ੍ਰਾਮ, ਠੀਕ ਹੈ ਜੀ। ਅਤੇ ਪ੍ਰੋਟੀਨ ਦੀ ਜਿਹੜੀ ਹੈਗੀ ਉਹ 70 ਤੋਂ 100 ਗ੍ਰਾਮ ਹੈ, ਠੀਕ ਹੈ ਜੀ। ਤਾਂ ਇਹ ਚੇਤੇ ਰੱਖਣਾ ਵਾ ਤੁਸੀਂ। ਅੱਗੇ ਪ੍ਰਸ਼ਨ, ਕਾਰਬੋਹਾਈਡਰੇਟਸ ਕਿੰਨਾਂ ਦੋ ਰੂਪਾਂ ਵਿੱਚ ਮਿਲਦੇ ਹਨ। ਤਾਂ ਸਟਾਰਚ ਅਤੇ ਸ਼ੱਕਰ ਦੇ ਰੂਪ ਵਿੱਚ। ਪ੍ਰੋਟੀਨ ਕਿੰਨੇ ਤੱਤਾਂ ਦਾ ਮਿਸ਼ਰਣ ਹੁੰਦਾ ਹੈ। ਕਾਰਬਨ, ਨਾਈਟ੍ਰੋਜਨ, ਹਾਈਡਰੋਜਨ ਅਤੇ ਗੰਧਕ, ਠੀਕ ਹੈ। ਜੀਵਨ ਤੱਤ ਕਿਸ ਨੂੰ ਕਹਿੰਦੇ ਹਨ। ਤਾਂ ਦੋਸਤੋ ਵਿਟਾਮਿਨਾਂ ਨੂੰ ਕਹਿੰਦੇ ਹਨ। ਅਗਲਾ ਪ੍ਰਸ਼ਨ, ਸਾਡੇ ਭੋਜਨ ਵਿੱਚ ਚਰਬੀ ਦੀ ਮਾਤਰਾ। ਤਾਂ ਚਰਬੀ ਦੀ ਮਾਤਰਾ ਦੋਸਤੋ ਕਿੰਨੀ ਹੋਣੀ ਚਾਹੀਦੀ ਹੈ। ਤਾਂ 50 ਤੋਂ 70 ਗ੍ਰਾਮ ਹੋਣੀ ਚਾਹੀਦੀ ਹੈ ਇੱਕ ਆਮ ਇਨਸਾਨ ਦੇ ਕੋਲ। ਅੱਗੇ ਆਪਣਾ ਪ੍ਰਸ਼ਨ, ਇੱਕ ਦਿਨ ਵਿੱਚ ਕਿੰਨਾ ਪਾਣੀ ਪੀਣਾ ਚਾਹੀਦਾ ਹੈ। ਤਾਂ 5 ਤੋਂ 6 ਗਲਾਸ ਪਾਣੀ ਪੀਣਾ ਚਾਹੀਦਾ ਹੈ, ਠੀਕ ਹੈ ਜੀ। 5 ਤੋਂ 6 ਗਲਾਸ ਪਾਣੀ ਪੀਣਾ ਚਾਹੀਦਾ ਹੈ। ਅੱਗੇ ਸੰਤੁਲਿਤ ਭੋਜਨ ਤੋਂ ਕੀ ਭਾਵ ਹੈ। ਜਿਸ ਭੋਜਨ ਵਿੱਚ ਸਾਰੇ ਜ਼ਰੂਰੀ ਤੱਤ ਸਹੀ ਮਾਤਰਾ ਵਿੱਚ ਹੋਣ ਉਸ ਨੂੰ ਦੋਸਤੋ ਕੀ ਹੈ, ਸੰਤੁਲਿਤ ਭੋਜਨ ਕਿਹਾ ਜਾਂਦਾ ਹੈ, ਠੀਕ ਹੈ ਜੀ। ਅਗਲਾ ਪ੍ਰਸ਼ਨ ਕੀ ਹੈ ਆਪਣਾ, ਕੈਲੋਰੀ ਕੀ ਹੈ। ਤਾਂ ਭੋਜਨ ਦਾ ਤੱਤ ਮਾਪਣ ਦੀ ਸਭ ਤੋਂ ਛੋਟੀ ਇਕਾਈ ਕੈਲੋਰੀ ਹੈ। ਅੱਗੇ ਹੈ ਵਿਟਾਮਿਨ A ਦੇ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ। ਤਾਂ ਦੋਸਤੋ ਅੰਤਰਾਤਾ ਅਤੇ ਫੇਫੜੇ ਕਮਜ਼ੋਰ ਹੋ ਜਾਂਦੇ ਹਨ। ਮਨੁੱਖ ਨੂੰ ਜਿੰਦਾ ਰਹਿਣ ਲਈ ਕਿਹੜੀਆਂ ਦੋ ਵਸਤੂਆਂ ਦੀ ਜ਼ਰੂਰਤ ਹੁੰਦੀ ਹੈ। ਹਵਾ ਤੇ ਪਾਣੀ। ਅਗਲਾ ਪ੍ਰਸ਼ਨ, ਭੋਜਨ ਵਿੱਚ ਸੈੱਲ ਕਿਸ ਪ੍ਰਕਾਰ ਵੱਧਦੇ ਹਨ। ਤਾਂ ਪ੍ਰੋਟੀਨ ਦੇ ਹੋਣ ਦੇ ਕਾਰਨ। ਕਾਰਬੋਹਾਈਡਰੇਟਸ ਦੇ ਸਰੋਤ ਲਿਖੋ। ਤਾਂ ਇਹਦਾ ਆਏਗਾ ਦੋਸਤੋ ਆਪਣਾ ਸ਼ੱਕਰਕੰਦੀ ਅਤੇ ਮੱਕੀ। ਕਾਰਬੋਹਾਈਡਰੇਟਸ ਦੀ ਕਮੀ ਦੇ ਕਾਰਨ ਕਿਹੜਾ ਰੋਗ ਹੋ ਜਾਂਦਾ ਹੈ। ਸ਼ੱਕਰ ਰੋਗ। ਕਾਰਬੋਹਾਈਡਰੇਟਸ ਦੇ ਵਧਣ ਨਾਲ ਕਿਹੜਾ ਰੋਗ ਹੋ ਜਾਂਦਾ ਹੈ, ਮੋਟਾਪਾ। ਅੱਗੇ ਸਰੀਰ ਵਿੱਚ ਖਣਿਜ ਲੂਣ ਕਿੰਨੀ ਮਾਤਰਾ ਵਿੱਚ ਹੁੰਦੀ ਹੈ। ਤਾਂ 4%। ਕੈਲਸ਼ੀਅਮ ਦੀ ਕਮੀ ਦੇ ਕਾਰਨ ਕਿਹੜੇ ਰੋਗ ਹੋ ਜਾਂਦੇ ਹਨ। ਤਾਂ ਹੱਡੀਆਂ ਅਤੇ ਦੰਦ ਕਮਜ਼ੋਰ ਹੋ ਜਾਂਦੇ ਹਨ। ਪਾਣੀ ਕਿਹੜੀ ਦੋ ਵਸਤੂਆਂ ਦੇ ਮੇਲ ਨਾਲ ਬਣਦਾ ਹੈ। ਆਕਸੀਜਨ ਅਤੇ ਹਾਈਡਰੋਜਨ ਦੇ ਮੇਲ ਨਾਲ। ਕਿਹੜੇ ਵਿਟਾਮਿਨ ਪਾਣੀ ਵਿੱਚ ਘੁਲਣਸ਼ੀਲ ਹਨ। ਤਾਂ ਵਿਟਾਮਿਨ B ਅਤੇ C। ਤਾਜ਼ੇ ਫਲ ਅਤੇ ਸਬਜ਼ੀਆਂ ਵਿੱਚ ਕਿਹੜਾ ਵਿਟਾਮਿਨ ਮਿਲਦਾ ਹੈ। ਤਾਂ ਵਿਟਾਮਿਨ A ਮਿਲਦਾ ਹੈ।
ਤਾਂ ਦੋਸਤੋ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸੋ ਇਹ ਘੁਲਣਸ਼ੀਲ ਵਿਟਾਮਿਨ ਬੀ ਤੇ ਸੀ ਨੇ, ਤੇ ਉਹ ਦੱਸੋ ਜਿਹੜੇ ਘੁਲਣਸ਼ੀਲ ਨਹੀਂ ਹੁੰਦੇ ਉਹ ਵਾਲੇ ਵਿਟਾਮਿਨ ਕਿਹੜੇ ਨੇ, ਕਮੈਂਟ ਬਾਕਸ ਦੇ ਵਿੱਚ ਹਜੇ ਮੈਨੂੰ ਦੱਸੋ। ਉਹਦਾ ਆਨਸਰ ਮੈਂ ਤੁਹਾਨੂੰ ਹਜੇ ਥੋੜੀ ਦੇਰ ਪਹਿਲਾਂ ਦੱਸਿਆ ਵੀ ਸੀ। ਠੀਕ ਹੈ, ਅਗਲਾ ਪ੍ਰਸ਼ਨ ਕੀ ਆਪਣਾ ਇਹ ਹੋ ਗਿਆ ਸੀਗਾ 24ਵਾਂ। ठीक है, अगे है दोस्तों किस विटामिन की कमी नाल जिहड़ा हैगा वा अनीमिया हो जाता है, तो दोस्तों विटामिन सी की कमी नाल। अगला प्रश्न देखो की है ओलंपिक खेडा के ना ओलंपिक किमें पिया, तो प्राचीन ओलंपिक खेडा ओलंपिक नामक नगर तो शुरू हुई सन। ठीक है जी, इसलिए इन्हां दा नाम जिहड़ा हैगा ओलंपिक खेडा जिहड़ा हैगा वा पिया। अगला प्रश्न की है प्राचीन ओलंपिक खेडा कदों शुरू हुई, तो प्राचीन ओलंपिक खेडा जिहड़े हैगे 776 ई पूर्व यूनान विच शुरू हुई। ठीक है जी, तो यह चेते रखना वा प्राचीन या फिर पुरातन जिहड़ा हैगा वा ओलंपिक कदों शुरू होया सीगा, तो यह दोस्तों यूनान विच शुरू होया सीगा 776 ई पूर्व दे विच। अगे दोस्तों अपना प्रश्न ओलंपिक झंडे विच किन्ने रिंग हुंदे हन, तो 5 रिंग हुंदे हन, ते उन्हां दे किहड़े-किहड़े कलर हुंदे आ यह तुसीं मैनूं कमेंट बॉक्स दे विच दस्सो हजे कि 5 रिंग हुंदे आ ते कलर किहड़े-किहड़े हुंदे आ उन्हां दे। ठीक है, यह तुसीं मैनूं दसना वा। अगे प्राचीन ओलंपिक खेडां दे विजेता नूं की जिहड़ा हैगा इनाम मिलदा है, तो जितण वाले नूं दोस्तों जिहड़ा हैगा जैतून दे बूटे दियां टाहणियां ते पत्तियां नाल जिहड़े हैगे बनवाए हाँ जी मुकट इनाम विच हाँ जी दिते जांदे सन। अगला प्रश्न प्राचीन ओलंपिक खेडा के कोई 2 नियम लिखो, तो दोस्तों इन्हां खेडों में भाग लैण वाले सारे खिडारी यूनान के नागरिक होने चाहिए हैं। कोई भी व्यापारक खिडारी इन्हां खेडों में भाग नहीं लै सकता। अगला प्रश्न नवीन ओलंपिक खेडा किसने जिहड़ी हैगी शुरू करवाइयां, तो इसका आंसर आ जाएगा दोस्तों बैरन दी क्यूबर्टन ने करवाइयां सी। अगे नवीन ओलंपिक खेडा कित्थे अते कदों शुरू हुई सी, तो दोस्तों नवीन ओलंपिक खेडा जिहड़ी हैगियां ने 1896 ईस्वी विच एथेन विच शुरू हुई सन। ठीक है, जो चेते रखना वा वेरी इंपोर्टेंट हैगा वा भी। अगे नवीन ओलंपिक खेडा के कोई 2 नियम लिखो, तो दोस्तों इस विच भाग लैण वाले खिडारी दे उम्र जाति धर्म आदि का कोई रोक नहीं हुंदा है। दूसरा कोई भी व्यापारक खिडारी इन्हां जिहड़ा हैगा वा खेडा विच भाग नहीं लै सकदा, तो तुहाडा ये आंसर हो जाएगा। अगला प्रश्न देखते हैं तुहाडा की है एशियाई खेडा किस दे यतन नाल जोड़े है शुरू हुई, तो एशियाई खेडा जिहड़ी है श्री जिहड़े है दोस्तों GD सोंधी अते महाराजा पटियाला श्री यादविंदर सिंह दे जिहड़ा हैगा वा अणथक यत्नां नाल शुरू होया। अगे है अपना प्रश्न एशियाई खेडा कदों अते कित्थे शुरू हुई, तो पहली एशियाई हाँ जी एशियन गेम्स आपां जिहनूं कहने आ, तो पहलियां जिहड़ी हैगी ने एशियाई खेडा 1951 ईस्वी विच नवी दिल्ली के नैशनल स्टेडियम विच होईयां। अगे है ओलंपिक खेडा जिहड़ी है किन्ने सालों बाद हुंदियां हन, वेरी इंपोर्टेंट प्रश्न 4 सालों बाद। 5वीं एशियाई खेडा कित्थे हुईयां सन, 1966 ईस्वी विच जिहड़ा हैगा जकार्ता विच होईयां सन। अगे मिल्खा सिंह ने किहड़ी ओलंपिक खेडा विच 400 मीटर दौड़ विच जिहड़ा हैगा चौथा स्थान प्राप्त किया, तो 1960 विच मिल्खा सिंह ने 400 मीटर दौड़ विच चौथा स्थान जिहड़ा हैगा वा प्राप्त किया। अगे 14वां प्रश्न भारत ने जिहड़ा ओलंपिक विच पहली बार कदों भाग लिया सी, तो 1920 ईस्वी दे विच 2008 विच जिहड़ा हैगा वा बीजिंग ओलंपिक खेडां विच किस भारतीय खिडारी ने सोने का जिहड़ा हैगा पदक जित्तिया, तो श्री अभिनव बिंद्रा ने। अगला प्रश्न ओलंपिक झंडे की बनावट किसने बनाई सी, तो क्यूबर्टिन ने। अगे भारत की हाकी टीम ने पहली बार सोने का मैडल कदों अते कित्थे जित्तिया, तो दोस्तों 1928 विच यह जिहड़ा हैगा वा अपना एम्स्टरडम हाँ जी एम्स्टरडम विच जित्तिया सी। अगे है 2008 विच जिहड़ा हैगा वा ओलंपिक खेडां कित्थे होईयां सन, तो बीजिंग दे विच होईयां सन। इंडियन ओलंपिक खेडां कदों अते कित्थे होईयां, 1923 विच यह दिल्ली विच होईयां सन। भारतीय हाकी टीम किहड़ी ओलंपिक खेडां विच दूजे स्थान ते आई, तो 1960 विच दोस्तों यह रोम दे विच आई। तो हुण दोस्तों खाली थावां ने तुहाडीआं, तो देखो खाली थावां देख लैंदे हुण। पहला प्रश्न देखो की इहदे विच साह अंदर लिजाउण नूं जिहड़ा हैगा वा अंदर खिच्चणा कहंदे हन। ठीक है, 1 मिनट विच आम व्यक्ति दी जिहड़ी हैगी आ डायाफ्राम ठीक है जी डायाफ्राम जिहड़ा हैगा फैलण दे सुंगड़न की क्रिया नूं जिहड़ा हैगा वा 18 बार हुंदी है। ठीक है जी डायाफ्राम। अगे अपना प्रश्न सानू हमेशा जिहड़ा हैगा वा नक राही साह लेना चाहिए है, मूँह दे राही नहीं। ठीक है जी। अगला प्रश्न की है लाल कणा की आयु जिहड़ी हैगी है दोस्तों वो 115 दिन हुंदी है। अगे साडे साह दे छड्डण नाल डैश गैस वध मात्रा विच बाहर निकलती है, तो किहड़ी गैस कार्बन डाइऑक्साइड जिहड़ी हैगी गैस वध मात्रा विच निकलती है। अगे आम हालत विच असीं जिहड़ा हैगा वा 500 सीसी के बराबर हवा अंदर ले जाते हाँ। अरोग व्यक्ति विच प्रति मिनट 70 तो 80 बार दिल की धड़कन हुंदी है। अगे मांसपेशियां विच ना दोस्तों 75% पानी हुंदा है। अगला प्रश्न साडे शरीर विच शरीर के कुल भार का लगभग 1/12 जिहड़ा हैगा भाग लहू हुंदा है। अगला प्रश्न प्लाज्मा जिहड़ा हैगा वा डैश रंग का पारदर्शक पदार्थ है, यानी कि हल्का पीला रंग का पारदर्शक है।
ਲਹੂ ਵਿੱਚ ਨਾ ਦੋਸਤੋ ਜਿਹੜੇ ਲਾਲ ਰਕਤ ਕਣਾਂ ਦੀ ਸੰਖਿਆ ਬਹੁਤ ਹੁੰਦੀ ਹੈ। ਅੱਗੇ ਦਿਲ ਡੈਸ਼ ਪੁੱਠਾਂ ਹਨ, ਤਾਂ ਦੋਸਤੋ ਇਹ ਕੀ ਹੈ, ਦਿਲ ਜਿਹੜਾ ਹੈਗਾ ਦੋਸਤੋ ਅਨਿੱਛੁਕ ਪੱਠਾਂ ਹਨ। ਅੱਗੇ ਬੇਲੋੜੇ ਪਦਾਰਥਾਂ ਯੂਰੀਆ ਅਤੇ ਜਿਹੜਾ ਹੈਗਾ ਵਾ ਕਾਰਬਨ ਡਾਈਆਕਸਾਈਡ ਅਤੇ ਮੁੜਕਾਂ ਹਨ। ਠੀਕ ਹੈ ਜੀ। ਤੇ ਅੱਗੇ ਆਪਣਾ ਪ੍ਰਸ਼ਨ ਕੀ ਹੈ, ਗੁਰਦੇ ਗਿਣਤੀ ਵਿੱਚ ਕਿਹੜੇ ਹੁੰਦੇ ਆ, 2 ਹੁੰਦੇ ਹਨ। ਅਗਲਾ ਪ੍ਰਸ਼ਨ ਦੇਖੋ ਕੀ ਹੈ, ਯੋਗ ਸੰਸਕ੍ਰਿਤ ਦੇ ਸ਼ਬਦ ਤੋਂ ਲਿਆ ਗਿਆ ਹੈ, ਤਾਂ ਯਾਨੀ ਕਿ ਯੂਜ ਤੋਂ ਲਿਆ ਗਿਆ ਹੈ। ਯੋਗ ਜਿਹੜਾ ਹੈਗਾ ਵਾ ਸੰਸਕ੍ਰਿਤ ਦੇ ਸ਼ਬਦ ਯੂਜ ਤੋਂ ਲਿਆ ਗਿਆ ਹੈ, ਚਿੱਤੇ ਰੱਖਣਾ ਤੁਸੀਂ। ਯੋਗ ਰਾਹੀਂ ਜਿਹੜਾ ਹੈਗਾ ਵਾ ਤੰਦਰੁਸਤੀ ਪ੍ਰਾਪਤ ਕਰਨ ਦਾ ਜਿਹੜਾ ਹੈਗਾ ਢੰਗ ਪਤੰਜਲੀ ਰਿਸ਼ੀ ਨੇ ਦੱਸਿਆ ਸੀ। ਠੀਕ ਹੈ ਜੀ। ਡੈਸ਼ ਆਤਮਾ, ਤਾਂ ਯੋਗ ਆਸਣ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਦਾ ਉੱਤਮ ਸਾਧਨ ਹੈ। ਅੱਗੇ ਮਾਨਸਿਕ ਇਕਾਗਰਤਾ ਵਾਸਤੇ ਜਿਹੜਾ ਹੈਗਾ ਡੈਸ਼ ਕਰਨਾ ਚਾਹੀਦਾ ਹੈ, ਤਾਂ ਯਾਨੀ ਕਿ ਪਦਮ ਆਸਣ ਕਰਨਾ ਚਾਹੀਦਾ ਹੈ। ਰੀੜ੍ਹ ਦੀ ਹੱਡੀ ਨੂੰ ਦੋਸਤੋ ਡੈਸ਼ ਲਚਕਦਾਰ ਬਣਾਉਂਦਾ ਹੈ, ਯਾਨੀ ਕਿ ਚੱਕਰ ਆਸਣ। ਅੱਗੇ ਭੁਜੰਗ ਆਸਣ ਵਿੱਚ ਨਾ ਦੋਸਤੋ ਜਿਹੜਾ ਹੈਗਾ ਸਾਡੇ ਸਰੀਰ ਦੀ ਅਵਸਥਾ ਸੱਪ ਦੀ ਤਰ੍ਹਾਂ ਹੁੰਦੀ ਹੈ। ਅੱਗੇ ਹੈ ਯਾਦ ਸ਼ਕਤੀ ਜਿਹੜਾ ਹੈਗਾ ਵਾ ਸ਼ੀਰਸ਼ ਆਸਣ ਦੁਆਰਾ ਜਿਹੜਾ ਹੈਗਾ ਵਾ ਵੱਧਦੀ ਹੈ। ਅਗਲਾ 8ਵਾਂ ਪ੍ਰਸ਼ਨ, ਡੈਸ਼ ਆਸਣ ਯਾਨੀ ਕਿ ਜਿਹੜਾ ਸਭ ਆਸਣ ਆ ਉਹਦੇ ਦੁਆਰਾ ਜਿਹੜਾ ਹੈਗਾ ਥਕਾਵਟ ਦੂਰ ਹੁੰਦੀ ਹੈ। ਅੱਗੇ ਆਪਣਾ ਪਾਚਨ ਸ਼ਕਤੀ ਡੈਸ਼ ਆਸਣ ਦੁਆਰਾ ਵੱਧਦੀ ਹੈ। ਠੀਕ ਹੈ ਜੀ। ਤਾਂ ਪਦਮ ਆਸਣ ਦੁਆਰਾ ਜਿਹੜੀ ਹੈਗੀ ਹੈ ਵੱਧਦੀ ਹੈ ਪਾਚਨ ਸ਼ਕਤੀ। ਅੱਗੇ ਡੈਸ਼ ਦੁਆਰਾ ਯਾਨੀ ਕਿ ਚੱਕਰ ਆਸਣ ਦੁਆਰਾ ਜਿਹੜਾ ਹੈਗਾ ਗੁਰਦੇ ਦਾ ਰੋਗ ਦੂਰ ਹੁੰਦਾ ਹੈ। ਯੋਗ ਡੈਸ਼ ਤੇ ਯਾਨੀ ਕਿ ਯੋਗ ਜਿਹੜਾ ਹੈਗਾ ਉਹ ਸੰਤੁਲਨ ਤੇ ਖੁਸ਼ੀ ਪ੍ਰਾਪਤ ਕਰਨ ਦੀ ਵਧੀਆ ਸਾਧਨ ਹੈ। ਅੱਗੇ ਸ਼ੀਰਸ਼ ਆਸਣ ਰਾਹੀਂ ਜਿਹੜਾ ਹੈਗਾ ਵਾ ਸ਼ੀਰਸ਼ ਆਸਣ ਰਾਹੀਂ ਉਹ ਬੁੱਧੀ ਤੇਜ਼ ਹੁੰਦੀ ਹੈ, ਇਹ ਚੇਤੇ ਰੱਖਣਾ ਬਸ। ਸ਼ੀਰਸ਼ ਆਸਣ ਰਾਹੀਂ ਅੱਗੇ ਹੈ ਆਪਣਾ ਇੰਜਨ ਰੂਪੀ ਜਿਹੜਾ ਹੈਗਾ ਸਰੀਰ ਨੂੰ ਚਲਾਉਣ ਲਈ ਭੋਜਨ ਜਿਹੜਾ ਹੈਗਾ ਵਾ ਉਹ ਪੈਟਰੋਲ ਦਾ ਕੰਮ ਕਰਦਾ ਹੈ। ਪ੍ਰੋਟੀਨ ਜਿਹੜੀ ਹੈਗਾ ਯੂਨਾਨੀ ਭਾਸ਼ਾ ਦਾ ਸ਼ਬਦ ਹੈ। ਠੀਕ ਹੈ, ਇਹ ਚੇਤੇ ਰੱਖਣਾ ਵਾ। ਭੋਜਨ ਮਨੁੱਖ ਨੂੰ ਜਿਹੜਾ ਹੈਗਾ ਵਾ ਜਿਉਂਦੇ ਰੱਖਣ ਲਈ ਜ਼ਰੂਰੀ ਹੈ। ਅੱਗੇ ਹੈ ਭਾਰਤੀਆਂ ਦੀ ਖੁਰਾਕ ਦਾ ਜਿਹੜਾ ਹੈਗਾ 70 ਤੋਂ 80% ਹਿੱਸਾ ਕਾਰਬੋਹਾਈਡਰੇਟਸ ਨਾਲ ਜਿਹੜਾ ਹੈਗਾ ਪੂਰਾ ਕੀਤਾ ਜਾਂਦਾ ਹੈ। ਠੀਕ ਹੈ ਜੀ। ਅਗਲਾ ਪ੍ਰਸ਼ਨ ਕੀ ਇੱਥੇ ਆਪਣਾ, ਚਿਕਨਾਈ ਦੀ ਘਾਟ ਨਾਲ ਜਿਹੜਾ ਹੈਗਾ ਵਾ ਚਮੜੀ ਖੁਸ਼ਕ ਹੋ ਜਾਂਦੀ ਹੈ। ਚਿਕਨਾਈ ਮਤਲਬ ਦੋਸਤੋ ਚਰਬੀ ਹੁੰਦੀ ਹੈ। ਠੀਕ ਹੈ ਜੀ, ਇਹ ਚੇਤੇ ਰੱਖਿਓ। ਅੱਗੇ ਆਪਣਾ ਕੈਲਸ਼ੀਅਮ ਜਿਹੜਾ ਹੈਗਾ ਨਾ ਦੋਸਤੋ ਉਹ ਖੂਨ ਦੇ ਜਮਾਓ ਵਿੱਚ ਹਿੱਸਾ ਪਾਉਂਦੀ ਹੈ। ਠੀਕ ਹੈ। ਅਗਲਾ ਪ੍ਰਸ਼ਨ ਦੇਖੋ ਕੀ ਹੈ, ਸਾਡੇ ਸਰੀਰ ਜਿਹੜਾ ਹੈਗਾ ਵਿਚਲੇ ਪਾਣੀ 1/3 ਭਾਗ ਸੈੱਲਾਂ ਵਿੱਚ ਹੁੰਦਾ ਹੈ। ਆਮ ਕਰਕੇ ਇੱਕ ਦਿਨ ਵਿੱਚ ਜਿਹੜਾ ਹੈਗਾ 5 ਤੋਂ 6 ਗਲਾਸ ਪਾਣੀ ਪੀਣਾ ਚਾਹੀਦਾ ਹੈ। ਪ੍ਰੋਟੀਨ ਦੀ ਘਾਟ ਦੇ ਕਾਰਨ ਜਿਹੜਾ ਹੈਗਾ ਵਾ ਜਿਗਰ ਵੱਧ ਜਾਂਦਾ ਹੈ। ਠੀਕ ਹੈ ਜੀ। ਪ੍ਰੋਟੀਨ ਦੀ ਘਾਟ ਦੇ ਕਾਰਨ ਦੋਸਤੋ ਜਿਹੜਾ ਹੈਗਾ ਜਿਗਰ ਵੱਧ ਜਾਂਦਾ ਹੈ। ਅੰਧਰਾਤੇ ਦਾ ਰੋਗ ਦੋਸਤੋ ਵਿਟਾਮਿਨ ਡੈਸ਼ ਦੀ ਕਮੀ ਨਾਲ ਹੁੰਦਾ ਹੈ, ਯਾਨੀ ਕਿ ਏ ਵਿਟਾਮਿਨ। ਠੀਕ ਹੈ ਜੀ, ਵਿਟਾਮਿਨ ਏ ਦੀ ਕਮੀ ਨਾਲ ਹੁੰਦਾ ਹੈ। ਅਗਲਾ ਪ੍ਰਸ਼ਨ ਕੀ ਹੈ, ਪ੍ਰਾਚੀਨ ਓਲੰਪਿਕ ਖੇਡਾਂ ਅਗਸਤ ਸਤੰਬਰ ਮਹੀਨੇ ਡੈਸ਼ ਦੀ ਰਾਤ ਨੂੰ ਹੁੰਦੀਆਂ ਹਨ, ਤਾਂ ਦੋਸਤੋ ਪੂਰਨਿਮਾ ਦੀ ਰਾਤ ਨੂੰ। ਠੀਕ ਹੈ ਜੀ। ਪ੍ਰਾਚੀਨ ਓਲੰਪਿਕ ਖੇਡਾਂ 776 ਈਸਵੀ ਪੂਰਬ ਵਿੱਚ ਜਿਹੜੀ ਆਰੰਭ ਹੋਈਆਂ। ਅੱਗੇ ਆਪਣਾ 1100 ਈਸਵੀ ਵਿੱਚ ਖੇਡਾਂ ਲਈ ਖਾਸ ਜਗ੍ਹਾ ਬਣੀ, ਜਿਸ ਦੀ ਪੂਜਾ ਜਿਹੜੀ ਹੈਗੀ ਆ ਮੰਦਿਰ ਦੀ ਤਰ੍ਹਾਂ ਹੁੰਦੀ ਸੀ। 724 ਪੂ.ਈ ਵਿੱਚ ਜਿਹੜੀ ਹੈਗੀਆਂ ਨੇ 14ਵੀਆਂ ਓਲੰਪਿਕਸ ਹੋਈਆਂ। ਤਦ ਜਿਹੜਾ ਹੈਗਾ ਵਾ 400 ਗੱਜ ਦੀ ਜਿਹੜੀ ਹੈਗੀ ਦੌੜਾਂ ਦਾ ਜਿਹੜਾ ਹੈਗਾ ਵਾ ਵਾਧਾ ਜਿਹੜਾ ਹੈਗਾ ਵਾ ਕੀਤਾ ਗਿਆ। ਅੱਗੇ ਆਪਣਾ ਪ੍ਰਸ਼ਨ, ਪੁਰਾਤਨ ਓਲੰਪਿਕ ਖੇਡਾਂ ਵਿੱਚ ਔਰਤਾਂ ਨੂੰ ਭਾਗ ਲੈਣ ਦੀ ਆਗਿਆ ਨਹੀਂ ਸੀ। ਇਨਾਮ ਦੇ ਤੌਰ 'ਤੇ ਦੋਸਤੋ ਜੈਤੂਨ ਦੇ ਦਰਖਤ ਦੀਆਂ ਟਾਹਣੀਆਂ ਪੇਟ ਕੀਤੀਆਂ ਜਾਂਦੀਆਂ ਸਨ। ਅੱਗੇ ਬੈਰਨ ਡੀ ਕਿਊਬਰਟਨ ਨਵੀਨ ਓਲੰਪਿਕ ਖੇਡਾਂ ਦਾ ਜਿਹੜਾ ਹੈਗਾ ਨਿਰਮਾਤਾ ਮੰਨੇ ਜਾਂਦੇ ਹਨ। ਡੈਸ਼ ਈਸਵੀ ਯਾਨੀ ਕਿ ਦੋਸਤੋ 1896 ਈਸਵੀ ਵਿੱਚ ਪ੍ਰਥਮ ਓਲੰਪਿਕ ਖੇਡਾਂ ਆਰੰਭ ਹੋਈਆਂ। ਅੱਗੇ ਓਲੰਪਿਕ ਝੰਡੇ ਵਿੱਚ ਦੋਸਤੋ ਕੀ ਹੈ, 4 ਚੱਕਰ ਹੁੰਦੇ ਹਨ। ਠੀਕ ਹੈ ਜੀ। ਓਲੰਪਿਕ ਦੇ ਵਿੱਚ 4 ਚੱਕਰ ਹੁੰਦੇ ਹਨ, ਤਾਂ ਦੋਸਤੋ ਇਹ ਓਲੰਪਿਕ ਝੰਡੇ ਵਿੱਚ ਜਿਹੜਾ ਹੈਗਾ ਵਾ ਮੇਰੇ ਹਿਸਾਬ ਨਾਲ ਦੇਖੋ 4 ਇੱਥੇ ਲਿਖਿਆ, ਇਹਨੂੰ ਮੈਂ ਚੈੱਕ ਕਰਦਾ 4 ਨੇ ਕੀ ਕਿੰਨੇ ਆ, ਰੁਕੋ। ਆਹ ਦੇਖੋ ਦੋਸਤੋ, ਬਟ ਇੱਥੇ ਇਹਨਾਂ ਨੇ ਲਿਖਿਆ ਕਿ ਓਲੰਪਿਕ ਝੰਡੇ ਵਿੱਚ ਕਿੰਨੇ ਰਿੰਗ ਹੁੰਦੇ ਹਨ, ਤਾਂ ਇੱਥੇ ਇਹਨਾਂ ਨੇ ਲਿਖਿਆ ਕਿ 5 ਰਿੰਗ ਹੁੰਦੇ ਹਨ। ਠੀਕ ਹੈ ਜੀ। ਜਿਵੇਂ ਕਿ ਤੁਹਾਨੂੰ ਪਤਾ ਹੀ ਆ 5 ਹੁੰਦੇ, ਇੱਕ ਤਾਂ ਇਸ ਤਰ੍ਹਾਂ ਹੁੰਦਾ ਵਾ, ਥੱਲੇ 2 ਹੁੰਦੇ ਨੇ ਐਵੇਂ, ਤੇ ਫਿਰ ਇੱਕ ਇੱਥੇ ਹੁੰਦਾ ਵਾ, ਇੱਕ ਇਹਦੇ ਦੋਸਤੋ ਇਹ ਵਿਚਾਲੇ ਬਣਾਏ ਹੁੰਦਾ, ਇੱਕ ਇਹਦੇ ਨਾਲ ਐਵੇਂ ਹੁੰਦਾ ਵਾ। 1 2 3 4 5 ਹੁੰਦੇ ਆ। ਠੀਕ ਹੈ ਜੀ। ਇਹ ਤਾਂ ਚਲੋ ਠੀਕ ਲੱਗ ਰਿਹਾ, ਬਟ ਦੋਸਤੋ ਜਿਹੜਾ ਥੱਲੇ ਦਿੱਤਾ ਹੋਇਆ ਤੁਹਾਨੂੰ ਉਹ ਦੇਖੋ, ਇੱਥੇ ਦੋਸਤੋ ਦੇਖੋ ਕੀ ਲਿਖਿਆ, ਓਲੰਪਿਕ ਝੰਡੇ ਵਿੱਚ 4 ਚੱਕਰ ਹੁੰਦੇ ਹਨ। ਠੀਕ ਹੈ ਜੀ। ਤਾਂ ਮੈਨੂੰ ਲੱਗਦਾ ਦੋਸਤੋ 4 ਚੱਕਰ ਜਾਂ ਰਿੰਗ, ਗੱਲ ਤਾਂ ਇੱਕ ਹੀ ਹੈ, ਚੱਕਰ ਵੀ ਉਹੀ ਹੁੰਦਾ। ਠੀਕ ਹੈ ਜੀ। ਤੇ ਆਪਣਾ ਰਿੰਗ ਵੀ ਉਹੀ ਹੋ ਗਿਆ, ਗੋਲੀ ਕਹਿ ਲਓ। ਠੀਕ ਹੈ ਜੀ। ਤਾਂ ਦੋਸਤੋ ਇੱਥੇ ਹੁਣੇ 4 ਕਿਉਂ ਲਿਖਿਆ ਇਹਨਾਂ ਨੇ, ਗਲਤੀ ਨਾਲ ਮੈਨੂੰ ਲੱਗਦਾ ਕਿ ਲਿਖ ਦਿੱਤਾ ਹੋਣਾ। ਬਾਕੀ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸੋ ਇੱਥੇ 4 ਆਵੇਗਾ ਜਾਂ ਫਿਰ 5 ਆਵੇਗਾ। ਜਿੱਥੇ ਤੱਕ ਮੈਨੂੰ ਲੱਗਦਾ 5 ਆਏਗਾ, ਬਾਕੀ ਤੁਸੀਂ ਮੈਨੂੰ ਨੈੱਟ ਵਗੈਰਾ 'ਤੇ ਸਰਚ ਕਰਕੇ ਆਪਣੀ ਗਾਈਡ ਦੇ ਵਿੱਚ ਤੁਸੀਂ ਦੇਖ ਕੇ ਮੈਨੂੰ ਦੱਸੋ ਕਿ ਇੱਥੇ ਕਿੰਨਾ ਆਏਗਾ, 4 ਆਏਗਾ ਜਾਂ 5 ਆਏਗਾ, ਕਿਉਂਕਿ 5 ਹੁੰਦੇ ਆ, ਮੈਨੂੰ ਤਾਂ ਪਤਾ ਹੀ ਹੈ। ਜਿਵੇਂ ਕਿ ਆ ਦੇਖੋ ਇਸ ਤਰ੍ਹਾਂ ਥੱਲੇ 2 ਹੁੰਦੇ ਆ ਐਵੇਂ। ਠੀਕ ਹੈ ਜੀ। ਤਾਂ ਇਹ ਤੁਸੀਂ ਮੈਨੂੰ ਦੱਸਣਾ ਵਾ। ਠੀਕ ਹੈ। ਇਹਦਾ ਕੁਐਸਚਨ ਦਾ ਆਨਸਰ ਤੁਸੀਂ ਮੈਨੂੰ 9ਵੇਂ ਪ੍ਰਸ਼ਨ ਦਾ ਆਨਸਰ ਤੁਸੀਂ ਗਾਈਡ ਦੇ ਵਿੱਚੋਂ ਜਾਂ ਗੂਗਲ ਦੇ ਵਿੱਚੋਂ ਜਾਂ ਜਿੱਥੋਂ ਮਰਜ਼ੀ ਲੱਭ ਕੇ ਤੁਸੀਂ ਮੈਨੂੰ ਦੱਸੋ। ਠੀਕ ਹੈ ਜੀ। 10ਵਾਂ ਪ੍ਰਸ਼ਨ ਕੀ ਹੈ, ਭਾਰਤ ਨੇ ਪਹਿਲੀ ਵਾਰ ਜਿਹੜਾ ਹੈਗਾ ਡੈਸ਼ ਵਿੱਚ ਓਲੰਪਿਕਸ ਵਿੱਚ ਜਿਹੜਾ ਹੈਗਾ ਭਾਗ ਲਿਆ, ਤਾਂ 1900 ਦੇ ਵਿੱਚ ਇਹਨਾਂ ਨੇ ਇੱਥੇ ਲਿਖਿਆ ਹੋਇਆ ਵਾ। ਠੀਕ ਹੈ। ਅਗਲਾ ਪ੍ਰਸ਼ਨ ਦੋਸਤੋ ਹੁਣ ਸਹੀ ਗਲਤ ਨੇ ਤੁਹਾਡਾ, ਤੇ ਦੇਖੋ ਕੀ ਹੈ, ਸਾਹ ਕਿਰਿਆ ਰਾਹੀਂ ਮਨੁੱਖ ਜੀਵਨ ਅੱਗੇ ਤੁਰਦਾ ਹੈ, ਤਾਂ ਦੋਸਤੋ ਸਹੀ ਬਿਲਕੁਲ। ਅੱਗੇ ਹੈ ਆਪਣਾ ਸਾਹ ਕਿਰਿਆ ਵਿੱਚ ਲੱਤ ਬਾਂਹ ਹੱਥ ਪੈਰ
ਤੇ ਕੰਨ ਭਾਗ ਲੈਂਦੇ ਹਨ ਤਾਂ ਦੋਸਤੋ ਕੀ ਹੈ ਗਲਤ। ਠੀਕ ਹੈ, ਅੱਗੇ ਆਪਾਂ ਸਾਨੂੰ ਹਮੇਸ਼ਾ ਮੂੰਹ ਰਾਹੀਂ ਸਾਹ ਲੈਣਾ ਚਾਹੀਦਾ ਹੈ ਤਾਂ ਗਲਤ। ਸਾਨੂੰ ਮੂੰਹ ਰਾਹੀਂ ਨਹੀਂ ਦੋਸਤੋ ਨੱਕ ਰਾਹੀਂ ਸਾਹ ਲੈਣਾ ਚਾਹੀਦਾ ਹੈ। ਸਾਹ ਅੰਦਰ ਖਿੱਚਣ ਵਾਲਾ ਜਿਹੜਾ ਹੈਗਾ ਦੋਸਤੋ ਡਾਇਆਫਾਰਮ ਸੁੰਗੜਦਾ ਹੈ ਤਾਂ ਬਿਲਕੁਲ ਸਹੀ ਆ। ਠੀਕ ਹੈ, ਅੱਗੇ ਹੈ ਨਵ ਜੰਮਿਆ ਬੱਚਾ 1 ਮਿੰਟ ਵਿੱਚ 80 ਵਾਰ ਸਾਹ ਲੈਂਦਾ ਹੈ, ਗਲਤ। ਕਸਰਤ ਕਰਨ ਨਾਲ ਦੋਸਤੋ ਲਹੂ ਦੀ ਮਾਤਰਾ ਆਕਸੀਜਨ ਰਲਣ ਨਾਲ ਛੇਤੀ ਸਾਫ਼ ਨਹੀਂ ਹੁੰਦੀ ਤਾਂ ਗਲਤ। ਸਮੁੱਚੇ ਸਰੀਰ ਵਿੱਚ ਲਹੂ ਵਿੱਚ 91% ਪਾਣੀ ਹੁੰਦਾ ਹੈ ਤਾਂ ਬਿਲਕੁਲ ਇਹ ਸਹੀ ਹੈ। ਠੀਕ ਹੈ ਜੀ, ਅਗਲਾ ਪ੍ਰਸ਼ਨ ਕੀ ਆਪਣਾ ਲਾਲ ਕਣਾਂ ਦੀ ਆਯੂ 115 ਦਿਨ ਦੀ ਹੁੰਦੀ ਹੈ, ਗਲਤ। ਅਰੋਗ ਵਿਅਕਤੀ ਦੀ ਨਬਜ਼ ਪ੍ਰਤੀ ਮਿੰਟ 90 ਤੋਂ 100 ਵਾਰ ਜਿਹੜੀ ਹੈਗੀ ਆ ਚੱਲਦੀ ਹੈ ਤਾਂ ਗਲਤ। ਅਗਲਾ ਪ੍ਰਸ਼ਨ ਦੇਖੋ 10ਵਾਂ ਪ੍ਰਸ਼ਨ ਕੀ ਹੈ ਆਮ ਕਸਰਤ ਵਾਲੇ ਵਿਅਕਤੀਆਂ ਵਿੱਚ ਆਕਸੀਜਨ ਦੀ ਜਿਹੜੀ ਹੈਗੀ ਆ ਮਿਕਦਾਰ 5000 ਤੋਂ 8000 ਘਣ ਹੁੰਦੀ ਹੈ ਤਾਂ ਇਹ ਬਿਲਕੁਲ ਸਹੀ ਹੈ। ਅੱਗੇ ਹੈ ਆਪਣਾ ਯੋਗ ਸ਼ਬਦ ਸੰਸਕ੍ਰਿਤ ਦੇ ਸ਼ਬਦ ਯੁੱਗ ਤੋਂ ਲਿਆ ਗਿਆ ਹੈ ਤਾਂ ਇਹ ਗਲਤ ਹੈ। ਸਰੀਰਕ ਤੰਦਰੁਸਤੀ ਯੁੱਗ ਨਹੀਂ, ਸ਼ਾਇਦ ਉੱਥੇ ਜਿਹੜਾ ਹੈਗਾ ਯੂਜ਼ ਆਵੇਗਾ। ਠੀਕ ਹੈ ਜੀ, ਅੱਗੇ ਆਪਣਾ ਸਰੀਰਕ ਤੰਦਰੁਸਤੀ ਦੇ ਨੌਰਾਪਨ ਨੂੰ ਯੋਗ ਰਾਹੀਂ ਪ੍ਰਾਪਤ ਕਰਨ ਦੇ ਢੰਗ ਨੂੰ ਅਸ਼ਟਾਂਗ ਯੋਗ ਆਖਦੇ ਹਨ ਤਾਂ ਬਿਲਕੁਲ ਸਹੀ। ਯਮ ਦੇ ਸਾਧਨ ਨੂੰ ਮਨੁੱਖ ਨੂੰ ਚੋਰੀ ਹਿੰਸਾ ਅਤੇ ਅਪਵਿੱਤਰਤਾ ਸਿਖਾਉਂਦੇ ਹਨ ਤਾਂ ਗਲਤ। ਸਭ ਆਸਣ ਸਰੀਰ ਨੂੰ ਜਿਹੜਾ ਹੈਗਾ ਵਾ ਜਿਹੜਾ ਹੈਗਾ ਤਾਜ਼ਾਦਮ ਤੇ ਚੁਸਤ ਰੱਖਣ ਲਈ ਕੀਤਾ ਜਾਂਦਾ ਹੈ ਤਾਂ ਬਿਲਕੁਲ ਸਹੀ। ਯੋਗ ਅਭਿਆਸ ਵੇਲੇ ਸਾਹ ਹਮੇਸ਼ਾ ਮੂੰਹ ਰਾਹੀਂ ਲੈਣਾ ਚਾਹੀਦਾ ਹੈ, ਗਲਤ। ਅੱਗੇ ਆਪਣਾ ਪ੍ਰਾਣਾਯਾਮ ਰਾਹੀਂ ਜਿਹੜਾ ਹੈਗਾ ਵਾ ਬਾਹਾਂ ਜਿਹੜੀ ਹੈਗੇ ਨੇ ਬਾਹਾਂ ਦੀਆਂ ਕਸਰਤ ਹੁੰਦੀਆਂ ਹਨ, ਗਲਤ। ਮਯੂਰ ਆਸਨ ਨਾਲ ਗੁੱਟ ਮਜ਼ਬੂਤ ਹੁੰਦੇ ਹਨ, ਸਹੀ। ਧਨੁਰ ਆਸਨ ਨਾਲ ਤੇ ਹਲ ਆਸਨ ਦਿਲ ਦੀ ਧੜਕਣ ਵਧਾਉਂਦੇ ਹਨ, ਬਿਲਕੁਲ ਗਲਤ। ਪਦਮ ਆਸਣ ਜਿਹੜਾ ਹੈਗਾ ਵਾ ਕਰਨ ਨਾਲ ਮੋਢੇ ਵਿੱਚ ਜਿਹੜਾ ਹੈਗਾ ਕੁੱਬ ਨਹੀਂ ਪੈਂਦਾ ਤਾਂ ਸਹੀ। ਯੋਗ ਮਾਨਸਿਕ ਅਨੁਸ਼ਾਸਨ ਨਹੀਂ ਲਿਆਉਂਦਾ ਹੈ, ਗਲਤ। ਪਾਠ ਤੀਸਰਾ ਹੁਣ ਦੇਖੋ ਕੀ ਇਹਦੇ ਵਿੱਚ ਭੋਜਨ ਦਾ ਮੁੱਖ ਕੰਮ ਸਰੀਰ ਨੂੰ ਜਿਹੜਾ ਹੈਗਾ ਮੋਟਾ ਕਰਨਾ ਹੈ, ਗਲਤ। ਵਿਟਾਮਿਨ ਬੀ ਅੱਖਾਂ ਨਾਲ ਲਈ ਹੁੰਦਾ ਹੈ, ਗਲਤ। ਕਾਰਬੋਹਾਈਡਰੇਟ ਸਾਡੇ ਭੋਜਨ ਦਾ ਜਿਹੜਾ ਹੈਗਾ 50 ਤੋਂ 80% ਭਾਗ ਹੁੰਦਾ ਹੈ, ਬਿਲਕੁਲ ਸਹੀ ਹੈ। ਵਿਟਾਮਿਨ 6 ਪ੍ਰਕਾਰ ਦੇ ਹੁੰਦੇ ਹਨ, ਬਿਲਕੁਲ ਸਹੀ ਹੈ ਦੋਸਤੋ। ਠੀਕ ਹੈ, ਅੱਗੇ ਆਪਣਾ ਵਿਟਾਮਿਨ 6 ਪ੍ਰਕਾਰ ਦੇ ਹੁੰਦੇ ਨੇ ਤਾਂ ਤੁਹਾਨੂੰ ਪਤਾ ਹੀ ਆ। ਚਿਕਨਾਈ ਦੇ ਵਾਧੇ ਨਾਲ ਮੋਟਾਪਾ ਜ਼ਿਆਦਾ ਹੁੰਦਾ ਹੈ ਤਾਂ ਬਿਲਕੁਲ ਸਹੀ। ਠੀਕ ਹੈ, ਯਾਨੀ ਕਿ ਚਿਕਨਾਈ ਮਤਲਬ ਦੋਸਤੋ ਚਰਬੀ। ਠੀਕ ਹੈ, ਜਿਸ ਨੂੰ ਆਪਾਂ ਫੈਟ ਕਹਿੰਦੇ ਹਾਂ। ਅੱਗੇ ਆਪਣਾ ਸਰੀਰ ਦੇ ਸਾਰੇ ਪਾਣੀ ਦਾ ਜਿਹੜਾ ਹੈਗਾ 2/3 ਭਾਗ ਸੈੱਲਾਂ ਵਿੱਚ ਹੁੰਦਾ ਹੈ ਤਾਂ ਬਿਲਕੁਲ ਸਹੀ। ਪਾਣੀ ਦੀ ਘਾਟ ਨਾਲ ਜਿਹੜਾ ਹੈਗਾ ਕਬਜ਼ ਨਹੀਂ ਹੁੰਦੀ, ਗਲਤ। ਵਿਟਾਮਿਨ ਬੀ ਜਿਹੜਾ ਹੈਗਾ ਦਿਮਾਗ ਤੇਜ਼ ਕਰਦਾ ਹੈ ਤਾਂ ਬਿਲਕੁਲ ਸਹੀ ਹੈ। ਅੱਗੇ ਆਪਣਾ ਫੋਕਟ ਸਾਡੀਆਂ ਅੰਤੜੀਆਂ ਦੀ ਸਫਾਈ ਕਰਦੇ ਹਨ, ਬਿਲਕੁਲ ਸਹੀ। ਅੰਦਰਾਤਾ ਵਿਟਾਮਿਨ ਏ ਦੀ ਕਮੀ ਨਾਲ ਹੁੰਦਾ ਹੈ ਤਾਂ ਇਹਦਾ ਉੱਤਰ ਆਵੇਗਾ ਆਪਣਾ ਗਲਤ। ਅਗਲਾ ਪ੍ਰਸ਼ਨ ਕੀ ਇੱਥੇ ਦੇਖੋ, ਹਾਂਜੀ ਇੱਥੇ ਲਿਖਿਆ ਨਾ ਦੋਸਤੋ ਓਲੰਪੀਆ ਅਮਰੀਕਾ ਰਾਜ ਦਾ ਇੱਕ ਪਵਿੱਤਰ ਤੇ ਮਸ਼ਹੂਰ ਸ਼ਹਿਰ ਸੀ, ਗਲਤ। ਓਲੰਪੀਆ ਨਗਰ ਦੇ ਮੰਦਿਰ ਦੇ ਅੰਦਰ ਤੇਲ ਦੇ ਦੀਵੇ ਬਾਲਦੇ ਸਨ ਤਾਂ ਗਲਤ। ਪ੍ਰਾਚੀਨ ਖੇਡਾਂ ਵਿੱਚ ਸਿਰਫ ਦੌੜਾਂ ਸ਼ਾਮਿਲ ਸਨ ਤਾਂ ਗਲਤ। 14ਵੀਆਂ ਓਲੰਪਿਕ ਖੇਡਾਂ ਵਿੱਚ 400 ਮੀਟਰ ਦੀ ਦੌੜ ਵਿੱਚ ਵਾਧਾ ਹੋਇਆ ਤਾਂ ਸਹੀ। ਓਲੰਪਿਕਸ ਵਿੱਚ ਕੁੱਲ 25 ਖੇਡਾਂ ਸ਼ਾਮਿਲ ਹਨ ਤਾਂ ਬਿਲਕੁਲ ਸਹੀ ਹੈ ਦੋਸਤੋ। ਅੱਗੇ ਆਪਣਾ ਪ੍ਰਸ਼ਨ ਕੀ ਹੈ 2000 ਦੀ ਓਲੰਪਿਕ ਖੇਡਾਂ ਸਿਡਨੀ ਵਿੱਚ ਹੋਈਆਂ ਤਾਂ ਗਲਤ। ਭਾਰਤ ਦਾ ਜਿਹੜਾ ਹੈਗਾ ਸ਼ਿਵ ਰਾਮ ਜਿਹੜਾ ਹੈਗਾ ਵਾ ਮੈਰਾਥਨ ਦੌੜ ਵਿੱਚ 11ਵੇਂ ਨੰਬਰ ਤੇ ਰਿਹਾ ਤਾਂ ਬਿਲਕੁਲ ਸਹੀ। ਅੱਗੇ 1948 ਵਿੱਚ ਲੰਡਨ ਵਿੱਚ 14ਵੀਆਂ ਓਲੰਪਿਕ ਖੇਡਾਂ ਹੋਈਆਂ ਤਾਂ ਸਹੀ। 2002 ਵਿੱਚ ਏਸ਼ੀਆ ਖੇਡਾਂ ਪੁਸਾਨ ਵਿਖੇ ਹੋਈਆਂ ਤਾਂ ਬਿਲਕੁਲ ਸਹੀ। ਅੱਗੇ ਹੈ ਸ਼ਿਵਨਾਥ ਨੇ 5000 ਮੀਟਰ ਵਿੱਚ ਏਸ਼ੀਆਈ ਖੇਡਾਂ ਵਿੱਚ ਨਵੇਂ ਰਿਕਾਰਡ ਕਾਇਮ ਕੀਤੇ ਤਾਂ ਬਿਲਕੁਲ ਸਹੀ ਹੈ। ਤੇ ਹੁਣ ਦੋਸਤੋ ਬਹੁ ਵਿਕਲਪੀ ਪ੍ਰਸ਼ਨ ਨੇ ਤੁਹਾਡੇ MCQ ਤਾਂ ਦੇਖੋ ਕੀ ਹੈ ਪ੍ਰਸ਼ਨ। ਵਿਟਾਮਿਨ ਦੀਆਂ ਕਿਸਮਾਂ ਹਨ ਤਾਂ ਵਿਟਾਮਿਨ ਦੀਆਂ ਕਿਸਮਾਂ ਉਪਰੋਕਤ ਸਾਰੇ ਨੇ। ਵਿਟਾਮਿਨ ਏ ਵੀ ਆ, ਵਿਟਾਮਿਨ ਬੀ ਵੀ ਆ, ਵਿਟਾਮਿਨ ਸੀ ਅਤੇ ਡੀ ਵੀ ਹੈਗਾ ਵਾ। ਅੱਗੇ ਵਿਟਾਮਿਨ ਡੀ ਕਿੱਥੋਂ ਪ੍ਰਾਪਤ ਹੁੰਦਾ ਹੈ ਤਾਂ ਇਹ ਦੋਸਤੋ ਜਿਹੜਾ ਹੈਗਾ ਧੁੱਪ ਤੋਂ ਪ੍ਰਾਪਤ ਹੁੰਦਾ ਹੈ, ਇਹ ਆਨਸਰ ਇਸਦਾ ਸਹੀ ਆਏਗਾ। ਅੱਗੇ ਆਪਣਾ ਪ੍ਰਸ਼ਨ ਬੇਰੀ ਰੋਗ ਕਿਸ ਵਿਟਾਮਿਨ ਦੀ ਕਮੀ ਤੋਂ ਹੁੰਦਾ ਹੈ ਤਾਂ ਵਿਟਾਮਿਨ ਸੀ ਦੀ ਕਮੀ ਤੋਂ ਹੁੰਦਾ ਹੈ। ਕਿਸ ਵਿਟਾਮਿਨ ਦੀ ਕਮੀ ਨਾਲ ਜਿਹੜਾ ਹੈਗਾ ਵਾ ਸਕਰਵੀ ਰੋਗ ਹੁੰਦਾ ਹੈ ਤਾਂ ਇਹਦਾ ਆਨਸਰ ਆ ਜਾਏਗਾ ਵਿਟਾਮਿਨ ਸੀ ਦੀ ਕਮੀ ਨਾਲ। ਅੱਗੇ ਵਿਟਾਮਿਨ ਦੀ ਕਮੀ ਨਾਲ ਕਿਹੜੇ ਰੋਗ ਲੱਗ ਜਾਂਦੇ ਹਨ ਤਾਂ ਇਹਦਾ ਆਨਸਰ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਉਪਰੋਕਤ ਸਾਰੇ ਆਨਸਰ ਆਵੇਗਾ। ਤਾਂ ਉਪਰੋਕਤ ਸਾਰੇ ਮਤਲਬ ਦੋਸਤੋ ਜਿਹੜਾ ਹੈਗਾ ਵਾ ਅੰਦਰਾਤਾ ਅਤੇ ਚਮੜੀ ਦੇ ਰੋਗ ਵੀ ਲੱਗ ਜਾਂਦੇ ਹਨ, ਭੁੱਖ ਨਹੀਂ ਲੱਗਦੀ ਹੈ, ਠੀਕ ਹੈ ਜੀ, ਅਨੀਮੀਆ ਰੋਗ ਹੋ ਜਾਂਦਾ ਹੈ ਤਾਂ ਇਹ ਆਨਸਰ ਹੋ ਜਾਵੇਗਾ। ਅੱਗੇ ਯੋਗ ਕੀ ਹੈ ਤਾਂ ਦੋਸਤੋ ਉਪਰੋਕਤ ਸਾਰੇ ਯੋਗ ਆ, ਯਾਨੀ ਕਿ ਜੋੜ ਵੀ ਆ, ਇਹ ਆਤਮਾ ਨੂੰ ਪਰਮਾਤਮਾ ਨਾਲ ਜੋੜਨਾ ਵੀ ਆ, ਅਹਿੰਸਾ ਦਾ ਜਿਹੜਾ ਹੈਗਾ ਵਾ ਪਾਲਣ ਕਰਨਾ, ਠੀਕ ਹੈ ਜੀ। ਤੇ ਇਹਦਾ ਉਪਰੋਕਤ ਸਾਰੇ ਆਨਸਰ ਇਹਨਾਂ ਨੇ ਦੱਸਿਆ ਹੋਇਆ ਇੱਥੇ। ਅੱਗੇ ਯੋਗ ਦੇ ਉਦੇਸ਼ ਕੀ ਨੇ, ਉਪਰੋਕਤ ਸਾਰੇ ਆ, ਯਾਨੀ ਕਿ ਭਾਵਨਾਵਾਂ ਤੇ ਕਾਬੂ ਰੱਖਣਾ, ਸਰੀਰਕ ਤੌਰ ਤੇ ਦੋਸਤੋ ਜਿਹੜਾ ਹੈਗਾ ਮਜ਼ਬੂਤ ਹੋਣਾ, ਸਿਹਤਮੰਦ ਰਹਿਣਾ। ਅਸ਼ਟਾਂਗ ਯੋਗ ਦੇ ਜਿਹੜੇ ਹੈਗੇ ਕਿੰਨੇ ਅੰਗ ਹਨ ਤਾਂ ਦੋਸਤੋ 8 ਅੰਗ ਹਨ। ਭਾਰਤ ਨੇ ਪਹਿਲੀ ਵਾਰ ਓਲੰਪਿਕ ਖੇਡਾਂ ਵਿੱਚ ਕਦੋਂ ਹਿੱਸਾ ਲਿਆ ਸੀ ਤਾਂ 1900 ਈਸਵੀ ਦੇ ਵਿੱਚ ਲਿਆ ਸੀ। ਓਲੰਪਿਕ ਖੇਡਾਂ ਕਿੰਨੇ ਸਾਲਾਂ ਬਾਅਦ ਹੁੰਦੀਆਂ ਹਨ ਤਾਂ 4 ਸਾਲਾਂ ਬਾਅਦ। ਵਿਟਾਮਿਨ ਕਿੰਨੇ ਪ੍ਰਕਾਰ ਦੇ ਹੁੰਦੇ ਹਨ, 5 ਪ੍ਰਕਾਰ ਦੇ ਹੁੰਦੇ ਹਨ, A B C D ਤੇ E ਤੇ ਇੱਕ ਜਿਹੜਾ ਹੈਗਾ ਵਾ 4 5। ਤਾਂ ਵਿਟਾਮਿਨ ਜਿਹੜੇ ਹੈਗੇ ਦੋਸਤੋ ਇੱਥੇ ਕਿੰਨੇ ਪ੍ਰਕਾਰ ਦੇ ਹੁੰਦੇ ਹਨ, ਇੱਥੇ 5 ਲਾਇਆ ਇਹਨਾਂ ਨੇ, ਬਟ ਦੋਸਤੋ ਵਿਟਾਮਿਨ ਮੇਰੇ ਅਕੋਰਡਿੰਗ ਜਿਹੜਾ ਹੈਗਾ ਵਾ 6 ਆਏਗਾ। ਵਿਟਾਮਿਨ 6 ਪ੍ਰਕਾਰ ਦੇ ਹੁੰਦੇ ਹਨ।
ਤਾਂ ਦੋਸਤੋ ਤੁਸੀਂ ਇੱਥੇ ਨਾ ਜਿਵੇਂ ਕਿਆ ਲਿਖਿਆ ਨਾ 5 ਪ੍ਰਕਾਰ ਦੇ ਹੁੰਦੇ ਹਨ, ਤਾਂ ਇੱਥੇ 5 ਪ੍ਰਕਾਰ ਦਾ ਨਹੀਂ, ਇੱਥੇ 6 ਪ੍ਰਕਾਰ ਦਾ ਆਊਗਾ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਇੱਕ ਤਾਂ ਏ ਹੁੰਦਾ, ਇੱਕ ਬੀ ਹੁੰਦਾ, ਇੱਕ ਸੀ ਹੁੰਦਾ, ਇੱਕ ਡੀ ਹੁੰਦਾ, ਤੇ ਪੰਜਵਾਂ ਆਪਣਾ ਈ ਹੁੰਦਾ, ਇੱਕ ਹੋਰ ਹੁੰਦਾ ਵਾ, ਉਸ ਨੂੰ ਆਪਾਂ ਵਿਟਾਮਿਨ ਕੇ ਕਹਿੰਦੇ ਆ। ਠੀਕ ਹੈ ਜੀ, ਤਾਂ ਇੱਥੇ 6 ਆਏਗਾ, ਤੁਸੀਂ ਇਸ ਨੂੰ ਸਹੀ ਕਰ ਲਿਓ। ਅਗਰ ਤੁਹਾਨੂੰ ਲੱਗਦਾ 5 ਆਏਗਾ ਤਾਂ 5 ਮੇਰੇ ਅਕੋਰਡਿੰਗ ਤਾਂ ਨਹੀਂ, ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸੋ ਇਹਦਾ ਕਿੰਨਾ ਆਏਗਾ। ਮੋਸਟ ਪ੍ਰੋਬੇਬਲੀ ਚਾਂਸ ਆ 5 ਨਹੀਂ ਹੈਗਾ, ਇਹਦਾ ਤੁਹਾਡਾ 6 ਆਏਗਾ। ਠੀਕ ਹੈ ਜੀ, ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਹਜੇ ਕਮੈਂਟ ਕਰਕੇ ਦੱਸ ਦੇਵੋ। ਠੀਕ ਹੈ, ਅਗਲਾ ਪ੍ਰਸ਼ਨ ਕੀ ਹੈ, ਭਾਰਤ ਵਿੱਚ ਦਿੱਲੀ ਵਿੱਚ ਪਹਿਲੀ ਵਾਰ ਓਲੰਪਿਕ ਖੇਡਾਂ ਕਦੋਂ ਹੋਈਆਂ? ਤਾਂ ਇਹਦਾ ਆਨਸਰ ਆ ਜਾਏਗਾ 1923 ਦੇ ਵਿੱਚ। ਠੀਕ ਹੈ, ਅੱਗੇ ਆਪਣਾ ਸੰਤੁਲਿਤ ਭੋਜਨ ਕੀ ਹੈ? ਤਾਂ ਇਹਦਾ ਆਨਸਰ ਜਿਵੇਂ ਤੁਸੀਂ ਦੇਖ ਸਕਦੇ ਹੋ ਉਪਰੋਕਤ ਸਾਰੇ ਆਨਸਰ ਆਏਗਾ। ਮਤਲਬ ਦੋਸਤੋ ਇਹ ਕੀ ਹੈ, ਪ੍ਰੋਟੀਨ ਵੀ ਆ, ਕਾਰਬੋਹਾਈਡਰੇਟਸ ਵੀ ਆ, ਤੇ ਚਰਬੀ ਅਤੇ ਖਣਿਜ ਲਵਣ ਵੀ ਆ। ਠੀਕ ਹੈ ਜੀ, ਅੱਗੇ ਆਪਣਾ ਪ੍ਰਸ਼ਨ ਕੀ ਹੈ, ਇੱਥੇ ਦੇਖੋ, ਇੱਥੇ ਅਗਲਾ ਪ੍ਰਸ਼ਨ, ਪ੍ਰੋਟੀਨ ਕਿਸ ਤੋਂ ਬਣਿਆ ਹੈ? ਤਾਂ ਦੇਖੋ ਇਹ ਜਿਹੜਾ ਹੈਗਾ ਵਾ ਉਪਰੋਕਤ ਸਾਰੇ ਤੋਂ ਬਣਿਆ ਹੈ, ਆਕਸੀਜਨ ਤੋਂ ਵੀ, ਕਾਰਬਨ ਤੋਂ ਵੀ, ਹਾਈਡਰੋਜਨ ਤੋਂ ਵੀ। ਅੱਗੇ ਪ੍ਰੋਟੀਨ ਦੀਆਂ ਕਿਸਮਾਂ ਕਿੰਨੀਆਂ ਹਨ? ਤਾਂ 2 ਕਿਸਮਾਂ ਹਨ ਪ੍ਰੋਟੀਨ ਦੀਆਂ। ਅਗਲਾ ਪ੍ਰਸ਼ਨ ਦੋਸਤੋ ਹੁਣ ਤੁਹਾਡਾ ਹੈਗਾ ਵਾ 2 ਅਤੇ ਜਿਹੜਾ ਹੈਗਾ 3 ਨੰਬਰਾਂ ਵਾਲੇ ਪ੍ਰਸ਼ਨ ਨੇ, ਹੱਲ ਸਹੀ ਤਾਂ ਦੇਖੋ ਸਭ ਤੋਂ ਪਹਿਲਾਂ ਇਹਦੇ ਵਿੱਚ ਪ੍ਰਸ਼ਨ ਕੀ ਨਿਕਲ ਕਰ ਆ ਰਿਹਾ ਵਾ ਕਿ ਮਾਸਪੇਸ਼ੀਆਂ ਕੀ ਹਨ? ਠੀਕ ਹੈ ਜੀ, ਤਾਂ ਮਾਸਪੇਸ਼ੀਆਂ ਛੋਟੇ ਛੋਟੇ ਮਾਸ ਤੰਤੂਆਂ ਦਾ ਸਮੂਹ ਹੁੰਦੀ ਹੈ, ਇਹਨਾਂ ਦੇ ਫੈਲਣ ਅਤੇ ਜਿਹੜਾ ਹੈਗਾ ਵਾ ਸਿੰਗੜਨ ਦੀ ਵਿਸ਼ੇਸ਼ਤਾ ਹੁੰਦੀ ਹੈ। ਮਾਸਪੇਸ਼ੀਆਂ ਦੇ ਜਿਹੜੇ ਹੈਗੇ 3 ਭਾਗਾਂ ਜੜ, ਪੇਟ ਅਤੇ ਜੋੜੇ ਹੁੰਦੇ ਹਨ, ਜੋ ਇੱਕ ਹੱਡੀ ਤੋਂ ਦੂਸਰੀ ਹੱਡੀ ਨਾਲ ਜੁੜੇ ਹੁੰਦੇ ਹਨ। ਮਾਸਪੇਸ਼ੀਆਂ ਵਿੱਚ 75% ਪਾਣੀ, 8% ਪ੍ਰੋਟੀਨ ਤੇ ਸੈਸ ਵਸਾ ਅਤੇ ਖਣਿਜ ਲਵਣ ਜਿਹੜੇ ਹੈਗੇ ਹੁੰਦੇ ਹਨ। ਦੂਸਰਾ ਪ੍ਰਸ਼ਨ, ਮਾਸਪੇਸ਼ੀਆਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ? ਮਾਸਪੇਸ਼ੀਆਂ ਜਿਹੜੇ ਹੈਗੇ 2 ਕਿਸਮਾਂ ਦੀਆਂ ਹੁੰਦੀਆਂ ਹਨ, ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ, ਸਵੈ ਇੱਛਤ ਮਾਸਪੇਸ਼ੀਆਂ ਤੇ ਅਣਇੱਛਤ ਮਾਸਪੇਸ਼ੀਆਂ। ਇਸ ਦਾ 2 ਆਨਸਰ ਹੈਗਾ ਵਾ। ਅੱਗੇ ਦੇਖਦੇ ਤਾਂ ਦੋਸਤੋ ਦੇਖੋ 2 ਇੱਥੇ ਇਹਨਾਂ ਨੇ ਦੱਸਿਆ ਵਾ, ਇੱਕ ਤੀਸਰਾ ਵੀ ਹੁੰਦਾ ਵਾ, ਜਿਵੇਂ ਕਿ ਇੱਕ ਹੋ ਗਿਆ ਸਵੈਛਤ, ਅਣਇੱਛਤ, ਇੱਕ ਨਾ ਦਿਲ ਦੀਆਂ ਮਾਸਪੇਸ਼ੀਆਂ ਵੀ ਹੁੰਦੀਆਂ ਨੇ। ਠੀਕ ਹੈ ਜੀ, ਤਾਂ ਤੁਸੀਂ ਤੀਸਰਾ ਵੀ ਇੱਕ ਐਡ ਕਰ ਲਿਓ। ਠੀਕ ਹੈ ਜੀ, ਅਗਰ ਤੁਸੀਂ ਚਾਹੁੰਦੇ ਹੋ ਤਾਂ ਦੇਖੋ ਦੋਸਤੋ ਮਾਸਪੇਸ਼ੀਆਂ ਦੇ ਪਹਿਲਾਂ ਇੱਥੇ ਪੜ੍ਹ ਲੈਣੇ ਜੋ ਇਹਨਾਂ ਨੇ ਦਿੱਤਾ ਹੈ ਕਿ ਸਵੈਛਤ ਮਾਸਪੇਸ਼ੀਆਂ। ਤਾਂ ਦੇਖੋ ਸਵੈਛਤ ਮਾਸਪੇਸ਼ੀਆਂ ਉਹ ਹਨ ਜੋ ਵਿਅਕਤੀ ਦੀ ਇੱਛਾ ਅਨੁਸਾਰ ਜਿਹੜੀ ਹੈਗੀਆਂ ਨੇ ਚੱਲਦੀਆਂ ਹਨ, ਉਹਨਾਂ ਨੂੰ ਜਿਵੇਂ ਸੂਚਨਾ ਮਿਲਦੀ ਹੈ ਉਸੇ ਤਰ੍ਹਾਂ ਹੀ ਕੰਮ ਕਰਦੀਆਂ ਹਨ। ਇਹ ਲੱਤਾਂ ਬਾਹਾਂ ਵਿੱਚ ਪਾਈਆਂ ਜਾਂਦੀਆਂ ਹਨ। ਤੇ ਦੂਸਰਾ ਹੈਗਾ ਅਣਇੱਛਤ ਮਾਸਪੇਸ਼ੀਆਂ, ਤਾਂ ਇਹ ਮਾਸਪੇਸ਼ੀਆਂ ਵਿਅਕਤੀ ਦੇ ਵਸ ਵਿੱਚ ਨਹੀਂ ਹੁੰਦੀਆਂ, ਇਹ ਵਿਅਕਤੀ ਦੀ ਇੱਛਾ ਦੇ ਬਿਨਾਂ ਕੰਮ ਕਰਦੀਆਂ ਹਨ। ਇਹ ਵਿਅਕਤੀ ਦੇ ਸੁੱਤਿਆਂ ਵੀ ਦੋਸਤੋ ਕੰਮ ਕਰਦੀਆਂ ਰਹਿੰਦੀਆਂ ਹਨ। ਇਹ ਦਿਲ, ਜਿਗਰ ਅਤੇ ਅੰਤੜੀਆਂ ਵਿੱਚ ਪਾਈਆਂ ਜਾਂਦੀਆਂ ਹਨ। ਤੇ ਦੋਸਤੋ ਇੱਕ ਤੀਸਰਾ ਹੁੰਦਾ ਵਾ, ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵਾ, ਦਿਲ ਦੀਆਂ ਮਾਸਪੇਸ਼ੀਆਂ। ਤਾਂ ਦੋਸਤੋ ਇਹ ਨਾ ਜਿਹੜਾ ਹੈਗਾ ਅਣਇੱਛਤ ਮਾਸਪੇਸ਼ੀਆਂ ਵਰਗੀਆਂ ਹੀ ਹੁੰਦੀਆਂ ਹਨ। ਠੀਕ ਹੈ, ਬਾਕੀ ਅਗਰ ਦੋਸਤੋ ਤੁਸੀਂ 3 ਲਿਖਣਾ 3 ਲਿਖਦੇ, 2 ਲਿਖਣਾ 2 ਲਿਖਦੇ, ਕੋਈ ਇਸ਼ੂ ਨਹੀਂ ਹੈਗਾ ਵਾ। ਅੱਗੇ ਆਪਣਾ ਪ੍ਰਸ਼ਨ ਕੀ ਹੈ ਕਿ ਸਾਹ ਕਿਰਿਆ ਕੀ ਹੈ? ਤਾਂ ਉੱਤਰ ਦੇਖੋ ਇਹਦਾ, ਸਾਹ ਕਿਰਿਆ ਉਹ ਕਿਰਿਆ ਹੈ ਜਿਸ ਦੁਆਰਾ ਜਿਹੜਾ ਹੈਗਾ ਵਾ ਆਕਸੀਜਨ ਸਰੀਰ ਵਿੱਚ ਜਾਂਦੀ ਹੈ ਅਤੇ ਸਰੀਰ ਤੋਂ ਕਾਰਬਨ ਡਾਈਆਕਸਾਈਡ ਬਾਹਰ ਨਿਕਲਦੀ ਹੈ। ਜਿਹੜਾ ਸਾਹ ਅਸੀਂ ਸਰੀਰ ਦੇ ਅੰਦਰ ਲੈ ਜਾਂਦੇ ਹਾਂ ਉਸ ਨੂੰ ਜਿਹੜਾ ਹੈਗਾ ਵਾ ਅੰਦਰ ਖਿੱਚਣਾ ਤੇ ਬਾਹਰ ਕੱਢਣਾ ਹੈ, ਤਾਂ ਉਸ ਨੂੰ ਬਾਹਰ ਕੱਢਣਾ ਕਹਿੰਦੇ ਹਨ। ਅਗਲੇ ਪ੍ਰਸ਼ਨ ਕੀ ਹੈ, ਸਾਹ ਪ੍ਰਣਾਲੀ ਦੇ ਮੁੱਖ ਅੰਗ ਕਿਹੜੇ ਹਨ? ਤਾਂ ਨੱਕ, ਗਰਸ਼ਨਿਕਾ, ਠੀਕ ਹੈ ਜੀ, ਸਾਹ ਨਲੀ, ਸਾਹ ਨਲੀਆਂ ਤੇ ਆਪਣਾ ਜਿਹੜਾ ਹੈਗਾ ਵਾ ਇੱਥੇ ਫੇਫੜੇ। ਅੱਗੇ ਲਹੂ ਕਿਸ ਨੂੰ ਕਹਿੰਦੇ ਹਨ? ਤਾਂ ਲਹੂ ਦੋਸਤੋ ਜਿਹੜਾ ਹੈਗਾ ਵਾ ਇੱਕ ਕਿਸਮ ਦਾ ਜਿਹੜਾ ਹੈਗਾ ਵਾ ਤਰਲ ਪਦਾਰਥ ਹੈ। ਠੀਕ ਹੈ ਜੀ, ਤੇ ਇਹ ਸਰੀਰ ਵਿੱਚ ਜਿਹੜਾ ਹੈਗਾ ਸਿਰਾਵਾਂ ਧਮਨੀਆਂ ਵਿੱਚ ਦਿਨ ਰਾਤ ਜਿਹੜਾ ਹੈਗਾ ਚੱਲਦਾ ਹੈ। ਇਹ ਗਾੜੇ ਰੰਗ ਦਾ ਨਮਕੀਨ ਪਦਾਰਥ ਹੈ। ਇਹ ਵਿਅਕਤੀ ਵਿੱਚ ਉਸਦੇ ਜਿਹੜਾ ਹੈਗਾ ਸਰੀਰ ਦੇ 1/12 ਜਾਂ ਫਿਰ 1/13 ਭਾਗ ਦੇ ਬਰਾਬਰ ਹੁੰਦਾ ਹੈ। ਅਗਲਾ ਪ੍ਰਸ਼ਨ, ਗੁਰਦਿਆਂ ਦੇ ਕੰਮ ਲਿਖੋ। ਤਾਂ ਦੇਖੋ ਕੀ ਹੈ, ਸਭ ਤੋਂ ਪਹਿਲਾ ਪੁਆਇੰਟ, ਗੁਰਦੇ ਜਿਹੜੇ ਹੈਗੇ ਪਿਸ਼ਾਬ ਦੇ ਰਸਤੇ ਦੁਆਰਾ ਜਿਹੜਾ ਹੈਗਾ ਸਰੀਰ ਵਿੱਚੋਂ ਬੇਕਾਰ ਪਦਾਰਥ ਜਿਵੇਂ ਕਿ ਯੂਰੀਆ, ਯੂਰਿਕ, ਤੇਜ਼ਾਬ ਆਦਿ ਤੋਂ ਬਾਹਰ ਨਿਕਲਦੇ ਹਨ। ਦੂਸਰਾ, ਲਹੂ ਵਿੱਚ ਜਿਹੜਾ ਹੈਗਾ ਵਾ ਖਣਿਜ ਲਵਣਾਂ ਦੀ ਜਿਹੜੀ ਹੈਗੀ ਆ ਵਾ ਮਾਤਰਾ ਸਰੀਰ ਤੋਂ ਬਾਹਰ ਨਿਕਲਦੇ ਹਨ। ਠੀਕ ਹੈ ਜੀ, ਤੀਸਰਾ ਪੁਆਇੰਟ, ਗੁਰਦੇ ਸਰੀਰ ਵਿੱਚ ਪਾਣੀ ਦੀ ਮਾਤਰਾ ਨੂੰ ਜਿਹੜਾ ਹੈਗਾ ਬਰਾਬਰ ਰੱਖਦੇ ਹਨ। ਚੌਥਾ, ਜਿਹੜਾ ਗੁਰਦੇ ਹੈ ਨਾ ਉਹ ਸਰੀਰ ਵਿੱਚ ਜ਼ਹਿਰੀਲੇ ਪਦਾਰਥ ਬਾਹਰ ਕੱਢ ਕੇ ਸਰੀਰ ਦੀ ਜਿਹੜੀ ਹੈਗੀ ਕੰਮ ਕਰਨ ਦੀ ਸ਼ਕਤੀ ਵਿੱਚ ਵਾਧਾ ਕਰਦੇ ਹਨ। ਅਗਲਾ ਪ੍ਰਸ਼ਨ ਹੈ, ਲਹੂ ਦਾ ਦਬਾਅ ਕੀ ਹੁੰਦਾ ਹੈ? ਤਾਂ ਦੇਖੋ ਸਿਰਾਵਾਂ ਧਮਨੀਆਂ ਤੇ ਜਿਹੜਾ ਹੈਗਾ ਵਾ ਰਤ ਰਤਾਲਾਂ ਦੀ ਮਦਦ ਨਾਲ ਖੂਨ ਸਰੀਰ ਦੇ ਅੰਦਰ ਜਿਹੜਾ ਹੈਗਾ ਭਿੰਨ ਅੰਗਾਂ ਵਿੱਚ ਜਿਹੜਾ ਹੈਗਾ ਵਾ ਦੌਰਾ ਕਰਦਾ ਹੈ। ਸਿਰਾਵਾਂ ਵਿੱਚ ਸ਼ੁੱਧ ਅਤੇ ਧਮਨੀਆਂ ਵਿੱਚ ਅਸ਼ੁੱਧ ਲਹੂ ਚੱਕਰ ਲਗਾਉਂਦੇ ਹਨ। ਇਸ ਦੌਰੇ ਵਿੱਚ ਦੋਸਤੋ ਖੂਨ ਨਾਲੀਆਂ ਦੀਆਂ ਕੰਧਾਂ ਨਾਲ ਟਕਰਾਉਂਦੀਆਂ ਹਨ, ਜਿਸ ਨਾਲ ਦੋਸਤੋ ਦਬਾਅ ਵੱਧਦਾ ਹੈ। ਇਹ ਦਬਾਅ ਦੋਸਤੋ ਘੱਟ ਹੁੰਦਾ ਹੈ ਤੇ ਲਹੂ ਅੱਗੇ ਵੱਧਦਾ ਹੈ। ਖੂਨ ਦੀ ਇਸ ਵਧਣ ਅਤੇ ਘੱਟ ਹੋਣ ਦੀ ਪ੍ਰਕਿਰਿਆ ਨੂੰ ਹੀ ਦੋਸਤੋ ਲਹੂ ਦਾ ਦਬਾਅ ਕਹਿੰਦੇ ਹਨ। ਇਸ ਨੂੰ ਦੋਸਤੋ ਜਿਹੜਾ ਹੈਗਾ ਵਾ ਸਫੈਨੋ, ਹਾਂਜੀ ਕੀ ਲਿਖਿਆ ਦੋਸਤੋ ਆਪਣੇ ਇੱਥੇ, ਸਫੈਲੋ ਮੈਨੋਮੀਟਰ ਨਾਲ ਜਿਹੜਾ ਹੈਗਾ ਵਾ ਕਹਿੰਦੇ ਹਨ। ਠੀਕ ਹੈ ਜੀ, ਤਾਂ ਇਹਦਾ ਆਨਸਰ ਇਹ ਹੋ ਜਾਏਗਾ। ਤਾਂ ਦੋਸਤੋ ਨਾ ਆਹ ਜਿਹੜੀ ਲਾਈਨ ਲਿਖੀ ਹੈ ਨਾ, ਥੋੜਾ ਜਿਹਾ ਇਸ ਨੂੰ ਸਹੀ ਕਰੋ। ਇਸ ਨੂੰ ਇਸ ਤਰ੍ਹਾਂ ਲਿਖਿਓ ਕਿ ਇਸ ਨੂੰ ਜਿਹੜਾ ਹੈਗਾ ਵਾ ਸਫੀਗਨੋ, ਠੀਕ ਹੈ ਜੀ, ਸਫੀ ਸਪੈਲਿੰਗ ਮੈਂ ਤੁਹਾਨੂੰ ਦੱਸ ਦੇਣਾ। ਇੱਥੇ ਇਸ ਤਰ੍ਹਾਂ ਲਿਖਿਓ, ਇਸ ਨੂੰ ਮਾਪਿਆ ਕਿਵੇਂ ਜਾਂਦਾ ਵਾ, ਸਫੀ, ਇੱਥੇ ਇਸ ਤਰ੍ਹਾਂ ਇਹ ਲਿਖਿਓ ਸਫੀਗਨੋ। ਠੀਕ ਹੈ ਜੀ, ਸਫੀਗਨੋ, ਹਾਂਜੀ ਸਫੀਗਨੋ ਜਿਹੜਾ ਹੈਗਾ ਦੋਸਤੋ ਇਸ ਨੂੰ ਮੈਨੋਮੀਟਰ, ਠੀਕ ਹੈ ਜੀ, ਤਾਂ ਇੱਥੇ ਇਹ ਦੇਖ ਲਓ ਮੈਨੋਮੀਟਰ ਨਾਲ ਜਿਹੜਾ ਹੈਗਾ ਵਾ ਮਾਪਿਆ ਜਾਂਦਾ ਹੈ। ਇਹ ਲਾਈਨ ਤੁਸੀਂ ਇਸ ਤਰ੍ਹਾਂ ਲਿਖਣਾ ਵਾ। ਠੀਕ ਹੈ ਜੀ, ਇਸ ਦੇ ਵਿੱਚ ਇਹਨਾਂ ਨੇ ਲਾਈਨ ਥੋੜਾ ਜਿਹਾ ਗੜਬੜ ਕਰਕੇ ਲਿਖੀ ਹੋਈ ਆ।
ਅੱਗੇ ਆਪਣਾ ਪ੍ਰਸ਼ਨ ਦੇਖੋ ਕੀ ਹੈ, ਚਮੜੀ ਦੇ ਕੰਮ ਲਿਖੋ। ਤਾਂ ਦੇਖੋ ਕੀ ਇਹ ਸਰੀਰ ਨੂੰ ਢੱਕ ਕੇ ਰੱਖਦੀ ਹੈ, ਇਹ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਂਦੀ ਹੈ, ਇਹ ਤਾਪਮਾਨ ਨੂੰ ਕੰਟਰੋਲ ਰੱਖਦੀ ਹੈ, ਵਿਕਾਰ ਪਦਾਰਥਾਂ ਦਾ ਤਿਆਗ ਕਰਦੀ ਹੈ, ਇਹ ਗਿਆਨ ਇੰਦਰੀਆਂ ਦਾ ਕੰਮ ਵੀ ਕਰਦੀ ਹੈ। ਲਹੂ ਦੇ ਕੰਮ ਲਿਖੋ। ਤਾਂ ਇਹ ਕੀ ਹੈ, ਲਹੂ ਜਿਹੜਾ ਹੈਗਾ ਵਾ ਭੋਜਨ ਵਿੱਚ ਲਹੂ ਵਿੱਚ ਦੋਸਤੋ ਭੋਜਨ ਦੇ ਜਿਹੜੇ ਹੈਗੇ ਪੌਸ਼ਟਿਕ ਤੱਤ ਬਹਿੰਦੇ ਹਨ। ਲਹੂ ਦੁਆਰਾ ਗੈਸਾਂ ਦਾ ਸਰੀਰ ਦੇ ਸੈੱਲਾਂ ਦਾ ਆਦਾਨ ਪ੍ਰਦਾਨ ਜਿਹੜਾ ਹੈਗਾ ਵਾ ਕਰਨਾ ਹੈ। ਅਗਲਾ ਪ੍ਰਸ਼ਨ ਦੇਖੋ ਕੀ ਹੈ, ਇਹਦਾ ਪੁਆਇੰਟ ਹੀ ਹੈ ਤੀਸਰਾ। ਹੁਣ ਦੇਖੋ ਲਹੂ ਸਰੀਰ ਨੂੰ ਜਿਹੜਾ ਹੈਗਾ ਬਿਮਾਰੀਆਂ ਤੋਂ ਬਚਾਉਂਦਾ ਹੈ, ਲਹੂ ਸਰੀਰ ਦੇ ਤਾਪਮਾਨ ਨੂੰ ਸਥਿਰ ਰੱਖਦਾ ਹੈ, ਇਹ ਸਰੀਰ ਵਿੱਚ ਫਾਲਤੂ ਪਦਾਰਥਾਂ ਨੂੰ ਬਾਹਰ ਨਿਕਾਲਣ ਵਿੱਚ ਸਹਾਇਤਾ ਵੀ ਕਰਦਾ ਹੈ। ਅੱਗੇ ਹੈ ਦਿਲ ਦੇ ਕੰਮ ਲਿਖੋ। ਤਾਂ ਦੇਖੋ ਕੀ ਹੈ, ਦਿਲ ਸਰੀਰ ਦੇ ਜਿਹੜੇ ਹੈਗੇ ਪ੍ਰਮੁੱਖ ਅਤੇ ਜਿਹੜਾ ਹੈਗਾ ਲਹੂ ਸੰਚਾਰ ਪ੍ਰਣਾਲੀ ਦਾ ਵਧੀਆ ਅੰਗ ਹੈ। ਇਹ ਸਰੀਰ ਵਿੱਚ ਲਹੂ ਦੇ ਪ੍ਰਵਾਹ ਨੂੰ ਲਹੂ ਵਹਿਕਾ ਪ੍ਰਣਾਲੀ ਵਿੱਚ ਲਗਾਤਾਰ ਜਾਰੀ ਰੱਖਦਾ ਹੈ। ਸਰੀਰ ਵਿੱਚ ਪੈਦਾ ਹੋਈ ਦੋਸਤੋ ਕਿਸੇ ਤਰ੍ਹਾਂ ਦੀ ਅਸੰਤੁਲਿਤ ਅਵਸਥਾ ਨੂੰ ਸੰਤੁਲਿਤ ਅਵਸਥਾ ਵਿੱਚ ਬਦਲਣ ਦੀ ਕਿਰਿਆ ਇਸ ਤਰ੍ਹਾਂ ਦਿਲ ਦੀ ਧੜਕਣ ਤੇਜ਼ ਹੁੰਦੀ ਹੈ। ਅਗਲਾ ਪ੍ਰਸ਼ਨ ਮਾਸਪੇਸ਼ੀਆਂ ਦੇ ਮੁੱਖ ਕੰਮ ਲਿਖੋ। ਤਾਂ ਦੋਸਤੋ ਸਭ ਤੋਂ ਪਹਿਲਾ ਹੈ ਮਾਸਪੇਸ਼ੀ ਹੱਡੀਆਂ ਨਾਲ ਜੁੜੀਆਂ ਹੁੰਦੀਆਂ ਹਨ, ਇਹਨਾਂ ਦੇ ਮੁੱਖ ਕੰਮ ਹੇਠ ਲਿਖੇ ਅਨੁਸਾਰ ਨੇ। ਇਹ ਸਰੀਰ ਨੂੰ ਜਿਹੜਾ ਹੈਗਾ ਰੂਪ ਪ੍ਰਦਾਨ ਕਰਦੀਆਂ ਹਨ। ਦੂਸਰਾ, ਇਹ ਸਰੀਰ ਨੂੰ ਜਿਹੜਾ ਹੈਗਾ ਗਤੀ ਵਿੱਚ ਸਹਾਇਤਾ ਪ੍ਰਦਾਨ ਕਰਦੀਆਂ ਹਨ। ਤੀਸਰਾ, ਇਹਨਾਂ ਦੀ ਮਦਦ ਨਾਲ ਵਿਅਕਤੀ ਤੁਰਦਾ ਫਿਰਦਾ ਤੇ ਟੱਪਦਾ ਹੈ। ਠੀਕ ਹੈ। ਚੌਥਾ, ਮਾਸਪੇਸ਼ੀਆਂ ਛਾਤੀਆਂ ਦੇ ਪੱਠਿਆਂ ਨੂੰ ਫੈਲਣ ਨਾਲ ਮਦਦ ਕਰਦੀਆਂ ਨੇ। ਪੰਜਵਾਂ, ਇਹ ਸਰੀਰ ਦਾ ਵਿਕਾਸ ਕਰਦੀ ਹੈ। ਛੇਵਾਂ, ਇਹ ਹੱਡੀਆਂ ਨੂੰ ਮਜ਼ਬੂਤ ਰੱਖਦੀਆਂ ਹਨ। ਸੱਤਵਾਂ, ਜੋੜਾਂ ਦਾ ਵਿਕਾਸ ਜਿਹੜਾ ਹੈਗਾ ਵਾ ਕਰਨ ਲਈ ਮਾਸਪੇਸ਼ੀਆਂ ਸਹਾਇਤਾ ਕਰਦੀਆਂ ਹਨ। ਅੱਗੇ ਸਵੈ ਇੱਛਤ ਮਾਸਪੇਸ਼ੀਆਂ ਦੇ ਕੰਮ ਲਿਖੋ। ਤਾਂ ਸਵੈ ਇੱਛਤ ਮਾਸਪੇਸ਼ੀਆਂ ਦੇ ਕੰਮ ਦੇਖੋ ਤਾਂ ਕੀ ਹੈ, ਸਵੈ ਇੱਛਤ ਮਾਸਪੇਸ਼ੀਆਂ ਉਹ ਹਨ ਜੋ ਵਿਅਕਤੀ ਦੀ ਇੱਛਾ ਅਨੁਸਾਰ ਚੱਲਦੀਆਂ ਹਨ। ਉਹਨਾਂ ਨੂੰ ਜਿਵੇਂ ਸੂਚਨਾ ਮਿਲਦੀ ਹੈ ਉਸੇ ਤਰ੍ਹਾਂ ਹੀ ਕੰਮ ਕਰਦੀਆਂ ਹਨ। ਇਹ ਲੱਤਾਂ ਅਤੇ ਬਾਹਾਂ ਵਿੱਚ ਪਾਈਆਂ ਜਾਂਦੀਆਂ ਹਨ। ਅੱਗੇ ਲਹੂ ਦੇ ਭਿੰਨ ਭਿੰਨ ਅੰਗਾਂ ਬਾਰੇ ਤੁਸੀਂ ਕੀ ਜਾਣਦੇ ਹੋ। ਤਾਂ ਲਹੂ ਦੇ ਹੇਠ ਲਿਖੇ ਅੰਗ ਹਨ, ਜਿਵੇਂ ਕਿ ਪਲਾਜ਼ਮਾ, ਲਾਲ ਲਹੂ ਕਣ, ਚਿੱਟਾ ਲਹੂ ਕਣ ਤੇ ਲਹੂ ਸਿਰਾਵਾਂ। ਅੱਗੇ ਪ੍ਰਸ਼ਨ ਆਪਣਾ ਅਨਿੱਛਤ ਮਾਸਪੇਸ਼ੀਆਂ ਦੇ ਕੰਮ ਲਿਖੋ। ਤਾਂ ਇਹ ਮਾਸਪੇਸ਼ੀਆਂ ਵਿਅਕਤੀ ਦੇ ਵਸ ਵਿੱਚ ਨਹੀਂ ਹੁੰਦੀ, ਇਸ ਵਿਅਕਤੀ ਦੀ ਇੱਛਾ ਤੋਂ ਬਿਨਾਂ ਦੋਸਤੋ ਜਿਹੜਾ ਹੈਗਾ ਕੰਮ ਕਰਦੀਆਂ ਹਨ। ਠੀਕ ਹੈ। ਤੇ ਇਹ ਵਿਅਕਤੀ ਦੇ ਸੁੱਤੀਆਂ ਪਈਆਂ ਵੀ ਕੰਮ ਕਰਦੀਆਂ ਹਨ। ਇਹ ਦਿਲ, ਜਿਗਰ ਤੇ ਵਿੱਚ ਪਾਈਆਂ ਜਾਂਦੀਆਂ ਹਨ। ਅੱਗੇ ਪ੍ਰਸ਼ਨ, ਦਿਲ ਵਿੱਚ ਕਿੰਨੇ ਭਾਗ ਅਤੇ ਬਕਸੇ ਹਨ। ਤਾਂ ਦਿਲ ਵਿੱਚ ਦੋਸਤੋ 2 ਭਾਗ, ਸੱਜਾ ਭਾਗ ਅਤੇ ਖੱਬਾ ਭਾਗ ਅਤੇ 4 ਬਕਸੇ ਹੁੰਦੇ ਹਨ। ਉਹਨਾਂ ਦੇ ਨਾਂ ਹਨ ਜਿਵੇਂ ਕਿ ਸੱਜਾ ਆਰੀਕਲ, ਖੱਬਾ ਆਰੀਕਲ, ਸੱਜਾ ਜਿਹੜਾ ਹੈਗਾ ਵੈਂਟਰੀਕਲ ਤੇ ਖੱਬਾ ਵੈਂਟਰੀਕਲ। ਅਗਲਾ ਪ੍ਰਸ਼ਨ ਕੀ ਹੈ, ਥਕਾਵਟ ਕੀ ਹੈ। ਤਾਂ ਲਗਾਤਾਰ ਕੰਮ ਕਰਨ ਵਾਲੀ ਗਤੀ ਦਾ ਘੱਟ ਹੋ ਜਾਣਾ ਮਾਸਪੇਸ਼ੀਆਂ ਵਿੱਚ ਭਾਰੀਪਨ ਉਤਪੰਨ ਹੋਣ ਦੀ ਸਥਿਤੀ ਨੂੰ ਥਕਾਵਟ ਕਹਿੰਦੇ ਹਨ। ਕੰਮ ਕਰਨ ਦੇ ਨਾਲ ਮਾਸਪੇਸ਼ੀਆਂ ਵਿੱਚ ਜਿਹੜਾ ਹੈਗਾ ਵਿਕਾਰ ਪਦਾਰਥਾਂ ਹੋਣ ਨਾਲ ਇਹ ਸਭ ਕੁਝ ਘਟਿਤ ਹੁੰਦਾ ਹੈ। ਮਾਸਪੇਸ਼ੀਆਂ ਵਿੱਚ ਇਹ ਸਥਿਤੀ ਕੁਝ ਸਮੇਂ ਦੇ ਲਈ ਹੁੰਦੀ ਹੈ। ਆਰਾਮ ਕਰਨ ਦੇ ਨਾਲ ਦੋਸਤੋ ਇਹ ਮਾਸਪੇਸ਼ੀਆਂ ਤਾਜ਼ਾ ਹੋ ਜਾਂਦੀ ਹੈ। ਅਗਲਾ ਪ੍ਰਸ਼ਨ ਕੀ ਹੈ ਕਿ ਥਕਾਵਟ ਕਿੰਨੇ ਪ੍ਰਕਾਰ ਦੀ ਹੁੰਦੀ ਹੈ, ਇਸ ਨੂੰ ਦੂਰ ਕਰਨ ਦੇ ਕੀ ਕਰਨਾ ਚਾਹੀਦਾ ਹੈ। ਥਕਾਵਟ 2 ਪ੍ਰਕਾਰ ਦੀ ਹੁੰਦੀ ਹੈ, ਸਰੀਰਕ ਥਕਾਵਟ ਤੇ ਮਾਨਸਿਕ ਥਕਾਵਟ। ਤਾਂ ਇਸ ਨੂੰ ਦੂਰ ਕਰਨ ਦੇ ਲਈ ਦੋਸਤੋ ਆਰਾਮ ਕਰਨਾ ਚਾਹੀਦਾ ਹੈ, ਖਾਣਾ ਵਧੀਆ ਹੋਣਾ ਚਾਹੀਦਾ ਹੈ, ਗਰਮ ਦੁੱਧ, ਚਾਹ, ਕੌਫੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਅਗਲਾ ਪ੍ਰਸ਼ਨ ਦੇਖੋ ਕੀ ਹੈ, ਨਬਜ਼ ਕੀ ਹੈ। ਤਾਂ ਸੰਖੇਪ ਵਿੱਚ ਲਿਖੋ। ਤਾਂ ਇਹਦਾ ਉੱਤਰ ਆਵੇਗਾ ਦੋਸਤੋ ਲਹੂ ਦੀ ਤੇਜ਼ ਗਤੀ ਕਾਰਨ ਲਹੂ ਵਹਿਣੀਆਂ ਦੀਆਂ ਦੀਵਾਰਾਂ ਜਿਹੜੀ ਹੈਗੇ ਨੇ ਵੱਧਦੀਆਂ ਹਨ ਅਤੇ ਘਟਦੀਆਂ ਰਹਿੰਦੀਆਂ ਹਨ। ਠੀਕ ਹੈ ਜੀ। ਤੇ ਨਬਜ਼ ਦਿਲ ਦੁਆਰਾ ਜਿਹੜਾ ਹੈਗਾ ਲਹੂ ਪੰਪ ਕਿਤੇ ਦੀ ਧੜਕਣ ਹੈ ਜੋ ਧਮਨੀਆਂ ਦੀਆਂ ਦੀਵਾਰਾਂ ਉੱਤੇ ਮਹਿਸੂਸ ਕੀਤੀ ਜਾਂਦੀ ਹੈ। ਜਿੱਥੇ ਕਿਤੇ ਵੀ ਦੋਸਤੋ ਧਮਨੀ ਦਾ ਨਬਜ਼ ਬਿੰਦੂ ਹੁੰਦਾ ਹੈ ਉੱਥੇ ਉਸ ਨੂੰ ਜਿਹੜਾ ਹੈਗਾ ਮਹਿਸੂਸ ਕੀਤਾ ਜਾ ਸਕਦਾ ਹੈ। ਠੀਕ ਹੈ। ਤੇ ਅੱਗੇ ਦੋਸਤੋ ਇਹਨਾਂ ਨੇ ਕੀ ਲਿਖਿਆ, ਅਰੋਗ ਵਿਅਕਤੀ ਜਿਹੜਾ ਹੈਗਾ ਵਾ ਇਹ 72 ਵਾਰ ਪ੍ਰਤੀ ਮਿੰਟ ਚੱਲਦੀ ਹੈ। ਵੱਖ-ਵੱਖ ਹਾਲਾਤਾਂ ਵਿੱਚ ਜਿਵੇਂ ਕਿ ਬੁਖਾਰ, ਰਹਿਣ ਦੇ ਹਾਲਾਤ, ਕੰਮ ਦਾ ਸਰੀਰ, ਠੀਕ ਹੈ ਜੀ, ਕੰਮ ਦਾ ਸਰੀਰ ਦੇ ਭਾਰ, ਠੀਕ ਹੈ ਜੀ, ਕੰਮ ਦਾ ਸਰੀਰ ਤੇ ਭਾਰ, ਭੋਜਨ ਕਰਨ ਤੋਂ ਬਾਅਦ, ਉਮਰ ਦੇ ਹਿਸਾਬ ਨਾਲ ਅਤੇ ਮਾਨਸਿਕ ਸਥਿਤੀ ਅਨੁਸਾਰ ਵਿੱਚ ਇਹ ਵੱਧ ਘੱਟ ਹੁੰਦੀ ਹੈ। ਉਮਰ ਦੀ ਦਰ ਨਾਲ ਦੋਸਤੋ ਜਿਹੜਾ ਹੈਗਾ ਵਾ ਨਬਜ਼ ਗਤੀ ਪ੍ਰਤੀ ਮਿੰਟ ਹੇਠ ਲਿਖੇ ਅਨੁਸਾਰ ਜਿਹੜੀ ਹੈਗੀ ਹੁੰਦੀ ਹੈ। ਤਾਂ ਇੱਕ ਨਵ ਜੰਮੇ ਬੱਚੇ ਦੀ ਨਬਜ਼ ਗਤੀ ਦੋਸਤੋ 140 ਵਾਰ ਪ੍ਰਤੀ ਮਿੰਟ ਹੁੰਦੀ ਹੈ। 1 ਸਾਲ ਦੀ ਉਮਰ ਤੱਕ ਦੋਸਤੋ 120 ਵਾਰ ਪ੍ਰਤੀ ਮਿੰਟ ਹੋ ਜਾਂਦੀ ਹੈ। 2 ਸਾਲ ਦੀ ਉਮਰ ਤੱਕ ਦੋਸਤੋ 110 ਵਾਰ ਪ੍ਰਤੀ ਮਿੰਟ। ਠੀਕ ਹੈ। 5 ਸਾਲ ਦੀ ਉਮਰ ਵਿੱਚ ਦੋਸਤੋ 96 ਤੋਂ 100 ਵਾਰ ਪ੍ਰਤੀ ਮਿੰਟ। 10 ਸਾਲਾਂ ਵਿੱਚ ਦੋਸਤੋ ਇਹ ਜਿਹੜਾ ਹੈਗਾ ਵਾ 10 ਸਾਲ ਦੀ ਉਮਰ ਤੱਕ 80 ਤੋਂ 90 ਵਾਰ ਪ੍ਰਤੀ ਮਿੰਟ ਹੋ ਜਾਂਦੀ ਹੈ। ਨੌਜਵਾਨ ਵਿਅਕਤੀ ਵਿੱਚ ਦੋਸਤੋ ਇਹ 60 ਤੋਂ 80 ਵਾਰ ਪ੍ਰਤੀ ਮਿੰਟ ਹੋ ਜਾਂਦੀ ਹੈ। ਤਾਂ ਆਮ ਤੌਰ ਤੇ ਦੋਸਤੋ ਜਿਹੜਾ ਹੈਗਾ ਵਾ ਦਿਲ ਦੀ ਧੜਕਣ ਔਸਤਨ 70 ਵਾਰ ਪ੍ਰਤੀ ਮਿੰਟ ਮੰਨੀ ਗਈ ਹੈ। ਹਰ ਧੜਕਣ ਦੇ ਦਿਲ ਜਿਹੜਾ ਹੈਗਾ 70 ਸੀਸੀ ਲਹੂ ਦੀ ਮਾਤਰਾ ਵਿੱਚ ਵਹਿਣੀਆਂ ਵਿੱਚ ਪੰਪ ਕਰਦਾ ਹੈ। ਇਸੇ ਤਰ੍ਹਾਂ ਦੋਸਤੋ 1 ਮਿੰਟ ਵਿੱਚ ਦਿਲ 70x70 ਸੀਸੀ ਅਰਥਾਤ 5 ਲੀਟਰ ਲਹੂ ਦੀ ਮਾਤਰਾ ਲਹੂ ਵਹਿਣੀਆਂ ਵਿੱਚ ਪੰਪ ਕਰਦਾ ਹੈ। ਇੰਨਾ ਹੀ ਮਾਤਰਾ ਦੋਸਤੋ ਲਹੂ ਦੇ ਦਿਲ ਦੇ ਸੱਜੇ ਪਾਸੇ ਦਾਖਲ ਕਰਦਾ ਹੈ। ਜਦੋਂ ਅਭਿਆਸ ਕੀਤਾ ਜਾਂਦਾ ਹੈ ਤਾਂ ਦਿਲ ਦੀ ਧੜਕਣ ਜਾਂ ਫਿਰ ਨਬਜ਼ ਗਤੀ 150 ਵਾਰ ਪ੍ਰਤੀ ਮਿੰਟ ਹੋ ਜਾਂਦੀ ਹੈ। ਤਾਂ ਹਰ ਧੜਕਣ ਦੇ ਦਿਲ ਦੁਆਰਾ ਪੰਪ ਕੀਤੇ ਖੂਨ ਦੀ ਮਾਤਰਾ 150 ਸੀਸੀ ਤੱਕ ਪਹੁੰਚ ਜਾਂਦੀ ਹੈ। ਅੱਗੇ ਆਪਣਾ ਪ੍ਰਸ਼ਨ ਹੈ, ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਇਹ,
ਕਿ ਭੋਜਨ ਦੇ ਜਿਹੜੇ ਹੈਗੇ ਮੁੱਖ ਕੰਮ ਲਿਖੋ। ਠੀਕ ਹੈ ਜੀ, ਤਾਂ ਦੇਖੋ ਆਨਸਰ ਕੀ ਇਹਦਾ ਭੋਜਨ ਦੇ ਮੁੱਖ ਕੰਮ, ਤਾਂ ਦੇਖੋ ਕੀ ਹੈ ਭੋਜਨ ਸਰੀਰ ਦਾ ਵਾਧਾ ਅਤੇ ਵਿਕਾਸ ਕਰਦਾ ਹੈ। ਇਹ ਸਰੀਰ ਨੂੰ ਜਿਹੜਾ ਹੈ ਗਰਮੀ ਅਤੇ ਸ਼ਕਤੀ ਦਿੰਦਾ ਹੈ। ਸਰੀਰ ਦਾ ਤਾਪਮਾਨ ਸਥਿਰ ਰੱਖਦਾ ਹੈ। ਭੋਜਨ ਮ੍ਰਿਤ ਸੈੱਲਾਂ ਨੂੰ ਮੁੜ ਸੁਰਜੀਤ ਅਤੇ ਨਵੇਂ ਸੈੱਲਾਂ ਦਾ ਨਿਰਮਾਣ ਕਰਦਾ ਹੈ। ਭੋਜਨ ਸਰੀਰ ਨੂੰ ਰੋਗਾਂ ਤੇ ਕੀਟਾਣੂਆਂ ਵਿਰੁੱਧ ਲੜਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ। ਤਾਂ ਇਹ ਭੋਜਨ ਦੇ ਜਿਹੜੇ ਹੈਗੇ ਮੁੱਖ ਕੰਮ ਹੋ ਗਏ। ਵੈਰੀ ਇੰਪੋਰਟੈਂਟ ਪ੍ਰਸ਼ਨ ਹੈ, ਇਹ ਛੱਡ ਕੇ ਨਾ ਜਾਣਾ। ਅੱਗੇ ਪ੍ਰੋਟੀਨ ਦੇ ਕੀ ਲਾਭ ਨੇ, ਤਾਂ ਦੇਖੋ ਇਹ ਵੀ ਵੈਰੀ ਇੰਪੋਰਟੈਂਟ ਪ੍ਰਸ਼ਨ ਆ। ਤਾਂ ਇਹ ਸਰੀਰ ਵਿੱਚ ਦੋਸਤੋ ਨਵੇਂ ਸੈੱਲਾਂ ਦਾ ਨਿਰਮਾਣ ਅਤੇ ਟੁੱਟੇ ਭੱਜੇ ਸੈੱਲਾਂ ਦੀ ਮੁਰੰਮਤ ਕਰਦਾ ਹੈ। ਸਰੀਰ ਵਿੱਚ ਚਰਬੀ ਅਤੇ ਕਾਰਬੋਹਾਈਡਰੇਟਸ ਦੀ ਘਾਟ ਨੂੰ ਪੂਰਤੀ ਕਰਦਾ ਹੈ। ਸਰੀਰ ਨੂੰ ਗਰਮੀ ਅਤੇ ਸ਼ਕਤੀ ਦਿੰਦਾ ਹੈ। ਸਰੀਰ ਦਾ ਤਾਪਮਾਨ ਸਥਿਰ ਰੱਖਦੀ ਹੈ। ਅੱਗੇ ਆਪਣਾ 11ਵਾਂ ਪ੍ਰਸ਼ਨ, ਕਾਰਬੋਹਾਈਡਰੇਟ ਸਾਡੇ ਲਈ ਕਿਉਂ ਜ਼ਰੂਰੀ ਹੈ, ਤਾਂ ਦੇਖੋ ਕਾਰਬੋਹਾਈਡਰੇਟਸ ਸਰੀਰ ਨੂੰ ਗਰਮੀ ਤੇ ਊਰਜਾ ਦਿੰਦੇ ਹਨ। ਚਰਬੀ ਨੂੰ ਜਿਹੜਾ ਹੈਗਾ ਵਾ ਪਚਾਉਣ ਵਿੱਚ ਮਦਦ ਕਰਦੇ ਹਨ। ਮਿਹਦੇ ਅਤੇ ਅੰਤੜੀਆਂ ਦੀ ਸਫਾਈ ਕਰਦੇ ਹਨ। ਮਿਹਦੇ ਵਿੱਚੋਂ ਤੇਜ਼ਾਬੀ ਮਾਦੇ ਨੂੰ ਮਾਰਦੀ ਹੈ। ਅੱਗੇ ਪਾਣੀ ਸਾਡੇ ਸਰੀਰ ਲਈ ਜਿਹੜਾ ਹੈਗਾ ਪਾਣੀ ਸਾਡੇ ਲਈ ਕਿਉਂ ਜ਼ਰੂਰੀ ਹੈ, ਜਾਂ ਫਿਰ ਪਾਣੀ ਸਾਡੇ ਸਰੀਰ ਲਈ ਕਿਉਂ ਜ਼ਰੂਰੀ ਹੈ, ਕੁਝ ਵੀ ਆ ਸਕਦਾ ਵਾ। ਵੈਰੀ ਇੰਪੋਰਟੈਂਟ ਪ੍ਰਸ਼ਨ ਆ। ਠੀਕ ਹੈ ਜੀ, ਪਾਣੀ ਸਾਡੇ ਸਰੀਰ ਦੇ ਪੋਸ਼ਕ ਤੱਤਾਂ ਨੂੰ ਸਰੀਰਕ ਸੈੱਲਾਂ ਤੱਕ ਲੈ ਜਾਂਦਾ ਹੈ। ਸਰੀਰ ਵਿੱਚੋਂ ਫਾਲਤੂ ਪਦਾਰਥ ਨੂੰ ਬਾਹਰ ਕੱਢਦਾ ਹੈ। ਸਰੀਰ ਦੇ ਤਾਪਮਾਨ ਨੂੰ ਸੰਤੁਲਿਤ ਰੱਖਦਾ ਹੈ। ਲਹੂ ਗੇੜ ਨੂੰ ਜਿਹੜਾ ਹੈਗਾ ਵਾ ਇਹ ਠੀਕ ਰੱਖਦਾ ਹੈ। ਤੇ 23ਵਾਂ ਪ੍ਰਸ਼ਨ ਹੁਣ ਦੇਖੋ ਕੀ ਹੈ, ਯੋਗਾ ਕੀ ਹੈ। ਵੈਰੀ ਇੰਪੋਰਟੈਂਟ ਪ੍ਰਸ਼ਨ। ਯੋਗਾ ਸੰਸਕ੍ਰਿਤ ਦੇ ਸ਼ਬਦ ਯੂਜ਼ ਵਿੱਚੋਂ ਲਿਆ ਗਿਆ ਹੈ, ਜਿਸ ਦਾ ਅਰਥ ਦੋਸਤੋ ਕੀ ਹੈ, ਜੁੜਨਾ ਜਾਂ ਫਿਰ ਬਣਨਾ। ਯੋਗਾ ਸਰੀਰ ਅਤੇ ਮਨ ਦਾ ਸੰਯੋਗ ਹੈ। ਯੋਗਾ ਮਨੁੱਖ ਦੇ ਗੁਣਾਂ ਤੇ ਸ਼ਕਤੀਆਂ ਦਾ ਆਪਸ ਵਿੱਚ ਜਿਹੜਾ ਹੈਗਾ ਵਾ ਮੇਲ ਹੈ। ਯੋਗਾ ਇੱਕ ਤਰੀਕਾ ਹੈ ਜਿਸ ਰਾਹੀਂ ਮਨੁੱਖ ਦੀਆਂ ਜਿਹੜੀ ਹੈਗੇ ਨੇ ਗੁੰਝੀਆਂ ਸ਼ਕਤੀਆਂ ਦਾ ਵਿਕਾਸ ਹੁੰਦਾ ਹੈ। ਇਹ ਧਰਮ, ਦਰਸ਼ਨ ਅਤੇ ਮਨੋਵਿਗਿਆਨਿਕ ਅਤੇ ਸਰੀਰਕ ਕੁਸ਼ਲਤਾ ਦਾ ਸੁਮੇਲ ਹੈ, ਜਿਹੜਾ ਸਰੀਰ ਵਿੱਚ ਸਤਿਅਮ, ਸ਼ਿਵਮ ਅਤੇ ਸੁੰਦਰਮ ਦਾ ਜਿਹੜਾ ਹੈਗਾ ਵਾ ਕੀ ਹੈ ਦੋਸਤੋ ਵਿਕਾਸ ਕਰਦਾ ਹੈ। ਵਿਅਕਤੀ ਨੂੰ ਇਹ ਜਿਹੜਾ ਹੈਗਾ ਵਾ ਸਹਿਜਤਾ, ਕੋਮਲਤਾ, ਜਿਹੜਾ ਹੈਗਾ ਨਿਮਰਤਾ ਅਤੇ ਨਿਰਮਲਤਾ ਨਾਲ ਜਿਹੜਾ ਹੈਗਾ ਜਿਉਣ ਦਾ ਢੰਗ ਦੱਸਦਾ ਹੈ। ਯੋਗ ਇੱਕ ਅਜਿਹਾ ਜਿਹੜਾ ਹੈਗਾ ਵਾ ਯੋਗ ਇੱਕ ਸਹਿਜ ਦੁਆਰਾ ਹੈ, ਜਿਸ ਰਾਹੀਂ ਦੋਸਤੋ ਆਤਮਾ ਦਾ ਪਰਮਾਤਮਾ ਨਾਲ ਮੇਲ ਹੁੰਦਾ ਹੈ। ਆਸਣ ਅਭਿਆਸ ਰਾਹੀਂ ਸਰੀਰਕ ਅਤੇ ਮਾਨਸਿਕ ਕਿਰਿਆਵਾਂ ਦੇ ਪੂਰਨ ਕੰਟਰੋਲ ਕਰਨ ਦੀ ਵਿਧੀ ਨੂੰ ਯੋਗ ਕਿਹਾ ਜਾਂਦਾ ਹੈ। ਅਗਲਾ 24ਵਾਂ ਪ੍ਰਸ਼ਨ ਦੇਖੋ ਕੀ ਹੈ ਇੱਥੇ, ਪਤੰਜਲੀ ਰਿਸ਼ੀ ਦੇ ਅਸ਼ਟਾਂਗ ਯੋਗ ਦੇ ਕਿਹੜੇ-ਕਿਹੜੇ 8 ਅੰਗ ਹਨ, ਤਾਂ ਦੋਸਤੋ ਅਸ਼ਟਾਂਗ ਯੋਗ ਦੇ 8 ਅੰਗ ਇਸ ਪ੍ਰਕਾਰ ਹਨ। ਸਭ ਤੋਂ ਪਹਿਲਾ ਹੈਗਾ ਯਮ, ਮਨੁੱਖੀ ਮਨ ਨਾਲ ਸੰਬੰਧ ਰੱਖਣ ਵਾਲੇ ਅਨੁਸ਼ਾਸਨ ਦੇ ਸਾਧਨਾਂ ਨੂੰ ਯਮ ਕਹਿੰਦੇ ਹਨ। ਦੂਸਰਾ ਹੈਗਾ ਦੋਸਤੋ ਨਿਯਮ, ਤਾਂ ਮਨੁੱਖ ਦੇ ਸਰੀਰਕ ਅਨੁਸ਼ਾਸਨ ਨਾਲ ਸੰਬੰਧਿਤ ਢੰਗ ਨੂੰ ਨਿਯਮ ਆਖਦੇ ਹਨ। ਸਰੀਰ ਦੀ ਸਫਾਈ ਨੇਤੀ ਧੋਤੀ ਅਤੇ ਵਸਤੀ ਰਾਹੀਂ ਜਿਹੜਾ ਹੈਗਾ ਕੀਤੀ ਜਾਂਦੀ ਹੈ। ਨਿਯਮ ਨਾਲ ਸਰੀਰ ਅਤੇ ਮਨ ਦੀ ਜਿਹੜੀ ਹੈਗਾ ਸ਼ੁੱਧੀ ਅਤੇ ਸੰਤੋਖ, ਦ੍ਰਿੜਤਾ ਅਤੇ ਰੱਬ ਦੀ ਪੂਜਾ ਹੁੰਦੀ ਹੈ। ਤੀਸਰਾ ਹੈ ਆਸਣ, ਤਾਂ ਆਸਣ ਤੋਂ ਭਾਵ ਹੈ ਮਨੁੱਖ ਸਰੀਰ ਨੂੰ ਜਿਹੜਾ ਹੈਗਾ ਵੱਧ ਤੋਂ ਵੱਧ ਸਮੇਂ ਲਈ ਕਿਸੇ ਖਾਸ ਸਥਿਤੀ ਵਿੱਚ ਰੱਖਣਾ। ਚੌਥਾ ਪ੍ਰਾਣਾਯਾਮ, ਤਾਂ ਦੋਸਤੋ ਪ੍ਰਾਣਾਯਾਮ ਤੋਂ ਭਾਵ ਹੈ ਕਿ ਇੱਕ ਸਥਿਤ ਜਗ੍ਹਾ ਉੱਤੇ ਬੈਠ ਕੇ ਕਿਸੇ ਖਾਸ ਢੰਗ ਅਨੁਸਾਰ ਸਾਹ ਅੰਦਰ ਲੈ ਜਾਣ ਅਤੇ ਬਾਹਰ ਕੱਢਣ ਦੀ ਕਿਰਿਆ। ਅੱਗੇ ਪ੍ਰਤਿਹਾਰ, ਤਾਂ ਮਨ ਦੇ ਇੰਦਰੀਆਂ ਨੂੰ ਉਹਨਾਂ ਦੀ ਸੰਬੰਧਿਤ ਕਿਰਿਆ ਤੋਂ ਹਟਾ ਕੇ ਪਰਮਾਤਮਾ ਵੱਲ ਲਗਾਉਣਾ ਜਿਹੜਾ ਹੈਗਾ ਪ੍ਰਤਿਹਾਰ ਅਖਵਾਉਂਦਾ ਹੈ। ਅੱਗੇ ਹੈ ਧਾਰਨਾ, ਇਸ ਤੋਂ ਭਾਵ ਹੈ ਮਨ ਨੂੰ ਕਿਸੇ ਇੱਛਤ ਵਿਸ਼ੇ ਉੱਤੇ ਲਗਾਉਣਾ ਜਾਂ ਫਿਰ ਇੱਕ ਪਾਸੇ ਧਿਆਨ ਲਗਾਉਣਾ। ਅਜਿਹਾ ਕਰਨ ਨਾਲ ਮਨੁੱਖ ਵਿੱਚ ਮਹਾਨ ਸ਼ਕਤੀ ਪੈਦਾ ਹੋ ਜਾਂਦੀ ਹੈ। ਇਸ ਨਾਲ ਮਨੁੱਖ ਦੇ ਮਨ ਦੀ ਇੱਛਾ ਜਿਹੜੀ ਹੈਗੀ ਪੂਰੀ ਹੁੰਦੀ ਰਹਿੰਦੀ ਹੈ। ਅੱਗੇ ਹੈ 7ਵਾਂ ਪੁਆਇੰਟ ਧਿਆਨ, ਤਾਂ ਦੇਖੋ ਇਸ ਅਵਸਥਾ ਵਿੱਚ ਵਿਅਕਤੀ ਦੁਨਿਆਵੀ ਮੋਹ ਤੋਂ ਉੱਪਰ ਉੱਠ ਕੇ ਆਪਣੇ ਆਪ ਵਿੱਚ ਜਿਹੜਾ ਹੈਗਾ ਵਾ ਅੰਤਰ ਧਿਆਨ ਹੋ ਜਾਂਦਾ ਹੈ। ਤੇ 8ਵਾਂ ਹੈ ਸਮਾਧ, ਤਾਂ ਸਮਾਧੀ ਵੇਲੇ ਆਤਮਾ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ। ਤਾਂ ਇਹ ਤੁਹਾਡੇ ਜਿਹੜੇ ਹੈਗੇ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ, ਇਹ ਵੀ ਨਾ ਛੱਡਿਓ ਦੋਸਤੋ ਕਿ ਤੁਹਾਡੇ ਅਸ਼ਟਾਂਗ ਯੋਗ ਦੇ ਕਿਹੜੇ-ਕਿਹੜੇ 8 ਅੰਗ ਹਨ। ਤਾਂ ਜਿਵੇਂ ਕਿ ਤੁਹਾਨੂੰ ਦੱਸ ਦਿੱਤਾ, ਯਮ, ਨਿਯਮ, ਆਸਣ, ਪ੍ਰਾਣਾਯਾਮ, ਪ੍ਰਤਿਹਾਰ, ਧਾਰਨਾ ਤੇ ਆਪਣਾ ਧਿਆਨ। ਠੀਕ ਹੈ ਜੀ, ਤੇ ਅਗਲਾ ਦੋਸਤੋ ਸੀਗਾ ਆਪਣਾ ਸਮਾਧੀ। ਤਾਂ ਇਹ 8 ਅੰਗ ਹੈਗੇ, ਹਾਂ ਇਹ ਧਿਆਨ ਦੇ ਵਿੱਚ ਰੱਖਣਾ ਵਾ। ਠੀਕ ਹੈ, ਅਗਲਾ ਦੋਸਤੋ 25ਵਾਂ ਪ੍ਰਸ਼ਨ ਹੈ, ਯੋਗਾ ਆਸਣ ਕਰਨ ਲਈ ਜਿਹੜਾ ਹੈਗਾ ਕੋਈ 4 ਸਿਧਾਂਤ ਲਿਖੋ। ਤਾਂ ਸਭ ਤੋਂ ਪਹਿਲਾ ਸਿਧਾਂਤ ਇਹ ਹੈ, ਤਾਂ ਯੋਗ ਅਭਿਆਸ ਕਰਨ ਸਮੇਂ ਪੇਟ ਸਾਫ਼ ਅਤੇ ਖਾਲੀ ਹੋਣਾ ਚਾਹੀਦਾ ਹੈ। ਅਭਿਆਸ ਕਰਨ ਸਮੇਂ ਦੋਸਤੋ ਮਨ ਇਕਾਗਰ ਅਵਸਥਾ ਵਿੱਚ ਹੋਵੇ। ਯੋਗ ਆਸਣ ਸਰੀਰਕ ਸਮਰੱਥਾ ਅਨੁਸਾਰ ਕਰਨੇ ਚਾਹੀਦੇ ਹਨ। ਯੋਗ ਅਭਿਆਸ ਕਰਨ ਤੋਂ ਪਹਿਲਾਂ ਸਰੀਰ ਨੂੰ ਜਿਹੜਾ ਹੈਗਾ ਚੰਗੀ ਤਰ੍ਹਾਂ ਗਰਮ ਕਰ ਲੈਣਾ ਜਿਹੜਾ ਹੈਗਾ ਚਾਹੀਦਾ ਹੈ। ਤਾਂ ਦੇਖ ਸਕਦੇ ਹੋ ਦੋਸਤੋ ਇਹ ਆਪਣਾ ਪ੍ਰਸ਼ਨ ਹੋ ਗਿਆ। 26ਵਾਂ ਪ੍ਰਸ਼ਨ ਹੈ, ਯੋਗਾ ਨੂੰ ਤੰਦਰੁਸਤੀ ਦਾ ਸਾਧਨ ਕਿਉਂ ਕਿਹਾ ਜਾਂਦਾ ਹੈ, ਤਾਂ ਯੋਗਾ ਜਿਹੜਾ ਹੈਗਾ ਵਾ ਵਿਅਕਤੀ ਦੀਆਂ ਸਰੀਰਕ ਅਤੇ ਮਾਨਸਿਕ ਬੁਨਿਆਦੀ ਸ਼ਕਤੀਆਂ ਵਿੱਚ ਦਾ ਜਿਹੜਾ ਹੈਗਾ ਵਿਕਾਸ ਕਰਦਾ ਹੈ। ਸਰੀਰ ਦੇ ਅੰਦਰਲੇ ਅਤੇ ਬਾਹਰੀ ਅੰਗਾਂ ਨੂੰ ਤੰਦਰੁਸਤ ਅਤੇ ਤਾਕਤਵਰ ਬਣਾਉਂਦਾ ਹੈ। ਸਰੀਰ ਨੂੰ ਬਿਮਾਰੀਆਂ ਦਾ ਟਾਕਰਾ ਕਰਨ ਦੇ ਸਮਰੱਥ ਬਣਾਉਂਦਾ ਹੈ। ਯੋਗਾ ਅਭਿਆਸ ਦੁਆਰਾ ਜਿਹੜਾ ਹੈਗਾ ਸਰੀਰਕ ਕਰੂਪੀਆਂ ਦੂਰ ਕੀਤੀਆਂ ਜਾ ਸਕਦੀਆਂ ਹਨ। ਅੱਗੇ ਆਪਣਾ ਧੁਨਰ ਆਸਣ ਦੇ ਜਿਹੜੇ ਹੈਗੇ ਲਾਭ ਦੱਸੋ। ਤਾਂ ਦੇਖੋ ਇਹ ਜਿਹੜਾ ਹੈਗਾ ਵਾ ਆਸਣ ਮਿਹਦੇ ਅਤੇ ਅੰਦਰਾਂ ਨੂੰ ਤਾਕਤ ਦਿੰਦਾ ਹੈ। ਪਾਚਨ ਸ਼ਕਤੀ ਵਿੱਚ ਵਾਧਾ ਕਰਦਾ ਹੈ। ਮੋਟਾਪਾ ਦੂਰ ਕਰਦਾ ਹੈ। ਰੀੜ੍ਹ ਦੀ ਹੱਡੀ ਅਤੇ ਮਾਸਪੇਸ਼ੀਆਂ ਨੂੰ ਲਚਕੀਲਾ ਬਣਾਉਂਦਾ ਹੈ ਤੇ ਗਠੀਆਂ ਅਤੇ ਯੋਨੀ ਰੋਗਾਂ ਨੂੰ
दूर करता है। तो अगला प्रश्न देखो की है इत्थे अपना 28वां प्रश्न, योग आत्मा नूं परमात्मा नाल मिलाउण दा मुख साधन है किवें? तो बहुत इंपॉर्टेंट प्रश्न आ, वैरी इंपॉर्टेंट प्रश्न। ठीक है जी, उत्तर देखो इसका की है, योग परमात्मा नाल जिहड़ा है योग आ ना ਉਹ ਆਤਮਾ ਨੂੰ परमात्मा नाल मिलाउण दा महत्वपूर्ण साधन है। ठीक है जी, इस मधुर मिलन का दोस्तों की है माध्यम शरीर है। शक्तिशाली शरीर द्वारा ही दोस्तों परमात्मा के दर्शन हो सकते हैं, क्योंकि योग शरीर नूं शक्तिशाली बनाउंदा है। इसलिए यह आत्मा नूं परमात्मा नाल मिलाउण दा जिहड़ा हैगा साधन है। ईश्वर जिहड़ा हैगा अलौकिक गुण कर्म अते सुभाव वाला जिहड़ा हैगा विद्यक युग है। यह आकाश दे समान व्यापक है। जीव सच्चे अते सच अते जिहड़ा हैगा वा चित्त है, अर्थात उसकी होंद वजूद है, उस विच जिहड़ा हैगा चेतन तत्त है, वह काम करन लई जिहड़ा हैगा वा काम करन लई जिहड़ा हैगा सुतंत्र है। असल विच जीव कुदरत अते ईश्वर विच एक दूसरे दे नाल जिहड़ा हैगा संबंध होना चाहिदा है, ते योग इस संबंध नूं बनाउण विच अते मजबूर करन विच जिहड़ा हैगा साडा सहायक बनता है। ठीक है, अगला प्रश्न की है, प्राचीन खेडों की महत्ता दसो। तो देखो प्राचीन खेडा दुश्मन नूं दोस्त बनाउण जां फिर माहौल पैदा करदियां सन। यह खेडा शांति पवित्रता और मित्रता का संदेश दिंदियां सन। नागरिकों नूं सेहतमंद और शक्तिशाली बनने लई प्रेरदियां सन। कुर्बानी देने वाले व्यक्तियों नूं याद नूं जिहड़ा हैगा ताज़ा करवाउंदियां सन कि नागरिकों विच कुर्बानी देने का जज्बा पैदा होवे। अगला प्रश्न, प्राचीन ओलंपिक खेडों के किहड़े-किहड़े नियम सन? तो देखो प्राचीन ओलंपिक खेडों में सिर्फ यूनानी नागरिक ही हिस्सा ले सकते सन। दूसरा, हिस्सा लैण वाले खिडारी ने 10 महीने तक किसी निगरान या अधीन खेड सिखलाई लई होनी चाहिए है। और आखिरी महीना ओलंपिया में गुजारना जिहड़ा हैगा वा पैंदा सी। तीसरा, खिडारियां ते जज्जां नूं जिहड़ा हैगा सौं लैनी पैंदी सी। अगे है 31वां प्रश्न कि नवीन ओलंपिक खेडों के नियम दसो। तो देखो वह हर देश जो ओलंपिक खेडों का मैंबर है अपने देशवासी को खेडों में हिस्सा लैने लई भेज सकता है। खिडारी लई जिहड़ा हैगा वा उमर और जात पात का कोई बंधन नहीं है। खिडारी नशे की हालत में खेड में हिस्सा नहीं लै सकता। जेकर किसी खिडारी एक देश वालों इन्हां खेडों में हिस्सा लिया होवे तो एक वो किसी दूजे देश वालों जिहड़ा हिस्सा नहीं लै सकता। 32वां प्रश्न की है, एशियन खेडों के इतिहास बारे तुसीं की जानते हो? तो देखो दोस्तों वैरी इंपॉर्टेंट प्रश्न है भी। तो ओलंपिक जिहड़ा हैगा वा लाइनां उपर एशिया के देशों लई जिहड़ा हैगा खेडों के त्यौहार का प्रबंध लई पहल करन दा दोस्तों जिहड़ा हैगा सहरा भारत नूं जांदा है। 1948 में 14वीं ओलंपिक खेडों वेले श्री जी.डी. सोंधी ने अपना जिहड़ा हैगा वा विचार दिता। उसने महसूस किया कि जब भारत या फिर एशिया के लोग ओलंपिक खेडा खेडण आउंदे सन तो वो चंगे नतीजे नहीं विखा सकते सन। उसने सोचा कि कौमाधारी मुकाबलिਆਂ तो पहला उन्हां दा जिहड़ा हैगा वा आपो विच मुकाबला करके उन्हां दे पੱਧਰ ਨੂੰ चुक्या जा सकता है। इस नाल ही खिडारी की जिहड़ी ताकत विच वाधा होवेगा। अपने इस विचार ਨੂੰ अमली रूप देण दे लई ठीक है उसने लंडन के माउंट रायल होटल विच एशियाई देशों का एक मीटिंग बुलाई। कोरिया, चीन, बर्मा, श्रीलंका, भारत और फिलिपाइन। ठीक है जी, की लिखे दोस्तों फिलिपाइन ठीक है जी दे प्रतिनिधि इस विच शामिल होए। यह मीटिंग सफल हुई। सारे जिहड़े हैगे शामिल देशों ने एशियाई खेडों का जिहड़ा हैगा प्रबंध करन दे विचार की पूरी तरह जिहड़ा हैगा समर्थन किया। दिल्ली विच फरवरी 1949 विच एशियाई देशों का एक जिहड़ा हैगा मीटिंग महाराजा पटियाला श्री यादविंदर सिंह ने बुलाई। एशियन एथलैटिक फैडरेशन का नाम बदल के एशियन स्पोर्ट्स फैडरेशन रख दिता गया। यह सब विच इसका जिहड़ा हैगा संविधान बनाया गया। इस सभा विच जिहड़ा हैगा दोस्तों इस सभा ठीक है जी विच इसका संविधान बनाया गया। तो तुहाडा आंसर ये हो जाएगा। ठीक है, तो हुण दोस्तों तुहाडे प्रश्न ने 5-5 अंकों वाले प्रश्न ने तो हेठ लिखिया विच दोस्तों कोई एक प्रश्न करो। जिवें कि तुसीं आ देख सकते हो योगा चैप्टर दे विच दिता होया वा योग की है, योग के मुख्य सिद्धांत किहड़े-किहड़े हन। तो दोस्तों तुसीं टेंशन नहीं लेना हैगा वा कि आह सिर्फ प्रश्न ही लिखे हुए हैं, आंसर कितने ने। तो आंसर दोस्तों आ देख लो नैक्सट पेज दे विच इन्हां ने आंसर आ देखो इत्थे दिते भी हुए हैं। जिवें कि देखो योगा तो तुहाडा की भाव है, इसदे जिहड़े हैगे किहड़े-किहड़े सिद्धांत हन। आही है ना अपना प्रश्न, इत्थे देखो आही सीगा सेम प्रश्न योग दे जिहड़ा हैगा वा की योग की है तो इसके मुख्य सिद्धांत किहड़े-किहड़े हन। आही प्रश्न सीगा। अपना उत्तर देखते हैं। चलो तो दोस्तों एक काम करते हैं, सब तो पहला अपना आंसर देखने तो पहला आप प्रश्न ही देख लें, फिर आप इन्हों के आंसर भी देख लेंगे। जिवें कि पहला प्रश्न का देख लिया। दूसरा है अष्टांग योग की है, इन्होंने योग के 8 अंगों बारे जानकारी दिओ। ठीक है, पतंजलि ऋषि के अष्टांग योग के अंगों का वर्णन करो, कोई 5 आसनों के लाभ लिखो, योग तंदुरुस्ती का साधन अपने विचार दिओ। ठीक है, संतुलित भोजन की है, इसके भिन्न किहड़े-किहड़े हन तत्त, भोजन के मुख्य कमां की व्याख्या करो, प्रोटीन की है, इसदियां किस्मां ते लाभ हानियां बारे दसो। ठीक है जी, जानकारी दिओ। प्रोटीन तो की भाव है, इन्हां दे लाभ अते कमी नाल होण वालीआं हानियां बारे भी दसो। ठीक है जी, इसी प्रकार दोस्तों होर जिवें कि तुहाडे प्रश्न ने विटामिन की हन, यह किन्ने प्रकार के होंदे हन, विटामिन के लाभ अते इसके
ਦੇ ਕਮੀ ਹੋਣ ਵਾਲੇ ਜਿਹੜੇ ਹੈਗੇ ਆ ਬੁਰੇ ਪ੍ਰਭਾਵਾਂ ਦੀ ਵਿਆਖਿਆ ਕਰੋ। ਖਣਿਜ ਲਵਣ ਕੀ ਹਨ, ਇਸ ਦੇ ਲਾਭ ਅਤੇ ਹਾਨੀਆਂ ਦੱਸੋ। ਫੋਕਟ ਸਾਡੇ ਸਰੀਰ ਲਈ ਲਾਭਦਾਇਕ ਹਨ, ਕਿਵੇਂ। ਠੀਕ ਹੈ ਜੀ। ਅਗਲਾ ਸੀਗਾ ਤੁਹਾਡਾ ਕਸਰਤ ਦਾ ਸਾਹ ਪ੍ਰਣਾਲੀ, ਖੂਨ ਚੱਕਰ, ਮਾਸਪੇਸ਼ੀਆਂ ਅਤੇ ਮਲ ਨਿਕਾਸ ਦੇ ਪ੍ਰਭਾਵ, ਸਾਹ ਪ੍ਰਣਾਲੀ ਦੇ ਜਿਹੜੇ ਹੈਗੇ ਆ ਹਾਂਜੀ, ਇਹ ਤਾਂ ਤੁਹਾਡਾ ਜਿਹੜਾ ਹੈਗਾ ਵਾ ਪ੍ਰਸ਼ਨ ਹੋ ਗਿਆ। ਅਤੇ ਹੁਣ ਹੈ ਸਾਹ ਪ੍ਰਣਾਲੀ ਦੇ ਜਿਹੜੇ ਹੈਗੇ ਭਿੰਨ ਭਿੰਨ ਅੰਗਾਂ ਦਾ ਵਰਣਨ ਕਰੋ। ਠੀਕ ਹੈ ਜੀ। ਅਤੇ ਅਗਲਾ ਦੋਸਤੋ ਤੁਹਾਡਾ ਹੈਗਾ ਵਾ ਮਲ ਨਿਕਾਸ ਪ੍ਰਣਾਲੀ ਦੇ ਕਸਰਤਾਂ ਦਾ ਪ੍ਰਭਾਵ ਲਿਖੋ। ਠੀਕ ਹੈ ਜੀ। ਮਾਸਪੇਸ਼ੀਆਂ ਪ੍ਰਣਾਲੀ ਦਾ ਜਿਹੜਾ ਹੈਗਾ ਵਾ ਕੀ ਹੈ, ਮਾਸਪੇਸ਼ੀ ਪ੍ਰਣਾਲੀ ਕੀ ਹੈ, ਇਸ ਉੱਤੇ ਕਸਰਤਾਂ ਦਾ ਪ੍ਰਭਾਵ ਲਿਖੋ। ਪ੍ਰਾਚੀਨ ਓਲੰਪਿਕ ਖੇਡਾਂ ਦੇ ਨਾਂ ਅਤੇ ਨਿਯਮ ਦੱਸੋ। ਨਵੀਨ ਓਲੰਪਿਕ ਖੇਡਾਂ ਦੇ ਨਾਮ ਅਤੇ ਨਿਯਮ ਦੱਸੋ। ਏਸ਼ੀਆਈ ਖੇਡਾਂ ਕਦੋਂ ਅਤੇ ਜਿਹੜੀ ਹੈਗੀਆਂ ਨੇ ਕਿਉਂ ਸ਼ੁਰੂ ਹੋਈਆਂ, ਇਸ ਵਿੱਚ ਭਾਰਤ ਦੀ ਕੀ ਯੋਗਦਾਨ ਸੀ। ਅਤੇ ਹੋਰ ਜਿਹੜੇ ਹੈਗੇ ਮਹੱਤਵਪੂਰਨ ਪ੍ਰਸ਼ਨ ਦਿੱਤੇ ਹੋਏ ਨੇ। ਯੋਗ ਦੀ ਵਿਸ਼ੇਸ਼ਤਾ, ਠੀਕ ਹੈ ਜੀ, ਮੁੱਖ ਵਿਸ਼ੇਸ਼ਤਾਵਾਂ, ਲਹੂ ਗੇੜ ਪ੍ਰਣਾਲੀ ਅਤੇ ਕਸਰਤ ਦਾ ਪ੍ਰਭਾਵ। ਨਵੀਨ ਓਲੰਪਿਕ ਖੇਡਾਂ ਕਿਸ ਨੇ ਸ਼ੁਰੂ ਕਰਵਾਈਆਂ ਅਤੇ ਇਸ ਬਾਰੇ ਤੁਸੀਂ ਕੀ ਜਾਣਦੇ ਹੋ। ਨਵੀਨ ਓਲੰਪਿਕ ਖੇਡਾਂ ਦੇ ਨਿਯਮ ਅਤੇ ਮੋਟੋ ਝੰਡੇ ਅਤੇ ਸਹੁੰ ਉੱਤੇ ਵਿਸਥਾਰ ਨਾਲ ਲਿਖੋ। ਠੀਕ ਹੈ। ਪ੍ਰਾਚੀਨ ਓਲੰਪਿਕ ਖੇਡਾਂ ਦੇ ਇਤਿਹਾਸ 'ਤੇ ਚਾਨਣਾ ਪਾਓ। ਨਵੀਂ ਓਲੰਪਿਕ ਖੇਡਾਂ ਦੇ ਇਤਿਹਾਸ ਅਤੇ ਨਿਯਮ ਦਾ ਚਾਨਣਾ ਪਾਓ। ਕਾਰਬੋਹਾਈਡਰੇਟਸ ਕੀ ਹਨ, ਇਸ ਦੀ ਪ੍ਰਾਪਤੀ ਅਤੇ ਸਰੋਤ ਅਤੇ ਜਿਹੜਾ ਹੈਗਾ ਘਾਟ ਨਾਲ ਹੋਣ ਵਾਲੇ ਬੁਰੇ ਨਤੀਜਿਆਂ ਬਾਰੇ ਵੀ ਲਿਖੋ। ਤਾਂ ਠੀਕ ਹੈ ਜੀ। ਤਾਂ ਇਹ ਸਾਰੇ ਇਹਦੇ ਵਿੱਚੋਂ ਹੀ ਦੋਸਤੋ ਤੁਹਾਡੇ ਲੌਂਗ ਪ੍ਰਸ਼ਨ ਆ ਜਾਣਗੇ। ਇਹਨਾਂ ਨੂੰ ਹੀ ਚੰਗੀ ਤਰ੍ਹਾਂ ਤਿਆਰ ਕਰ ਲਿਓ। ਆਪਾਂ ਤੁਹਾਡੀ ਤਿਆਰੀ ਕਰਾ ਦਿੰਦੇ ਹਾਂ ਇਹ ਪ੍ਰਸ਼ਨਾਂ ਦੀ ਸਾਰਿਆਂ ਦੀ। ਤਾਂ ਦੇਖੋ ਦੋਸਤੋ, ਨੋਟ ਕੀ ਲਿਖਿਆ ਇਹਨਾਂ ਨੇ, ਹਰੇਕ ਵੱਡਾ ਪ੍ਰਸ਼ਨ 1 ਜਾਂ ਫਿਰ 1.5 ਪੇਜ ਦਾ ਜ਼ਰੂਰ ਲਿਖੋ। ਠੀਕ ਹੈ। 1 ਪੇਜ ਦਾ ਜਾਂ ਫਿਰ ਦੋਸਤੋ 1.5 ਪੇਜ ਦਾ ਜ਼ਰੂਰ ਲਿਖਣਾ ਵਾ ਤੁਸੀਂ। ਠੀਕ ਹੈ। 1 ਪੇਜ ਜਾਂ ਫਿਰ ਦੋਸਤੋ 1.5 ਪੇਜ, ਮਤਲਬ 1 ਪੇਜ ਪੂਰਾ ਅਤੇ ਅਗਲਾ ਦੋਸਤੋ ਜਿਹੜਾ ਹੈਗਾ ਵਾ 1.5 ਪੇਜ, ਯਾਨੀ ਕਿ ਅੱਧਾ ਪੇਜ ਜ਼ਰੂਰ। ਠੀਕ ਹੈ। 1 ਪੇਜ ਤਾਂ ਲਿਖਣਾ ਹੀ ਲਿਖਣਾ ਵਾ, 1.5 ਪੇਜ ਵੀ ਲਿਖ ਦਿਓ। ਮਤਲਬ ਦੋਸਤੋ ਤੁਸੀਂ ਐਂ ਕਰੋ, 1 ਪੇਜ ਦਾ ਤਾਂ ਦੋਸਤੋ ਪੱਕਾ ਤੁਸੀਂ ਲਿਖਣਾ ਹੀ ਆ, ਤਾਂ ਹੀ ਤੁਹਾਨੂੰ ਪੂਰੇ ਮਾਰਕਸ ਮਿਲਣਗੇ। ਠੀਕ ਹੈ ਜੀ। ਅਤੇ ਸਾਹ ਕਿਰਿਆ, ਯੋਗ, ਓਲੰਪਿਕ ਖੇਡਾਂ, ਏਸ਼ੀਆ ਖੇਡਾਂ ਅਤੇ ਵਿਟਾਮਿਨ ਵਾਲਾ ਪ੍ਰਸ਼ਨ ਜ਼ਰੂਰ ਕਰਕੇ ਜਾਓ। ਠੀਕ ਹੈ। ਤਾਂ ਹੁਣ ਦੋਸਤੋ ਇਹਨਾਂ ਨੇ ਕੁਝ ਇਹ ਪ੍ਰਸ਼ਨ ਜਿਹੜੇ ਉੱਪਰ ਲਿਖੇ ਹੋਏ ਸਨ ਉਹਨਾਂ ਦੇ ਸੋਲੂਸ਼ਨ ਵੀ ਦਿੱਤੇ ਹੋਏ ਹਨ। ਤਾਂ ਦੋਸਤੋ ਚਲੋ ਦੇਖਦੇ ਹਾਂ। ਸਭ ਤੋਂ ਪਹਿਲਾਂ ਇਹਦੇ ਵਿੱਚ ਪ੍ਰਸ਼ਨ ਦੇਖੋ ਕੀ ਦਿੱਤਾ ਹੋਇਆ। ਯੋਗ ਤੋਂ ਤੁਹਾਡਾ ਕੀ ਭਾਵ ਹੈ, ਇਸ ਦੇ ਜਿਹੜੇ ਹੈਗੇ ਆ ਕਿਹੜੇ ਕਿਹੜੇ ਸਿਧਾਂਤ ਹਨ। ਤਾਂ ਦੇਖੋ, ਯੋਗ ਇੱਕ ਅਜਿਹਾ ਢੰਗ ਹੈ ਜਿਸ ਤੋਂ ਮਨੁੱਖ ਨੂੰ ਆਪਣੇ ਅੰਦਰ ਛੁਪੀ ਹੋਈ ਸ਼ਕਤੀਆਂ ਨੂੰ ਵਧਾਉਣ ਦਾ ਜਿਹੜਾ ਹੈਗਾ ਅਵਸਰ ਮਿਲਦਾ ਹੈ। ਯੋਗ ਮਨੁੱਖ ਦੀ ਸਰੀਰਕ, ਮਾਨਸਿਕ ਅਤੇ ਆਤਮਿਕ ਉਦੇਸ਼ਾਂ ਦੀ ਵਿਗਿਆਨਿਕ ਢੰਗਾਂ ਨਾਲ ਪੂਰਤੀ ਕਰਦਾ ਹੈ। ਇਸ ਦਾ ਕਾਰਨ ਦੋਸਤੋ ਯੋਗ ਵਿਸ਼ੇਸ਼ ਸਿਧਾਂਤਾਂ ਉੱਤੇ ਨਿਰਭਰ ਹੈ। ਇਹਨਾਂ ਸਿਧਾਂਤਾਂ ਦੀ ਪਾਲਣਾ ਕਰਨਾ ਬੜੀ ਹੀ ਜ਼ਰੂਰੀ ਹੈ। ਇਸ ਦੇ ਸਿਧਾਂਤ ਹੇਠ ਲਿਖੇ ਹੋਏ ਹਨ। ਸਭ ਤੋਂ ਪਹਿਲਾ ਸਿਧਾਂਤ ਦੇਖੋ ਕੀ ਹੈ, ਸਾਫ਼ ਸੁਥਰੀ ਹਵਾਦਾਰ ਜਗ੍ਹਾ। ਠੀਕ ਹੈ ਜੀ। ਤਾਂ ਯੋਗ ਅਭਿਆਸ ਕਰਨ ਵਾਲੀ ਜਗ੍ਹਾ ਸਾਫ਼ ਸੁਥਰੀ ਅਤੇ ਹਵਾਦਾਰ ਹੋਣੀ ਚਾਹੀਦੀ ਹੈ। ਦੂਸਰਾ, ਖਾਲੀ ਪੇਟ ਹੋਣਾ ਚਾਹੀਦਾ ਹੈ। ਯੋਗ ਅਭਿਆਸ ਕਰਨ ਸਮੇਂ ਦੋਸਤੋ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਪੇਟ ਹਨ ਉਹ ਖਾਲੀ ਹੋਣਾ ਚਾਹੀਦਾ ਹੈ। ਸਿੱਟੇ ਵਜੋਂ ਇਸ ਲਈ ਸਵੇਰ ਜਾਂ ਫਿਰ ਸਵੇਰ ਦਾ ਸਮਾਂ ਸਭ ਤੋਂ ਜਿਹੜਾ ਹੈਗਾ ਚੰਗਾ ਸਮਾਂ ਹੁੰਦਾ ਹੈ। ਜੇ ਯੋਗ ਦਿਨੇ ਕਰਨਾ ਹੋਵੇ ਤਾਂ ਖਾਣਾ ਖਾਣ ਤੋਂ ਘੱਟੋ ਘੱਟ 4 ਘੰਟੇ ਬਾਅਦ ਕਰਨਾ ਚਾਹੀਦਾ ਹੈ। ਤੀਸਰਾ, ਪੌਸ਼ਟਿਕ ਤੱਤ ਅਤੇ ਸੰਤੁਲਿਤ ਭੋਜਨ। ਯੋਗ ਅਭਿਆਸ ਤੋਂ ਪੂਰਾ ਫਾਇਦਾ ਲੈਣ ਲਈ ਸਰੀਰਕ ਨੂੰ ਪੌਸ਼ਟਿਕ ਅਤੇ ਸੰਤੁਲਿਤ ਭੋਜਨ ਜਿਹੜਾ ਹੈਗਾ ਬਹੁਤ ਹੀ ਜ਼ਰੂਰੀ ਹੈ। ਚੌਥਾ ਦੋਸਤੋ, ਮਨ ਦੀ ਜਿਹੜੀ ਹੈਗੀ ਇਕਾਗਰਤਾ ਹੋਣਾ। ਠੀਕ ਹੈ ਜੀ। ਤਾਂ ਯੋਗ ਅਭਿਆਸ ਕਰਦੇ ਹੋਏ ਮਨ ਦੀ ਇਕਾਗਰਤਾ ਹੋਣਾ ਜਿਹੜਾ ਹੈਗਾ ਬਹੁਤ ਹੀ ਜ਼ਰੂਰੀ ਹੈ, ਜੋ ਦੋਸਤੋ ਮੌਨ ਧਾਰਨ ਕਰਨ ਨਾਲ ਹੀ ਹਾਸਿਲ ਹੁੰਦੀ ਹੈ। ਜਦੋਂ ਸਰੀਰਕ ਕਿਰਿਆਵਾਂ ਚੱਲ ਰਹੀਆਂ ਹੋਣ ਤਾਂ ਦੋਸਤੋ ਮਨ ਦਾ ਧਿਆਨ ਵੀ ਉਸ ਵੱਲ ਹੋਣਾ ਚਾਹੀਦਾ ਹੈ। ਮਨ ਵਿੱਚ ਕੋਈ ਵੀ ਹੋਰ ਜਿਹੜੀ ਹੈਗੀ ਮਾਨਸਿਕ ਕਿਰਿਆ ਧਾਰਨ ਨਹੀਂ ਹੋਣੀ ਚਾਹੀਦੀ ਹੈ। ਪੰਜਵਾਂ ਦੋਸਤੋ ਕੀ ਇੱਥੇ ਦਿੱਤਾ ਹੋਇਆ ਇਹਨਾਂ ਨੇ, ਯੋਗ ਅਭਿਆਸ ਵਿੱਚ ਜਿਹੜਾ ਹੈਗਾ ਵਾ ਆਰਾਮ ਦਾ ਅੰਤਰ। ਠੀਕ ਹੈ ਜੀ। ਆਰਾਮ ਦਾ ਅੰਤਰ, ਤਾਂ ਹਰੇਕ ਅਭਿਆਸ ਵਿੱਚ ਆਰਾਮ ਦਾ ਅੰਤਰ ਹੋਣਾ ਚਾਹੀਦਾ ਹੈ। ਆਰਾਮ ਕਰਨ ਨਾਲ ਜਿਹੜਾ ਹੈਗਾ ਵਾ ਆਰਾਮ ਕਰਨ ਲਈ ਜਿਹੜਾ ਹੈਗਾ ਸਭ ਆਸਣ ਅਤੇ ਮਕਰ ਆਸਣ ਕਰਨਾ ਚਾਹੀਦਾ ਹੈ। ਆਸਣ ਖਤਮ ਹੋਣ ਤੋਂ ਬਾਅਦ ਵੀ ਆਰਾਮ ਜ਼ਰੂਰੀ ਹੈ। ਅੱਗੇ ਹੈ 6ਵਾਂ, ਨੱਕ ਰਾਹੀਂ ਸਾਹ ਲੈਣਾ। ਯੋਗ ਅਭਿਆਸ ਕਰਨ ਸਮੇਂ ਜਿਹੜਾ ਹੈਗਾ ਸਦਾ ਜਿਹੜਾ ਹੈਗਾ ਨੱਕ ਦੁਆਰਾ ਸਾਹ ਲੈਣਾ ਚਾਹੀਦਾ ਹੈ, ਕਿਉਂਕਿ ਦੋਸਤੋ ਸਾਹ ਕਿਰਿਆ ਦਾ ਯੋਗ ਨਾਲ ਸੰਬੰਧ ਹੈ। ਇਹ ਸਹੀ ਤਰੀਕੇ ਨਾਲ ਹੋਣੀ ਚਾਹੀਦੀ ਹੈ ਤਾਂ ਕਿ ਸਾਹ ਪ੍ਰਣਾਲੀ ਅਤੇ ਫੇਫੜਿਆਂ ਵਿੱਚ ਸ਼ੁੱਧ ਹਵਾ ਦੀ ਪਹੁੰਚੇ। 7ਵਾਂ, ਸਾਹ ਰੋਕਣ ਦਾ ਅਭਿਆਸ ਕਰਨਾ। ਠੀਕ ਹੈ ਜੀ। ਹਵਾ ਨੂੰ ਬਾਹਰ ਕੱਢਣ ਪਿੱਛੋਂ ਸਾਹ ਕਿਰਿਆ ਰੋਕਣ ਦਾ ਅਭਿਆਸ ਵੀ ਜਿਹੜਾ ਹੈਗਾ ਜ਼ਰੂਰ ਕਰਨਾ ਚਾਹੀਦਾ ਹੈ। 8ਵਾਂ, ਸਰੀਰਕ ਸਮਰੱਥਾ। ਹਰੇਕ ਇੱਕ ਆਸਣ ਸਰੀਰਕ ਸਮਰੱਥਾ ਅਤੇ ਉਸਦੇ ਨਿਸ਼ਚਿਤ ਕੀਤੇ ਗਏ ਸਮੇਂ ਅਨੁਸਾਰ ਹੀ ਹੋਣਾ ਚਾਹੀਦਾ ਹੈ। 9ਵਾਂ, ਇੱਕ ਆਸਣ ਕਰਨ ਪਿੱਛੋਂ ਦੂਜਾ ਆਸਣ ਕਰਨਾ। ਤਾਂ ਇੱਕ ਆਸਣ ਕਰਨ ਪਿੱਛੋਂ ਦੂਜਾ ਆਸਣ ਕਰਨਾ ਚਾਹੀਦਾ ਹੈ, ਜਿਵੇਂ ਕਿ ਦੋਸਤੋ ਧਨੁਰ ਆਸਣ ਕਰਨ ਪਿੱਛੋਂ ਜਿਹੜਾ ਹੈਗਾ ਵਾ ਆਪਣਾ ਪੱਛਮ ਉਤਾਨ ਆਸਣ ਕਰਨਾ ਚਾਹੀਦਾ ਹੈ। 10ਵਾਂ, ਯੋਗੀ ਨੂੰ ਨਸ਼ੇ ਤੋਂ ਦੂਰ ਰਹਿਣਾ। ਠੀਕ ਹੈ। ਯੋਗ ਅਭਿਆਸ ਕਰਨ ਵਾਲੇ ਯੋਗੀ ਨੂੰ ਹਰੇਕ ਪ੍ਰਕਾਰ ਦੇ ਜਿਹੜੇ ਹੈਗੇ ਆ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਆਹਾਰ ਵਿੱਚ ਮਾਂਸ ਦਾ ਪ੍ਰਯੋਗ ਕਰਨਾ ਨਾ ਕਰੇ। ਠੀਕ ਹੈ ਜੀ। ਆਹਾਰ ਵਿੱਚ ਮਾਂਸ ਦਾ ਪ੍ਰਯੋਗ ਨਾ ਕਰੇ। ਦੂਸਰਾ ਪ੍ਰਸ਼ਨ ਦੇਖੋ ਕੀ ਹੈ, ਯੋਗ ਤੰਦਰੁਸਤੀ ਦਾ ਸਾਧਨ ਹੈ, ਇਸ ਬਾਰੇ ਆਪਣੇ ਵਿਚਾਰ ਪ੍ਰਗਟ ਕਰੋ। ਤਾਂ ਦੇਖੋ, ਯੋਗ ਦਾ ਉਦੇਸ਼ ਹੈ ਕਿ ਵਿਅਕਤੀ ਸਰੀਰਕ
ਤੌਰ 'ਤੇ ਤੰਦਰੁਸਤ, ਮਾਨਸਿਕ ਤੌਰ 'ਤੇ ਦ੍ਰਿੜ ਅਤੇ ਚੇਤਨ ਅਤੇ ਜਿਹੜਾ ਹੈਗਾ ਆਚਾਰ ਵਿਚਾਰ ਵਿੱਚ ਅਨੁਸ਼ਾਸਿਤ ਹੋਵੇ। ਯੋਗ ਤੰਦਰੁਸਤ ਦਾ ਜਿਹੜਾ ਹੈਗਾ ਸਾਧਨ ਹੈ, ਕਿਉਂਕਿ ਤਾਂ ਇਹਦਾ ਪਹਿਲਾ ਪੁਆਇੰਟ ਹੈ ਮਨੁੱਖ ਦੀਆਂ ਸਰੀਰਕ ਅਤੇ ਮਾਨਸਿਕ ਬੁਨਿਆਦੀ ਸ਼ਕਤੀਆਂ ਦਾ ਵਿਕਾਸ ਕਰਨਾ। ਯੋਗ ਮਨੁੱਖ ਦੀਆਂ ਸਰੀਰਕ ਅਤੇ ਮਾਨਸਿਕ ਬੁਨਿਆਦੀ ਸ਼ਕਤੀਆਂ ਦਾ ਵਿਕਾਸ ਕਰਦਾ ਹੈ ਅਤੇ ਸਮਝਣ ਅਤੇ ਜਿਹੜਾ ਸਾਰੇ ਆਸਣ ਹੀ ਵਿਅਕਤੀਆਂ ਦੀਆਂ ਬੁਨਿਆਦੀ ਸ਼ਕਤੀਆਂ ਦਾ ਵਿਕਾਸ ਕਰਦੇ ਹਨ। ਪ੍ਰਾਣਾਯਾਮ ਦੁਆਰਾ ਜਿਹੜਾ ਹੈਗਾ ਫੇਫੜਿਆਂ ਵਿੱਚ ਕਾਫੀ ਹਵਾ ਜਾਂਦੀ ਹੈ, ਫੇਫੜਿਆਂ ਦੀ ਕਸਰਤ ਹੁੰਦੀ ਹੈ, ਫੇਫੜਿਆਂ ਦੇ ਰੋਗ ਦੂਰ ਹੋ ਜਾਂਦੇ ਹਨ। ਦੂਸਰਾ, ਤੰਦਰੁਸਤ ਅਤੇ ਸਰੀਰ ਦੀ ਸਫਾਈ। ਠੀਕ ਹੈ ਜੀ, ਤੰਦਰੁਸਤ ਅਤੇ ਸਰੀਰ ਦੀ ਸਫਾਈ, ਸਰੀਰ ਦੇ ਅੰਦਰੂਨੀ ਅੰਗਾਂ ਦੀ ਸਫਾਈ ਲਈ ਜਿਹੜਾ ਹੈਗਾ ਯੋਗ ਅਭਿਆਸ ਵਿੱਚ ਖਾਸ ਕਿਰਿਆ ਜਿਹੜਾ ਹੈਗਾ ਵਿਧੀ ਅਪਣਾਈ ਜਾਂਦੀ ਹੈ। ਧੋਤੀ ਕਿਰਿਆ ਨਾਲ ਦੋਸਤੋ ਮਿਹਦਾ, ਬਸਤੀ ਕਿਰਿਆ ਨਾਲ ਦੋਸਤੋ ਅੰਤੜੀਆਂ, ਨੇਤੀ ਕਿਰਿਆ ਨਾਲ ਦੋਸਤੋ ਦਿਮਾਗ ਦੀ ਸਫਾਈ ਕੀਤੀ ਜਾਂਦੀ ਹੈ, ਜੋ ਯੋਗ ਅਭਿਆਸ ਦੁਆਰਾ ਹੀ ਸੰਭਵ ਹੈ। ਤੀਸਰਾ, ਬੁੱਧੀ ਤੇਜ਼ ਹੋਣਾ। ਯੋਗ ਦੁਆਰਾ ਜਿਹੜਾ ਹੈਗਾ ਮਨੁੱਖ ਦੀ ਬੁੱਧੀ ਤੇਜ਼ ਹੁੰਦੀ ਹੈ। ਪ੍ਰਾਣਾਯਾਮ ਕਰਨ ਨਾਲ ਜਿਹੜਾ ਹੈਗਾ ਵਾ ਸਾਫ਼ ਹਵਾ ਫੇਫੜਿਆਂ ਵਿੱਚ ਜਾਂਦੀ ਹੈ, ਖੂਨ ਦਾ ਦੌਰਾ ਤੇਜ਼ ਹੁੰਦਾ ਹੈ, ਪੂਰੀ ਖੁਰਾਕ ਨਾਲ ਹਵਾ ਖੂਨ ਦੇ ਹਰੇਕ ਸੈੱਲ ਤੱਕ ਪਹੁੰਚਦੀ ਹੈ, ਸਾਰੇ ਸਰੀਰ ਅਤੇ ਮਨ ਵਿੱਚ ਚੁਸਤੀ ਫੁਰਤੀ ਆਉਂਦੀ ਹੈ, ਦਿਮਾਗ ਤੇਜ਼ੀ ਨਾਲ ਕੰਮ ਕਰਨ ਲੱਗ ਜਾਂਦਾ ਹੈ। ਸ਼ੀਸ਼ ਆਸਣ ਨਾਲ ਬੁੱਧੀ ਤੇਜ਼ ਹੁੰਦੀ ਹੈ ਅਤੇ ਯਾਦਾਸ਼ਤ ਵੱਧਦੀ ਹੈ। ਚੌਥਾ, ਅਨੇਕ ਰੋਗਾਂ ਦੀ ਰੋਕਥਾਮ ਹੋਣੀ। ਠੀਕ ਹੈ ਜੀ, ਯੋਗ ਦੁਆਰਾ ਜਿਹੜਾ ਹੈਗਾ ਵਾ ਕਈ ਰੋਗਾਂ ਦਾ ਜਿਹੜਾ ਹੈਗਾ ਇਲਾਜ ਕੀਤਾ ਜਾ ਸਕਦਾ ਹੈ, ਜਿਵੇਂ ਦੋਸਤੋ ਮਤਸੇਂਦਰ ਆਸਣ ਦੁਆਰਾ ਸ਼ੱਕਰ ਰੋਗ, ਚੱਕਰ ਆਸਣ ਅਤੇ ਆਪਣਾ ਗਰੁੜ ਆਸਣ ਦੁਆਰਾ ਜਿਹੜਾ ਹੈਗਾ ਵਾ ਹਰਨੀਆਂ ਦਾ ਰੋਗ ਦੂਰ ਕੀਤਾ ਜਾ ਸਕਦਾ ਹੈ। ਯੋਗ ਅਭਿਆਸ ਲਹੂ ਦਾ ਜਿਹੜਾ ਹੈਗਾ ਉੱਚ ਦਬਾਅ ਯਾਨੀ ਕਿ ਹਾਈ ਬਲੱਡ ਪ੍ਰੈਸ਼ਰ ਅਤੇ ਦਮਾ ਯਾਨੀ ਕਿ ਅਸਥਮਾ ਠੀਕ ਕਰਦਾ ਹੈ। ਰੀੜ੍ਹ ਦੀ ਹੱਡੀ ਦਾ ਜਿਹੜਾ ਹੈਗਾ ਵਾ ਕੁੱਬੜ ਅਤੇ ਘੁਟਣੇ ਭਿੜਨਾ, ਟੇਢੀ ਗਰਦਨ ਅਤੇ ਆਪਣੇ ਚਪਟੇ ਪੈਰ ਜਿਹੀ ਬੁਰਾਈਆਂ ਦੂਰ ਕਰਨ ਲਈ ਯੋਗ ਆਸਣ ਹੀ ਲਾਭਦਾਇਕ ਹੈ। ਪੰਜਵਾਂ ਪੁਆਇੰਟ, ਸਰੀਰ ਵਿੱਚ ਜਿਹੜਾ ਹੈਗਾ ਵਾ ਤਾਲ ਪੈਦਾ ਕਰਨਾ। ਠੀਕ ਹੈ ਜੀ, ਤਾਂ ਇਹ ਦੋਸਤੋ ਜਿਹੜਾ ਹੈਗਾ ਯੋਗ ਅਭਿਆਸ ਦੁਆਰਾ ਜਿਹੜਾ ਹੈਗਾ ਸਰੀਰ ਤਾਲ ਵਿੱਚ ਆ ਜਾਂਦਾ ਹੈ। ਠੀਕ ਹੈ ਜੀ, ਯੋਗ ਅਭਿਆਸ ਸਮੇਂ ਸਾਹ 'ਤੇ ਕਾਬੂ ਰੱਖਣਾ ਹੁੰਦਾ ਹੈ। ਇਸ ਨਾਲ ਸਾਡੇ ਸਰੀਰ ਨੂੰ ਜਿਹੜਾ ਹੈਗਾ ਸਾਰੀਆਂ ਕਿਰਿਆਵਾਂ ਕਰਨ ਦੀ ਆਦਤ ਹੋ ਜਾਂਦੀ ਹੈ। ਛੇਵਾਂ, ਮਾਨਸਿਕ ਅਨੁਸ਼ਾਸਨ ਆਉਣਾ। ਯੋਗ ਮਾਨਸਿਕ ਅਨੁਸ਼ਾਸਨ ਲਿਆਉਂਦਾ ਹੈ। ਯਮ ਤੇ ਨਿਯਮ ਦੇ ਨਾਲ ਮਨੁੱਖੀ ਜਿਹੜਾ ਹੈਗਾ ਦੋਸਤੋ ਸੰਵੇਗ, ਵਿਕਾਰ, ਲੋੜਾਂ ਅਤੇ ਅਨੁਚਿਤ ਇੱਛਾਵਾਂ ਉੱਤੇ ਕਾਬੂ ਪਾਉਣ ਦੀ ਸ਼ਕਤੀ ਮਿਲਦੀ ਹੈ। ਯਮ ਦੀ ਪਾਲਣਾ ਕਰਨ ਵਾਲਾ ਜਿਹੜਾ ਹੈਗਾ ਚੋਰੀ ਨਹੀਂ ਕਰਦਾ। ਠੀਕ ਹੈ ਜੀ, ਅਹਿੰਸਾ ਦਾ ਪਾਲਣ ਕਰਦਾ ਹੈ। ਠੀਕ ਹੈ ਜੀ, ਜੇ ਕੋਈ ਯਮ ਅਤੇ ਨਿਯਮ ਦੀ ਪਾਲਣਾ ਕਰਦਾ ਹੈ ਤਾਂ ਉਹ ਮਨੁੱਖ ਭਾਵਨਾ 'ਤੇ ਕਾਬੂ ਰੱਖ ਸਕਦਾ ਹੈ। ਸੱਤਵਾਂ, ਮਨੁੱਖ ਨੂੰ ਜਿਹੜਾ ਹੈਗਾ ਖੁਸ਼ੀ ਪ੍ਰਦਾਨ ਕਰਨਾ। ਯੋਗ ਆਸਣ ਮਨ ਨੂੰ ਜਿਹੜਾ ਹੈਗਾ ਖੁਸ਼ੀ ਪ੍ਰਦਾਨ ਕਰਦਾ ਹੈ, ਮਨ ਸੰਤੁਲਿਤ ਰੱਖਦਾ ਹੈ। ਜਿੱਥੇ ਭੋਜਨ ਸਰੀਰ ਦਾ ਆਹਾਰ ਹੈ, ਉੱਥੇ ਹੀ ਖੁਸ਼ੀ ਮਨ ਦਾ ਜਿਹੜਾ ਹੈਗਾ ਆਹਾਰ ਹੈ। ਸਰੀਰ ਨੂੰ ਤੰਦਰੁਸਤੀ ਲਈ ਦੋਹਾਂ ਦੀ ਜ਼ਰੂਰਤ ਹੈ। ਅੱਗੇ ਅੱਠਵਾਂ, ਸਰੀਰ ਨੂੰ ਅੰਗਾਂ ਵਿੱਚ ਲਚਕ ਆਉਣਾ। ਸਰੀਰ ਅੰਗਾਂ ਵਿੱਚ ਜਿਹੜਾ ਹੈਗਾ ਲਚਕ ਆਉਂਦੀ ਹੈ। ਧਨੁਰ ਆਸਣ ਅਤੇ ਹਲ ਆਸਣ ਰੀੜ੍ਹ ਦੀ ਹੱਡੀ ਦੀ ਲਚਕ ਵਧਾਉਂਦੇ ਹਨ। ਨੌਵਾਂ, ਸਰੀਰ ਅਤੇ ਮਾਨਸਿਕ ਥਕਾਵਟ ਦੂਰ ਕਰਨਾ। ਠੀਕ ਹੈ, ਯੋਗ ਅਭਿਆਸ ਕਰਨ ਵਾਲਾ ਵਿਅਕਤੀ ਦੇਰ ਤੱਕ ਕੰਮ ਕਰਨ ਨਾਲ ਵੀ ਥਕਾਵਟ ਮਹਿਸੂਸ ਨਹੀਂ ਕਰਦਾ। ਉਹ ਵੱਧ ਕੰਮ ਕਰ ਸਕਦਾ ਹੈ, ਆਪਣੇ ਲਈ ਜਿਹੜਾ ਹੈਗਾ ਚੰਗੇ ਆਹਾਰ ਅਤੇ ਵਧੀਆ ਸਾਧਨ ਪ੍ਰਾਪਤ ਕਰ ਸਕਦਾ ਹੈ। ਦਸਵਾਂ, ਤੇ ਮਾਨਸਿਕ ਜਟਿਲਤਾ ਦਾ ਦੂਰ ਹੋਣਾ। ਯੋਗ ਅਭਿਆਸ ਕਰਨ ਵਾਲੇ ਵਿਅਕਤੀ ਦੀ ਆਤਮਾ ਨਿਰਮਲ, ਸ਼ਾਂਤ ਅਤੇ ਜਿਹੜਾ ਹੈਗਾ ਵਾ ਸੰਯਮਿਤ ਹੋ ਜਾਂਦੀ ਹੈ। ਉਸ ਦੇ ਅੰਦਰ ਮਾਨਸਿਕ ਜਟਿਲਤਾਵਾਂ ਮਿਟ ਜਾਂਦੀਆਂ ਹਨ। ਉਹ ਮਾਨਸਿਕ ਤੌਰ 'ਤੇ ਦੋਸਤੋ ਸੰਤੁਸ਼ਟ ਅਤੇ ਜਿਹੜਾ ਹੈਗਾ ਸ਼ਕਤੀਸ਼ਾਲੀ ਹੋ ਜਾਂਦਾ ਹੈ। ਅਗਲਾ ਦੋਸਤੋ ਤੀਸਰਾ ਪ੍ਰਸ਼ਨ ਹੈ ਤੁਹਾਡਾ ਹੁਣ, ਤਾਂ ਦੇਖੋ ਕੀ ਹੈ, ਅਸ਼ਟਾਂਗ ਯੋਗ ਤੋਂ ਕੀ ਭਾਵ ਹੈ। ਪਤੰਜਲੀ ਰਿਸ਼ੀ ਨੇ ਅਸ਼ਟਾਂਗ ਯੋਗ ਦੇ ਕਿਹੜੇ 8 ਅੰਗ ਦੱਸੇ, ਉਹਨਾਂ ਬਾਰੇ ਸੰਖੇਪ ਵਿੱਚ ਕਰਕੇ ਲਿਖੋ। ਤਾਂ ਦੇਖੋ, ਸਰੀਰਕ ਤੰਦਰੁਸਤੀ ਦੇ ਨਰੋਏਪਨ ਨੂੰ ਯੋਗ ਦੁਆਰਾ ਪ੍ਰਾਪਤ ਕਰਨ ਦਾ ਜਿਹੜਾ ਢੰਗ ਪਤੰਜਲੀ ਰਿਸ਼ੀ ਨੇ ਦੱਸਿਆ ਉਸ ਨੂੰ ਅਸ਼ਟਾਂਗ ਯੋਗ ਆਖਿਆ ਜਾਂਦਾ ਹੈ। ਇਸ ਦੇ 8 ਅੰਗ ਹਨ, ਜਿਵੇਂ ਕਿ ਸਭ ਤੋਂ ਪਹਿਲਾਂ ਯਮ, ਅਤੇ ਦੂਸਰਾ ਹੈਗਾ ਨਿਯਮ, ਅਤੇ ਤੀਸਰਾ ਆਸਣ, ਚੌਥਾ ਹੈਗਾ ਪ੍ਰਾਣਾਯਾਮ, ਅਤੇ ਪੰਜਵਾਂ ਹੈਗਾ ਪ੍ਰਤਿਹਾਰ, ਧਾਰਨਾ, ਧਿਆਨ ਅਤੇ ਸਮਾਧੀ। ਠੀਕ ਹੈ ਜੀ, ਇਹ ਪਹਿਲਾਂ ਵੀ ਉੱਪਰ ਅਸੀਂ ਕਰ ਚੁੱਕੇ ਹਾਂ। ਜਿਨ੍ਹਾਂ ਨੇ ਇਹ ਲੌਂਗ ਪ੍ਰਸ਼ਨ ਕਰਨਾ ਹੈ ਚੰਗੀ ਤਰ੍ਹਾਂ ਤਾਂ ਤੁਸੀਂ ਇਸ ਨੂੰ ਰੀਡ ਕਰ ਸਕਦੇ ਹੋ। ਤਾਂ ਦੇਖੋ, ਉੱਪਰ ਵਰਣਨ ਕੀਤੇ ਗਏ ਯੋਗ ਦੇ ਇਹਨਾਂ 8 ਅੰਗਾਂ ਵਿੱਚੋਂ ਪਹਿਲੇ 5 ਅੰਗਾਂ ਦਾ ਜਿਹੜਾ ਹੈਗਾ ਸੰਬੰਧ ਬਾਹਰੀ ਯੋਗਿਕ ਕਿਰਿਆਵਾਂ ਦੇ ਨਾਲ ਹੈ, ਅਤੇ ਪਿਛਲੇ ਜਿਹੜੇ 3 ਬਚ ਗਏ ਤੁਹਾਡੇ ਠੀਕ ਹੈ ਜੀ। ਤਾਂ ਇਹਦਾ ਦੋਸਤੋ ਜਿਹੜਾ ਹੈਗਾ ਵਾ ਸੰਬੰਧ ਕਿਹਨਾਂ ਦੇ ਨਾਲ ਹੈ, ਤਾਂ ਇਹਨਾਂ ਦਾ ਸੰਬੰਧ 3 ਅੰਗਾਂ ਦਾ ਸੰਬੰਧ ਜਿਹੜਾ ਹੈਗਾ ਅੰਦਰੂਨੀ ਯੋਗਿਕ ਕਿਰਿਆਵਾਂ ਦੇ ਨਾਲ ਹੈ। ਤਾਂ ਦੇਖੋ, ਪਹਿਲਾ ਪੁਆਇੰਟ ਕੀ ਇਹਦੇ ਵਿੱਚ ਯਮ। ਠੀਕ ਹੈ ਜੀ, ਜਿਸ ਨੂੰ ਆਪਾਂ ਇੰਗਲਿਸ਼ ਦੇ ਵਿੱਚ ਰਿਸਟ੍ਰੇਂਟ ਕਹਿੰਦੇ ਹਾਂ। ਤਾਂ ਮਨੁੱਖ ਦੇ ਮਨ ਨਾਲ ਸੰਬੰਧ ਰੱਖਣ ਵਾਲੇ ਅਨੁਸ਼ਾਸਨ ਦੇ ਸਾਧਨਾਂ ਨੂੰ ਯਮ ਕਹਿੰਦੇ ਹਨ। ਇਸ ਦੇ ਜਿਹੜੇ ਹੈਗੇ ਅਭਿਆਸ ਨਾਲ ਮਨੁੱਖ ਹੇਠ ਲਿਖੇ ਗੁਣ ਸਿੱਖਦਾ ਹੈ, ਜਿਵੇਂ ਕਿ ਸੱਚਾਈ, ਅਹਿੰਸਾ, ਤਿਆਗ ਦੀ ਭਾਵਨਾ, ਪਵਿੱਤਰਤਾ, ਚੋਰੀ ਨਾ ਕਰਨਾ। ਦੂਸਰਾ, ਨਿਯਮ, ਜਿਸ ਨੂੰ ਦੋਸਤੋ ਜਿਹੜਾ ਇੱਥੇ ਲਿਖਿਆ ਆਪਣਾ ਓਬਜ਼ਰਵਸ ਕਹਿੰਦੇ ਹਨ। ਤਾਂ ਦੇਖੋ, ਮਨੁੱਖ ਦੇ ਸਰੀਰਕ ਅਨੁਸ਼ਾਸਨ ਨਾਲ ਸੰਬੰਧਿਤ ਢੰਗਾਂ ਨੂੰ ਨਿਯਮ ਕਹਿੰਦੇ ਹਨ। ਇਸ ਵਿੱਚ ਜਿਹੜਾ ਹੈਗਾ ਸੋਚ, ਸੰਤੋਖ, ਤਪ ਅਤੇ ਰੱਬ ਪ੍ਰਦਾਨ ਆਉਂਦਾ ਹੈ। ਠੀਕ ਹੈ ਜੀ, ਤਾਂ ਇਹਨਾਂ 'ਤੇ ਅਮਲ ਕਰਕੇ ਮਨੁੱਖ ਪਰਮਾਤਮਾ ਨੂੰ ਪਾ ਲੈਂਦਾ ਹੈ। ਤੀਸਰਾ, ਆਸਨ, ਯਾਨੀ ਕਿ ਉਸ ਨੂੰ ਇੰਗਲਿਸ਼ ਦੇ ਵਿੱਚ ਪੋਸਚਰ ਕਹਿੰਦੇ ਆ। ਤਾਂ ਦੇਖੋ, ਆਸਣ ਤੋਂ ਭਾਵ ਹੈ ਆਪਣੇ ਸਰੀਰ ਨੂੰ ਠੀਕ ਮੁਦਰਾ
ਵਿੱਚ ਰੱਖਣਾ, ਠੀਕ ਹੈ। ਠੀਕ ਮੁਦਰਾ ਵਿੱਚ ਰੱਖਣ ਨਾਲ ਦੋਸਤੋ ਮਨ ਸ਼ਾਂਤ ਰਹਿੰਦਾ ਹੈ। ਆਸਨ ਕਰਨ ਨਾਲ ਦੋਸਤੋ ਸਰੀਰ ਅਤੇ ਦਿਮਾਗ ਦੋਵੇਂ ਚੁਸਤ ਰਹਿੰਦੇ ਹਨ। ਚੌਥਾ ਹੈਗਾ ਦੋਸਤੋ ਪ੍ਰਾਣਾਯਾਮ ਤਾਂ ਕੰਟਰੋਲ ਆਫ ਬ੍ਰੀਥ ਇਸ ਨੂੰ ਕਹਿੰਦੇ ਆ। ਤਾਂ ਦੇਖੋ ਪ੍ਰਾਣਾਯਾਮ ਸਰੀਰ ਲਈ ਬਹੁਤ ਹੀ ਮਹੱਤਵਪੂਰਨ ਹੈ। ਇੱਕ ਸਥਿਰ ਜਗ੍ਹਾ ਤੇ ਦੋਸਤੋ ਬੈਠ ਕੇ ਕਿਸੇ ਖਾਸ ਢੰਗ ਅਨੁਸਾਰ ਸਾਹ ਨੂੰ ਅੰਦਰ ਖਿੱਚਣ ਅਤੇ ਬਾਹਰ ਕੱਢਣ ਦੀ ਕਿਰਿਆ ਨੂੰ ਪ੍ਰਾਣਾਯਾਮ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਦੋਸਤੋ ਨਹਾਉਣਾ ਸਰੀਰ ਲਈ ਜ਼ਰੂਰੀ ਹੈ, ਉਸੇ ਤਰ੍ਹਾਂ ਹੀ ਦੋਸਤੋ ਪ੍ਰਾਣਾਯਾਮ ਮਨ ਦੀ ਸ਼ਾਂਤੀ ਲਈ ਜ਼ਰੂਰੀ ਹੈ। ਇਸ ਦੇ 3 ਭਾਗ ਹਨ, ਜਿਵੇਂ ਕਿ ਪੂਰਕ, ਰੇਚਕ ਅਤੇ ਕੁੰਭਕ। ਪੰਜਵਾਂ ਹੈਗਾ ਦੋਸਤੋ ਪ੍ਰਤਿਹਾਰ, ਠੀਕ ਹੈ, ਮਤਲਬ ਰਿਸਟ੍ਰੇਨ ਆਫ ਦਾ ਸੈਂਸ, ਠੀਕ ਹੈ ਜੀ। ਤਾਂ ਦੇਖੋ ਪ੍ਰਤਿਹਾਰ ਦਾ ਅਰਥ ਹੈ ਇੰਦਰੀਆਂ ਨੂੰ ਆਪਣੀਆਂ ਕੰਟਰੋਲ ਵਿੱਚ ਰੱਖਣਾ। ਸਧਾਰਨ ਸ਼ਬਦਾਂ ਵਿੱਚ ਦੋਸਤੋ ਪ੍ਰਤਿਹਾਰ ਦਾ ਜਿਹੜਾ ਹੈਗਾ ਅਰਥ ਹੈ ਮੁੜਨਾ, ਭਾਵ ਮਨ ਅਤੇ ਇੰਦਰੀਆਂ ਨੂੰ ਉਹਨਾਂ ਸੰਬੰਧਿਤ ਕਿਰਿਆਵਾਂ ਤੋਂ ਹਟਾ ਕੇ ਪਰਮਾਤਮਾ ਵੱਲ ਲਗਾਉਣਾ। ਤੇ 6ਵਾਂ ਹੈਗਾ ਦੋਸਤੋ ਧਾਰਨਾ। ਤਾਂ ਦੇਖੋ ਇਸ ਨੂੰ ਇੰਗਲਿਸ਼ ਦੇ ਵਿੱਚ ਕਹਾਂਗੇ ਸਟੇਡਿੰਗ ਆਫ ਮਾਈਂਡ। ਆਪਣੇ ਮਨ ਨੂੰ ਦੋਸਤੋ ਜਿਹੜਾ ਹੈਗਾ ਪੂਰੀ ਨਾਲ ਜਿਹੜਾ ਹੈਗਾ ਕੰਟਰੋਲ ਵਿੱਚ ਰੱਖਣਾ ਨੂੰ ਜਿਹੜਾ ਹੈਗਾ ਧਾਰਨ ਕਹਿੰਦੇ ਹਨ, ਠੀਕ ਹੈ ਜੀ, ਧਾਰਨਾ ਕਹਿੰਦੇ ਹਨ। ਮਨੁੱਖ ਨੂੰ ਕਿਸੇ ਵੀ ਇੱਛਾ ਵਿਸ਼ੇ 'ਤੇ ਲਗਾਉਣਾ ਜਾਂ ਇੱਕ ਪਾਸੇ ਧਿਆਨ ਲਗਾਉਣਾ ਨਾਲ ਮਨੁੱਖ ਵਿੱਚ ਇੱਕ ਮਹਾਨ ਸ਼ਕਤੀ ਪੈਦਾ ਹੋ ਜਾਂਦੀ ਹੈ। ਇਸ ਨਾਲ ਦੋਸਤੋ ਉਸ ਦੇ ਜਿਹੜੇ ਹੈਗੇ ਮਨ ਦੀ ਇੱਛਾ ਪੂਰੀ ਹੁੰਦੀ ਰਹਿੰਦੀ ਹੈ, ਠੀਕ ਹੈ ਜੀ। 7ਵਾਂ ਹੈਗਾ ਦੋਸਤੋ ਧਿਆਨ। ਤਾਂ ਜਦੋਂ ਮਨ ਦੀ ਪੂਰੀ ਨਾਲ ਦੋਸਤੋ ਕੰਟਰੋਲ ਹੋ ਜਾਂਦਾ ਹੈ ਤਾਂ ਧਿਆਨ ਲੱਗਣਾ ਸ਼ੁਰੂ ਹੋ ਜਾਂਦਾ ਹੈ। ਸਰੀਰ ਦੇ ਮਨ ਅਤੇ ਇਹ ਅਵਸਥਾ ਸ਼ਾਂਤ ਨਦੀ ਅਤੇ ਉਸ ਅਡੋਲ ਬਹਾਅ ਦੇ ਵਾਂਗ ਹੈ, ਜਿਸ 'ਤੇ ਪਾਣੀ ਦੀਆਂ ਲਹਿਰਾਂ ਦਾ ਕੋਈ ਪ੍ਰਭਾਵ ਨਹੀਂ ਹੁੰਦਾ। ਤੇ 8ਵਾਂ ਹੈ ਦੋਸਤੋ ਕਿ ਸਮਾਧੀ ਯਾਨੀ ਕਿ ਆਪਣਾ ਟ੍ਰਾਂਸ, ਠੀਕ ਹੈ ਜੀ। ਤਾਂ ਦੇਖੋ ਕੀ ਹੈ, ਮਨ ਦੀ ਟਿਕਾਊ ਅਵਸਥਾ ਨੂੰ ਸਮਾਧੀ ਕਹਿੰਦੇ ਹਨ, ਠੀਕ ਹੈ। ਤੇ ਅੱਗੇ ਲਿਖਿਆ ਦੋਸਤੋ ਜੋ ਯੋਗ ਦੀ ਉੱਤਮ ਅਵਸਥਾ ਹੈ, ਜੋ ਸੰਸਾਰ ਦੇ ਸਾਰੇ ਦੁੱਖ ਸੁੱਖਾਂ ਤੋਂ ਉੱਪਰ ਦੀ ਅਵਸਥਾ ਹੈ। ਨਿਰੰਤਰ ਸਮਾਧੀ ਜੀਵ ਨੂੰ ਪਰਮਾਤਮਾ ਨਾਲ ਮਿਲਾ ਜਿਹੜੀ ਹੈਗੀ ਆ ਦਿੰਦੀ ਹੈ। ਤੇ ਹੁਣ ਦੋਸਤੋ ਆਪਣਾ ਅਗਲਾ ਪ੍ਰਸ਼ਨ ਹੈ ਕੋਈ 5 ਆਸਣ ਦੇ ਲਾਭ ਦੱਸੋ। ਤਾਂ ਪਦਮ ਆਸਣ, ਠੀਕ ਹੈ ਜੀ, ਕੋਈ 5 ਆਸਣਾਂ ਦੇ ਲਾਭ ਦੱਸੋ। ਤਾਂ ਦੇਖੋ ਪਦਮ ਆਸਣ ਤਾਂ ਸਥਿਤੀ ਕੀ ਹੈ ਦੋਸਤੋ, ਇਸ ਆਸਣ ਵਿੱਚ ਸਰੀਰ ਦੀ ਸਥਿਤੀ ਦੋਸਤੋ ਕਮਲ ਦੇ ਫੁੱਲ ਵਾਂਗ ਹੁੰਦੀ ਹੈ। ਇਸ ਦੇ ਲਾਭ ਜਿਵੇਂ ਕਿ ਇਸ ਆਸਣ ਨਾਲ ਦੋਸਤੋ ਕੀ ਹੈ, ਮਨ ਸਥਿਰ ਰਹਿੰਦਾ ਹੈ, ਕਮਰ ਦਾ ਦਰਦ ਦੂਰ ਹੋ ਜਾਂਦਾ ਹੈ, ਸਰੀਰ ਅਰੋਗ ਰਹਿੰਦਾ ਹੈ, ਠੀਕ ਹੈ ਜੀ। ਪਾਚਨ ਸ਼ਕਤੀ ਤੇਜ਼ ਹੋ ਜਾਂਦੀ ਹੈ, ਖੂਨ ਦਾ ਦੌਰਾ ਤੇਜ਼ ਹੋ ਜਾਂਦਾ ਹੈ, ਠੀਕ ਹੈ ਜੀ। ਅਨੇਕਾਂ ਅੰਦਰੂਨੀ ਰੋਗਾਂ ਨਸ਼ਟ ਹੋ ਜਾਂਦੇ ਹਨ। ਹੁਣ ਹੈਗਾ ਦੂਸਰਾ ਆਸਣ ਆ ਤਾੜ ਆਸਣ। ਤਾਂ ਦੋਸਤੋ ਸਥਿਤੀ ਕੀ ਹੈ ਇਹਦੀ, ਤਾਂ ਇਸ ਆਸਣ ਵਿੱਚ ਦੋਸਤੋ ਜਿਹੜਾ ਹੈਗਾ ਸਰੀਰ ਦੀ ਸਥਿਤੀ ਤਾੜ ਤੇ ਦਰਖਤ ਵਰਗੀ ਹੁੰਦੀ ਹੈ, ਠੀਕ ਹੈ। ਇਸ ਦੇ ਲਾਭ ਦੇਖੋ ਕੀ ਹੈ, ਇਹ ਆਸਣ ਕਰਨ ਨਾਲ ਦੋਸਤੋ ਮੋਟਾਪਨ ਦੂਰ ਹੁੰਦਾ ਹੈ। ਇਹ ਆਸਣ ਦੋਸਤੋ ਅੰਤੜੀਆਂ ਦੇ ਰੋਗਾਂ ਤੋਂ ਬਚਾਅ ਕਰਦਾ ਹੈ, ਲੱਤਾਂ ਵਿੱਚ ਤਾਕਤ ਆਉਂਦੀ ਹੈ। ਇਹ ਆਸਣ ਕਰਨ ਨਾਲ ਦੋਸਤੋ ਕੱਦ ਜਿਹੜਾ ਹੈਗਾ ਵਾ ਵਧਾਉਣ ਵਿੱਚ ਮਦਦ ਮਿਲਦੀ ਹੈ। ਇਸ ਆਸਣ ਨੂੰ ਦੋਸਤੋ ਕਰਨ ਨਾਲ ਜਿਹੜੀ ਹੈਗਾ ਛਾਤੀ ਮਜ਼ਬੂਤ ਬਣ ਜਾਂਦੀ ਹੈ। ਤਾਂ ਇਹ ਤੁਹਾਡਾ ਜਿਹੜਾ ਹੈਗਾ ਵਾ ਤਾੜ ਆਸਣ ਹੈਗਾ ਵਾ। ਤੇ ਦੋਸਤੋ ਤੀਸਰਾ ਹੈ ਆਪਣਾ ਮਯੂਰ ਆਸਣ। ਤਾਂ ਦੇਖੋ ਇਹਦੀ ਸਥਿਤੀ ਕੀ ਹੈ, ਇਸ ਆਸਣ ਵਿੱਚ ਸਰੀਰ ਦੀ ਸਥਿਤੀ ਮੋਰ ਦੀ ਤਰ੍ਹਾਂ ਹੁੰਦੀ ਹੈ, ਠੀਕ ਹੈ। ਇਸ ਦੇ ਜਿਹੜੇ ਹੈਗੇ ਆ ਲਾਭ ਹੇਠ ਲਿਖੇ ਅਨੁਸਾਰ ਹਨ। ਤਾਂ ਦੇਖੋ ਇਹ ਆਸਣ ਦੋਸਤੋ ਕਲਾਈਆਂ ਮਜ਼ਬੂਤ ਕਰਦੀਆਂ ਹਨ। ਇਹ ਆਸਣ ਦੋਸਤੋ ਵਹਾਵ ਦੀਆਂ ਮਾਸਪੇਸ਼ੀਆਂ ਮਜ਼ਬੂਤ ਕਰਦੀਆਂ ਹਨ। ਇਹ ਆਸਣ ਦੋਸਤੋ ਧੜ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦੀਆਂ ਹਨ। ਸਰੀਰ ਦੇ ਸੰਤੁਲਨ ਕਾਇਮ ਰੱਖਣ ਵਿੱਚ ਸ਼ਕਤੀ ਦਿੰਦੀ ਹੈ, ਠੀਕ ਹੈ। ਪੇਟ ਦੀ ਜਿਹੜੀ ਹੈਗੀ ਗੈਸ ਦੂਰ ਕਰਦੀ ਹੈ। ਇਹ ਆਸਣ ਖੂਨ ਦਾ ਦੌਰਾ ਠੀਕ ਕਰਦਾ ਹੈ। ਇਹ ਆਸਣ ਦੋਸਤੋ ਸਰੀਰ ਨੂੰ ਜਿਹੜਾ ਹੈਗਾ ਇਹ ਆਸਣ ਨੂੰ ਕਰਨ ਨਾਲ ਦੋਸਤੋ ਅੱਖਾਂ ਦੀ ਨਜ਼ਰ ਨੇੜੇ ਅਤੇ ਦੂਰ ਦੀ ਠੀਕ ਰਹਿੰਦੀ ਹੈ। ਸੀਸ ਆਸਣ ਸਥਿਤੀ ਕੀ ਹੈ ਇਸ ਆਸਣ ਵਿੱਚ ਸਿਰ ਹੇਠਾਂ ਅਤੇ ਪੈਰ ਉੱਪਰ ਵੱਲ ਹੁੰਦੇ ਹਨ। ਇਸ ਦੇ ਲਾਭ ਦੇਖੋ ਕੀ ਨੇ। ਤਾਂ ਦੋਸਤੋ ਇਹ ਜਿਹੜਾ ਹੈਗਾ ਵਾ ਆਸਣ ਭੁੱਖ ਵਧਾਉਂਦਾ ਹੈ। ਇਸ ਆਸਣ ਨਾਲ ਦੋਸਤੋ ਯਾਦਾਸ਼ਤ ਤੇ ਸ਼ਕਤੀ ਵੱਧਦੀ ਹੈ। ਇਸ ਆਸਣ ਨਾਲ ਦੋਸਤੋ ਮੋਟਾਪਾ ਦੂਰ ਹੋ ਜਾਂਦਾ ਹੈ। ਇਸ ਆਸਣ ਨੂੰ ਠੀਕ ਕਰਨ ਨਾਲ ਜਿਗਰ ਠੀਕ ਢੰਗ ਨਾਲ ਕੰਮ ਕਰਦਾ ਹੈ। ਇਸ ਆਸਣ ਨਾਲ ਦੋਸਤੋ ਜਿਹੜਾ ਹੈਗਾ ਬਵਾਸੀਰ ਆਦਿ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ। ਇਸ ਆਸਣ ਨੂੰ ਦੋਸਤੋ ਰੋਜ਼ ਅਭਿਆਸ ਕਰਨ ਨਾਲ ਜਿਹੜਾ ਹੈਗਾ ਵਾ ਮਾਨਸਿਕ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ। ਅਗਲਾ ਹੈਗਾ ਦੋਸਤੋ ਆਪਣਾ ਕੀ ਹੈ ਧਨੁਰ ਆਸਣ। ਤਾਂ ਸਥਿਤੀ ਕੀ ਹੈ ਇਸਦੀ, ਇਸ ਆਸਣ ਵਿੱਚ ਸਰੀਰ ਦਾ ਜਿਹੜਾ ਹੈਗਾ ਆਕਾਰ ਧਨੁਸ਼ ਯਾਨੀ ਕਿ ਕਮਾਨ ਦੀ ਤਰ੍ਹਾਂ ਬਣ ਜਾਂਦਾ ਹੈ। ਇਹਦੇ ਲਾਭ ਦੇਖੋ ਕੀ ਹੈ, ਇਹ ਆਸਣ ਰੀੜ੍ਹ ਦੀ ਹੱਡੀ ਵਿੱਚ ਲਚਕੀਲਾਪਨ ਲਿਆਉਂਦੀ ਹੈ। ਇਹ ਆਸਣ ਸ਼ੱਕਰ ਦੇ ਰੋਗ ਨੂੰ ਰੋਕਦਾ ਹੈ। ਇਸ ਆਸਣ ਦੁਆਰਾ ਜਿਹੜਾ ਹੈਗਾ ਪੇਟ ਅਤੇ ਕਮਰ ਦੇ ਆਸੇ ਪਾਸੇ ਆਇਆ ਮੋਟਾਪਾ ਦੂਰ ਹੁੰਦਾ ਹੈ, ਠੀਕ ਹੈ ਜੀ। ਇਸ ਆਸਣ ਨਾਲ ਦੋਸਤੋ ਪੇਟ ਦੇ ਸਾਰੇ ਦਰਦ ਦੂਰ ਹੋ ਜਾਂਦੇ ਹਨ, ਠੀਕ ਹੈ ਜੀ। ਤੇ ਇਸ ਆਸਣ ਦੇ ਅਭਿਆਸ ਨਾਲ ਜਿਹੜਾ ਹੈਗਾ ਵਾ ਛਾਤੀ ਚੌੜੀ ਹੁੰਦੀ ਹੈ। ਇਸ ਆਸਣ ਨਾਲ ਜਿਹੜਾ ਹੈਗਾ ਪਿੱਠ ਅਤੇ ਕਮਰ ਦਾ ਦਰਦ ਦੂਰ ਕਰਦਾ ਹੈ, ਠੀਕ ਹੈ ਜੀ। ਇਹ ਹੁਣ ਹੈ ਆਪਣਾ ਪ੍ਰਸ਼ਨ ਯੋਗ ਕੀ ਹੈ। ਤਾਂ ਦੇਖੋ ਭਾਰਤ ਦੀ ਪ੍ਰਾਚੀਨ ਕਸਰਤ ਦੀ ਵਿਧੀ ਯੋਗ ਹੈ। ਇਹ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਇੱਕ ਤਾਂ, ਠੀਕ ਹੈ। ਪੁਰਾਣੇ ਸਮੇਂ ਵਿੱਚ ਜਿਹੜਾ ਹੈਗਾ ਸਾਧੂ ਸੰਤ ਮਹਾਤਮਾ ਲੋਕ ਇਸ ਦਾ ਅਭਿਆਸ ਕਰਦੇ ਸਨ, ਆਪਣਾ ਸਰੀਰ ਤੰਦਰੁਸਤ ਰੱਖਦੇ ਸਨ। ਇਸ ਨੂੰ ਅਸੀਂ ਆਮ ਤੌਰ 'ਤੇ ਤਪੱਸਿਆ ਕਰਨ ਦੇ ਲਈ ਜਿਹੜਾ ਹੈਗਾ ਪ੍ਰਯੋਗ ਕਰ ਸਕਦੇ ਹਾਂ। ਯੋਗ ਹਰੇਕ ਮਨੁੱਖ ਲਈ ਜਿਹੜਾ ਹੈਗਾ ਜ਼ਰੂਰੀ ਹੈ। ਮਨੁੱਖ ਨੇ ਆਪਣੀ ਜੀਵਨ ਦੇ ਹਰ ਖੇਤਰ ਵਿੱਚ ਜਿਹੜਾ ਹੈਗਾ ਵਾ ਹੈਰਾਨਜਨਕ ਤਰੱਕੀ ਕੀਤੀ ਹੈ। ਉਸਨੇ ਹਰ ਅਸੰਭਵ ਕਿਰਿਆ ਨੂੰ ਜਿਹੜਾ ਹੈਗਾ ਸੰਭਵ ਕਰ ਦਿਖਾਇਆ ਹੈ।
इस विकास के दौर ਵਿੱਚ ਵਿਅਕਤੀ ਨੂੰ ਆਪਣੇ ਰਹਿਣ ਸਹਿਣ ਦੇ ਤਰੀਕੇ ਬਦਲ ਗਏ ਹਨ, ਜਿਸ ਵਿੱਚ ਉਸਨੇ ਜੀਵਨ 'ਤੇ ਜਿਹੜੇ ਹੈਗਾ ਵਿਭਿੰਨ ਸਰੀਰਕ ਅਤੇ ਮਾਨਸਿਕ ਪ੍ਰਭਾਵ ਪਏ ਹਨ। ਅੱਜ ਦਾ ਮਨੁੱਖ ਬੇਆਰਾਮ ਹੋ ਗਿਆ ਹੈ। ਆਰਾਮ ਦੀ ਅਵਸਥਾ ਵਿੱਚ ਬੈਠਣਾ ਵੀ ਦੋਸਤੋ ਬੇਆਰਾਮੀ ਹੈ, ਕਿਉਂਕਿ ਮਾਨਸਿਕ ਪਰੇਸ਼ਾਨੀਆਂ ਉਸ ਨੂੰ ਆਰਾਮ ਨਹੀਂ ਕਰਨ ਦਿੰਦੀਆਂ। ਉਹ ਇਹਨਾਂ ਜਿਹੜੀਆਂ ਹੈਗੀਆਂ ਨੇ ਕੀ ਹੈ ਮਾਨਸਿਕ ਉਲਝਣਾਂ ਨੂੰ ਜਿਹੜਾ ਹੈਗਾ ਭੁਲਾਉਣ ਲਈ ਨਸ਼ਿਆਂ ਦਾ ਜਿਹੜਾ ਹੈਗਾ ਸਹਾਰਾ ਲੈਂਦਾ ਹੈ। ਅੱਜ ਦੇ ਮਨੁੱਖ ਨੇ ਆਪਣੀ ਜਿਹੜੀ ਹੈਗੀਆਂ ਨੇ ਜ਼ਰੂਰਤਾਂ ਵਧਾ ਲਈਆਂ ਹਨ, ਜਿਨ੍ਹਾਂ ਦੀ ਪੂਰਤੀ ਨਹੀਂ ਹੋ ਰਹੀ ਹੈ, ਜਿਸ ਕਾਰਨ ਦੋਸਤੋ ਉਹ ਦਿਮਾਗੀ ਦਬਾਅ ਅਤੇ ਜਿਹੜਾ ਹੈਗਾ ਖਿਚਾਅ ਦੀ ਅਵਸਥਾ ਵਿੱਚ ਰਹਿੰਦਾ ਹੈ। ਦਬਾਅ ਅਤੇ ਖਿਚਾਅ ਦੀ ਅਵਸਥਾ ਵਿੱਚੋਂ ਬਾਹਰ ਨਿਕਲਣ ਦਾ ਇੱਕ ਹੀ ਸਾਧਨ ਹੈ ਕਿ ਨਿਯਮਿਤ ਯੋਗ ਕਰਨਾ ਹੈ ਜਾਂ ਫਿਰ ਯੋਗ ਨੂੰ ਆਪਣੀ ਜੀਵਨ ਵਿੱਚ ਧਾਰਨਾ ਹੈ। ਠੀਕ ਹੈ ਜੀ, ਤਾਂ ਹੁਣ ਦੋਸਤੋ ਇੱਥੇ ਦੇਖੋ ਅਗਲਾ ਪ੍ਰਸ਼ਨ ਤਾਂ ਨਹੀਂ, ਇਹਦੇ ਨਾਲ ਹੀ ਆ ਯੋਗ ਦਾ ਅਰਥ ਆ। ਦੇਖੋ ਯੋਗ ਸ਼ਬਦ ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ, ਇਹਦਾ ਆਨਸਰ ਯੋਗ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਯੁੱਜ ਤੋਂ ਨਿਕਲਿਆ ਹੈ, ਜਿਸ ਦਾ ਅਰਥ ਹੈ ਜੋੜ ਜਾਂ ਫਿਰ ਮੇਲ। ਇਸ ਪ੍ਰਕਾਰ ਦੋਸਤੋ ਜਿਹੜਾ ਹੈਗਾ ਸਰੀਰ ਅਤੇ ਮਨ ਦਾ ਜਿਹੜਾ ਹੈਗਾ ਜੋੜ, ਆਤਮਾ ਅਤੇ ਪਰਮਾਤਮਾ ਦਾ ਜੋੜ ਯੋਗ ਕਹਾਉਂਦਾ ਹੈ। ਪਤੰਜਲੀ ਰਿਸ਼ੀ ਦੇ ਅਨੁਸਾਰ ਦੋਸਤੋ ਚਿੱਤਰ ਵਿੱਚ ਦੋਸਤੋ ਬਿਰਤੀ ਦੇ ਸੰਗਮ ਦਾ ਨਾਂ ਹੀ ਯੋਗ ਹੈ। ਅਤੇ ਦੂਸਰਾ ਦੋਸਤੋ ਗੀਤਾ ਵਿੱਚ ਸ਼੍ਰੀ ਕ੍ਰਿਸ਼ਨ ਨੇ ਕਿਹਾ ਹੈ ਕਿ ਯੁਕਤਾ ਸਹਿਤ ਕਰਮ ਦਾ ਨਾਂ ਹੀ ਯੋਗ ਹੈ। ਸ਼੍ਰੀ ਕ੍ਰਿਸ਼ਨ ਨੇ ਕਰਮ ਦੇ ਦੋਸਤੋ ਰਹਿੰਦੇ ਹੋਏ ਸਰੀਰਕ, ਮਾਨਸਿਕ ਅਤੇ ਆਤਮਿਕ ਸ਼ਕਤੀਆਂ ਦਾ ਸੰਤੁਲਨ ਕਾਇਮ ਰੱਖਣ ਤੇ ਬਲ ਦਿੱਤਾ ਹੈ। ਤੀਸਰਾ ਯੋਗ ਦਾ ਇਤਿਹਾਸ ਇਹਨਾਂ ਹੀ ਪ੍ਰਾਚੀਨ ਹੈ ਜਿੰਨਾ ਕਿ ਭਾਰਤ ਦਾ ਇਤਿਹਾਸ। ਪ੍ਰਾਚੀਨ ਖੁਦਾਈਆਂ ਵਿੱਚੋਂ ਭਾਰਤੀਆਂ ਵੱਲੋਂ ਯੋਗ ਅਭਿਆਸ ਦੇ ਪ੍ਰਮਾਣ ਮਿਲਦੇ ਹਨ। ਪ੍ਰਾਚੀਨ ਯੁੱਗ ਵਿੱਚ ਦੋਸਤੋ ਯੋਗੀਆਂ ਅਤੇ ਰਿਸ਼ੀਆਂ ਵੱਲੋਂ ਸਰੀਰਕ ਤੰਦਰੁਸਤੀ ਅਤੇ ਸ਼ਕਤੀ ਅਤੇ ਬੁੱਧੀ ਪ੍ਰਾਪਤ ਕਰਨ ਦਾ ਇੱਕ ਰਸਤਾ ਯੋਗ ਹੀ ਮੰਨਿਆ ਜਾਂਦਾ ਹੈ। ਪ੍ਰਾਚੀਨ ਗ੍ਰੰਥਾਂ ਅਤੇ ਖੋਜਾਂ ਤੋਂ ਪ੍ਰਾਪਤ ਚੱਲਦਾ ਹੈ ਕਿ ਯੋਗ ਭਾਰਤ ਦਾ ਜਿਹੜਾ ਹੈਗਾ ਪੈਦਾ ਹੋਇਆ ਪ੍ਰਫੁੱਲਿਤ ਹੋਇਆ ਹੈ। ਪੂਰੇ ਸੰਸਾਰ ਵਿੱਚ ਇਸ ਦੀ ਜਿਹੜੀ ਇੱਕ ਵਿਸ਼ੇਸ਼ਤਾ ਹੀ ਪਹਿਚਾਣ ਕਰ ਅਪਣਾਇਆ ਹੈ। ਯੋਗ ਦੀਆਂ ਕਿਸਮਾਂ ਕੀ ਨੇ? ਤਾਂ ਦੇਖੋ ਯੋਗ ਬਹੁਤ ਹੀ ਜਿਹੜਾ ਹੈਗਾ ਵਿਸ਼ਾਲ ਸ਼ਬਦ ਹੈ। ਆਪਣੀ ਵਿਸ਼ਾਲਤਾ ਦੇ ਕਾਰਨ ਯੋਗ ਬਹੁਤ ਸਾਰੇ ਜਿਹੜੇ ਹੈਗੇ ਭਾਗਾਂ ਵਿੱਚ ਵੰਡਿਆ ਗਿਆ ਹੈ। ਯੋਗ ਦੇ ਜਿਹੜੇ ਹੈਗੇ ਆ ਦੋਸਤੋ ਮਤ ਅਨੁਸਾਰ ਯੋਗ ਦੀਆਂ 8 ਕਿਸਮਾਂ ਹਨ। ਠੀਕ ਹੈ ਜੀ, ਸਭ ਤੋਂ ਪਹਿਲਾਂ ਜਿਵੇਂ ਤੁਸੀਂ ਆਹ ਦੇਖ ਸਕਦੇ ਹੋ ਕੀ ਹੈ, ਪਹਿਲਾ ਹੈ ਸਾਦਾ ਕੀ ਗਿਆਨ ਯੋਗ, ਦੂਸਰਾ ਹੈ ਭਗਤੀ ਯੋਗ, ਅਸ਼ਟਾਂਗ ਯੋਗ, ਚੌਥਾ ਹੈ ਕਰਮ ਯੋਗ, ਪੰਜਵਾਂ ਰਾਜ ਯੋਗ, ਛੇਵਾਂ ਹੱਠ ਯੋਗ, ਸੱਤਵਾਂ ਕੁੰਡਲੀ ਯੋਗ, ਅੱਠਵਾਂ ਹੈਗਾ ਸਾਮ ਯੋਗ। ਤਾਂ ਦੋਸਤੋ ਯੋਗ ਇੱਕ ਸਹਿਜ ਦੁਆਰ ਹੈ, ਜਿਸ ਦੁਆਰਾ ਜ਼ਿੰਦਗੀ ਜਿਉਣ ਦਾ ਢੰਗ ਆਉਂਦਾ ਹੈ ਅਤੇ ਆਤਮਾ ਦਾ ਪਰਮਾਤਮਾ ਨਾਲ ਮੇਲ ਹੁੰਦਾ ਹੈ। ਯੋਗ ਅਭਿਆਸ ਦੀ ਉਹ ਵਿਧੀ ਹੈ ਜਿਸ ਵਿੱਚ ਮਾਸਪੇਸ਼ੀਆਂ ਅਤੇ ਸਥਿਰ ਅਵਸਥਾ ਵਿੱਚ ਦਬਾਅ ਸਰੀਰ ਦਾ ਇੱਕ ਖਾਸ ਕਿਸਮ ਦਾ ਜਿਹੜਾ ਹੈਗਾ ਪੋਸਚਰ ਬਣਾ ਕੇ ਪਾਇਆ ਜਾਂਦਾ ਹੈ। ਯੋਗ ਸਰੀਰ ਦੀਆਂ ਸਾਰੀਆਂ ਮਾਸਪੇਸ਼ੀਆਂ ਦੇ ਕਸਰਤ ਕਰਨ ਦੀ ਇੱਕ ਅਜਿਹੀ ਵਿਧੀ ਹੈ ਜਿਸ ਵਿੱਚ ਨਾ ਤਾਂ ਕਿਸੇ ਸਹਾਇਕ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ, ਨਾ ਹੀ ਕਿਸੇ ਵਿਸ਼ੇਸ਼ ਸਮਾਨ ਦੀ ਜ਼ਰੂਰਤ ਹੁੰਦੀ ਹੈ। ਯੋਗ ਕਰਨ ਦੇ ਲਈ ਯੋਗਾ ਦਾ ਸਿਰ ਸੰਤੁਲਿਤ ਅਤੇ ਉਸ ਦਾ ਝੁਕਾਅ ਇਕਾਗਰਤਾ ਵੱਲ ਹੋਵੇ। ਤਾਂ ਯੋਗ ਦੇ ਲਾਭ ਲਿਖੇ ਹੋਏ ਹਨ ਕੁਛ, ਤਾਂ ਦੇਖੋ ਯੋਗ ਦੇ ਲਾਭ ਕੀ ਨੇ? ਤਾਂ ਯੋਗ ਜਿਹੜਾ ਹੈਗਾ ਦੋਸਤੋ ਯੋਗ ਆਸਨਾਂ ਨਾਲ ਮਨੁੱਖ ਦਾ ਸਰੀਰ ਤੰਦਰੁਸਤ ਰਹਿੰਦਾ ਹੈ। ਯੋਗ ਨਾਲ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ, ਮਾਨਸਿਕ ਕਮਜ਼ੋਰੀ ਦੂਰ ਹੋ ਜਾਂਦੀ ਹੈ। ਠੀਕ ਹੈ ਜੀ, ਸਰੀਰਕ ਸ਼ਕਤੀਸ਼ਾਲੀ ਬਣ ਜਾਂਦਾ ਹੈ। ਠੀਕ ਹੈ, ਮਨੁੱਖ 'ਤੇ ਜਿਹੜਾ ਹੈਗਾ ਜਲਦੀ ਘਬਰਾਹਟ ਦਾ ਪ੍ਰਭਾਵ ਨਹੀਂ ਪੈਂਦਾ। ਠੀਕ ਹੈ, ਚਿੰਤਾ ਅਤੇ ਪਰੇਸ਼ਾਨੀ ਦੂਰ ਹੋ ਜਾਂਦੀ ਹੈ। ਮਨੁੱਖ ਦਾ ਸਰੀਰ ਆਕਰਸ਼ਕ ਅਤੇ ਜਿਹੜਾ ਹੈਗਾ ਆਪਣਾ ਸੁਗਠਿਤ, ਠੀਕ ਹੈ ਜੀ, ਇੱਥੇ ਸੁਗਠਿਤ ਬਣ ਜਾਂਦਾ ਹੈ। ਅਗਲਾ ਕੀ ਲਿਖਿਆ ਇਹਨਾਂ ਨੇ? 8ਵਾਂ ਯੋਗ ਦੁਆਰਾ ਮਨੁੱਖ ਨੂੰ ਪੂਰਨ ਆਤਮ ਵਿਸ਼ਵਾਸ ਪ੍ਰਾਪਤ ਹੁੰਦਾ ਹੈ। ਯੋਗ ਦਾ ਉਦੇਸ਼ ਸਰੀਰ ਨੂੰ ਜਿਹੜਾ ਹੈਗਾ ਲਚਕਦਾਰ, ਨਿਰੋਗ ਅਤੇ ਜੋਸ਼ੀਲਾ ਬਣਾਉਣਾ ਹੈ। ਅਗਲਾ ਆਪਣਾ 6ਵਾਂ ਪ੍ਰਸ਼ਨ ਹੈ ਸਾਹ ਪ੍ਰਣਾਲੀ ਦੇ ਅੰਗਾਂ ਦੇ ਨਾਂ ਲਿਖੋ। ਤਾਂ ਦੇਖਦੇ ਆਨਸਰ ਇਸ ਦਾ ਕੀ ਹੈ। ਤਾਂ ਦੇਖੋ ਸਾਹ ਲੈਣ ਅਤੇ ਛੱਡਣ ਦੀ ਕਿਰਿਆ ਨੂੰ ਸਾਹ ਕਿਰਿਆ ਕਹਿੰਦੇ ਹਨ। ਇਸ ਕਿਰਿਆ ਦੁਆਰਾ ਜਿਹੜਾ ਹੈਗਾ ਮਨੁੱਖ ਹਵਾ ਦੇ ਨਾਲ ਜਿਹੜਾ ਹੈਗਾ ਵਾ ਕੀ ਹੈ ਆਕਸੀਜਨ ਫੇਫੜਿਆਂ ਵਿੱਚ ਲੈ ਜਾਂਦਾ ਹੈ ਅਤੇ ਹਵਾ ਦੇ ਨਾਲ ਸਰੀਰ ਵਿੱਚ ਪੈਦਾ ਹੋਈ ਕਾਰਬਨ ਡਾਈਆਕਸਾਈਡ ਬਾਹਰ ਕੱਢ ਦਿੰਦਾ ਹੈ। ਸਾਹ ਕਿਰਿਆ ਵਿੱਚ ਬਹੁਤ ਅੰਗ ਜਿਵੇਂ ਕਿ ਨੱਕ ਜਿਹਨੂੰ ਨੋਸ ਕਹਿੰਦੇ ਆ, ਅਤੇ ਆਪਣਾ ਦੋਸਤੋ ਕੀ ਹੈ ਸੰਘ ਜਿਹਨੂੰ ਆਪਾਂ ਫਾਈਨੈਕਸ ਕਹਿੰਦੇ ਆ, ਅਤੇ ਆਪਣਾ ਸਵਰ ਯੰਤਰ ਜਿਹਨੂੰ ਆਪਾਂ ਲਰਨਕਸ ਕਹਿੰਦੇ ਆ, ਅਤੇ ਟੈਂਟੂਆ ਜਿਸਨੂੰ ਆਪਾਂ ਟ੍ਰੇਚੀਆ ਕਹਿੰਦੇ ਆ, ਅਤੇ ਸਾਹ ਨਲੀਆ ਜਿਸ ਨੂੰ ਆਪਾਂ ਬ੍ਰੋਕੀਅਲ ਟਿਊਬਸ ਕਹਿੰਦੇ ਆ, ਅਤੇ ਫੇਫੜੇ ਯਾਨੀ ਕਿ ਲੰਗਸ। ਤਾਂ ਦੇਖੋ ਨੱਕ ਕੀ ਹੈ ਦੋਸਤੋ? ਨੱਕ ਸਾਹ ਕਿਰਿਆ ਦਾ ਜਿਹੜਾ ਹੈਗਾ ਵਾ ਸਭ ਤੋਂ ਮਹੱਤਵਪੂਰਨ ਅੰਗ ਹੈ। ਸਾਹ ਲੈਣ ਦੀ ਕਿਰਿਆ ਇਸ ਅੰਗ ਦੇ ਬਿਨਾਂ ਅਸੰਭਵ ਹੈ। ਨੱਕ ਵਿੱਚ 2 ਛੇਕ ਹੁੰਦੇ ਹਨ ਜਿਨ੍ਹਾਂ ਨੂੰ ਨਾਸਿਕਾ ਕਹਿੰਦੇ ਹਨ। ਇਸ ਦੇ ਅੰਦਰ ਦੋਸਤੋ ਇਸ ਦੇ ਅੰਦਰ ਦੇ ਹਿੱਸੇ ਵਿੱਚ ਥੋੜ੍ਹੇ ਵਾਲ ਹੁੰਦੇ ਹਨ। ਜਦੋਂ ਅਸੀਂ ਸਾਹ ਲੈਂਦੇ ਹਾਂ ਤਾਂ ਇਹ ਹਵਾ ਨੂੰ ਸ਼ੁੱਧ ਕਰਕੇ ਅੰਦਰ ਜਾਣ ਦਿੰਦੇ ਹਨ, ਵਿਅਰਥ ਪਦਾਰਥਾਂ ਨੂੰ ਸਰੀਰ ਵਿੱਚ ਦਾਖਲ ਹੋਣ ਤੋਂ ਰੋਕਦੇ ਹਨ। ਪਰੰਤੂ ਜੇ ਅਸੀਂ ਮੂੰਹ ਦੁਆਰਾ ਸਾਹ ਲੈਂਦੇ ਹਾਂ ਤਾਂ ਹਵਾ ਨਾ ਛੰਨ ਕੇ ਅੰਦਰ ਜਾਂਦੀ ਹੈ ਅਤੇ ਨਾ ਹੀ ਜਿਹੜਾ ਹੈਗਾ ਗਰਮ ਹੋ ਕੇ। ਠੀਕ ਹੈ, ਅਤੇ ਅੱਗੇ ਦੋਸਤੋ ਆਪਣਾ ਸੰਘ। ਤਾਂ ਦੇਖੋ ਸੰਘ ਕੀ ਹੈ? ਇਹ ਨੱਕ ਦੇ ਪਿਛਲੇ ਪਾਸੇ ਜਿਹੜਾ ਹੈਗਾ ਸਥਿਤ ਅਤੇ ਜਿਹੜਾ ਹੈਗਾ ਕੀਪ ਦੇ ਆਕਾਰ ਵਰਗਾ ਹੁੰਦਾ ਹੈ। ਇਹ ਨਾਸਾਂ ਦੇ ਉੱਪਰਲੇ ਹਿੱਸੇ
ਚਾਲੂ ਹੋ ਕੇ ਜੀਭ ਦਾ ਜਿਹੜਾ ਹੈਗਾ ਜੜ ਤੱਕ ਜਾਂਦਾ ਹੈ। ਸੰਗ ਉਹ ਥਾਂ ਹੈ ਜਿੱਥੇ ਹਵਾ ਅਤੇ ਖੁਰਾਕ ਨਾਲੀਆਂ ਮਿਲਦੀਆਂ ਹਨ। ਖੁਰਾਕ ਨਲੀ ਹਵਾ ਨਲੀ ਤੋਂ ਪਿੱਛੇ ਹੁੰਦੀ ਹੈ। ਹਵਾ ਨਲੀ ਉੱਤੇ ਇੱਕ ਢੱਕਣ ਹੁੰਦਾ ਹੈ। ਇਹ ਢੱਕਣ ਖੁਰਾਕ ਨੂੰ ਨਿਗਲਦੇ ਹੋਏ ਹਵਾ ਨਲੀ ਨੂੰ ਬੰਦ ਕਰ ਦਿੰਦਾ ਹੈ। ਅਜਿਹਾ ਕਰਨ ਨਾਲ ਦੋਸਤੋ ਕੀ ਹੈ, ਭੋਜਨ ਨੂੰ ਹਵਾ ਨਲੀ ਵਿੱਚੋਂ ਨਹੀਂ ਜਾਣ ਦਿੰਦਾ। ਤੀਸਰਾ ਹੈ ਆਪਣਾ ਸਵਰ ਅੰਤਰ। ਤਾਂ ਦੇਖੋ ਸਵਰ ਅੰਤਰ ਜਿਹੜਾ ਹੈਗਾ ਵਾ ਸੰਘ ਦੇ ਹੇਠਲੇ ਪਾਸੇ ਸਥਿਤ ਹੈ। ਇਹ ਹਵਾ ਨਲੀ ਦੇ ਉੱਪਰੀ ਭਾਗ ਹੈ। ਇਹ ਜਿਹੜਾ ਹੈਗਾ ਵਾ ਆਪਣਾ ਕਾਰਟਿਲੇਜ ਦੁਆਰਾ ਬਣਿਆ ਹੋਇਆ ਹੈ। ਇਸ ਦੇ ਦੋਵੇਂ ਪਾਸੇ ਜਿਹੜੇ ਹੈਗੇ ਆ ਪਰਦੇ ਲੱਗੇ ਹੋਏ ਹਨ, ਜਿਨ੍ਹਾਂ ਨੂੰ ਵੋਕਲ ਸਕਾਡ ਕਹਿੰਦੇ ਹਨ। ਇਹ ਢੱਕਣ ਸਿੱਧਾ ਖੜਾ ਰਹਿੰਦਾ ਹੈ ਤਾਂ ਕਿ ਹਵਾ ਜਿਹੜੀ ਹੈਗੀ ਹੈ ਸਰਲਤਾ ਨਾਲ ਹਵਾ ਨਲੀ ਵਿੱਚ ਪ੍ਰਵੇਸ਼ ਹੋ ਸਕੇ। ਚੌਥਾ ਹੈਗਾ ਆਪਣਾ ਟੇਟੂਆਂ। ਤਾਂ ਇਹ ਸਵਰ ਅੰਤਰ ਯੰਤਰ ਦੇ ਹੇਠਲੇ ਹਿੱਸੇ ਤੋਂ ਸ਼ੁਰੂ ਹੋ ਕੇ ਛਾਤੀ ਦੇ ਅੰਦਰ ਵੱਲ ਹੇਠਾਂ ਤੱਕ ਜਾਂਦੀ ਹੈ। ਇਸ ਦੀ ਲੰਬਾਈ ਜਿਹੜੀ ਹੈਗੀ 10 ਸੈਂਟੀਮੀਟਰ ਹੁੰਦੀ ਹੈ। ਇਸ ਵਿੱਚ 16 ਤੋਂ 20 ਜਿਹੜਾ ਹੈਗਾ ਕਾਰਟਿਲੇਜ ਦੇ ਅਧੂਰੇ ਰਿੰਗ ਹੁੰਦੇ ਹਨ। ਇਹ ਦੋ ਹਿੱਸਿਆਂ ਵਿੱਚ ਵੰਡੀ ਜਾ ਸਕਦੀ ਹੈ। ਇਸ ਦਾ ਜਿਹੜਾ ਹੈਗਾ ਇੱਕ ਭਾਗ ਸੱਜੇ ਫੇਫੜੇ ਅਤੇ ਦੂਜੇ ਭਾਗ ਫੇਫੜੇ ਵਿੱਚ ਚਲਾ ਜਾਂਦਾ ਹੈ। ਅਤੇ ਪੰਜਵਾਂ ਆਪਣਾ ਸਾਹ ਨਲੀਆਂ। ਤਾਂ ਦੇਖੋ ਕੀ ਹੈ, ਹਰੇਕ ਜਿਹੜੀ ਹੈਗੀ ਆ ਸਾਹ ਨਲੀ ਫੇਫੜਿਆਂ ਵਿੱਚ ਦਾਖਲ ਹੋ ਕੇ ਦੋ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ। ਇਸ ਨੂੰ ਜਿਹੜਾ ਹੈਗਾ ਵਾ ਸਾਹ ਵਿੱਚ ਵੰਡਿਆ ਜਾਂਦਾ ਹੈ। ਠੀਕ ਹੈ ਜੀ, ਇਸ ਨੂੰ ਜਿਹੜਾ ਹੈਗਾ ਵਾ ਨਲੀਆਂ ਕਿਹਾ ਜਾਂਦਾ ਹੈ। ਠੀਕ ਹੈ, ਅਤੇ ਇਹ ਨਲੀਆਂ ਅੱਗੇ ਜਾ ਕੇ ਹਿੱਸਿਆਂ ਵਿੱਚ ਵੰਡ ਕੇ ਛੋਟੀਆਂ ਛੋਟੀਆਂ ਸੂਖਮ ਸਾਹ ਨਲੀਆਂ ਵਿੱਚ ਵੰਡੀਆਂ ਜਾਂਦੀਆਂ ਹਨ। ਇਹਨਾਂ ਵਿੱਚ ਗੈਸਾਂ ਦੀ ਅਦਲਾ ਬਦਲੀ ਯਾਨੀ ਕਿ ਐਕਸਚੇਂਜ ਆਫ ਗੈਸ ਹੁੰਦੀ ਹੈ। ਛੇਵਾਂ ਹੈ ਆਪਣਾ ਫੇਫੜੇ। ਤਾਂ ਦੇਖੋ ਫੇਫੜੇ ਕੀ ਹੈ, ਫੇਫੜੇ ਸਾਹ ਕਿਰਿਆ ਵਿੱਚ ਮਹੱਤਵਪੂਰਨ ਅੰਗ ਹੈ। ਠੀਕ ਹੈ ਜੀ, ਛਾਤੀ ਹੱਡੀ ਦੇ ਦੋਹੇ ਪਾਸੇ ਇੱਕ ਇੱਕ ਫੇਫੜਾ ਹੁੰਦਾ ਹੈ। ਬਿਨਾਂ ਇਹਨਾਂ ਦਾ ਰੰਗ ਜਿਹੜਾ ਹੈਗਾ ਭੂਰਾ ਹੁੰਦਾ ਹੈ। ਫੇਫੜੇ ਦੀ ਜਿਹੜੀ ਹੈਗੀ ਆ ਉੱਪਰੀ ਹਿੱਸਾ ਜਿਹੜਾ ਹੈਗਾ ਘੱਟ ਚੌੜਾ ਹੈ, ਪਰ ਹੇਠਲਾ ਹਿੱਸਾ ਦੋਸਤੋ ਜਿਹੜਾ ਹੈਗਾ ਡਾਇਫਰਾਮ ਦੇ ਉੱਤੇ ਟਿਕਿਆ ਹੁੰਦਾ ਹੈ। ਹਰ ਇੱਕ ਫੇਫੜਾ ਇੱਕ ਦੂਹਰੀ ਝਿੱਲੀ ਤੇ ਥੈਲੇ ਵਿੱਚ ਸੁਰੱਖਿਅਤ ਰਹਿੰਦਾ ਹੈ। ਇਹਨਾਂ ਝਿੱਲੀਆਂ ਵਿੱਚ ਇੱਕ ਤਰਲ ਪਦਾਰਥ ਨਿਕਲਦਾ ਹੈ ਜਿਹੜਾ ਫੇਫੜਿਆਂ ਦੀ ਸੱਟ ਰਗੜ ਅਤੇ ਝਟਕੇ ਲੱਗਣ ਤੋਂ ਜਿਹੜਾ ਹੈਗਾ ਰੱਖਿਆ ਕਰਦਾ ਹੈ। ਇਹ ਹਵਾ ਫੇਫੜਿਆਂ ਵਿੱਚ ਪਹੁੰਚ ਕੇ ਅੰਗੂਰਾਂ ਦੇ ਗੁੱਛੇ ਵਰਗੀਆਂ ਥੈਲੀਆਂ ਬਣ ਜਾਂਦੀਆਂ ਹਨ। ਇਹਨਾਂ ਹਵਾ ਥੈਲੀਆਂ ਕਰਕੇ ਫੇਫੜਿਆਂ ਦੀ ਬਣਾਵਟ ਜਿਹੜੀ ਹੈਗੀ ਸੰਪੰਜ ਵਰਗੀ ਹੁੰਦੀ ਹੈ। ਫੇਫੜਿਆਂ ਦੇ ਵਿੱਚ ਖੁਰਾਕ ਪਹੁੰਚਾਉਣ ਲਈ ਲਹੂ ਦੀਆਂ ਬਹੁਤ ਸਾਰੀਆਂ ਨਾਲੀਆਂ ਫੈਲੀਆਂ ਹੋਈਆਂ ਹਨ। ਅਗਲਾ ਪ੍ਰਸ਼ਨ ਦੇਖਦੇ ਹਾਂ। ਅਗਲਾ ਪ੍ਰਸ਼ਨ ਕੀ ਹੈ, ਮਾਸਪੇਸ਼ੀਆਂ ਕੀ ਹਨ, ਇਹ ਕਿੰਨੇ ਪ੍ਰਕਾਰ ਦੀਆਂ ਹਨ, ਇਹਨਾਂ ਉੱਤੇ ਕਸਰਤ ਦੇ ਜਿਹੜੇ ਹੈਗੇ ਪ੍ਰਭਾਵ ਲਿਖੋ। ਇਹ ਆਪਣਾ ਪ੍ਰਸ਼ਨ ਆ। ਤਾਂ ਦੇਖੋ ਇਹਦਾ ਉੱਤਰ ਕੀ ਆ, ਸਾਡਾ ਸਰੀਰ ਹੱਡੀਆਂ ਅਤੇ ਮਾਸਪੇਸ਼ੀਆਂ ਦਾ ਬਣਿਆ ਹੁੰਦਾ ਹੈ। ਹੱਡੀਆਂ ਅਤੇ ਜੋੜਾਂ ਦੇ ਕਾਰਨ ਹੀ ਸਰੀਰ ਜਿਹੜਾ ਹੈਗਾ ਚੱਲ ਫਿਰ ਅਤੇ ਫਿਰ ਜਿਹੜਾ ਖੜਾ ਹੋ ਸਕਦਾ ਹੈ। ਸਰੀਰ ਦੇ ਚੱਲਣ ਫਿਰਨ ਅਤੇ ਕੰਮ ਕਰਨ ਦੇ ਲਈ ਮਾਸਪੇਸ਼ੀਆਂ ਸ਼ਕਤੀ ਪੈਦਾ ਕਰਦੀਆਂ ਹਨ। ਮਾਸਪੇਸ਼ੀਆਂ ਦੇ ਸਿਰੇ ਹੱਡੀਆਂ ਨਾਲ ਜੁੜੇ ਹੁੰਦੇ ਹਨ ਜੋ ਹੱਡੀਆਂ ਨੂੰ ਹਿਲਜੁਲ ਪ੍ਰਦਾਨ ਕਰਦੇ ਹਨ। ਮਾਸਪੇਸ਼ੀਆਂ ਵਿੱਚ ਫੈਲਣ ਅਤੇ ਸੁੰਗੜਨ ਦੀ ਸ਼ਕਤੀ ਹੁੰਦੀ ਹੈ, ਜਿਸ ਦੇ ਫਲਸਰੂਪ ਸਰੀਰ ਆਪਣੇ ਸਾਰੇ ਕੰਮ ਕਰਦਾ ਹੈ। ਮਾਸਪੇਸ਼ੀਆਂ ਕੀ ਹਨ? ਤਾਂ ਵਾਟ ਆਰ ਮਸਲਸ। ਮਾਸਪੇਸ਼ੀਆਂ ਮਾਸ ਤੰਤੂਆਂ ਦਾ ਸਮੂਹ ਹੈ ਜਿਸ ਵਿੱਚ ਫੈਲਣ ਅਤੇ ਸੁੰਗੜਨ ਦੀ ਸ਼ਕਤੀ ਹੁੰਦੀ ਹੈ। ਇਹ ਮਾਸਪੇਸ਼ੀਆਂ ਇਕੱਲੀਆਂ ਕੰਮ ਨਹੀਂ ਕਰਦੀਆਂ ਬਲਕਿ ਸਮੂਹਿਕ ਰੂਪ ਵਿੱਚ ਕੰਮ ਕਰਦੀ ਹੈ। ਮਾਸਪੇਸ਼ੀ ਵਿੱਚ ਜਿਹੜਾ ਹੈਗਾ 75% ਪਾਣੀ, 18% ਪ੍ਰੋਟੀਨ ਅਤੇ ਬਾਕੀ ਚਰਬੀ ਅਤੇ ਖਣਿਜ ਲੂਣ ਹੁੰਦੇ ਹਨ। ਇਹਨਾਂ ਮਾਸਪੇਸ਼ੀਆਂ ਨੂੰ ਨਾੜੀਆਂ ਵੀ ਜਿਹੜਾ ਹੈਗਾ ਵਾ ਨਾੜੀਆਂ ਦੁਆਰਾ ਜਿਹੜਾ ਹੈਗਾ ਲਹੂ ਦੀ ਸੂਖਮ ਨਾੜੀਆਂ ਤੋਂ ਸੂਚਨਾ ਮਿਲਦੀ ਹੈ। ਮਾਸਪੇਸ਼ੀਆਂ ਸਰੀਰ ਨੂੰ ਰੂਪ ਦਿੰਦੀ ਹੈ। ਮਜ਼ਬੂਤ ਮਾਸਪੇਸ਼ੀਆਂ ਵਾਲਾ ਸਰੀਰ ਜਿਹੜਾ ਹੈਗਾ ਤਗੜਾ ਅਤੇ ਸ਼ਕਤੀਸ਼ਾਲੀ ਹੁੰਦਾ ਹੈ। ਸਰੀਰ ਵਿੱਚ ਹਰ ਪ੍ਰਕਾਰ ਦੀ ਹਿਲਜੁਲ ਇਹਨਾਂ ਕਰਨਾ ਹੀ ਹੁੰਦੀ ਹੈ। ਮਾਸਪੇਸ਼ੀਆਂ ਦੇ ਭਾਗ, ਤਾਂ ਇਹਨਾਂ ਦੇ ਜਿਹੜੇ ਹੈਗੇ 3 ਮੁੱਖ ਭਾਗ ਹਨ, ਜਿਵੇਂ ਕਿ ਸਭ ਤੋਂ ਪਹਿਲਾਂ ਪੇਟ। ਮਾਸਪੇਸ਼ੀਆਂ ਦੇ ਜਿਹੜੇ ਹੈਗਾ ਵਾ ਸਭ ਤੋਂ ਅੰਦਰਲੇ ਅਤੇ ਮੋਟੇ ਭਾਗ ਨੂੰ ਪੇਟ ਕਹਿੰਦੇ ਹਨ। ਦੂਸਰਾ ਜੋੜ। ਮਾਸਪੇਸ਼ੀਆਂ ਦਾ ਦੂਜਾ ਜਿਹੜਾ ਹੈਗਾ ਵਾ ਕੀ ਹੈ ਦੋਸਤੋ, ਹਾਂਜੀ ਦੂਜਾ ਭਾਗ ਜੋ ਦੋਸਤੋ ਗਤੀਸ਼ੀਲ ਹੱਡੀ ਦੇ ਨਾਲ ਜੁੜਿਆ ਹੁੰਦਾ ਹੈ ਉਸ ਨੂੰ ਜੋੜ ਕਹਿੰਦੇ ਹਨ। ਤੀਸਰਾ ਹੈ ਆਪਣਾ ਜੜ। ਤਾਂ ਦੋਸਤੋ ਅਚਲ ਹੱਡੀ ਦੇ ਨਾਲ ਜਿਹੜਾ ਹੈਗਾ ਜੁੜੇ ਹੋਏ ਕਿਨਾਰੇ ਨੂੰ ਜੜ ਕਹਿੰਦੇ ਹਨ। ਮਾਸਪੇਸ਼ੀਆਂ ਦੇ ਪ੍ਰਕਾਰ ਦੇਖੋ ਕੀ ਹੈ, ਸਭ ਤੋਂ ਪਹਿਲਾਂ ਇੱਛੁਕ ਮਾਸਪੇਸ਼ੀਆਂ। ਠੀਕ ਹੈ ਜੀ, ਤਾਂ ਦੇਖੋ ਇਹ ਜਿਹੜਾ ਵਿਅਕਤੀ ਦੀ ਇੱਛਾ ਦੇ ਅਨੁਸਾਰ ਕੰਮ ਕਰਦੀ ਹੈ। ਇਹ ਸਾਡੇ ਸਰੀਰ ਦੇ ਉਹਨਾਂ ਅੰਗਾਂ ਵਿੱਚ ਮਿਲਦੀ ਹੈ ਜਿਨ੍ਹਾਂ ਤੋਂ ਅਸੀਂ ਆਪਣੀ ਇੱਛਾ ਮੁਤਾਬਕ ਕੰਮ ਜਿਹੜਾ ਹੈਗਾ ਲੈ ਸਕਦੇ ਹਾਂ। ਇਹ ਹੱਡੀਆਂ ਤੇ ਉੱਤੇ ਲੱਗੀਆਂ ਹੁੰਦੀਆਂ ਹਨ ਅਤੇ ਟੰਗਾਂ ਅਤੇ ਬਾਹਾਂ ਵਿੱਚ ਮਿਲਦੀਆਂ ਹਨ। ਇਹ ਹਾਸਲ ਸੂਚਨਾ ਅਨੁਸਾਰ ਜਿਹੜਾ ਹੈਗਾ ਵਾ ਕੰਮ ਕਰਦੀਆਂ ਹਨ। ਇਹ ਸਰੀਰ ਦੇ ਢਾਂਚੇ ਨੂੰ ਸੰਭਾਲ ਕੇ ਰੱਖਦੀਆਂ ਹਨ ਅਤੇ ਸਰੀਰ ਵਿੱਚ ਗਰਮੀ ਪੈਦਾ ਕਰਦੀਆਂ ਹਨ। ਦੂਸਰਾ ਹੈ ਆਪਣਾ ਅਨਿੱਛੁਕ ਮਾਸਪੇਸ਼ੀਆਂ। ਤਾਂ ਇਹ ਵਿਅਕਤੀ ਦੀ ਇੱਛਾ ਤੋਂ ਬਿਨਾਂ ਕੰਮ ਕਰਦੀਆਂ ਹਨ। ਇਸ ਪ੍ਰਕਾਰ ਦੀਆਂ ਮਾਸਪੇਸ਼ੀਆਂ ਦਿਲ, ਜਿਗਰ ਅਤੇ ਅੰਤੜੀਆਂ ਆਦਿ ਵਿੱਚ ਮਿਲਦੀਆਂ ਹਨ। ਇਹ ਮਾਸਪੇਸ਼ੀਆਂ ਵਿਅਕਤੀ ਦੇ ਸੁੱਤੇ ਪਿਆਂ ਵੀ ਕੰਮ ਕਰਦੀਆਂ ਹਨ। ਇਹਨਾਂ ਦਾ ਕੰਮ ਲਹੂ ਚੱਕਰ ਦੇ ਪਾਚਨ ਕਿਰਿਆ ਵਿੱਚ ਮਦਦ ਕਰਨਾ ਅਤੇ ਸਾਹ ਦੀ ਗਤੀ ਨੂੰ ਚਾਲੂ ਰੱਖਣਾ ਹੈ। ਇਹਨਾਂ ਲੱਛਣਾਂ ਨੂੰ ਸੁੰਗੜਨਾ, ਫੈਲਣਾ ਅਤੇ ਲਚਕ ਆਦਿ ਕਹਿੰਦੇ ਹਨ। ਮਾਸਪੇਸ਼ੀਆਂ ਉੱਤੇ ਕਸਰਤ ਦਾ ਪ੍ਰਭਾਵ। ਤਾਂ ਦੇਖੋ ਕਸਰਤ ਦਾ ਪ੍ਰਭਾਵ ਦੇਖਦੇ ਹਾਂ ਹੁਣ। ਸਰੀਰਕ ਕਸਰਤ ਦਾ ਮਾਸਪੇਸ਼ੀਆਂ ਨਾਲ ਸਿੱਧਾ ਸੰਬੰਧ ਹੈ, ਕਿਉਂਕਿ ਕਸਰਤ ਅਤੇ ਜਿਹੜਾ ਹੈਗਾ ਸਰੀਰਕ ਕਿਰਿਆਵਾਂ ਮਾਸਪੇਸ਼ੀਆਂ ਨੂੰ ਸ਼ਕਤੀ ਦੁਆਰਾ ਹੀ ਸੰਭਵ ਹੋ ਸਕਦੀ ਹੈ। ਕਸਰਤਾਂ ਦੇ ਪ੍ਰਭਾਵ ਹੇਠ ਲਿਖੇ ਹਨ, ਜਿਵੇਂ ਕਿ ਕਸਰਤ ਕਰਨ ਵਾਲੇ ਵਿਅਕਤੀ ਦੀ ਜਿਹੜੀ ਕਿ ਮਾਸਪੇਸ਼ੀਆਂ ਵਧੇਰੇ ਕੰਮ
ਕਰਦੀਆਂ ਹਨ। ਇਸ ਪ੍ਰਕਾਰ ਇਹਨਾਂ ਨੂੰ ਜਿਹੜਾ ਹੈਗਾ ਵਾ ਆਕਸੀਜਨ ਨਾਲ ਜਿਹੜਾ ਹੈਗਾ ਵਧੇਰੇ ਪੌਸ਼ਟਿਕ ਖੁਰਾਕ ਮਿਲਦੀ ਹੈ, ਇਸ ਨਾਲ ਇਹ ਵੱਧ ਮਜ਼ਬੂਤ ਬਣ ਜਾਂਦੀਆਂ ਹਨ। ਠੀਕ ਹੈ ਜੀ। ਤੇ ਦੂਸਰਾ ਹੈ ਆਪਣਾ ਕਸਰਤ ਕਰਨ ਨਾਲ ਮਾਸਪੇਸ਼ੀਆਂ ਦੀ ਗਤੀ ਵਿੱਚ ਤੇਜ਼ੀ ਆਉਂਦੀ ਹੈ। ਮਾਸਪੇਸ਼ੀਆਂ ਦੇਰ ਤੱਕ ਇੱਕ ਹੀ ਗਤੀ ਵਿੱਚ ਕੰਮ ਕਰਨ ਦੇ ਯੋਗ ਹੋ ਜਾਂਦੀਆਂ ਹਨ। ਤੀਸਰਾ, ਕਸਰਤ ਕਰਨ ਨਾਲ ਮਾਸਪੇਸ਼ੀਆਂ ਦੀ ਸਹਿਣ ਸ਼ਕਤੀ ਵਾਧਾ ਹੁੰਦਾ ਹੈ। ਕਸਰਤ ਦੁਆਰਾ ਜਿਹੜਾ ਹੈਗਾ ਮਾਸਪੇਸ਼ੀਆਂ ਸੁੰਦਰ ਬਣਵਾਈਆਂ ਹਾਂਜੀ ਸੁੰਦਰ ਜਿਹੜੇ ਹੈਗਾ ਬਣਦੀਆਂ ਹਨ, ਜਿਸ ਕਾਰਨ ਸਰੀਰ ਦੀ ਸੁੰਦਰਤਾ ਵਿੱਚ ਵੀ ਵਾਧਾ ਹੁੰਦਾ ਹੈ, ਵਿਅਕਤੀ ਦੀ ਸ਼ਖਸੀਅਤ ਵਿੱਚ ਨਿਖਾਰ ਆਉਂਦਾ ਹੈ। ਅਗਲਾ ਹੈ ਕਸਰਤ ਕਰਨ ਨਾਲ ਸਰੀਰ ਵਿੱਚ ਹਿਲਜੁਲ ਹੁੰਦੀ ਰਹਿੰਦੀ ਹੈ। ਇਸ ਵਿੱਚ ਕਈ ਬੇਲੋੜੇ ਪਦਾਰਥਾਂ ਦਾ ਸਰੀਰ ਵਿੱਚ ਨਿਕਾਸ ਹੋ ਜਾਂਦਾ ਹੈ। ਠੀਕ ਹੈ ਜੀ। ਅਤੇ ਸਰੀਰ ਦਾ ਤਾਪਮਾਨ ਆਮ ਹੀ ਰਹਿੰਦਾ ਹੈ। ਛੇਵਾਂ, ਕਸਰਤ ਦੁਆਰਾ ਕਸਰਤ ਦੁਆਰਾ ਅਨਿੱਛਕ ਮਾਸਪੇਸ਼ੀਆਂ ਦੀ ਜਿਹੜੀ ਹੈਗੀ ਮਾਸਪੇਸ਼ੀਆਂ ਵੀ ਸ਼ਕਤੀਸ਼ਾਲੀ ਹੋ ਜਾਂਦੀਆਂ ਹਨ, ਜਿਸ ਨਾਲ ਸਰੀਰ ਦੇ ਸਾਰੇ ਪ੍ਰਬੰਧ ਜੋ ਇਹਨਾਂ ਮਾਸਪੇਸ਼ੀਆਂ ਦੇ ਕਾਰਨ ਨਿਰੰਤਰ ਕਾਰਜਸ਼ੀਲ ਰਹਿੰਦੇ ਹਨ ਅਤੇ ਆਪਣਾ ਕੰਮ ਕਰਦੇ ਰਹਿੰਦੇ ਹਨ। ਸੱਤਵਾਂ, ਕਸਰਤ ਕਰਨ ਨਾਲ ਜਿਹੜਾ ਹੈਗਾ ਵਾ ਕੀ ਹੈ ਕਸਰਤ ਕਰਨ ਨਾਲ ਮਾਸਪੇਸ਼ੀਆਂ ਵਿੱਚ ਲਚਕ ਆਉਂਦੀ ਹੈ, ਇਸ ਨਾਲ ਸਾਡਾ ਸਰੀਰ ਨਿਰੋਗ ਅਤੇ ਮਜ਼ਬੂਤ ਰਹਿੰਦਾ ਹੈ। ਅੱਠਵਾਂ, ਕਸਰਤ ਕਰਨ ਨਾਲ ਛਾਤੀ ਦੀਆਂ ਹੱਡੀਆਂ ਤੇ ਪੱਠਿਆਂ ਦੇ ਫੈਲਣ ਦੀ ਸ਼ਕਤੀ ਵੱਧ ਜਾਂਦੀ ਹੈ। ਨੌਵਾਂ, ਇਸ ਦੇ ਦੁਆਰਾ ਜਿਹੜਾ ਹੈਗਾ ਪੱਠਿਆਂ ਨੂੰ ਪ੍ਰਯੋਗ ਦੇ ਯੋਗ ਰੱਖਿਆ ਜਾ ਸਕਦਾ ਹੈ। ਦਸਵਾਂ, ਇਸ ਦੇ ਦੁਆਰਾ ਜਿਹੜਾ ਕਿ ਸਾਡੀਆਂ ਹੱਡੀਆਂ ਕਠੋਰ ਹੋ ਜਾਂਦੀਆਂ ਹਨ ਅਤੇ ਵੱਧ ਸਮੇਂ ਤੱਕ ਕੰਮ ਕਰ ਸਕਦੀਆਂ ਹਨ। 11ਵਾਂ, ਆਰਾਮ ਦੀ ਅਵਸਥਾ ਵਿੱਚ ਵਿਅਕਤੀ ਦੀ ਲਹੂ ਚੱਕਰ ਪੂਰਾ ਹੋਣ ਲਈ 21 ਸੈਕਿੰਡ ਲੱਗਦੇ ਹਨ, ਪਰ ਕਸਰਤ ਕਰਨ ਨਾਲ ਇਹ ਜਿਹੜਾ ਹੈਗਾ 8.15 ਜਾਂ ਫਿਰ 10 ਸੈਕਿੰਡ ਵਿੱਚ ਪੂਰਾ ਹੋ ਜਾਂਦਾ ਹੈ। 12ਵਾਂ, ਮਾਸਪੇਸ਼ੀਆਂ ਦਾ ਕਸਰਤ ਹੋਣ ਨਾਲ ਜਿਹੜਾ ਹੈਗਾ ਵਾ ਮਾਸਪੇਸ਼ੀਆਂ ਦਾ ਕਸਰਤ ਹੋਣ ਨਾਲ ਉਹਨਾਂ ਦੀ ਪ੍ਰਤੀਕਿਰਿਆ ਸਮੇਂ ਵਿੱਚ ਜਿਹੜਾ ਹੈਗਾ ਵਾ ਵਾਧਾ ਹੁੰਦਾ ਹੈ। ਅਗਲਾ ਪ੍ਰਸ਼ਨ ਕੀ ਹੈ ਦੋਸਤੋ ਤੁਹਾਡਾ 8ਵਾਂ ਪ੍ਰਸ਼ਨ, ਭੋਜਨ ਦੇ ਜਿਹੜੇ ਹੈਗੇ ਕਿਹੜੇ ਮੁੱਖ ਕੰਮ ਹਨ? ਤਾਂ ਹਰੇਕ ਪ੍ਰਕਾਰ ਦੀਆਂ ਕਿਰਿਆ ਕਿਸੇ ਨਾ ਕਿਸੇ ਸ਼ਕਤੀ ਦੁਆਰਾ ਜਿਹੜਾ ਹੈਗਾ ਹੀ ਸੰਭਵ ਹੁੰਦੀ ਹੈ। ਸਰੀਰ ਦੀ ਕਿਰਿਆ ਕਰਨ ਲਈ ਜਿਹੜਾ ਹੈਗਾ ਸਰੀਰ ਭੋਜਨ ਪਦਾਰਥ ਤੋਂ ਸ਼ਕਤੀ ਪ੍ਰਾਪਤ ਕਰਦਾ ਹੈ। ਭੋਜਨ ਸਰੀਰ ਨੂੰ ਸਿਰਫ ਊਰਜਾ ਹੀ ਪ੍ਰਦਾਨ ਨਹੀਂ ਕਰਦਾ, ਬਲਕਿ ਸਰੀਰ ਦੇ ਹੋਰ ਵੀ ਬਹੁਤ ਸਾਰੇ ਕੰਮ ਕਰਦਾ ਹੈ, ਜਿਨ੍ਹਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ। ਤਾਂ ਭੋਜਨ ਸਾਡੇ ਸਰੀਰ ਨੂੰ ਸ਼ਕਤੀ ਦਿੰਦਾ ਹੈ। ਇਹਦਾ ਅੰਦਰਲਾ ਦੋਸਤੋ ਕੀ ਲਿਖਿਆ ਹੈ ਤੁਸੀਂ ਇਸ ਨੂੰ ਰੀਡ ਕਰ ਲੈਣਾ ਵਾ। ਠੀਕ ਹੈ ਜੀ। ਤੇ ਇਹ ਸ਼ਕਤੀ ਦਿੰਦਾ ਹੈ, ਇਹ ਤੁਸੀਂ ਆਪਣੇ ਕੋਲ ਵੀ ਬਣਾ ਕੇ ਲਿਖ ਸਕਦੇ ਹੋ, ਬਾਕੀ ਇਸ ਨੂੰ ਰੀਡ ਕਰ ਲਓ ਅੰਦਰ ਕੀ ਲਿਖਿਆ ਹੈ। ਤੇ ਦੂਸਰਾ ਪੁਆਇੰਟ ਹੈ ਦੋਸਤੋ, ਸਰੀਰ ਦਾ ਜਿਹੜਾ ਹੈਗਾ ਇਹ ਵਾਧਾ ਤੇ ਵਿਕਾਸ ਵੀ ਕਰਦਾ ਵਾ। ਜੋ ਮਨੁੱਖ ਪੈਦਾ ਹੁੰਦਾ ਹੈ, ਠੀਕ ਹੈ, ਜਦੋਂ ਮਨੁੱਖ ਪੈਦਾ ਹੁੰਦਾ ਹੈ ਤਾਂ ਉਸ ਦਾ ਆਕਾਰ ਕਾਫੀ ਛੋਟਾ ਹੁੰਦਾ ਹੈ, ਬਟ ਦੋਸਤੋ ਫਿਰ ਇਹ ਭੋਜਨ ਦੇ ਨਾਲ ਹੀ ਸਾਡਾ ਜਿਹੜਾ ਹੈਗਾ ਸਰੀਰ ਦਾ ਵਿਕਾਸ ਅਤੇ ਵਾਧਾ ਹੁੰਦਾ ਹੈ। ਤਾਂ ਦੋਸਤੋ ਭੋਜਨ ਜਿਹੜਾ ਹੈਗਾ ਸਾਡੇ ਸਰੀਰ ਵਿੱਚ ਜਿਹੜਾ ਹੈਗਾ ਗਰਮੀ ਵੀ ਪੈਦਾ ਕਰਦਾ ਹੈ। ਠੀਕ ਹੈ, ਇਸ ਨੂੰ ਵੀ ਰੀਡ ਕਰੋ ਤੁਸੀਂ। ਸਰੀਰ ਦਾ ਜਿਹੜਾ ਹੈਗਾ ਤਾਪਮਾਨ ਸਹੀ ਰੱਖਦਾ ਹੈ ਕੌਣ? ਭੋਜਨ। ਠੀਕ ਹੈ ਜੀ। ਭੋਜਨ ਨਿਰਜੀਵ ਸੈੱਲਾਂ ਨੂੰ ਜਿਹੜਾ ਹੈਗਾ ਸਜੀਵ ਕਰਦਾ ਹੈ। ਤੇ ਛੇਵਾਂ ਦੋਸਤੋ, ਪੁਰਾਣੇ ਤੰਤੂਆਂ ਦੀ ਮੁਰੰਮਤ ਅਤੇ ਨਵੇਂ ਤੰਤੂਆਂ ਦਾ ਨਿਰਮਾਣ ਕਰਦਾ ਹੈ ਕੌਣ? ਆਪਣਾ ਜਿਹੜਾ ਭੋਜਨ ਆ। ਠੀਕ ਹੈ ਜੀ। ਤੇ ਸੱਤਵਾਂ, ਬਿਮਾਰੀਆਂ ਤੋਂ ਰੱਖਿਆ ਵੀ ਕਰਦਾ ਹੈ ਕੌਣ? ਭੋਜਨ। ਠੀਕ ਹੈ, ਤਾਂ ਤੁਸੀਂ ਇਸ ਪੁਆਇੰਟ ਨੂੰ ਦੋਸਤੋ ਕੀ ਹੈ ਰੀਡ ਕਰ ਲਓ ਇੱਕ ਵਾਰੀ, ਇਹਦੇ ਅੰਦਰ ਕੀ ਲਿਖਿਆ ਹੋਇਆ ਵਾ। ਠੀਕ ਹੈ, ਪਹਿਲੇ ਪੁਆਇੰਟ ਦੇ ਵਿੱਚ, ਦੂਸਰੇ ਦੇ ਵਿੱਚ। ਠੀਕ ਹੈ, ਪਹਿਲੇ ਦੇ ਵਿੱਚ ਆਹੀ ਹੈ ਕਿ ਸਾਨੂੰ ਆਪਣੇ ਰੋਜ਼ਾਨਾ ਜੀਵਨ ਦੇ ਕੰਮਾਂ ਨੂੰ ਚੰਗੀ ਤਰ੍ਹਾਂ ਨਾਲ ਨਿਪਟਾਉਣ ਲਈ ਜਿਹੜਾ ਹੈਗਾ ਸ਼ਕਤੀ ਦੀ ਜ਼ਰੂਰਤ ਹੁੰਦੀ ਹੈ। ਤਾਂ ਭੋਜਨ ਦੇ ਜਲਣ ਨਾਲ ਗਰਮੀ ਪੈਦਾ ਹੁੰਦੀ ਹੈ, ਜਿਸ ਨਾਲ ਸਰੀਰ ਵਿੱਚ ਕੰਮ ਕਰਨ ਦੀ ਜਿਹੜੀ ਹੈਗੀ ਸ਼ਕਤੀ ਪੈਦਾ ਹੁੰਦੀ ਹੈ। ਇਸ ਪ੍ਰਕਾਰ ਤੁਸੀਂ ਲਿਖ ਲੈਣਾ ਵਾ। ਤੇ ਦੂਸਰਾ ਤੁਹਾਨੂੰ ਮੈਂ ਦੱਸਿਆ ਸੀਗਾ ਜਦੋਂ ਮਨੁੱਖ ਪੈਦਾ ਹੁੰਦਾ ਹੈ ਤਾਂ ਉਸਦਾ ਆਕਾਰ ਕਾਫੀ ਛੋਟਾ ਹੁੰਦਾ ਹੈ, ਪਰ ਜਿਉਂ-ਜਿਉਂ ਉਹ ਸਮਾਂ ਗੁਜ਼ਰਦਾ ਜਾਂਦਾ ਹੈ ਤਾਂ ਅਸੀਂ ਦੇਖਦੇ ਹਾਂ ਕਿ ਉਹ ਵੱਡਾ ਹੁੰਦਾ ਹੈ। ਸਰੀਰ ਦੇ ਛੋਟੇ ਸੈੱਲ ਵੱਧਦੇ ਰਹਿੰਦੇ ਹਨ। ਭੋਜਨ ਵਿੱਚ ਪ੍ਰੋਟੀਨ ਦੇ ਹੋਣ ਕਰਕੇ ਸੈੱਲ ਵੱਧਦੇ ਹਨ। ਸਰੀਰ ਵਿੱਚ ਗਰਮੀ ਪੈਦਾ ਕਰਦਾ ਹੈ। ਭੋਜਨ ਸਰੀਰ ਵਿੱਚ ਗਰਮੀ ਪੈਦਾ ਕਰਦਾ ਹੈ। ਜਦੋਂ ਖਾਧਾ ਹੋਇਆ ਭੋਜਨ ਪਚ ਕੇ ਸਾਹ ਦੁਆਰਾ ਪ੍ਰਾਪਤ ਆਕਸੀਜਨ ਨਾਲ ਮਿਲ ਕੇ ਖੂਨ ਉਬਲਦਾ ਹੈ ਤਾਂ ਇਹ ਗਰਮੀ ਪੈਦਾ ਹੁੰਦੀ ਹੈ। ਸਰੀਰ ਦਾ ਤਾਪਮਾਨ ਸਹੀ ਰੱਖਦਾ ਹੈ। ਜਿਹੜਾ ਭੋਜਨ ਅਸੀਂ ਖਾਂਦੇ ਹਾਂ ਤਾਂ ਉਹ ਮਿਹਦੇ ਤੇ ਅੰਤੜੀਆਂ ਵਿੱਚ ਜਾ ਕੇ ਜਿਹੜਾ ਹੈਗਾ ਕਾਫੀ ਨਹੀਂ ਕਈ ਤਬਦੀਲੀਆਂ ਧਾਰਨ ਕਰ ਲੈਂਦਾ ਹੈ। ਇਸ ਵਿੱਚ ਜੋ ਰਸ ਨਿਕਲਦੇ ਹਨ ਉਹ ਲਹੂ ਦੁਆਰਾ ਸਰੀਰ ਦੇ ਸਾਰੇ ਭਾਗਾਂ ਵਿੱਚ ਪਹੁੰਚਦੇ ਹਨ। ਤਾਂ ਇਸ ਤਰ੍ਹਾਂ ਸਰੀਰ ਦੀ ਜਿਹੜੀ ਹੈਗੀ ਸਥਾਈ ਜਿਹੜੀ ਹੈਗੀ ਆਪਣੀ ਇਸ ਤਰ੍ਹਾਂ ਦੋਸਤੋ ਸਰੀਰ ਦੀ ਜਿਹੜੀ ਹੈਗੀ ਆ ਸਰਦੀ ਤੇ ਗਰਮੀ ਦੀ ਮਾਤਰਾ ਇਹ ਸਹੀ ਰੱਖਦੇ ਹਨ। ਤੇ ਭੋਜਨ ਦੋਸਤੋ ਨਿਰਜੀਵ ਸੈੱਲਾਂ ਨੂੰ ਮਜ਼ਬੂਤ ਜਿਹੜਾ ਹੈਗਾ ਸਜੀਵ ਕਰਦਾ ਹੈ। ਤਾਂ ਸਰੀਰ ਦੁਆਰਾ ਜਿਹੜਾ ਹੈਗਾ ਕੀਤੇ ਗਏ ਕੰਮਾਂ ਦੁਆਰਾ ਜਿਹੜਾ ਹੈਗਾ ਸਰੀਰ ਦੇ ਸੈੱਲ ਨਿਰਜੀਵ ਹੁੰਦੇ ਰਹਿੰਦੇ ਹਨ। ਭੋਜਨ ਉਹਨਾਂ ਦੀ ਥਾਂ ਹੋਰ ਨਵੇਂ ਸੈੱਲ ਪੈਦਾ ਕਰਕੇ ਸਰੀਰ ਦੀ ਸ਼ਕਤੀ ਬਣਾਏ ਰੱਖਦਾ ਹੈ। ਇਹਨਾਂ ਸਰੀਰਕ ਕੰਮਾਂ ਦੇ ਦੌਰਾਨ ਦੋਸਤੋ ਸਰੀਰ ਦੇ ਬਹੁਤ ਸਾਰੇ ਜਿਹੜਾ ਹੈਗਾ ਸੈੱਲ ਟੁੱਟ ਜਾਂਦੇ ਹਨ। ਜਦੋਂ ਵਿਅਕਤੀ ਆਰਾਮ ਕਰਦਾ ਹੈ ਤਾਂ ਭੋਜਨ ਉਹਨਾਂ ਟੁੱਟੇ ਫੁੱਟੇ ਸੈੱਲਾਂ ਦੀ ਮੁਰੰਮਤ ਕਰਕੇ ਮੁਰੰਮਤ ਵਿੱਚ ਜੁਟ ਜਾਂਦਾ ਹੈ ਅਤੇ ਸਰੀਰ ਨੂੰ ਜਿਹੜਾ ਹੈਗਾ ਫਿਰ ਕੰਮ ਕਰਨ ਲਈ ਜਿਹੜਾ ਹੈਗਾ ਤਿਆਰ ਕਰ ਦਿੰਦਾ ਹੈ। ਤੇ ਛੇਵਾਂ ਦੋਸਤੋ ਕੀ ਹੈ? ਪੁਰਾਣੇ ਤੰਤੂਆਂ ਦੀ ਮੁਰੰਮਤ ਅਤੇ ਨਵੇਂ ਤੰਤੂਆਂ ਦਾ ਨਿਰਮਾਣ। ਤਾਂ ਲਗਾਤਾਰ ਕੰਮ ਕਰਦੇ ਰਹਿਣ ਨਾਲ ਦੋਸਤੋ ਸਾਡੇ ਅੰਦਰੂਨੀ ਤੰਤੂਆਂ ਦੀ ਟੁੱਟ ਫੁੱਟ ਹੁੰਦੀ ਰਹਿੰਦੀ ਹੈ। ਭੋਜਨ ਇਹਨਾਂ ਟੁੱਟੇ ਹੋਏ ਤੰਤੂਆਂ ਦਾ ਨਿਰਮਾਣ ਕਰਦਾ ਹੈ। ਸੱਤਵਾਂ, ਬਿਮਾਰੀਆਂ ਦੀ ਰੱਖਿਆ ਕਰਦਾ ਹੈ। ਭੋਜਨ ਸਾਡੇ ਲਈ ਦੋਸਤੋ ਜਿਹੜਾ ਹੈਗਾ ਵਾ ਸਰੀਰ ਨੂੰ ਬਿਮਾਰੀਆਂ ਤੇ ਕੀਟਾਣੂਆਂ ਤੋਂ ਲੜਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ। ਕਈ ਪ੍ਰਕਾਰ ਦੇ ਭੋਜਨ ਸਰੀਰ ਵਿੱਚ ਵਿਸ਼ਾਣੂਆਂ ਦੇ ਖਾਤਮੇ ਲਈ ਦਵਾਈਆਂ ਦੀ ਤਰ੍ਹਾਂ ਅਸਰ ਕਰਦੇ ਹਨ। ਭੋਜਨ ਸਰੀਰ ਨੂੰ ਅਰੋਗ ਅਤੇ ਤੰਦਰੁਸਤ ਰੱਖਦਾ ਹੈ। ਤਾਂ ਦੋਸਤੋ ਇਹ ਵੈਰੀ ਇੰਪੋਰਟੈਂਟ ਪ੍ਰਸ਼ਨ ਆ। ਠੀਕ ਹੈ ਜੀ, ਕਿ ਭੋਜਨ ਦੇ ਜਿਹੜੇ ਹੈਗੇ ਕਿਹੜੇ ਮੁੱਖ ਕੰਮ ਹਨ। ਤਾਂ ਇਸ ਨੂੰ ਤੁਸੀਂ ਜ਼ਰੂਰ ਕਰ ਲੈਣਾ ਵਾ, ਚੰਗੀ ਤਰ੍ਹਾਂ ਇਹਨਾਂ ਦੇ ਪੁਆਇੰਟਸ ਯਾਦ ਕਰ ਲਓ।
ਤੇ ਹੁਣ ਦੋਸਤੋ ਆਪਣਾ ਅਗਲਾ ਪ੍ਰਸ਼ਨ ਆ ਕਿ ਸੰਤੁਲਿਤ ਭੋਜਨ ਦੇ ਵੱਖ-ਵੱਖ ਤੱਤ ਕਿਹੜੇ ਹਨ। ਤਾਂ ਦੇਖੋ ਸੰਤੁਲਿਤ ਭੋਜਨ ਕੀ ਹੈ। ਸੰਤੁਲਿਤ ਭੋਜਨ ਉਹ ਭੋਜਨ ਹੈ ਜਿਸ ਵਿੱਚ ਸਰੀਰ ਲਈ ਲੋੜੀਂਦੇ ਸਾਰੇ ਜ਼ਰੂਰੀ ਤੱਤ ਜਿਹੜੇ ਹੈਗੇ ਆ ਕੀ ਹੈ ਨਿਯਤ ਮਾਤਰਾ ਜਾਂ ਉਚਿਤ ਮਾਤਰਾ ਨਾਲ ਜਿਹੜਾ ਹੈਗਾ ਵਾ ਮਿਲਦੇ ਹਨ। ਜਿਵੇਂ ਪ੍ਰੋਟੀਨ, ਕਾਰਬੋਹਾਈਡਰੇਟਸ, ਚਿਕਨਾਈ, ਖਣਿਜ ਲੂਣ, ਪਾਣੀ, ਵਿਟਾਮਿਨਸ ਤੇ ਫੋਕਟ ਤੱਤਾਂ ਦੀ ਮਾਤਰਾ ਵਿਅਕਤੀ ਦੀ ਉਮਰ, ਸਿਹਤ ਦੇ ਕੰਮ ਤੇ ਜਿਹੜੇ ਹੈਗੇ ਨਿਰਭਰ ਕਰਦੀ ਹੈ। ਠੀਕ ਹੈ ਜੀ। ਤਾਂ ਇਹ ਤੁਹਾਡਾ ਸੰਤੁਲਿਤ ਭੋਜਨ ਦਾ ਮੀਨਿੰਗ ਹੋ ਗਿਆ। ਠੀਕ ਹੈ ਜੀ। ਤੇ ਹੁਣ ਇਹਨਾਂ ਦੇ ਤੱਤ ਦੇਖ ਲਓ ਕੀ ਹੈ। ਤਾਂ ਅਗਰ ਮੀਨਿੰਗ ਤੁਹਾਨੂੰ ਪੁੱਛ ਲੈਣ ਕਿ ਸੰਤੁਲਿਤ ਭੋਜਨ ਕੀ ਹੈ ਤਾਂ ਤੁਸੀਂ ਇਹ ਵਾਲਾ ਲਿਖ ਦੇਣਾ ਵਾ। ਅੱਗੇ ਸੰਤੁਲਿਤ ਭੋਜਨ ਦੇ ਤੱਤ ਕਿਹੜੇ ਨੇ ਤਾਂ ਦੇਖੋ ਦੋਸਤੋ ਕੀ ਹੈ ਪ੍ਰੋਟੀਨਸ। ਠੀਕ ਹੈ ਜੀ। ਸਭ ਤੋਂ ਪਹਿਲਾਂ ਤੁਹਾਡਾ ਆ ਜਾਏਗਾ ਪ੍ਰੋਟੀਨਸ ਤੇ ਦੂਸਰਾ ਹੈਗਾ ਦੋਸਤੋ ਕਾਰਬੋਹਾਈਡਰੇਟਸ, ਤੀਸਰਾ ਹੈਗਾ ਚਿਕਨਾਈ ਜਿਸ ਨੂੰ ਫੈਟਸ ਜਾਂ ਫਿਰ ਚਰਬੀ ਕਹਿੰਦੇ ਆ, ਖਣਿਜ ਲੂਣ ਜਿਸ ਨੂੰ ਮਿਨਰਲ ਸਾਲਟਸ ਕਹਿੰਦੇ ਆ, ਵਿਟਾਮਿਨਸ, ਪਾਣੀ। ਠੀਕ ਹੈ ਜੀ। ਫੋਕਟ। ਤਾਂ ਦੇਖੋ ਦੋਸਤੋ ਸਭ ਤੋਂ ਪਹਿਲਾਂ ਪ੍ਰੋਟੀਨ। ਤਾਂ ਪ੍ਰੋਟੀਨ ਦੋਸਤੋ ਯੂਨਾਨੀ ਭਾਸ਼ਾ ਦਾ ਸ਼ਬਦ ਹੈ। ਇਸ ਦਾ ਅਰਥ ਹੈ ਕਿ ਪਹਿਲਾਂ ਆਉਣਾ ਤੇ ਇਹ ਦੋਸਤੋ ਕੀ ਹੈ ਕਾਰਬਨ, ਹਾਈਡਰੋਜਨ ਅਤੇ ਜਿਹੜਾ ਹੈਗਾ ਵਾ ਆਕਸੀਜਨ ਅਤੇ ਨਾਈਟ੍ਰੋਜਨ ਗੰਧਕ ਦਾ ਮੇਲ ਹੈ। ਇਹ ਸਾਨੂੰ ਜਿਹੜਾ ਹੈਗਾ ਵਾ ਛਿਲਕੇਦਾਰ ਅਨਾਜਾਂ ਤੋਂ ਮਿਲਦਾ ਹੈ। ਪ੍ਰੋਟੀਨ ਦੋ ਪ੍ਰਕਾਰ ਦੇ ਹੁੰਦੇ ਹਨ। ਬਨਸਪਤੀ ਪ੍ਰੋਟੀਨ ਤਾਂ ਇਹ ਬਨਸਪਤੀ ਤੋਂ ਮਿਲਦਾ ਹੈ। ਪਸ਼ੂ ਪ੍ਰੋਟੀਨ ਇਹ ਪਸ਼ੂਆਂ ਤੋਂ ਮਿਲਦਾ ਹੈ। ਦੂਸਰਾ ਹੈ ਆਪਣਾ ਕਾਰਬੋਹਾਈਡਰੇਟਸ ਤਾਂ ਇਹ ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਦਾ ਜਿਹੜਾ ਹੈਗਾ ਮੇਲ ਹੈ। ਇਹ ਜਿਹੜਾ ਹੈਗਾ ਵਾ ਦੋਸਤੋ ਦੋ ਪ੍ਰਕਾਰ ਦੇ ਹੁੰਦੇ ਹਨ। ਠੀਕ ਹੈ ਜੀ। ਤੇ ਇਹ ਸਾਨੂੰ ਜਿਹੜਾ ਹੈਗਾ ਕਣਕ, ਆਲੂ, ਅਖਰੋਟ, ਆਪਣਾ ਸ਼ੱਕਰਕੰਦੀ ਅਤੇ ਕੋਲੇ ਤੋਂ ਪ੍ਰਾਪਤ ਹੁੰਦਾ ਹੈ। ਸ਼ੱਕਰ ਦੇ ਰੂਪ ਵਿੱਚ ਦੋਸਤੋ ਗੰਨੇ ਦਾ ਰਸ, ਸ਼ੱਕਰ ਤੇ ਗੁੜ, ਸ਼ਹਿਦ ਆਦਿ ਵਿੱਚ ਜਿਹੜਾ ਹੈਗਾ ਵਾ ਵੱਧ ਮਿਲਦਾ ਹੈ। ਚਿਕਨਾਈ ਤਾਂ ਹੁਣ ਤੀਸਰਾ ਹੈ ਚਿਕਨਾਈ ਯਾਨੀ ਕਿ ਫੈਟਸ। ਤਾਂ ਇਸ ਵਿੱਚ ਜਿਹੜਾ ਹੈਗਾ ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਦਾ ਮੇਲ ਹੁੰਦਾ ਹੈ। ਇਹ ਵੀ ਸਰੀਰ ਨੂੰ ਜਿਹੜਾ ਹੈਗਾ ਸ਼ਕਤੀ ਅਤੇ ਜਿਹੜਾ ਹੈਗਾ ਗਰਮੀ ਦਿੰਦਾ ਹੈ। ਇਹ ਜਿਹੜਾ ਹੈਗਾ ਵਾ ਦੋ ਪ੍ਰਕਾਰ ਦਾ ਹੁੰਦਾ ਹੈ। ਤਾਂ ਪਸ਼ੂ ਚਰਬੀ ਠੀਕ ਹੈ ਜੀ ਇਹ ਮੱਛੀ ਦਾ ਤੇਲ, ਜਾਨਵਰਾਂ ਦੀ ਚਰਬੀ ਅਤੇ ਆਂਡੇ ਦੀ ਜਰਦੀ, ਦੁੱਧ, ਘਿਓ ਤੋਂ ਪ੍ਰਾਪਤ ਹੁੰਦਾ ਹੈ। ਦੂਸਰਾ ਹੈ ਬਨਸਪਤੀ ਚਰਬੀ ਤਾਂ ਇਹ ਬਦਾਮ, ਅਖਰੋਟ, ਸੁੱਕੇ ਮੇਵੇ, ਸਬਜ਼ੀਆਂ ਤੋਂ ਪ੍ਰਾਪਤ ਹੁੰਦਾ ਹੈ। ਚੌਥਾ ਪੁਆਇੰਟ ਹੈ ਆਪਣਾ ਦੋਸਤੋ ਖਣਿਜ ਲੂਣ ਯਾਨੀ ਕਿ ਮਿਨਰਲ ਸਾਲਟਸ। ਤਾਂ ਸਰੀਰ ਨੂੰ ਜਿਹੜਾ ਹੈਗਾ ਦੋਸਤੋ ਤੰਦਰੁਸਤ ਅਤੇ ਮਜ਼ਬੂਤ ਅਤੇ ਸ਼ਕਤੀਸ਼ਾਲੀ ਬਣਾਉਣ ਲਈ ਬਹੁਤ ਸਾਰੇ ਖਣਿਜ ਲੂਣ ਦੀ ਜ਼ਰੂਰਤ ਹੁੰਦੀ ਹੈ। ਜੇਕਰ ਇਹ ਖਣਿਜ ਪਦਾਰਥ ਮਨੁੱਖ ਦੇ ਸਰੀਰ ਨੂੰ ਨਾ ਮਿਲਣ ਤਾਂ ਜਿਉਣਾ ਮੁਸ਼ਕਿਲ ਹੋ ਜਾਵੇਗਾ। ਖਣਿਜ ਪਦਾਰਥ ਤਾਜ਼ੇ ਫਲ ਅਤੇ ਜਿਹੜਾ ਹੈਗਾ ਸਬਜ਼ੀਆਂ ਵਿੱਚ ਬਹੁਤ ਮਿਲਦੇ ਹਨ। ਇਹ ਖਣਿਜ ਪਦਾਰਥ ਹੇਠ ਲਿਖੇ ਅਨੁਸਾਰ ਹਨ ਜਿਵੇਂ ਕਿ ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਸੋਡੀਅਮ, ਲੋਹਾ, ਫਾਸਫੋਰਸ, ਤਾਂਬਾ, ਆਇਓਡੀਨ, ਗੰਧਕ ਆਦਿ। ਤਾਂ ਅੱਗੇ ਹੈ ਦੋਸਤੋ ਆਪਣਾ ਵਿਟਾਮਿਨਸ। ਤਾਂ ਵਿਟਾਮਿਨਸ ਕੀ ਹੁੰਦੇ ਹਨ ਤਾਂ ਵਿਟਾਮਿਨਸ ਇਹ ਸਰੀਰ ਦੇ ਜੀਵਨ ਰੱਖਿਅਕ ਹੁੰਦੇ ਹਨ। ਇਹ ਸਰੀਰ ਨੂੰ ਤੰਦਰੁਸਤ ਅਤੇ ਤਾਜ਼ਾ ਰੱਖਦੇ ਹਨ। ਜੇਕਰ ਦੋਸਤੋ ਸਰੀਰ ਨੂੰ ਉਚਿਤ ਮਾਤਰਾ ਵਿੱਚ ਵਿਟਾਮਿਨਾਂ ਜਿਹੜਾ ਹੈਗਾ ਵਾ ਵਿਟਾਮਿਨਸ ਨਹੀਂ ਮਿਲਦੇ ਤਾਂ ਸਰੀਰ ਤੰਦਰੁਸਤ ਨਹੀਂ ਰਹਿ ਸਕਦਾ। ਵਿਟਾਮਿਨ ਸਿਹਤ ਲਈ ਬਹੁਤ ਹੀ ਜਿਹੜਾ ਹੈਗਾ ਜ਼ਰੂਰੀ ਹਨ। ਭੋਜਨ ਉਹੀ ਚੰਗਾ ਮੰਨਿਆ ਜਾਂਦਾ ਹੈ ਜਿਸ ਵਿੱਚ ਵਿਟਾਮਿਨ ਹੋਣ। ਵਿਟਾਮਿਨ 6 ਪ੍ਰਕਾਰ ਦੇ ਹੁੰਦੇ ਹਨ। ਹੁਣ ਤੱਕ ਵਿਟਾਮਿਨ ਜਿਹੜੇ ਹੈਗੇ A, B, C, D, E ਅਤੇ ਜਿਹੜਾ ਹੈਗਾ ਕੇ ਪਦਾਰਥ ਵਿੱਚੋਂ ਖੋਜੇ ਜਾ ਚੁੱਕੇ ਹਨ। ਇਹ ਤਾਜ਼ੇ ਫਲ ਅਤੇ ਤਾਜ਼ੀਆਂ ਸਬਜ਼ੀਆਂ ਵਿੱਚ ਬਹੁਤ ਮਿਲਦੇ ਹਨ। ਦੁੱਧ ਵਿੱਚ ਸਾਰੇ ਵਿਟਾਮਿਨ ਪਾਏ ਜਾਂਦੇ ਹਨ। ਛੇਵਾਂ ਹੈ ਦੋਸਤੋ ਵਾਟਰ ਯਾਨੀ ਕਿ ਪਾਣੀ। ਤਾਂ ਦੇਖੋ ਸਾਡੇ ਸਰੀਰ ਦਾ ਜਿਹੜਾ ਹੈਗਾ 2/3 ਹਿੱਸਾ ਪਾਣੀ ਦਾ ਹੁੰਦਾ ਹੈ। ਠੀਕ ਹੈ ਜੀ। ਇਸ ਦੀ ਜਿਹੜੀ ਹੈਗੀ ਸਰੀਰਕ ਲੋੜ ਹਵਾ ਤੋਂ ਦੂਜੇ ਦਰਜੇ ਤੇ ਹੁੰਦੀ ਹੈ। ਖੁਰਾਕ ਨਾ ਖਾਈਏ ਤਾਂ ਅਸੀਂ ਮਹੀਨੇ ਤੋਂ ਵੱਧ ਜਿੰਦਾ ਰਹਿ ਸਕਦੇ ਹਾਂ, ਪਰ ਪਾਣੀ ਨਾ ਮਿਲੇ ਤਾਂ ਅਸੀਂ ਕੁਝ ਦਿਨਾਂ ਤੱਕ ਹੀ ਜਿਉਂਦੇ ਰਹਿ ਸਕਦੇ ਹਾਂ। ਠੀਕ ਹੈ ਜੀ। ਇਹ ਸਾਨੂੰ ਕਈ ਖੁਰਾਕ ਦੇ ਤੱਤ ਫਲਾਂ ਅਤੇ ਸਬਜ਼ੀਆਂ ਤੋਂ ਮਿਲਦਾ ਹੈ। ਇਹ ਹਾਈਡਰੋਜਨ ਅਤੇ ਆਕਸੀਜਨ ਦੇ ਮਿਲ ਤੋਂ ਬਣਦਾ ਹੈ। ਚੰਗੀ ਸਿਹਤ ਅਤੇ ਅਰੋਗਤਾ ਲਈ ਸਾਫ਼ ਸੁਥਰਾ ਅਤੇ ਕੀਟਾਣੂ ਰਹਿਤ ਪਾਣੀ ਪੀਣਾ ਚਾਹੀਦਾ ਹੈ। ਸੱਤਵਾਂ ਹੈ ਦੋਸਤੋ ਫੋਕਟ ਯਾਨੀ ਕਿ ਰਾਉਗੈਸ। ਤਾਂ ਦੇਖੋ ਕਿ ਅਨਾਜਾਂ ਦੇ ਛਿਲਕੇ, ਸਲਾਦ, ਲੱਸੀ ਅਤੇ ਸਬਜ਼ੀਆਂ ਦੇ ਪੱਤੇ ਜਿਨ੍ਹਾਂ ਨੂੰ ਅਸੀਂ ਫੋਕਟ ਸਮਝ ਕੇ ਸੁੱਟ ਦਿੰਦੇ ਹਾਂ ਤਾਂ ਬਿਨਾਂ ਇਹਨਾਂ ਦਾ ਜਿਹੜਾ ਹੈਗਾ ਦੋਸਤੋ ਪ੍ਰਯੋਗ ਕਰਨਾ ਇੰਨਾ ਜ਼ਰੂਰੀ ਨਹੀਂ ਸਮਝਿਆ ਜਾਂਦਾ। ਠੀਕ ਹੈ ਜੀ। ਤਾਂ ਇਹ ਕੁਝ ਅਜਿਹੇ ਫੋਕਟ ਪਦਾਰਥ ਹਨ ਜੋ ਸਰੀਰ ਲਈ ਬਹੁਤ ਹੀ ਉਪਯੋਗੀ ਹੁੰਦੇ ਹਨ। ਇਹ ਸਰੀਰ ਦੀ ਸਫਾਈ ਜਿਹੜਾ ਹੈਗਾ ਵਾ ਕਰਦੇ ਹਨ। ਤੇ ਹੁਣ ਦੋਸਤੋ ਆਪਣਾ ਪ੍ਰਸ਼ਨ ਹੈ ਫੋਕਟ ਸਾਡੇ ਸਰੀਰ ਲਈ ਬੜੇ ਹੀ ਲਾਭਦਾਇਕ ਹਨ ਕਿਵੇਂ। ਤਾਂ ਦੇਖੋ ਸਰੀਰਕ ਵਾਧੇ ਅਤੇ ਵਿਕਾਸ ਅਤੇ ਤੰਦਰੁਸਤੀ ਲਈ ਅਸੀਂ ਸੰਤੁਲਿਤ ਭੋਜਨ ਖਾਂਦੇ ਹਾਂ। ਭੋਜਨ ਖਾਂਦੇ ਸਮੇਂ ਭੋਜਨ ਦੇ ਫੋਕਟ ਪਦਾਰਥਾਂ ਨੂੰ ਖਾਣਾ ਹਮੇਸ਼ਾ ਭੁੱਲ ਜਾਂਦੇ ਹਾਂ। ਆਮ ਤੌਰ ਤੇ ਪ੍ਰੋਟੀਨ, ਕਾਰਬੋਹਾਈਡਰੇਟਸ, ਚਿਕਨਾਈ, ਖਣਿਜ ਲੂਣ ਅਤੇ ਵਿਟਾਮਿਨਸ ਨੂੰ ਭੋਜਨ ਦੇ ਤੱਤ ਮੰਨ ਲਿਆ ਜਾਂਦਾ ਹੈ। ਠੀਕ ਹੈ ਜੀ। ਤਾਂ ਪਾਣੀ ਜਿਹੜਾ ਹੈਗਾ ਮੁਫਤ ਵਿੱਚ ਮਿਲ ਜਾਂਦਾ ਹੈ, ਪਰੰਤੂ ਜਿਹੜਾ ਹੈਗਾ ਫੋਕਟ ਪਦਾਰਥ ਨੂੰ ਅਸੀਂ ਫੋਕਟ ਭੋਜਨ ਸਮਝ ਕੇ ਭੋਜਨ ਪਦਾਰਥ ਵਿੱਚ ਸ਼ਾਮਿਲ ਕਰਨਾ ਭੁੱਲ ਜਾਂਦੇ ਹਾਂ। ਜੇਕਰ ਭੋਜਨ ਦੇ ਉੱਪਰੀ ਤੱਤ ਫੋਕਟ ਪਦਾਰਥਾਂ ਤੋਂ ਬਿਨਾਂ ਖਾਦੇ ਜਾਣ ਤਾਂ ਇਹਨਾਂ ਦਾ ਪੂਰਨ ਤੌਰ ਤੇ ਸਰੀਰ ਵਿੱਚ ਲਾਭ ਨਹੀਂ ਹੋ ਸਕਦਾ ਹੈ ਜਦੋਂ ਤੱਕ ਇਹਨਾਂ ਨਾਲ ਫੋਕਟ ਪਦਾਰਥ ਨਾ ਲਏ ਜਾਣ। ਫੋਕਟ ਪਦਾਰਥਾਂ ਕੀ ਹਨ ਤਾਂ ਦੇਖੋ ਫੋਕਟ ਪਦਾਰਥ ਉਹ ਪਦਾਰਥ ਹਨ ਜਿਨ੍ਹਾਂ ਨੂੰ ਅਸੀਂ ਆਪਣੇ ਭੋਜਨ ਵਿੱਚ ਭੋਜਨ ਦਾ ਹਿੱਸਾ ਸਮਝ ਕੇ ਨਹੀਂ ਖਾਂਦੇ, ਜਿਵੇਂ ਕਿ ਦੋਸਤੋ ਸਲਾਦ, ਲੱਸੀ, ਫਲਾਂ ਅਤੇ ਛਿਲਕੇ ਆਦਿ। ਠੀਕ ਹੈ ਜੀ। ਮਤਲਬ ਦੋਸਤੋ ਜਿਹੜੇ ਸਲਾਦ ਨੇ, ਲੱਸੀ, ਫਲਾਂ ਦੇ ਛਿਲਕੇ ਆਦਿ ਕੁਝ ਫੋਕਟ ਪਦਾਰਥ ਆਪਣੇ ਭੋਜਨ ਦੇ ਨਾਲ ਖਾਣ ਦੀ ਥਾਂ ਦੋਸਤੋ ਸੁੱਟ ਦਿੰਦੇ ਹਨ, ਜਿਵੇਂ ਕਿ ਦੋਸਤੋ ਕੀ ਹੈ
ਜਿਵੇਂ ਦੋਸਤੋ ਦਾਲਾਂ ਅਤੇ ਆਟੇ ਦਾ ਜਿਹੜਾ ਹੈਗਾ ਛਾਨ ਬੂਰਾ, ਸਬਜ਼ੀਆਂ ਦੇ ਪੱਤੇ ਆਦਿ। ਠੀਕ ਹੈ ਜੀ। ਤਾਂ ਕਈ ਸਬਜ਼ੀਆਂ ਛਿਲਕਿਆਂ ਸਹਿਤ ਬਣਾਈ ਜਾ ਸਕਦੀਆਂ ਹਨ, ਪਰ ਉਹਨਾਂ ਨੂੰ ਬਣਾਉਂਦੇ ਸਮੇਂ ਛਿਲਕੇ ਉਤਾਰ ਦਿੱਤੇ ਜਾਂਦੇ ਹਨ। ਬਹੁਤ ਸਾਰੇ ਲੋਕ ਨਹੀਂ ਜਾਣਦੇ ਕਿ ਇਹਨਾਂ ਫੋਕਟ ਪਦਾਰਥਾਂ ਵਿੱਚ ਜਿਹੜਾ ਹੈਗਾ ਸਧਾਰਨ ਖਾਧੀਆਂ ਜਾਣ ਵਾਲੀਆਂ ਜਿਹੜੀਆਂ ਕਿ ਵਸਤੂਆਂ ਤੋਂ ਵੱਧ ਪੌਸ਼ਟਿਕ ਤੱਤ ਹੁੰਦੇ ਹਨ, ਜੋ ਸਰੀਰ ਨੂੰ ਜਿਹੜਾ ਹੈਗਾ ਵਾ ਵੱਧ ਲਾਭ ਦੇ ਸਕਦੇ ਹਨ। ਫੋਕਟ ਪਦਾਰਥ ਦੇ ਸਰੀਰ ਨੂੰ ਲਾਭ। ਤਾਂ ਦੇਖੋ ਫੋਕਟ ਪਦਾਰਥ ਜਿਗਰ ਅਤੇ ਅੰਤੜੀਆਂ ਦੀ ਸਫਾਈ ਕਰਦੇ ਹਨ। ਦੂਸਰਾ, ਜਿਗਰ ਅਤੇ ਅੰਤੜੀਆਂ ਵਿੱਚ ਜਮ੍ਹਾਂ ਪਦਾਰਥ ਜੰਮਣ ਨਹੀਂ ਦਿੰਦੇ। ਠੀਕ ਹੈ। ਅਤੇ ਇਹ ਭੋਜਨ ਦੇ ਬਾਕੀ ਤੱਤਾਂ ਦੀ ਤਰ੍ਹਾਂ ਦੋਸਤੋ ਸਰੀਰ ਨੂੰ ਜਿਹੜਾ ਹੈਗਾ ਗਰਮੀ ਅਤੇ ਸ਼ਕਤੀ ਦਿੰਦੇ ਹਨ। ਠੀਕ ਹੈ। ਅਗਲਾ ਹੁਣ ਪ੍ਰਸ਼ਨ ਦੇਖੋ ਕੀ ਹੈ ਇੱਥੇ ਆਪਣਾ, ਇੱਥੇ ਹਾਂਜੀ ਚੌਥਾ ਪੁਆਇੰਟ ਹੀ ਇਹਦੇ ਨਾਲ ਹੀ ਹੋਰ ਆ ਪੁਆਇੰਟ ਇਹਨਾਂ ਦੇ। ਤਾਂ ਫੋਕਟ ਜਿਹੜਾ ਹੈਗਾ ਦੋਸਤੋ ਪਦਾਰਥ ਪ੍ਰੋਟੀਨ ਦੇ ਨਾਲ ਭਰਪੂਰ ਹੁੰਦੇ ਹਨ, ਸਰੀਰਕ ਵਾਧੇ ਅਤੇ ਵਿਕਾਸ ਲਈ ਬਹੁਤ ਹੀ ਜ਼ਰੂਰੀ ਹਨ। ਫੋਕਟ ਪਦਾਰਥ ਭੋਜਨ ਨੂੰ ਦੋਸਤੋ ਛੇਤੀ ਹਜਮ ਕਰਨ ਵਿੱਚ ਸਹਾਇਤਾ ਕਰਦੇ ਹਨ। ਹੁਣ ਦੇਖੋ ਪ੍ਰਸ਼ਨ 11ਵਾਂ ਕੀ ਹੈ, ਖਣਿਜ ਲੂਣ ਤੋਂ ਕੀ ਭਾਵ ਹੈ। ਖਣਿਜ ਲੂਣ ਅਤੇ ਵਿਟਾਮਿਨਸ ਦੇ ਜਿਹੜਾ ਹੈਗਾ ਲਾਭ ਲਿਖੋ। ਤਾਂ ਖਣਿਜ ਲੂਣ ਕੀ ਹੈ ਦੋਸਤੋ, ਸਾਡੇ ਸਰੀਰ ਲਈ ਖਣਿਜ ਲੂਣ ਦੀ ਜ਼ਰੂਰਤ ਹੁੰਦੀ ਹੈ। ਕੁਝ ਮੁੱਖ ਖਣਿਜ ਲੂਣ ਇਸ ਤਰ੍ਹਾਂ ਹਨ: ਲੋਹਾ, ਕੈਲਸ਼ੀਅਮ, ਫਾਸਫੋਰਸ, ਕੈਲੋਰੀਨ, ਆਇਓਡੀਨ, ਮੈਗਨੀਸ਼ੀਅਮ ਕਲੋਰਾਈਡ, ਮੈਂਗਨੀਜ਼, ਜਿਸਤ, ਕੋਬਾਲਟ, ਗੰਧਕ ਆਦਿ। ਇਹ ਸਰੀਰ ਦੇ ਰੰਗਾਂ ਅਤੇ ਕਮਜ਼ੋਰੀ ਨਾਲ ਦੋਸਤੋ ਰੱਖਿਆ ਕਰਕੇ ਉਹਨਾਂ ਨੂੰ ਤੰਦਰੁਸਤ ਰੱਖਦੇ ਹਨ, ਇਸ ਲਈ ਇਹਨਾਂ ਨੂੰ ਰੱਖਿਅਕ ਪਦਾਰਥ ਵੀ ਕਿਹਾ ਜਾਂਦਾ ਹੈ। ਲੋਹਾ ਸਰੀਰ ਵਿੱਚ ਨਵਾਂ ਲਹੂ ਪੈਦਾ ਕਰਦਾ ਹੈ। ਕੈਲਸ਼ੀਅਮ ਅਤੇ ਫਾਸਫੋਰਸ ਦੰਦਾਂ ਅਤੇ ਹੱਡੀਆਂ ਨੂੰ ਬਣਾਉਂਦਾ ਹੈ। ਇਹ ਸਾਰੇ ਲੂਣ ਇਕੱਠੇ ਦੁੱਧ ਵਿੱਚ ਪਾਏ ਜਾਂਦੇ ਹਨ, ਪਰੰਤੂ ਦੁੱਧ ਵਿੱਚ ਲੋਹੇ ਦੀ ਮਾਤਰਾ ਘੱਟ ਹੁੰਦੀ ਹੈ। ਸਾਡੇ ਰੋਜ਼ਾਨਾ ਭੋਜਨ ਵਿੱਚ 10 ਤੋਂ 15 ਗ੍ਰਾਮ ਤੱਕ ਖਣਿਜ ਲੂਣ ਹੋਣਾ ਚਾਹੀਦਾ ਹੈ। ਇਹਨਾਂ ਖਣਿਜ ਲੂਣਾਂ ਦਾ ਜਿਹੜਾ ਹੈਗਾ ਵਾ ਲਾਭ ਸਾਡੇ ਸਰੀਰ ਲਈ ਜਿਹੜਾ ਹੈਗਾ ਵਾ ਦੀ ਉਪਯੋਗਤਾ ਦਾ ਸੰਖੇਪ ਵਰਣਨ ਹੇਠਲੇ ਅਨੁਸਾਰ ਹੈ। ਤਾਂ ਦੇਖੋ ਕੀ ਹੈ, ਸਭ ਤੋਂ ਪਹਿਲਾਂ ਕੈਲਸ਼ੀਅਮ ਅਤੇ ਫਾਸਫੋਰਸ। ਠੀਕ ਹੈ ਜੀ। ਤਾਂ ਦੇਖੋ ਕੀ ਹੈ, ਇਹ ਖਣਿਜ ਲੂਣ ਦੁੱਧ, ਦਹੀਂ, ਪਨੀਰ, ਅੰਡੇ, ਮੱਛੀ, ਮਾਸ, ਹਰੀ ਸਬਜ਼ੀਆਂ ਅਤੇ ਤਾਜ਼ੇ ਫਲਾਂ, ਦਲੀਆਂ, ਦਾਲਾਂ ਅਤੇ ਬਦਾਮਾਂ ਵਿੱਚ ਵੱਧ ਹੁੰਦੇ ਹਨ। ਇਹਨਾਂ ਤੋਂ ਸਰੀਰ ਦਾ ਜਿਹੜਾ ਹੈਗਾ ਦੋਸਤੋ ਵਿਕਾਸ ਹੁੰਦਾ ਹੈ। ਅੱਗੇ ਹੈ ਦੰਦਾਂ ਅਤੇ ਹੱਡੀਆਂ ਦਾ ਇਹ ਵੀ ਨਿਰਮਾਣ ਅਤੇ ਹੁੰਦਾ ਹੈ। ਠੀਕ ਹੈ ਜੀ। ਇਸ ਦੇ ਨਾਲ ਹੀ ਇਹ ਦਿਲ ਅਤੇ ਦਿਮਾਗ ਲਈ ਵੀ ਲਾਭਦਾਇਕ ਹੁੰਦਾ ਹੈ। ਦੂਸਰਾ ਲੋਹਾ। ਤਾਂ ਲੋਹਾ ਹਰੀ ਸਬਜ਼ੀਆਂ, ਫਲਾਂ ਅਤੇ ਅਨਾਜਾਂ ਅਤੇ ਅੰਡਿਆਂ ਅਤੇ ਮਾਸ ਵਿੱਚ ਵੱਧ ਹੁੰਦਾ ਹੈ। ਇਹ ਨਵਾਂ ਖੂਨ ਬਣਾਉਂਦਾ ਹੈ ਅਤੇ ਦੋਸਤੋ ਭੁੱਖ ਨੂੰ ਵੀ ਵਧਾਉਂਦਾ ਹੈ। ਇਹ ਲਹੂ ਨੂੰ ਜਿਹੜਾ ਹੈਗਾ ਸਾਫ਼ ਰੱਖਦਾ ਹੈ। ਸੋਡੀਅਮ। ਤਾਂ ਇਹ ਆਮ ਤੌਰ 'ਤੇ ਦੋਸਤੋ ਕੀ ਹੈ, ਭਿੰਡੀ, ਅੰਜੀਰ, ਨਾਰੀਅਲ, ਆਲੂ ਬੁਖਾਰਾ, ਮੂਲੀ, ਗਾਜਰ ਅਤੇ ਸ਼ਲਗਮ ਆਦਿ ਵਿੱਚ ਮਿਲਦਾ ਹੈ। ਇਹ ਜਿਗਰ ਅਤੇ ਜਿਹੜਾ ਹੈਗਾ ਵਾ ਭਿੰਡੀ ਅਤੇ ਅੰਜੀਰ, ਨਾਰੀਅਲ, ਆਲੂ ਬੁਖਾਰਾ, ਮੂਲੀ ਅਤੇ ਗਾਜਰ ਆਦਿ ਵਿੱਚ ਮਿਲਦਾ ਹੈ। ਉਹਨਾਂ ਨੇ ਦੁਬਾਰਾ ਹੀ ਲਿਖ ਦਿੱਤਾ ਹੈ। ਤਾਂ ਇਹ ਜਿਗਰ ਅਤੇ ਗੁਰਦੇ ਦੀਆਂ ਬਿਮਾਰੀਆਂ ਨੂੰ ਰੋਕਦਾ ਹੈ। ਚੌਥਾ ਹੈ ਆਪਣਾ ਪੋਟਾਸ਼ੀਅਮ। ਤਾਂ ਦੋਸਤੋ ਇਹ ਜਿਹੜਾ ਹੈਗਾ ਵਾ ਨਾਸ਼ਪਤੀ, ਆਲੂ ਬੁਖਾਰਾ, ਨਾਰੀਅਲ, ਨਿੰਬੂ, ਅੰਜੀਰ, ਬੰਦ ਗੋਭੀ, ਕਰੇਲਾ, ਮੂਲੀ, ਸ਼ਲਗਮ ਆਦਿ ਵਿੱਚ ਜਿਹੜਾ ਹੈਗਾ ਮਿਲਦਾ ਹੈ। ਇਹ ਜਿਗਰ ਅਤੇ ਦਿਲ ਨੂੰ ਜਿਹੜਾ ਹੈਗਾ ਸ਼ਕਤੀ ਪ੍ਰਦਾਨ ਕਰਦਾ ਹੈ ਅਤੇ ਕਬਜ਼ ਨੂੰ ਦੂਰ ਕਰਦਾ ਹੈ। ਪੰਜਵਾਂ ਹੈ ਆਇਓਡੀਨ। ਤਾਂ ਇਹ ਸਮੁੰਦਰੀ ਮੱਛੀ, ਸਮੁੰਦਰੀ ਲੂਣ, ਪਿਆਜ਼, ਲਸਣ, ਟਮਾਟਰ, ਪਾਲਕ, ਗਾਜਰ ਅਤੇ ਦੁੱਧ ਆਦਿ ਤੋਂ ਪ੍ਰਾਪਤ ਹੁੰਦਾ ਹੈ। ਇਸ ਨਾਲ ਸਰੀਰ ਦਾ ਭਾਰ ਅਤੇ ਸ਼ਕਤੀ ਵੱਧਦੀ ਹੈ। ਇਸ ਦੀ ਕਮੀ ਨਾਲ ਜਿਹੜਾ ਹੈਗਾ ਗਿਲਟ ਦਾ ਰੋਗ ਹੋ ਜਾਂਦਾ ਹੈ। ਛੇਵਾਂ ਮੈਗਨੀਸ਼ੀਅਮ। ਤਾਂ ਇਹ ਨਾਰੰਗੀ ਜਿਹੜਾ ਹੈਗਾ ਦੋਸਤੋ ਸੰਤਰੇ, ਅੰਜੀਰ, ਆਲੂ ਬੁਖਾਰਾ, ਟਮਾਟਰ, ਪਾਲਕ ਆਦਿ ਵਿੱਚ ਵੱਧ ਮਾਤਰਾ ਵਿੱਚ ਜਿਹੜਾ ਹੈਗਾ ਵਾ ਮਿਲਦਾ ਹੈ। ਇਹ ਚਮੜੀ ਰੋਗਾਂ ਦੀ ਰੋਕਥਾਮ ਕਰਦਾ ਹੈ ਅਤੇ ਪੱਠਿਆਂ ਨੂੰ ਮਜ਼ਬੂਤ ਬਣਾਉਂਦਾ ਹੈ। ਗੰਧਕ। ਤਾਂ ਇਹ ਪਿਆਜ਼, ਮੂਲੀ, ਬੰਦ ਗੋਭੀ, ਫੁੱਲ ਗੋਭੀ ਵਿੱਚ ਬਹੁਤ ਹੁੰਦੀ ਹੈ। ਇਹ ਨੋਹਾਂ ਅਤੇ ਵਾਲਾਂ ਨੂੰ ਵਧਾਉਂਦੀ ਹੈ ਅਤੇ ਚਮੜੀ ਨੂੰ ਸਾਫ਼ ਰੱਖਦੀ ਹੈ। ਅੱਗੇ ਆਪਣਾ ਕਲੋਰੀਨ। ਤਾਂ ਦੋਸਤੋ ਇਹ ਪਿਆਜ਼, ਪਾਲਕ, ਮੂਲੀ, ਗਾਜਰ, ਬੰਦ ਗੋਭੀ, ਟਮਾਟਰ ਵਿੱਚ ਜਿਹੜੀ ਹੈਗੀ ਬਹੁਤ ਹੁੰਦੀ ਹੈ। ਇਹ ਸਰੀਰ ਵਿੱਚ ਗੰਦੇ ਪਦਾਰਥਾਂ ਨੂੰ ਵੀ ਬਾਹਰ ਕੱਢਦੀ ਹੈ। ਇਹ ਸਰੀਰ ਦੀ ਸਫਾਈ ਕਰਦੀ ਹੈ। ਅੱਗੇ ਆਪਣਾ ਵਿਟਾਮਿਨ। ਤਾਂ ਵਿਟਾਮਿਨ ਇੱਕ ਪ੍ਰਕਾਰ ਦੇ ਜਿਹੜੇ ਹੈਗੇ ਰਸਾਇਣਿਕ ਪਦਾਰਥ ਹਨ। ਇਹ ਸਾਡੇ ਭੋਜਨ ਦੀ ਜਾਨ ਹਨ। ਭੋਜਨ ਵਿੱਚ ਵਿਟਾਮਿਨ ਉਚਿਤ ਮਾਤਰਾ ਵਿੱਚ ਹੋਣੇ ਚਾਹੀਦੇ ਹਨ। ਇਹਨਾਂ ਦਾ ਮਨੁੱਖੀ ਸਰੀਰ ਵਿੱਚ ਵਿਸ਼ੇਸ਼ ਮਹੱਤਵ ਹੈ। ਇਸ ਦੇ ਬਿਨਾਂ ਸਰੀਰ ਦਾ ਕੋਈ ਜਿਹੜਾ ਹੈਗਾ ਕੰਮ ਨਹੀਂ ਹੋ ਸਕਦਾ। ਵਿਟਾਮਿਨ ਤੋਂ ਬਿਨਾਂ ਭੋਜਨ ਜਿਹੜਾ ਹੈਗਾ ਵਾ ਸੰਤੁਲਿਤ ਭੋਜਨ ਨਹੀਂ ਕਿਹਾ ਜਾ ਸਕਦਾ ਹੈ। ਵਿਟਾਮਿਨ ਆਮ ਕਰਕੇ ਤਾਜ਼ੇ ਫਲਾਂ, ਹਰੀ ਸਬਜ਼ੀਆਂ ਅਤੇ ਅੰਡਿਆਂ ਵਿੱਚੋਂ ਜਿਹੜਾ ਹੈਗਾ ਵਾ ਮਿਲਦੇ ਹਨ। ਇਹ 6 ਪ੍ਰਕਾਰ ਦੇ ਹੁੰਦੇ ਹਨ। ਵਿਟਾਮਿਨ A, B, C, D, E ਅਤੇ K ਹਨ। ਤਾਂ ਲਾਭ ਦੇਖੋ ਕੀ ਹੈ ਵਿਟਾਮਿਨਾਂ ਦੇ ਲਾਭ, ਜਦੋਂ ਇਹ ਪਾਚਨ ਸ਼ਕਤੀ ਨੂੰ ਵਧਾਉਂਦੇ ਹਨ, ਵਿਭਿੰਨ ਰੋਗਾਂ ਨੂੰ ਜਿਹੜਾ ਹੈਗਾ ਇਹ ਰੋਕਦੇ ਹਨ। ਤੀਸਰਾ, ਸਾਡੇ ਸਰੀਰ ਦੀ ਚਮੜੀ ਰੋਗਾਂ ਤੋਂ ਰੱਖਿਆ ਕਰਦੇ ਹਨ। ਸਾਡੀ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ। ਇਹ ਸਰੀਰ ਨੂੰ ਵਧਾਉਣ ਅਤੇ ਉਸ ਨੂੰ ਕੰਮ ਕਰਨ ਦੇ ਯੋਗ ਬਣਾਉਂਦੀਆਂ ਹਨ। ਇਹ ਸਾਡੇ ਸਰੀਰ ਨੂੰ ਰੋਗ ਦਾ ਸਾਹਮਣਾ ਕਰਨ ਦੀ ਸ਼ਕਤੀ ਪੈਦਾ ਕਰਦੇ ਹਨ। ਇਹ ਅੱਖਾਂ ਦੀ ਰੌਸ਼ਨੀ ਤੇਜ਼ ਕਰਦੇ ਹਨ। ਇਹ ਸਰੀਰ ਨੂੰ ਜਿਹੜਾ ਹੈਗਾ ਵਾ ਬੇਰੀ, ਅਨੀਮੀਆ, ਸ਼ੱਕਰਵੀ, ਠੀਕ ਹੈ ਜੀ, ਪਾਇਰੀਆ ਅਤੇ ਆਪਣਾ ਦੋਸਤੋ ਹਿਸਟੀਰੀਆ ਰੋਗ ਤੋਂ ਜਿਹੜਾ ਹੈਗਾ ਵਾ ਤੋਂ ਬਣਾਉਂਦੇ ਹਨ ਅਤੇ ਮਰਦਾਨਾ ਤਾਕਤ ਨੂੰ ਵਧਾਉਂਦੇ ਹਨ। ਜ਼ਖਮਾਂ ਵਿੱਚੋਂ ਜਿਹੜਾ ਹੈਗਾ ਵਹਿੰਦੇ ਲਹੂ ਨੂੰ ਬੰਦ ਕਰਨ ਅਤੇ ਲਹੂ ਦਾ ਜਿਹੜਾ ਹੈਗਾ ਥੱਕਾ ਬਣਾਉਣ ਵਿੱਚ ਵੀ ਮਦਦ ਕਰਦੇ ਹਨ।
ਅਗਲਾ ਪ੍ਰਸ਼ਨ ਹੁਣ ਦੇਖਦੇ ਹਾਂ ਕੀ ਹੈ ਤੁਹਾਡਾ। ਤਾਂ 12ਵਾਂ ਪ੍ਰਸ਼ਨ ਆ, ਵਿਟਾਮਿਨ ਕੀ ਹੁੰਦੇ ਹਨ ਜਾਂ ਵਿਟਾਮਿਨ ਤੋਂ ਕੀ ਭਾਵ ਹੈ, ਜਾਂ ਫਿਰ ਵਿਟਾਮਿਨ ਜਿਹੜੇ ਹੈਗੇ ਕਿੰਨੇ ਪ੍ਰਕਾਰ ਦੇ ਹੁੰਦੇ ਹਨ, ਇਸ ਦੇ ਮੁੱਖ ਕੰਮ ਦੱਸੋ ਅਤੇ ਇਹਨਾਂ ਦੇ ਪ੍ਰਾਪਤੀ ਦੇ ਸੋਮੇ ਕਿਹੜੇ-ਕਿਹੜੇ ਹਨ। ਤਾਂ ਦੇਖੋ ਵਿਟਾਮਿਨ ਤੋਂ ਕੀ ਭਾਵ ਹੈ, ਵਿਟਾਮਿਨ ਖਾਣ ਵਾਲੇ ਪਦਾਰਥਾਂ ਵਿੱਚ ਪਾਏ ਜਾਣ ਵਾਲਾ ਜਿਹੜਾ ਹੈਗਾ ਸੂਖਮ ਰਸਾਇਣਿਕ ਪਦਾਰਥ ਹੈ। ਇਹ ਸਾਡੇ ਭੋਜਨ ਦੀ ਜਾਨ ਅਤੇ ਸਿਹਤ ਲਈ ਵਰਦਾਨ ਹੈ। ਇਸ ਦੇ ਕਾਰਨ ਇਹਨਾਂ ਨੂੰ ਜਿਹੜਾ ਹੈਗਾ ਵਾ ਜੀਵਨਦਾਈ ਤੱਤ ਕਹਿੰਦੇ ਹਨ। ਵਿਟਾਮਿਨ ਮੁੱਖ ਰੂਪ ਤੋਂ ਜਿਹੜਾ ਹੈਗਾ 6 ਕਿਸਮ ਦੇ ਹੁੰਦੇ ਹਨ। ਵਿਟਾਮਿਨ A, B, C, D, E ਅਤੇ K ਇਹ ਸਾਡੇ ਸਰੀਰ ਲਈ ਬਹੁਤ ਹੀ ਜ਼ਰੂਰੀ ਹਨ, ਕਿਉਂਕਿ ਇੱਕ ਜਿਹੜਾ ਹੈਗਾ, ਇੱਕ ਤਾਂ ਸਾਡੇ ਸਰੀਰ ਦਾ ਜਿਹੜਾ ਹੈਗਾ ਵਾਧਾ ਅਤੇ ਵਿਕਾਸ ਕਰਦੇ ਹਨ ਅਤੇ ਦੂਜੇ ਇਸ ਨੂੰ ਜਿਹੜਾ ਹੈਗਾ ਠੀਕ ਨਾਲ ਜਿਹੜਾ ਹੈਗਾ ਕੰਮ ਕਰਨ ਦੇ ਯੋਗ ਬਣਾਉਂਦੇ ਹਨ। ਇਹ ਲਹੂ ਨੂੰ ਸਾਫ਼ ਕਰਦੇ ਹਨ, ਇਸ ਦੀ ਮਾਤਰਾ ਵਧਾਉਂਦੇ ਹਨ। ਇਹ ਸਾਡੇ ਸਰੀਰ ਨੂੰ ਰੋਗਾਂ ਦਾ ਸਾਹਮਣਾ ਕਰਨ ਦੇ ਯੋਗ ਬਣਾਉਂਦੇ ਹਨ। ਇਸ ਤੋਂ ਇਲਾਵਾ ਜਿਹੜਾ ਹੈਗਾ ਵਿਟਾਮਿਨ ਸਾਡੀ ਪਾਚਨ ਸ਼ਕਤੀ ਨੂੰ ਵੀ ਵਧਾਉਂਦੇ ਹਨ। ਇਹ ਦੰਦਾਂ ਅਤੇ ਹੱਡੀਆਂ ਨੂੰ ਵੀ ਦੋਸਤੋ ਮਜ਼ਬੂਤ ਕਰਦੇ ਹਨ। ਰੋਗਾਂ ਤੋਂ ਛੁਟਕਾਰਾ ਦਿਵਾਉਣ ਦੇ ਵਿੱਚ ਵੀ ਇਹ ਸਮਰੱਥਾ ਰੱਖਦੇ ਹਨ ਅਤੇ ਇਹਨਾਂ ਦੇ ਕਾਰਨ ਦੋਸਤੋ ਵਿਟਾਮਿਨਾਂ ਨੂੰ ਸਰੀਰ ਦੇ ਜਿਹੜੇ ਹੈਗੇ ਰੱਖਕ ਵੀ ਕਿਹਾ ਜਾਂਦਾ ਹੈ। ਵਿਟਾਮਿਨ ਦੀ ਕਮੀ ਨਾਲ ਦੋਸਤੋ ਸਾਡਾ ਸਰੀਰ ਜਿਹੜਾ ਹੈਗਾ ਅਨੇਕਾਂ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ। ਕਦੀ ਅੱਖਾਂ ਖਰਾਬ ਹੋਣ ਲੱਗਦੀਆਂ ਹਨ ਅਤੇ ਕਦੇ ਚਮੜੀ ਫਟਣ ਲੱਗਦੀ ਹੈ ਅਤੇ ਕਈ ਸਰੀਰ ਵਿੱਚ ਜਿਹੜਾ ਹੈਗਾ ਵਾ ਕਮਜ਼ੋਰ ਆ ਜਾਂਦੀ ਹਨ, ਸਰੀਰ ਵਿੱਚ ਜਿਹੜੇ ਕਮਜ਼ੋਰੀ ਆ ਜਾਂਦੀ ਹੈ। ਇਸ ਲਈ ਵਿਟਾਮਿਨ ਸਾਡੇ ਸਰੀਰ ਜਿਹੜਾ ਹੈਗਾ ਵਾ ਸਰੀਰ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਵਿਟਾਮਿਨ ਦੇ ਪ੍ਰਕਾਰ, ਤਾਂ ਵਿਟਾਮਿਨ ਕਈ ਪ੍ਰਕਾਰ ਦੇ ਹੁੰਦੇ ਹਨ, ਪਰ ਇਹਨਾਂ ਦੀਆਂ ਵਿੱਚੋਂ ਜਿਹੜਾ ਹੈਗਾ 5 ਮੁੱਖ ਕਿਸਮਾਂ ਹਨ। ਜਿਵੇਂ ਕਿ ਦੇਖੋ ਇੱਥੇ ਇਹਨਾਂ ਵਿੱਚੋਂ ਜਿਹੜੇ ਹੈਗੇ 5 ਮੁੱਖ ਹਨ ਅਤੇ ਸਰੀਰ ਲਈ ਇਹਨਾਂ ਉਪਯੁਕਤ ਹਨ। ਤਾਂ ਦੋਸਤੋ ਇੱਥੇ ਦੇਖੋ ਫਿਰ ਇਹਨਾਂ ਨੇ 5 ਕੀ ਲਿਖਿਆ ਇੱਥੇ ਦੇਖੋ, ਹਾਂਜੀ, ਪਰ ਇਹਨਾਂ ਵਿੱਚੋਂ ਜਿਹੜਾ ਹੈਗਾ 5 ਮੁੱਖ ਹਨ। ਸਰੀਰ ਲਈ ਇਹਨਾਂ ਦੀ ਜਿਹੜੀ ਉਪਯੁਕਤਾ ਭਿੰਨ-ਭਿੰਨ ਹੁੰਦੀ ਹੈ। ਵੱਧ ਪਕਾਉਣ ਅਤੇ ਵੱਧ ਪੀਸਣ ਨਾਲ ਵਿਟਾਮਿਨ ਨਸ਼ਟ ਹੋ ਜਾਂਦੇ ਹਨ। ਵਿਟਾਮਿਨ ਮੁੱਖ ਰੂਪ ਵਿੱਚ 6 ਪ੍ਰਕਾਰ ਦੇ ਹੁੰਦੇ ਹਨ, ਠੀਕ ਹੈ ਜੀ। ਦੇਖੋ ਵਿਟਾਮਿਨ A, B, C, D, ਆਪਣਾ E ਅਤੇ K। ਤਾਂ ਦੇਖੋ ਸਭ ਤੋਂ ਪਹਿਲਾਂ ਵਿਟਾਮਿਨ A ਦੇਖਦੇ ਹਾਂ। ਵਿਟਾਮਿਨ A, ਤਾਂ ਦੇਖੋ ਇਹ ਵਿਟਾਮਿਨ ਚਰਬੀ ਵਿੱਚ ਘੁਲਣਸ਼ੀਲ ਹੈ। ਇਸ ਦੇ ਕੰਮ ਹੇਠ ਲਿਖੇ ਅਨੁਸਾਰ ਹਨ। ਤਾਂ ਇਹ ਸਰੀਰ ਨੂੰ ਵਧਾਉਣ ਅਤੇ ਵਿੱਚ ਮਦਦ ਕਰਦਾ ਹੈ, ਛੂਤ ਦੇ ਰੋਗ ਤੋਂ ਬਚਾਉਂਦਾ ਹੈ, ਇਹ ਅੱਖਾਂ ਦੀ ਰੋਸ਼ਨੀ ਤੇਜ਼ ਕਰਦਾ ਹੈ। ਪ੍ਰਾਪਤੀ ਦੇ ਸੋਮੇ ਕੀ ਨੇ ਦੋਸਤੋ, ਤਾਂ ਵਿਟਾਮਿਨ A ਦੇ ਪ੍ਰਾਪਤੀ ਦੇ ਸੋਮੇ ਇਹ ਆ, ਇਹ ਵਿਟਾਮਿਨ ਤਾਜ਼ੇ ਦੁੱਧ, ਦਹੀਂ, ਪਨੀਰ, ਮੱਖਣ, ਮੱਛੀ, ਪਾਲਕ, ਗਾਜਰ, ਬੰਦ ਗੋਭੀ, ਟਮਾਟਰ ਅਤੇ ਅਨਾਨਾਸ ਵਿੱਚੋਂ ਕਾਫੀ ਮਾਤਰਾ ਵਿੱਚ ਮਿਲਦਾ ਹੈ, ਠੀਕ ਹੈ ਜੀ। ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। ਇਹਦੇ ਹੈਗਾ ਵਿਟਾਮਿਨ A ਦੇ ਕਮੀ ਨਾਲ ਕੀ ਨੁਕਸਾਨ ਹੁੰਦੇ ਆ। ਇਸ ਦੀ ਕਮੀ ਕਾਰਨ ਦੋਸਤੋ ਜਿਹੜਾ ਹੈਗਾ ਅੰਦਰਾਤਾ ਹੋ ਜਾਂਦਾ ਹੈ, ਚਮੜੀ ਖੁਸ਼ਕ ਹੋ ਜਾਂਦੀ ਹੈ, ਬਿਮਾਰੀਆਂ ਦਾ ਮੁਕਾਬਲਾ ਕਰਨ ਦੀ ਸ਼ਕਤੀ ਘਟ ਜਾਂਦੀ ਹੈ। ਵਿਟਾਮਿਨ B, ਤਾਂ ਦੋਸਤੋ ਦੇਖੋ ਕੀ ਹੈ ਵਿਟਾਮਿਨ B, ਤਾਂ ਦੇਖੋ ਵਿਟਾਮਿਨ B, ਤਾਂ ਇਹ ਵਿਟਾਮਿਨ ਪਾਣੀ ਵਿੱਚ ਘੁਲਣਸ਼ੀਲ ਹੈ। ਇਸ ਦੇ ਕੰਮ ਹੇਠ ਲਿਖੇ ਅਨੁਸਾਰ ਹਨ। ਤਾਂ ਵਿਟਾਮਿਨ B ਨਾਲ ਦੋਸਤੋ ਮਾਸਪੇਸ਼ੀਆਂ ਮਜ਼ਬੂਤ ਬਣਦੀਆਂ ਹਨ, ਹੱਡੀਆਂ ਮਜ਼ਬੂਤ ਬਣਦੀਆਂ ਹਨ, ਪਾਚਨ ਸ਼ਕਤੀ ਵੀ ਠੀਕ ਰਹਿੰਦੀ ਹੈ। ਪ੍ਰਾਪਤੀ ਦੇ ਸੋਮੇ ਕਿਹੜੇ ਆ, ਇਹ ਵਿਟਾਮਿਨ ਦੋਸਤੋ ਜਿਹੜਾ ਹੈਗਾ ਸੋਇਆਬੀਨ, ਦਾਲਾਂ, ਅੰਡੇ ਦੀ ਜ਼ਰਦੀ, ਠੀਕ ਹੈ ਜੀ, ਅਤੇ ਆਪਣਾ ਕਿਹਦੀ ਦੁੱਧ, ਮੱਖਣ, ਪਨੀਰ, ਖਮੀਰ, ਬੰਦ ਗੋਭੀ, ਪਿਆਜ਼, ਆਲੂ ਆਦਿ ਵਿੱਚ ਕਾਫੀ ਵਿੱਚ ਪਾਇਆ ਜਾਂਦਾ ਹੈ। ਵਿਟਾਮਿਨ B ਦੀ ਕਮੀ ਦੇ ਨੁਕਸਾਨ, ਤਾਂ ਵਿਟਾਮਿਨ B ਦੀ ਕਮੀ ਨਾਲ ਜਿਹੜਾ ਹੈਗਾ ਵਾ ਕੀ ਹੈ ਡਿੱਗਣ ਲੱਗਦੇ ਹਨ, ਠੀਕ ਹੈ ਜੀ। ਕੀ ਹੁੰਦਾ ਦੋਸਤੋ, ਵਾਲ ਡਿੱਗਣ ਲੱਗਦੇ ਹਨ, ਵਾਧਾ ਰੁਕ ਜਾਂਦਾ ਹੈ, ਭੁੱਖ ਘੱਟ ਲੱਗਦੀ ਹੈ। ਵਿਟਾਮਿਨ C, ਤਾਂ ਦੋਸਤੋ ਇਹ ਵਿਟਾਮਿਨ B ਪਾਣੀ ਵਿੱਚ ਜਿਹੜਾ ਹੈਗਾ ਘੁਲਣਸ਼ੀਲ ਹੈ। ਇਸ ਦੇ ਕੰਮ ਹੇਠ ਲਿਖੇ ਅਨੁਸਾਰ ਹਨ। ਲਹੂ ਸੰਚਾਰ ਨੂੰ ਠੀਕ ਰੱਖਦਾ ਹੈ, ਲਹੂ ਵਹਿਣ ਠੀਕ ਢੰਗ ਨਾਲ ਕੰਮ ਕਰਦੀਆਂ ਹਨ। ਇਹ ਦੰਦਾਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦੀਆਂ ਹਨ, ਗਲੇ ਦੇ ਰੋਗ ਤੋਂ ਬਚਾਉਂਦਾ ਹੈ, ਠੀਕ ਹੈ ਜੀ। ਤਾਂ ਇਹਦੇ ਪ੍ਰਾਪਤੀ ਦੇ ਸੋਮੇ ਦੇਖ ਸਕਦੇ ਹੋ ਕੀ ਆ। ਪ੍ਰਾਪਤੀ ਦੇ ਸੋਮੇ ਦੋਸਤੋ ਇਹ ਵਿਟਾਮਿਨ ਨਿੰਬੂ, ਸੰਤਰੇ, ਆਂਵਲੇ, ਹਰੀ ਸਬਜ਼ੀਆਂ, ਗੋਭੀ, ਗਾਜਰ, ਪਾਲਕ, ਆਲੂ, ਟਮਾਟਰ ਵਿੱਚ ਕਾਫੀ ਮਾਤਰਾ ਵਿੱਚ ਮਿਲਦਾ ਹੈ। ਵਿਟਾਮਿਨ C ਦੀ ਕਮੀ ਦੇ ਨੁਕਸਾਨ, ਤਾਂ ਦੇਖੋ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ, ਜ਼ਖਮ ਛੇਤੀ ਠੀਕ ਨਹੀਂ ਹੁੰਦੇ, ਦੰਦਾਂ ਦੇ ਰੋਗ ਹੋ ਜਾਂਦੇ ਹਨ। ਤਾਂ ਇਹ ਤੁਹਾਡਾ ਆਨਸਰ ਹੋ ਗਿਆ। ਅਗਲਾ ਦੋਸਤੋ ਹੋਰ ਵੀ ਪੁਆਇੰਟ ਹੈ ਇਹਨਾਂ ਦੇ, ਇਹ ਅੱਖਾਂ ਵਿੱਚ ਜਿਹੜਾ ਹੈਗਾ ਮੋਤੀਆਂ ਨਿਕਲ ਆਉਂਦਾ ਹੈ। ਵਿਟਾਮਿਨ D, ਹੁਣ ਤਾਂ ਦੇਖੋ ਇਹ ਵਿਟਾਮਿਨ ਚਰਬੀ ਵਿੱਚ ਘੁਲਣਸ਼ੀਲ ਹੈ। ਇਹ ਵਿਟਾਮਿਨ ਵਿਸ਼ੇਸ਼ ਰੂਪ ਨਾਲ ਦੋਸਤੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਲਈ ਦੋਸਤੋ ਇਹ ਬੱਚਿਆਂ ਨੂੰ ਵੱਧ ਮਾਤਰਾ ਵਿੱਚ ਦੇਣਾ ਚਾਹੀਦਾ ਹੈ। ਇਸ ਦੇ ਕੰਮ ਹੇਠ ਲਿਖੇ ਅਨੁਸਾਰ ਹਨ। ਤਾਂ ਦੇਖੋ ਇਹ ਹੱਡੀਆਂ ਅਤੇ ਦੰਦਾਂ ਦਾ ਨਿਰਮਾਣ ਕਰਦਾ ਹੈ, ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਵੀ ਕਰਦਾ ਹੈ। ਅੱਗੇ ਆਪਣਾ ਬੱਚਿਆਂ ਦੇ ਜਿਹੜਾ ਹੈਗਾ ਸਰੀਰਕ ਵਿਕਾਸ ਲਈ ਵੀ ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਅਤੇ ਪ੍ਰਾਪਤੀ ਦੇ ਸੋਮੇ ਕੀ ਹੈ, ਇਹ ਵਿਟਾਮਿਨ ਦੁੱਧ, ਮੱਖਣ, ਘਿਓ, ਅੰਡੇ ਦੀ ਜ਼ਰਦੀ ਅਤੇ ਮੱਛੀ ਤੋਂ ਪ੍ਰਾਪਤ ਹੁੰਦਾ ਹੈ। ਇਹ ਵਿਟਾਮਿਨ ਸੂਰਜ ਦੀਆਂ ਕਿਰਨਾਂ ਦੇ ਜਿਹੜਾ ਹੈਗਾ ਅਸਰ ਨਾਲ ਆਪਣੇ ਆਪ ਸਰੀਰ ਵਿੱਚ ਬਣਦਾ ਰਹਿੰਦਾ ਹੈ। ਵਿਟਾਮਿਨ D ਦੀ ਕਮੀ ਦੇ ਨੁਕਸਾਨ, ਤਾਂ ਦੇਖੋ ਕੀ ਹੈ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ, ਠੀਕ ਹੈ, ਅਤੇ ਬੱਚਿਆਂ ਦੇ ਜਿਹੜੇ ਦੰਦ ਠੀਕ ਸਮੇਂ 'ਤੇ ਨਹੀਂ ਨਿਕਲਦੇ, ਸੋਕੇ ਦੀ ਬਿਮਾਰੀ ਹੋ ਜਾਂਦੀ ਹੈ, ਮਿਰਗੀ ਦੇ ਦੌਰੇ ਸ਼ੁਰੂ ਹੋ ਜਾਂਦੇ ਹਨ। ਅਤੇ ਹੁਣ ਅਗਲਾ ਹੈ ਵਿਟਾਮਿਨ E, ਤਾਂ ਦੋਸਤੋ ਇਹ ਵਿਟਾਮਿਨ ਚਰਬੀ ਵਿੱਚ ਘੁਲਣਸ਼ੀਲ ਹੈ। ਇਸ ਦੇ ਕੰਮ ਹੇਠ ਲਿਖੇ ਅਨੁਸਾਰ ਹਨ। ਤਾਂ ਇਹ ਵਿਟਾਮਿਨ ਔਰਤਾਂ ਅਤੇ ਮਰਦਾਂ ਵਿੱਚ ਸੰਤਾਨ ਪੈਦਾ ਕਰਨ ਦੀ ਸ਼ਕਤੀ ਵਧਾਉਂਦਾ ਹੈ। ਇਹ ਨਾਪੁੰਸਕਤਾ ਅਤੇ ਬਾਂਝਪਨ ਨੂੰ ਰੋਕਦਾ ਹੈ। ਪ੍ਰਾਪਤੀ ਦੇ ਸੋਮੇ ਇਹ ਵਿਟਾਮਿਨ ਗਾਜਰ, ਗੋਭੀ, ਪਿਆਜ਼, ਸ਼ਹਿਦ ਅਤੇ ਜਿਹੜਾ ਹੈਗਾ ਫੁੱਲ ਗੋਭੀ ਵਿੱਚੋਂ ਮਿਲਦਾ ਹੈ। ਵਿਟਾਮਿਨ E ਦੀ ਕਮੀ ਦੇ ਨੁਕਸਾਨ ਤਾਂ ਕੀ ਨੇ, ਤਾਂ ਇਸ ਦੀ ਕਮੀ ਨਾਲ ਬਾਂਝਪਨ ਦਾ ਰੋਗ ਹੋ ਜਾਂਦਾ ਹੈ। ਇਸ ਦੀ ਕਮੀ ਦੇ ਕਾਰਨ ਸਰੀਰ 'ਤੇ ਜ਼ਹਿਰੀਲੀ ਫਿਣਸੀਆਂ ਨਿਕਲ ਜਾਂਦੀਆਂ ਹਨ। ਵਿਟਾਮਿਨ K, ਤਾਂ ਇਸ ਵਿਟਾਮਿਨ ਦੀ ਘਾਟ ਥੋੜ੍ਹੇ ਚਿਰ ਪਹਿਲਾਂ
ਹੀ ਕੱਢੀ ਗਈ ਸੀ। ਇਸ ਦਾ ਕੰਮ ਹੇਠ ਲਿਖੇ ਅਨੁਸਾਰ ਹੈ। ਤਾਂ ਦੋਸਤੋ ਇਹ ਵਿਟਾਮਿਨ ਜ਼ਖਮਾਂ ਦੇ ਵਿੱਚ ਰਿਸ ਰਹੇ ਲਹੂ ਨੂੰ ਰੋਕਦਾ ਹੈ, ਲਹੂ ਜੰਮਣ ਦੀ ਕਿਰਿਆ ਵਿੱਚ ਸਹਾਈ ਹੁੰਦਾ ਹੈ, ਇਹ ਚਮੜੀ ਦੇ ਰੋਗਾਂ ਤੋਂ ਸੁਰੱਖਿਆ ਕਰਦਾ ਹੈ। ਪ੍ਰਾਪਤੀ ਦੇ ਸਮੇਂ ਕੀ ਹੈ, ਇਹ ਵਿਟਾਮਿਨ ਬੰਦ ਗੋਭੀ, ਪਾਲਕ, ਮੱਛੀ, ਸੋਇਆਬੀਨ, ਮਟਰ ਅਤੇ ਆਂਡੇ ਦੀ ਜ਼ਰਦੀ ਵਿੱਚ ਵਧੇਰੇ ਮਾਤਰਾ ਵਿੱਚ ਜਿਹੜੀ ਹੈਗੀ ਮਿਲਦਾ ਹੈ। ਠੀਕ ਹੈ, ਵਿਟਾਮਿਨ ਕੇ ਦੀ ਕਮੀ ਦੇ ਨੁਕਸਾਨ ਤਾਂ ਦੇਖੋ ਲਹੂ ਜੰਮਣ ਦੀ ਕਿਰਿਆ ਵਿੱਚ ਰੁਕਾਵਟ ਪੈਂਦੀ ਹੈ, ਚਮੜੀ ਦੇ ਰੋਗ ਲੱਗ ਜਾਂਦੇ ਹਨ। ਤਾਂ ਇਹ ਤੁਹਾਡਾ ਆਨਸਰ ਹੋ ਗਿਆ। ਤੇ ਅਗਲਾ ਪ੍ਰਸ਼ਨ ਦੋਸਤੋ ਹੁਣ ਕੀ ਹੈ ਤੁਹਾਡਾ, ਪ੍ਰਾਚੀਨ ਓਲੰਪਿਕ ਖੇਡਾਂ ਕਿੱਥੋਂ ਅਤੇ ਕਦੋਂ ਅਤੇ ਕਿਉਂ ਸ਼ੁਰੂ ਹੋਈਆਂ। ਜਾਂ ਫਿਰ ਦੋਸਤੋ ਅਗਰ ਤੁਹਾਨੂੰ ਪ੍ਰਾਚੀਨ ਦੀ ਜਗ੍ਹਾ ਨਾ ਪੁਰਾਤਨ ਵੀ ਆ ਜਾਵੇ, ਜਿਵੇਂ ਕਿ ਪ੍ਰਾਚੀਨ ਆ ਜਾਵੇ ਜਾਂ ਫਿਰ ਪੁਰਾਤਨ, ਠੀਕ ਹੈ ਜੀ, ਸੌਰੀ ਇੱਥੇ ਪੁਰਾਤਨ ਇਸ ਤਰ੍ਹਾਂ ਵਾ, ਪੁਰਾਤਨ ਆ ਜਾਵੇ ਤਾਂ ਤੁਸੀਂ ਇਹੀ ਆਨਸਰ ਲਿਖਣਾ ਵਾ। ਪ੍ਰਾਚੀਨ ਮਤਲਬ ਉਹੀ ਹੁੰਦਾ, ਪੁਰਾਤਨ ਮਤਲਬ ਵੀ ਉਹੀ ਹੁੰਦਾ। ਤਾਂ ਦੇਖੋ ਇਤਿਹਾਸ, ਯੂਨਾਨੀ ਸੰਸਕ੍ਰਿਤ ਵਿੱਚ ਦੋਸਤੋ ਸ਼ੁਰੂ ਤੋਂ ਹੀ ਖੇਡਾਂ ਅਤੇ ਚੰਗੀ ਸਿਹਤ ਨੂੰ ਦੋਸਤੋ ਪਹਿਲ ਦਿੱਤੀ ਜਾਂਦੀ ਰਹੀ ਹੈ। ਯੂਨਾਨੀ ਦਾਰਸ਼ਨਿਕ ਵਿਚਾਰਧਾਰਾ ਦੇ ਅਨੁਸਾਰ ਬੁੱਧੀਮਾਨ ਅਤੇ ਚੰਗੀ ਸਿਹਤ ਵਾਲਾ ਹੀ ਸਮਾਜ ਦਾ ਵਧੀਆ ਨਾਗਰਿਕ ਹੋ ਸਕਦਾ ਹੈ। ਠੀਕ ਹੈ, ਖੇਡਾਂ ਨਾਗਰਿਕਾਂ ਨੂੰ ਚੰਗੀ ਸਿਹਤ ਪ੍ਰਦਾਨ ਕਰਦੀਆਂ ਹਨ। ਓਲੰਪਿਕ ਖੇਡਾਂ ਨੂੰ ਸ਼ੁਰੂ ਕਰਨ ਦਾ ਵਿਚਾਰ ਸ਼ਾਇਦ ਯੂਨਾਨ ਨਿਵਾਸੀਆਂ ਦੀ ਚੰਗੀ ਸਿਹਤ ਦੇ ਮੁੱਖ ਰੱਖ ਕੇ ਹੀ ਕੀਤਾ ਗਿਆ। ਓਲੰਪਿਕ ਖੇਡਾਂ ਵਿੱਚ ਜਿਹੜਾ ਹੈਗਾ ਵਾ ਵਸੀ ਭਾਵਨਾ ਦੇਵ ਜਿਹੜਾ ਹੈਗਾ ਆਪਣਾ ਦੇਸ਼ ਵਾਸੀਆਂ ਨੂੰ ਪਿਆਰ, ਸ਼ਾਂਤੀ, ਮਿੱਤਰਤਾ ਅਤੇ ਪਵਿੱਤਰਤਾ ਦਾ ਸੰਦੇਸ਼ ਦਿੰਦੀ ਹੈ। ਤਾਂ ਪ੍ਰਾਚੀਨ ਓਲੰਪਿਕ ਖੇਡਾਂ ਕਿੱਥੇ ਸ਼ੁਰੂ ਹੋਈਆਂ, ਤਾਂ ਇਹਦਾ ਆਨਸਰ ਹੈ ਦੋਸਤੋ ਪ੍ਰਾਚੀਨ ਓਲੰਪਿਕ ਖੇਡਾਂ ਯੂਨਾਨ ਦੇ ਇੱਕ ਛੋਟੇ ਜਿਹੇ ਨਗਰ ਓਲੰਪੀਆ ਤੋਂ ਸ਼ੁਰੂ ਹੋਈਆਂ ਸਨ। ਠੀਕ ਹੈ ਜੀ, ਇਹ ਨਗਰ ਜਿਹੜਾ ਹੈਗਾ ਦੋਸਤੋ ਆਪਣਾ ਐਲਫਿਸ ਨਦੀ ਦੇ ਕੰਢੇ 'ਤੇ ਵਸਦਾ ਹੈ। ਇਹ ਨਗਰ ਦੋਸਤੋ ਐਲੀਜ਼ ਰਾਜ ਦਾ ਇੱਕ ਮਸ਼ਹੂਰ ਨਗਰ ਸੀ। ਇੱਥੇ ਜਿਹੜਾ ਹੈਗਾ ਬਹੁਤ ਸਾਰੇ ਜਿਹੜੇ ਹੈਗੇ ਆ ਦੋਸਤੋ ਕੀ ਸੀਗੇ, ਆਪਣੇ ਮੰਦਰ ਸਨ, ਜਿੱਥੇ ਸੁੱਚੀ ਅਗਨੀ ਦੀਆਂ ਜੋਤਾਂ ਹਮੇਸ਼ਾ ਜਗਦੀਆਂ ਰਹਿੰਦੀਆਂ ਸਨ। ਠੀਕ ਹੈ, ਤੇ ਇਹਨਾਂ ਮੰਦਰਾਂ ਵਿੱਚ ਇੱਕ ਮੰਦਿਰ ਜਿਹੜਾ ਹੈਗਾ ਵਾ ਜੀਅਸ ਦੇਵਤਾ ਦਾ ਵੀ ਸੀ, ਜਿਸ ਨੂੰ ਯੂਨਾਨੀਆਂ ਦੀ ਉੱਨਤੀ, ਸੁਰੱਖਿਆ ਅਤੇ ਤੰਦਰੁਸਤੀ ਦਾ ਦੇਵਤਾ ਮੰਨਿਆ ਜਾਂਦਾ ਸੀ। ਇਸ ਮੰਦਿਰ ਦੇ ਵਿਹੜੇ ਵਿੱਚ ਇੱਕ ਜੈਤੂਨ ਦਾ ਰੁੱਖ ਲੱਗਿਆ ਹੋਇਆ ਸੀ, ਜਿਸ ਨੂੰ ਜਿਹੜਾ ਹੈਗਾ ਵਾ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਸੀ। ਇੱਕ ਜਾਣਕਾਰੀ ਦੇ ਅਨੁਸਾਰ ਇਹ ਰੁੱਖ ਜਿਹੜਾ ਹੈਗਾ ਵਾ ਹਰਕੁਲਿਸ ਨੇ ਸਵਰਗ ਦੀ ਧਰਤੀ ਤੋਂ ਜਾ ਕੇ ਜੀਅਸ ਦੇਵਤਾ ਦੇ ਮੰਦਿਰ ਵਿੱਚ ਲਗਾਇਆ ਸੀ। ਇਸ ਮੰਦਿਰ ਦੇ ਨੇੜੇ ਜਿਹੜਾ ਹੈਗਾ ਵਾ ਢਲਾਣਦਾਰ ਪਹਾੜੀਆਂ ਸਨ, ਜਿਨ੍ਹਾਂ ਵਿੱਚ ਖੇਡ ਲਈ ਜਿਹੜਾ ਹੈਗਾ ਵਾ ਸਮਤਲ ਮੈਦਾਨ ਕੁਦਰਤੀ ਤੌਰ 'ਤੇ ਬਣਿਆ ਹੋਇਆ ਸੀ। ਯੂਨਾਨੀਆਂ ਨੇ ਇਹ ਜਿਹੜਾ ਹੈਗਾ ਵਾ ਇਹਨਾਂ ਪਹਾੜੀਆਂ ਨੂੰ ਕੱਟ ਕੇ ਦਰਸ਼ਕਾਂ ਦੇ ਬੈਠਣ ਲਈ ਜਗ੍ਹਾ ਬਣਾਈ। ਠੀਕ ਹੈ, ਤੇ ਉਸ ਤੋਂ ਬਾਅਦ ਦੋਸਤੋ ਇਸ ਨੂੰ ਕੁਦਰਤੀ ਸਥਾਨ ਬਣਾਇਆ ਅਤੇ ਇਸ ਨੂੰ ਕੁਦਰਤੀ ਸਟੇਡੀਅਮ ਦਾ ਰੂਪ ਦਿੱਤਾ। ਇਸ ਸਟੇਡੀਅਮ ਵਿੱਚ ਪਹਿਲੇ ਪ੍ਰਾਚੀਨ ਓਲੰਪਿਕ ਖੇਡਾਂ ਸ਼ੁਰੂ ਕਰਵਾਈਆਂ ਗਈਆਂ। ਤੇ ਦੂਸਰਾ ਦੋਸਤੋ ਪ੍ਰਾਚੀਨ ਓਲੰਪਿਕ ਖੇਡਾਂ ਕਦੋਂ ਸ਼ੁਰੂ ਹੋਈਆਂ, ਤਾਂ ਦੇਖੋ ਇਹਨਾਂ ਖੇਡਾਂ ਦੇ ਜਿਹੜੇ ਹੈਗੇ ਆ ਇਹ ਕਿੱਥੇ ਸ਼ੁਰੂ ਹੋਈਆਂ, ਇਹ ਸੀਗਾ ਆਪਣਾ ਦੋਸਤੋ ਕਿੱਥੇ ਸ਼ੁਰੂ ਹੋਈਆਂ, ਤੇ ਇਹ ਹੈਗਾ ਦੋਸਤੋ ਕਦੋਂ ਸ਼ੁਰੂ ਹੋਈਆਂ। ਤਾਂ ਦੋਸਤੋ ਇਹ ਕੀ ਹੈ ਆਪਣਾ, ਇਹਨਾਂ ਖੇਡਾਂ ਦੇ ਸ਼ੁਰੂ ਦੇ ਬਾਰੇ ਚਾਹੇ ਕੋਈ ਲਿਖਤੀ ਸਬੂਤ ਨਹੀਂ ਮਿਲਦੇ, ਪਰ ਪਰੰਪਰਾ ਦੇ ਅਨੁਸਾਰ ਇਹਨਾਂ ਖੇਡਾਂ ਦਾ ਸਮਾਂ 776 ਪੂਰਵ ਈਸਵੀ ਮੰਨਿਆ ਜਾਂਦਾ ਹੈ। ਪ੍ਰਾਚੀਨ ਸਮੇਂ ਵਿੱਚ ਇਹ ਖੇਡਾਂ ਅਗਸਤ ਸਤੰਬਰ ਦੀ ਪੂਰਨਮਾਸੀ, ਠੀਕ ਹੈ ਜੀ, ਪੂਰਨਮਾਸੀ ਦੀ ਰਾਤ ਨੂੰ ਯੂਨਾਨ ਦੇ ਓਲੰਪੀਆ ਸ਼ਹਿਰ ਵਿੱਚ ਸ਼ੁਰੂ ਹੋਈਆਂ। ਠੀਕ ਹੈ, ਤੇ ਇਹ ਹੋਈਆਂ ਸਨ, ਤੇ ਇਹ ਖੇਡਾਂ ਪਵਿੱਤਰਤਾ ਅਤੇ ਸ਼ਕਤੀ ਦੇ ਦੇਵਤਾ ਜੀਅਸ ਨੂੰ ਜਿਹੜਾ ਹੈਗਾ ਵਾ ਸਮਰਪਿਤ ਕੀਤੀਆਂ ਗਈਆਂ। ਇਹਨਾਂ ਖੇਡਾਂ ਨੂੰ ਸ਼ੁਰੂ ਕਰਨ ਦਾ ਜਿਹੜਾ ਹੈਗਾ ਸਹਿਰਾ ਐਲਿਸ ਦੇ ਬਾਦਸ਼ਾਹ ਜਿਹੜਾ ਹੈਗਾ ਦੋਸਤੋ ਆਪਣਾ ਇਫਟਿਸ, ਠੀਕ ਹੈ ਜੀ, ਇਫਿਟਸ ਅਤੇ ਜਿਹੜਾ ਹੈਗਾ ਵਾ ਕਲੀਉਸ ਥੈਨਿਸ ਦੇ ਸਿਰ ਹੈ। ਸ਼ੁਰੂ ਵਿੱਚ ਹੀ ਦੋਸਤੋ ਇਹ ਖੇਡਾਂ 4 ਸਾਲ ਬਾਅਦ ਖੇਡੀਆਂ ਜਾਂਦੀਆਂ ਸਨ। ਤੇ ਤੀਸਰਾ ਪੁਆਇੰਟ ਹੈ ਦੋਸਤੋ ਆਪਣਾ ਪ੍ਰਾਚੀਨ ਓਲੰਪਿਕ ਖੇਡਾਂ ਕਿਉਂ ਸ਼ੁਰੂ ਹੋਈਆਂ। ਤਾਂ ਦੋਸਤੋ ਇਹਦਾ ਆਨਸਰ ਹੈ ਇਹਨਾਂ ਖੇਡਾਂ ਤੋਂ ਪਹਿਲਾਂ ਯੂਨਾਨ ਅੰਦਰ ਛੋਟੇ ਆਤਮ ਨਿਰਭਰ ਰਾਜ ਆਪਸ ਵਿੱਚ ਲੜਦੇ ਰਹਿੰਦੇ ਸਨ, ਜਿਸ ਨਾਲ ਯੂਨਾਨੀ ਨਿਵਾਸੀਆਂ ਦੀ ਨਸਤ, ਧਨ ਦੌਲਤ, ਉੱਨਤੀ ਜਿਹੜਾ ਹੈਗਾ ਵਾ ਸ਼ਕਤੀ ਖਤਮ ਹੁੰਦੀ ਜਾ ਰਹੀ ਸੀ। ਐਲਿਸ ਦੇ ਬਾਦਸ਼ਾਹ ਜਿਹੜਾ ਹੈਗਾ ਇਫਟਿਸ ਇਸ ਲੜਾਈ ਨੂੰ ਬੰਦ ਕਰਨਾ ਅਤੇ ਜਿਹੜਾ ਹੈਗਾ ਵਾ ਦੇਸ਼ ਵਾਸੀਆਂ ਦੀ ਆਪਸੀ ਜੰਗ ਤੋਂ ਬਚਾਉਣਾ ਚਾਹੁੰਦੇ ਸਨ। ਉਸਨੇ ਆਪਣੇ ਮੰਤਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਦੇਸ਼ ਦੀ ਜਿਹੜੀ ਹੈਗੀ ਆ ਮੰਦੀ ਸਥਿਤੀ ਨਾਲ ਜਿਹੜਾ ਹੈਗਾ ਭਰੀ ਸਮੱਸਿਆ ਦੇ ਹੱਲ ਕੱਢਣ ਲਈ ਆਪਣੇ ਸੁਝਾਅ ਦੇਣ ਲਈ ਕਿਹਾ। ਉਹਨਾਂ ਦੇ ਸੁਝਾਅ ਅਨੁਸਾਰ ਅਜਿਹੀ ਖੇਡਾਂ ਕਰਵਾਈਆਂ ਜਾਣ ਜਿਨ੍ਹਾਂ ਦੀ ਪਵਿੱਤਰਤਾ ਕੀ ਲਿਖਿਆ, ਜਿਨ੍ਹਾਂ ਦੀ ਜਿਹੜੀ ਹੈਗੀ ਹੈ ਪਵਿੱਤਰਤਾ ਲਈ ਲੜਾਈਆਂ ਬੰਦ ਹੋਣ, ਹਰੇਕ ਪ੍ਰਕਾਰ ਦੀ ਧੋਖੇਬਾਜ਼ੀ ਬੰਦ ਹੋਵੇ, ਖੇਡਾਂ ਦੇ ਦੌਰਾਨ ਕੋਈ ਵੀ ਨਸ਼ੇ ਵਾਲੀ ਵਸਤੂ ਦਾ ਪ੍ਰਯੋਗ ਨਾ ਹੋਵੇ। ਇਹਨਾਂ ਖੇਡਾਂ ਨੂੰ ਧਾਰਮਿਕ ਦਰਜਾ ਦੇਣ ਲਈ ਜੀਅਸ ਦੇਵਤਾ ਨੂੰ ਜਿਹੜਾ ਹੈਗਾ ਵਾ ਸਮਰਪਿਤ ਕੀਤਾ ਜਾਣ। ਬਾਦਸ਼ਾਹ ਨੂੰ ਸੁਝਾਅ ਪਸੰਦ ਆਏ, ਜਿਸ ਦੇ ਦੋਸਤੋ ਸਦਕਾ ਪਹਿਲੀ ਪ੍ਰਾਚੀਨ ਓਲੰਪਿਕ ਸ਼ੁਰੂ ਹੋਣ ਦੀ ਸੰਭਾਵਨਾ ਬਣੀ ਜਾਂਦੀ ਹੈ। ਠੀਕ ਹੈ ਜੀ, ਬਾਦਸ਼ਾਹ ਇਫਟਿਸ ਨੇ ਇੱਕ ਪਵਿੱਤਰ ਜਿਹੜੀ ਹੈਗੀ ਜੰਗਬੰਦੀ ਐਲਾਨਨਾਮਾ ਜਾਰੀ ਕੀਤਾ। ਸਾਰੇ ਰਾਜਾਂ ਨੂੰ ਇਹਨਾਂ ਖੇਡਾਂ ਵਿੱਚ ਭਾਗ ਲੈਣ ਲਈ ਸੱਦਾ ਭੇਜਿਆ ਗਿਆ, ਜਿਸ ਨੂੰ ਧਾਰਮਿਕ ਸੱਦਾ ਸਮਝ ਕੇ ਮੰਨ ਲਿਆ ਗਿਆ। ਓਲੰਪੀਆ
ਨਗਰ ਵਿੱਚ ਓਲੰਪਿਕ ਖੇਡਾਂ ਦੀ ਸ਼ੁਰੂਆਤ ਹੋਈ। ਇਹ ਖੇਡਾਂ 4 ਸਾਲਾਂ ਪਿੱਛੋਂ ਜਿਹੜਾ ਹੈਗਾ ਵਾ ਦੋਸਤੋ ਆਯੋਜਿਤ ਹੋਈਆਂ ਕਰਦੀਆਂ ਸਨ। ਓਲੰਪਿਕ ਖੇਡਾਂ ਦੇ ਯੂਨਾਨ ਨਿਵਾਸੀਆਂ ਦੇ ਪ੍ਰਭਾਵਤਾ ਇਹਨਾਂ ਖੇਡਾਂ ਨੇ ਜਿਹੜਾ ਹੈਗਾ ਦੇਸ਼ ਦੀ ਏਕਤਾ ਅਤੇ ਅਖੰਡਤਾ ਅਤੇ ਉੱਨਤੀ ਵਾਪਸ ਕੀਤੀ। ਆਪਸੀ ਲੜਾਈ ਝਗੜੇ ਬੰਦ ਹੋਣ ਲੱਗੇ। ਠੀਕ ਹੈ, ਖਿਡਾਰੀਆਂ ਦਾ ਸਨਮਾਨ ਵਧਿਆ। ਲੋਕਾਂ ਵਿੱਚ ਇਹਨਾਂ ਖੇਡਾਂ ਦਾ ਜਿਹੜਾ ਹੈਗਾ ਜੇਤੂ ਬਣਨ ਲਈ ਚੰਗੀ ਸਿਹਤ ਰੱਖਣ ਦੀ ਭਾਵਨਾ ਪੈਦਾ ਹੋਣ ਲੱਗੀ। ਯੂਨਾਨ ਨਿਵਾਸੀਆਂ ਵਿੱਚ ਆਪਸੀ ਪਿਆਰ ਅਤੇ ਸਦਭਾਵਨਾ ਅਤੇ ਮਿੱਤਰਤਾ ਅਤੇ ਭਾਈਚਾਰਾ ਜਿਹੜਾ ਹੈਗਾ ਪੈਦਾ ਹੋਣ ਲੱਗ। ਅੱਗੇ ਹੈ ਤੁਹਾਡਾ ਆਪਣਾ ਪ੍ਰਸ਼ਨ ਕੀ ਆ, 14ਵਾਂ ਪ੍ਰਸ਼ਨ ਆ। ਤਾਂ ਦੇਖੋ ਕੀ ਪ੍ਰਸ਼ਨ ਹੈ ਇੱਥੇ ਆਪਣਾ, ਪ੍ਰਾਚੀਨ ਓਲੰਪਿਕ ਖੇਡ ਦੇ ਕੀ ਨਿਯਮ ਸਨ ਅਤੇ ਕਿਹੜੀਆਂ ਖੇਡਾਂ ਜਿਹੜੀਆਂ ਹੈਗੀਆਂ ਨੇ ਕਰਵਾਈਆਂ ਜਾਂਦੀਆਂ ਸਨ। ਤਾਂ ਦੇਖੋ ਇਹਦਾ ਉੱਤਰ ਕੀ ਹੈ, ਪ੍ਰਾਚੀਨ ਓਲੰਪਿਕ ਖੇਡਾਂ ਦੀ ਪਵਿੱਤਰਤਾ ਬਣਾਏ ਰੱਖਣ ਅਤੇ ਜਿਹੜਾ ਹੈਗਾ ਬਿਨਾਂ ਕਿਸੇ ਰੁਕਾਵਟ ਆਯੋਜਿਤ ਕਰਵਾਉਣ ਲਈ ਓਲੰਪਿਕ ਕਮੇਟੀ ਦੇ ਵੱਲੋਂ ਕੁਝ ਨਿਯਮ ਬਣਾਏ ਗਏ ਹਨ ਜਿਨ੍ਹਾਂ ਦਾ ਕਠੋਰਤਾ ਨਾਲ ਪਾਲਣ ਕੀਤਾ ਜਾਂਦਾ ਸੀ। ਤਾਂ ਪ੍ਰਾਚੀਨ ਓਲੰਪਿਕ ਖੇਡਾਂ ਦੇ ਨਿਯਮ ਦੇਖੋ ਕੀ ਹੈ, ਪ੍ਰਾਚੀਨ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਲਈ ਹੇਠ ਲਿਖੇ ਨਿਯਮ ਦੀ ਪਾਲਣਾ ਕਰਨੀ ਹੁੰਦੀ ਹੈ। ਸਭ ਤੋਂ ਪਹਿਲਾਂ ਇਹਦੇ ਵਿੱਚ ਪੁਆਇੰਟ ਕੀ ਹੈ ਦੋਸਤੋ, ਦੇਖ ਸਕਦੇ ਹੋ ਇਹਨਾਂ ਖੇਡਾਂ ਵਿੱਚ ਭਾਗ ਲੈਣ ਦੇ ਲਈ ਸਾਰੇ ਖਿਡਾਰੀ ਯੂਨਾਨੀ ਨਾਗਰਿਕ ਹੁੰਦੇ ਸਨ। ਠੀਕ ਹੈ ਜੀ। ਤੇ ਦੂਸਰਾ ਦੋਸਤੋ ਕੀ ਹੈ ਆਪਣਾ, ਇਹਨਾਂ ਖੇਡਾਂ ਵਿੱਚ ਭਾਗ ਲੈਣ ਲਈ ਖਿਡਾਰੀਆਂ ਦਾ ਜਿਹੜਾ ਹੈਗਾ ਸਰੀਰਕ ਯੋਗਤਾ ਟੈਸਟ ਲਿਆ ਜਾਂਦਾ ਸੀ। ਖਿਡਾਰੀਆਂ ਨੂੰ ਕਸਮ ਦਿੱਤੀ ਜਾਂਦੀ ਸੀ ਕਿ ਉਹ ਖੇਡ ਵਿੱਚ ਠੀਕ ਢੰਗ ਨਾਲ ਹਿੱਸਾ ਲੈਣਗੇ। ਤੀਸਰਾ, ਓਲੰਪਿਕ ਖੇਡਾਂ ਵਿੱਚ ਭਾਗ ਲੈਣ ਲਈ ਖਿਡਾਰੀਆਂ ਨੂੰ 10 ਮਹੀਨੇ ਪਹਿਲਾਂ ਕਿਸੇ ਵਿਸ਼ੇਸ਼ ਕੋਚ ਤੋਂ ਸਿਖਲਾਈ ਲੈਣੀ ਜ਼ਰੂਰੀ ਹੁੰਦੀ ਸੀ, ਜਿਸ ਦਾ ਜ਼ਿਕਰ ਉਹ ਸਹੁੰ ਲੈਂਦੇ ਸਮੇਂ ਕਰਦਾ ਸੀ। ਤੇ ਚੌਥਾ, ਇਹਨਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਨੂੰ 1 ਮਹੀਨੇ ਪਹਿਲਾਂ ਓਲੰਪੀਆ ਨਗਰ ਪਹੁੰਚ ਕੇ ਜਿਹੜਾ ਹੈਗਾ ਵਾ ਸਿਖਲਾਈ ਲੈਣੀ ਜ਼ਰੂਰੀ ਸੀ। ਪੰਜਵਾਂ, ਕੋਈ ਵੀ ਪੇਸ਼ੇਵਰ ਖਿਡਾਰੀ ਇਹਨਾਂ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕਦਾ ਸੀ। ਛੇਵਾਂ, ਔਰਤਾਂ ਨੂੰ ਪਹਿਲ ਇਹਨਾਂ ਖੇਡਾਂ ਵਿੱਚ ਹਿੱਸਾ ਲੈਣ ਅਤੇ ਦੇਖਣ ਦੀ ਇਜਾਜ਼ਤ ਨਹੀਂ ਸੀ, ਪਰ ਬਾਅਦ ਵਿੱਚ ਹਿੱਸਾ ਲੈਣ ਅਤੇ ਦੇਖਣ ਦੀ ਇਜਾਜ਼ਤ ਮਿਲ ਗਈ। ਸੱਤਵਾਂ, ਓਲੰਪੀਆ ਵਿੱਚ ਇਹਨਾਂ ਖਿਡਾਰੀਆਂ ਦੇ ਜਿਹੜੇ ਹੈਗੇ ਦੇਖ ਰੇਖ ਜੱਜ ਕਰਦੇ ਸਨ, ਉਹ ਠੀਕ ਫੈਸਲਾ ਦੇਣ ਲਈ ਸਹੁੰ ਚੱਕਦੇ ਸਨ। ਤੇ ਅੱਗੇ ਆਪਣਾ, ਕੋਈ ਵੀ ਵਿਅਕਤੀ ਖਿਡਾਰੀ ਜਾਂ ਫਿਰ ਜੱਜ ਹਥਿਆਰ ਲੈ ਕੇ ਅਤੇ ਨਸ਼ੇ ਵਾਲੀ ਵਸਤੂ ਦਾ ਸੇਵਨ ਕਰਕੇ ਓਲੰਪੀਆ ਨਗਰ ਵਿੱਚ ਦਾਖਲ ਨਹੀਂ ਹੋ ਸਕਦਾ ਸੀ। ਵਿਦੇਸ਼ੀ ਅਪਰਾਧੀ ਅਤੇ ਗੁਲਾਮਾਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਸੀ। ਠੀਕ ਹੈ ਜੀ। ਤੇ ਹੁਣ ਅਗਲਾ ਪੁਆਇੰਟ ਕੀ ਇਹਦਾ, 10ਵਾਂ ਪੁਆਇੰਟ ਕਿ ਸ਼ੁਰੂ ਰੇਖਾ 'ਤੇ ਖੜੇ ਖਿਡਾਰੀਆਂ ਦੇ ਨਾਵਾਂ ਅਤੇ ਖਾਨਦਾਨਾਂ ਦੇ ਬਾਰੇ ਘੋਸ਼ਣਾ ਕੀਤੀ ਜਾਂਦੀ ਸੀ। ਕੋਈ ਵੀ ਦਰਸ਼ਕ ਅਤੇ ਖਿਡਾਰੀ ਇਤਰਾਜ਼ ਕਰ ਸਕਦਾ ਸੀ। ਇਤਰਾਜ਼ ਦੂਰ ਕਰਨ ਪਿੱਛੇ ਹੀ ਖੇਡ ਸ਼ੁਰੂ ਹੁੰਦੀ ਸੀ। ਅੱਗੇ ਲਿਖਿਆ, ਦਰਸ਼ਕਾਂ ਵੱਲੋਂ ਚੁੱਪ ਦਾ ਅਰਥ ਕੋਈ ਇਤਰਾਜ਼ ਨਹੀਂ। ਠੀਕ ਹੈ ਜੀ। 11ਵਾਂ ਪੁਆਇੰਟ, ਪਹਿਲਾ ਅਤੇ ਆਖਰੀ ਦਿਨ ਜਿਹੜਾ ਹੈਗਾ ਵਾ ਬਹਾਦੁਰ ਯੋਧਾਵਾਂ, ਕੁਰਬਾਨੀ ਦੇਣ ਵਾਲਿਆਂ ਅਤੇ ਪ੍ਰਸਿੱਧ ਖਿਡਾਰੀਆਂ ਦੀ ਪ੍ਰਸ਼ੰਸਾ ਅਤੇ ਧਾਰਮਿਕ ਗੀਤਾਂ ਨਾਲ ਗੁਜ਼ਾਰਿਆ ਜਾਂਦਾ ਸੀ। ਤੇ ਹੁਣ ਹੈਗਾ ਪ੍ਰਾਚੀਨ ਓਲੰਪਿਕ ਖੇਡਾਂ ਦੀਆਂ ਕਿਰਿਆਵਾਂ। ਤਾਂ ਦੇਖੋ ਪਹਿਲੀ ਤੋਂ ਜਿਹੜੀ ਹੈਗੀ 13ਵੀਂ ਓਲੰਪਿਕ ਤੱਕ ਕੇਵਲ ਇੱਕ ਹੀ ਦੌੜ 200 ਗੱਜ ਜਿਹੜਾ ਹੈਗਾ ਸਪਾਟ, ਜਿਸ ਨੂੰ ਸਟੇਟ ਰੇਸ ਵੀ ਕਿਹਾ ਜਾਂਦਾ ਹੈ, ਕਰਵਾਈ ਜਾਂਦੀ ਰਹੀ। ਤਾਂ ਇਹ ਦੌੜ ਦੋਸਤੋ ਨਰਮ ਰੇਤ 'ਤੇ ਦੌੜੀ ਜਾਂਦੀ ਸੀ। ਦੂਸਰਾ, 724 ਈਸਵੀ ਪੂਰਵ ਵਿੱਚ ਜਦੋਂ 14ਵੀਂ ਓਲੰਪਿਕਸ ਹੋਈ ਤਾਂ 400 ਗੱਜ ਦੀ ਦੌੜ ਵਧਾਈ ਗਈ। ਤੇ 15ਵੀਂ ਓਲੰਪਿਕ ਵਿੱਚ 3 ਮੀਲ ਦੀ ਦੌੜ ਵਧਾਈ ਗਈ। 18ਵੀਂ ਓਲੰਪਿਕ ਜਿਹੜਾ ਹੈਗਾ ਵਿੱਚ ਆਪਣਾ ਦੋਸਤੋ ਕੀ ਹੈ, ਪੰਟੇਥਲਨ। ਠੀਕ ਹੈ ਜੀ। ਪੰਟੇਥਲਨ ਸ਼ੁਰੂ ਕੀਤੀ ਗਈ। ਇਸ ਵਿੱਚ ਦੋਸਤੋ 5 ਜਿਹੜੇ ਹੈਗੇ ਨੇ ਖੇਡਾਂ ਰੱਖੀਆਂ ਗਈਆਂ, ਜਿਵੇਂ ਕਿ ਲੰਬੀ ਛਲਾਂਗ, ਨੇਜਾਬਾਜੀ, ਠੀਕ ਹੈ ਜੀ, 200 ਗੱਜ ਦੀ ਦੌੜ ਤੇ ਆਪਣਾ ਡਿਸਕਸ ਸੁੱਟਣਾ। ਠੀਕ ਹੈ ਜੀ, ਡਿਸਕਸ ਸੁੱਟਣਾ ਤੇ ਕੁਸ਼ਤੀਆਂ ਲੜਨਾ। ਪੰਜਵਾਂ, 73ਵੀਂ ਓਲੰਪਿਕ ਵਿੱਚ ਜਿਹੜਾ ਹੈਗਾ ਵਾ ਆਦਮੀਆਂ ਲਈ ਮੁੱਕੇਬਾਜ਼ੀ ਵੀ ਜਿਹੜੀ ਹੈਗੀ ਸ਼ੁਰੂ ਹੋਈ। 25ਵੀਂ ਓਲੰਪਿਕ ਵਿੱਚ 4 ਘੋੜੀਆਂ ਦੇ ਨਾਲ ਜਿਹੜਾ ਹੈਗਾ ਵਾ ਰੱਥ ਦੀ ਦੌੜ ਸ਼ੁਰੂ ਕੀਤੀ ਗਈ। 7ਵਾਂ ਪੁਆਇੰਟ, 30ਵੀਂ ਓਲੰਪਿਕਸ ਵਿੱਚ ਜਿਹੜੀ ਹੈਗੀ ਆ ਪੈਂਕਟੇਰੀਅਮ, ਮੁੱਕੇਬਾਜ਼ੀ, ਕੁਸ਼ਤੀਆਂ, ਪਾਣੀ ਦੀਆਂ ਖੇਡਾਂ ਸ਼ੁਰੂ ਕੀਤੀਆਂ ਗਈਆਂ। ਇਹ ਖੇਡਾਂ 3 ਤੋਂ 5 ਦਿਨ ਤੱਕ ਚੱਲਦੀ ਸੀ। ਠੀਕ ਹੈ ਜੀ। ਤਾਂ ਦੋਸਤੋ ਦੇਖੋ ਹੋਰ ਵੀ ਇਹਨਾਂ ਨੇ ਲਿਖਿਆ ਕਿ ਪਹਿਲਾਂ ਤਾਂ ਔਰਤਾਂ ਨੂੰ ਇਸ ਖੇਡ ਵਿੱਚ ਆਉਣ ਦੀ ਆਗਿਆ ਨਹੀਂ ਸੀ, ਪਰ ਬਾਅਦ ਵਿੱਚ ਆਗਿਆ ਦੇ ਦਿੱਤੀ ਗਈ। ਰੋਮਨ ਬਾਦਸ਼ਾਹ ਜਿਹੜੇ ਹੈਗੇ ਆਪਣੇ ਥਿਊਡੀਅਸ ਦੇ ਹੁਕਮਨਾਮੇ ਨਾਲ ਇਹਨਾਂ ਖੇਡਾਂ ਨੂੰ 394 ਈਸਵੀ ਪੂਰਵ ਬੰਦ ਕਰ ਦਿੱਤਾ ਗਿਆ। ਤੇ ਹੁਣ ਪੰਜਵਾਂ ਪ੍ਰਸ਼ਨ ਹੈ ਆਪਣਾ, ਨਵੀਨ ਓਲੰਪਿਕ ਖੇਡਾਂ ਕਿਸ ਨੇ ਸ਼ੁਰੂ ਕਰਵਾਈਆਂ? ਇਸ ਦੇ ਜਿਹੜੇ ਹੈਗੇ ਵਿਸ਼ੇ ਵਿੱਚ ਤੁਸੀਂ ਕੀ ਜਾਣਦੇ ਹੋ? ਉੱਤਰ ਦੇਖੋ, ਲਗਭਗ 14 ਸਦੀ ਤੱਕ ਓਲੰਪਿਕ ਖੇਡਾਂ ਦੀ ਮਹੱਤਤਾ ਦੇ ਸੰਬੰਧ ਵਿੱਚ ਕਿਸੇ ਨੇ ਨਹੀਂ ਸੋਚਿਆ, ਪਰ ਇੰਨੀ ਮਸ਼ਹੂਰ, ਪ੍ਰਸਿੱਧ ਅਤੇ ਉਪਯੋਗੀ ਓਲੰਪਿਕ ਖੇਡਾਂ ਅਮਿਟ ਹਨ। 1829 ਈਸਵੀ ਵਿੱਚ ਜਾਪਾਨ ਅਤੇ ਫਰਾਂਸੀਸੀ ਪੁਰਾਤਨ ਵਿਗਿਆਨਿਕਾਂ ਨੇ ਓਲੰਪੀਆ ਵਿੱਚ ਖੁਦਾਈ ਸ਼ੁਰੂ ਕਰ ਦਿੱਤੀ।
ਅਤੇ ਕਈ ਸਾਲਾਂ ਦੀ ਮਿਹਨਤ ਬਾਅਦ ਦੋਸਤੋ ਸਫਲਤਾ ਮਿਲੀ। ਇਹਨਾਂ ਖੁਦਾਈਆਂ ਤੋਂ ਬਾਅਦ ਓਲੰਪਿਕ ਦੇ ਮੰਦਿਰ ਅਤੇ ਸਟੇਡੀਅਮ ਪ੍ਰਾਪਤ ਹੋਏ। ਠੀਕ ਹੈ, ਬੈਰਨ ਡੀ ਕੁਬਰਟਨ ਨੂੰ ਨਵੀਨ ਓਲੰਪਿਕ ਖੇਡਾਂ ਦਾ ਜਿਹੜਾ ਹੈਗਾ ਵਾ ਨਿਰਮਾਤਾ ਮੰਨਿਆ ਜਾਂਦਾ ਹੈ, ਜਿਸ ਦਾ ਜਨਮ ਜਿਹੜਾ ਹੈਗਾ 1860 ਈਸਵੀ ਵਿੱਚ ਫਰਾਂਸ ਵਿੱਚ ਹੋਇਆ ਸੀ। ਇਹ ਫਰਾਂਸ ਦੇ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਸਨ ਅਤੇ ਸਰੀਰਕ ਸਿੱਖਿਆ ਵਿੱਚ ਇਹਨਾਂ ਦੀ ਵਿਸ਼ੇਸ਼ ਰੁਚੀ ਸੀ। ਇਹਨਾਂ ਨੇ 1800 ਜਿਹੜਾ ਹੈਗਾ ਵਾ 87 ਈਸਵੀ ਵਿੱਚ ਬਰਤਾਨੀਆ ਦਾ ਜਿਹੜਾ ਹੈਗਾ ਦੌਰਾ ਕੀਤਾ। ਉੱਥੇ ਜਿਹੜਾ ਹੈਗਾ ਵਾ ਸਿੱਖਿਅਕ ਸਿੱਖਿਅਕ ਢਾਂਚੇ ਤੋਂ ਬਹੁਤ ਹੀ ਪ੍ਰਭਾਵਿਤ ਹੋਏ। ਇਹਨਾਂ ਨੇ ਹੈਰੋ, ਠੀਕ ਹੈ ਜੀ, ਕੀ ਲਿਖਿਆ ਦੋਸਤੋ, ਹੈਰੋ ਅਤੇ ਰੰਗਬੀ ਦੇ ਸਕੂਲਾਂ ਦੀ ਪੜ੍ਹਾਈ ਤੋਂ ਪ੍ਰਭਾਵਿਤ ਹੋ ਕੇ ਕਿਤਾਬ ਵੀ ਲਿਖੀ। ਤਾਂ ਕਿਊਬਰਿਟਨ ਬਰਤਾਨੀਆ ਅਤੇ ਅਮਰੀਕਾ ਵੀ ਗਏ। ਠੀਕ ਹੈ ਜੀ, ਅਤੇ ਜਿੱਥੇ ਇਹਨਾਂ ਦੀ ਯੋਜਨਾ ਸੁਣ ਕੇ ਹੋਰ ਵੀ ਖੇਡ ਪ੍ਰੇਮੀ ਇਹਨਾਂ ਦੀ ਮਦਦ ਕਰਨ ਨੂੰ ਰਾਜੀ ਹੋ ਗਏ। ਉਹ ਖੇਡਾਂ ਦੁਆਰਾ ਮਿਹਨਤ, ਮਨੋਰੰਜਨ ਅਤੇ ਭਾਈਚਾਰਾ ਵਧਾਉਣ ਚਾਹੁੰਦੇ ਸਨ। ਇਹਨਾਂ ਦੀ ਕੋਸ਼ਿਸ਼ ਪਹਿਲਾਂ 1869 ਈਸਵੀ ਅਤੇ 1817 ਦੇ ਵਿੱਚ ਜਿਹੜਾ ਹੈਗਾ ਵਾ 1870 ਦੇ ਵਿੱਚ 1870 ਈਸਵੀ ਵਿੱਚ ਜਿਹੜਾ ਹੈਗਾ ਉਹ 2 ਵਾਰ ਓਲੰਪਿਕ ਖੇਡਾਂ ਦੀ ਦੋਸਤੋ ਅਸਫਲ ਕੋਸ਼ਿਸ਼ ਕੀਤੀ ਗਈ। ਇਹ ਅਸਫਲ ਖੇਡਾਂ ਹੀ ਦੋਸਤੋ ਜਿਹੜਾ ਹੈਗਾ ਸਫਲ ਖੇਡਾਂ ਦੀ ਬੁਨਿਆਦ ਬਣੀ। ਤਾਂ ਕਿਊਬਰਿਟਨ ਨੇ ਦੋਸਤੋ ਅਲੱਗ-ਅਲੱਗ ਦੇਸ਼ਾਂ ਦਾ ਦੌਰਾ ਕੀਤਾ ਅਤੇ ਆਪਣੇ ਵਿਚਾਰਾਂ ਦੇ ਬਾਰੇ ਸਾਰਿਆਂ ਨੂੰ ਜਾਣਕਾਰੀ ਦਿੱਤੀ। ਇਹਨਾਂ ਨੇ ਆਪਣੇ ਦੇਸ਼ ਫਰਾਂਸ ਵਿੱਚ ਫਰਾਂਸੀਸੀ ਖੇਡ ਸੰਗਠਨ ਕਾਇਮ ਕੀਤਾ। ਫਿਰ 16 ਜੂਨ 1894, ਠੀਕ ਹੈ ਜੀ, 1894 ਨੂੰ ਇੱਕ ਜਿਹੜਾ ਹੈਗਾ ਵਾ ਅੰਤਰਰਾਸ਼ਟਰੀ ਕਾਂਗਰਸ ਦੇ ਸਾਹਮਣੇ ਓਲੰਪਿਕ ਯੋਜਨਾ ਰੱਖੀ। ਸਾਰੇ ਦੇਸ਼ਾਂ ਨੇ ਇਸ ਯੋਜਨਾ ਦੇ ਬਾਰੇ ਆਪਣੀ ਜਿਹੜੀ ਹੈਗੀ ਸਹਿਮਤੀ ਪ੍ਰਗਟ ਕੀਤੀ। 1896 ਈਸਵੀ ਵਿੱਚ ਜਿਹੜਾ ਹੈਗਾ ਵਾ 5 ਅਪ੍ਰੈਲ ਤੋਂ ਜਿਹੜਾ ਹੈਗਾ 15 ਅਪ੍ਰੈਲ ਤੱਕ ਪਹਿਲੀ ਓਲੰਪਿਕ ਖੇਡਾਂ ਜਿਹੜੀ ਹੈਗੀਆਂ ਨੇ ਹੋਈਆਂ। ਠੀਕ ਹੈ ਜੀ, ਅਤੇ ਅੱਗੇ ਕੀ ਲਿਖਿਆ ਦੇਖੋ ਇੱਥੇ। ਤਾਂ ਦੋਸਤੋ ਓਲੰਪਿਕ ਖੇਡਾਂ ਵਿੱਚ ਕਿਊਬਰਿਟਨ ਨੇ ਇਹ ਆਦਰਸ਼ ਪੇਸ਼ ਕੀਤਾ। ਓਲੰਪਿਕ ਵਿੱਚ ਸਭ ਤੋਂ ਜਿਹੜੀ ਹੈਗੀ ਜ਼ਰੂਰੀ ਗੱਲ ਉਸ ਵਿੱਚ ਜਿਹੜੀ ਹੈਗੀ ਜਿੱਤ ਪ੍ਰਾਪਤ ਕਰਨਾ ਨਹੀਂ ਬਲਕਿ ਚੰਗਾ ਮੁਕਾਬਲਾ ਕਰਨਾ ਹੈ। ਜਿਵੇਂ ਕਿ ਜ਼ਿੰਦਗੀ ਵਿੱਚ ਜ਼ਰੂਰੀ ਜਿੱਤ ਨਹੀਂ ਬਲਕਿ ਚੰਗਾ ਮੁਕਾਬਲਾ ਕਰਨਾ ਹੈ। ਅੱਗੇ ਹੈ ਦੋਸਤੋ ਤੁਹਾਡਾ 16ਵਾਂ ਪ੍ਰਸ਼ਨ, ਨਵੀਨ ਓਲੰਪਿਕ ਖੇਡਾਂ ਦੇ ਕੀ ਨਿਯਮ ਹਨ। ਠੀਕ ਹੈ ਜੀ, ਤਾਂ ਦੇਖੋ ਆਨਸਰ ਇਹਦਾ ਕੀ ਹੈ, ਨਵੀਨ ਓਲੰਪਿਕ ਖੇਡਾਂ ਦੇ ਨਿਯਮ। ਤਾਂ ਓਲੰਪਿਕ ਖੇਡਾਂ ਦੇ ਨਿਯਮ ਸ਼ੁਰੂ ਵਿੱਚ ਬਹੁਤ ਹੀ ਜਿਹੜੇ ਹੈਗੇ ਸਧਾਰਨ ਹੁੰਦੇ ਸਨ। ਹਰੇਕ ਵਿਅਕਤੀ ਇਹਨਾਂ ਖੇਡਾਂ ਵਿੱਚ ਹਿੱਸਾ ਲੈ ਸਕਦਾ ਸੀ। ਓਲੰਪਿਕ ਖੇਡਾਂ ਵਿੱਚ ਉਸ ਸਮੇਂ ਵਿਸ਼ੇਸ਼ ਮਹੱਤਵ ਨਹੀਂ ਦਿੱਤਾ ਜਾਂਦਾ ਸੀ, ਪਰ ਸੰਨ 1908 ਵਿੱਚ ਲੰਡਨ ਵਿੱਚ ਜਿਹੜਾ ਹੈਗਾ ਓਲੰਪਿਕ ਖੇਡਾਂ ਵਿੱਚ ਕੁਝ ਨਵੇਂ ਨਿਯਮ ਬਣਾਏ ਗਏ। ਇਹ ਨਿਯਮ ਇਸ ਪ੍ਰਕਾਰ ਨਾਲ ਹਨ। ਤਾਂ ਦੇਖੋ ਸਭ ਤੋਂ ਪਹਿਲਾਂ ਹਰੇਕ ਦੇਸ਼ ਜੋ ਓਲੰਪਿਕ ਖੇਡਾਂ ਦਾ ਮੈਂਬਰ ਹੈ ਆਪਣੇ ਕਿਸੇ ਵੀ ਦੇਸ਼ ਵਾਸੀ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਭੇਜ ਸਕਦਾ ਹੈ। ਦੂਸਰਾ, ਖਿਡਾਰੀ ਲਈ ਉਮਰ ਅਤੇ ਜਾਤ-ਪਾਤ ਦਾ ਕੋਈ ਬੰਧਨ ਨਹੀਂ ਹੈ। ਤੀਸਰਾ, ਖੇਡਾਂ ਵਿੱਚ ਨਸ਼ੇ ਦੀ ਹਾਲਤ ਵਿੱਚ ਇਹਨਾਂ ਖੇਡਾਂ ਵਿੱਚ ਭਾਗ ਨਹੀਂ ਲੈ ਸਕਦਾ। ਚੌਥਾ, ਜੇਕਰ ਕਿਸੇ ਵੀ ਜਿਹੜਾ ਹੈਗਾ ਖਿਡਾਰੀ ਨੇ ਇੱਕ ਦੇਸ਼ ਦੇ ਵੱਲ ਇਹਨਾਂ ਖੇਡਾਂ ਵਿੱਚ ਹਿੱਸਾ ਲਿਆ ਹੋਵੇ ਤਾਂ ਉਹ ਕਿਸੇ ਦੂਜੇ ਦੇਸ਼ ਦੇ ਵੱਲੋਂ ਇਹਨਾਂ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕਦਾ, ਪਰ ਨਵੇਂ ਬਣੇ ਦੇਸ਼ ਦੇ ਖਿਡਾਰੀਆਂ ਲਈ ਇਹ ਸ਼ਰਤ ਲਾਗੂ ਨਹੀਂ ਹੁੰਦੀ। 5ਵਾਂ ਪੁਆਇੰਟ, ਕੋਈ ਵੀ ਜਿਹੜਾ ਹੈਗਾ ਪੇਸ਼ੇਵਰ ਖਿਡਾਰੀ ਇਹਨਾਂ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕਦਾ। 6ਵਾਂ ਪੁਆਇੰਟ, ਓਲੰਪਿਕ ਖੇਡਾਂ ਵਿੱਚ ਹਿੱਸਾ ਲੈਂਦੇ ਸਮੇਂ ਖਿਡਾਰੀ ਦੇ ਲਿੰਗ ਦੀ ਪਰਖ ਕੀਤੀ ਜਾਂਦੀ ਹੈ। 7ਵਾਂ ਪੁਆਇੰਟ, ਜੇਕਰ ਕੋਈ ਨਵਾਂ ਦੇਸ਼ ਹੋਂਦ ਵਿੱਚ ਆਇਆ ਹੋਵੇ ਤਾਂ ਉਹ ਆਪਣਾ ਖਿਡਾਰੀ ਜਿਹੜਾ ਹੈਗਾ ਭੇਜ ਸਕਦਾ ਹੈ। ਠੀਕ ਹੈ, ਅਤੇ ਅਗਲਾ ਲਿਖਿਆ ਦੋਸਤੋ ਇਹਨਾਂ ਖੇਡਾਂ ਦਾ ਪ੍ਰਬੰਧ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੁਆਰਾ ਜਿਹੜਾ ਕੀਤਾ ਜਾਂਦਾ ਹੈ। ਇਸ ਕਮੇਟੀ ਵਿੱਚ ਹਰੇਕ ਦੇਸ਼ ਦਾ ਮੈਂਬਰ ਹੁੰਦਾ ਹੈ, ਪਰ ਜਿਸ ਦੇਸ਼ ਵਿੱਚ ਖੇਡਾਂ ਹੋ ਰਹੀਆਂ ਹਨ ਜਾਂ ਫਿਰ ਦੋਸਤੋ ਜਿੱਥੇ ਖੇਡਾਂ ਬਹੁਤ ਹੀ ਚੰਗੀ ਤਰ੍ਹਾਂ ਹੋ ਰਹੀਆਂ ਹਨ ਉੱਥੇ 2-2 ਮੈਂਬਰ ਵੀ ਲਏ ਜਾ ਸਕਦੇ ਹਨ। ਇਸ ਕਮੇਟੀ ਦਾ ਜਿਹੜਾ ਹੈਗਾ ਮੁੱਖ ਦਫ਼ਤਰ ਉਹ ਕਿੱਥੇ ਆ? ਲੁਜ਼ੈਨ, ਸਵਿਟਜ਼ਰਲੈਂਡ ਵਿੱਚ ਹੈ। ਇਸ ਕਮੇਟੀ ਦੇ ਸਾਰੇ ਮੈਂਬਰ ਆਪਣੇ ਵਿੱਚੋਂ ਇੱਕ ਪ੍ਰਧਾਨ ਚੁਣਦੇ ਹਨ ਅਤੇ ਇਹ ਆਏ ਸਾਲ ਜਿਹੜਾ ਹੈਗਾ ਵਾ ਤੱਕ ਕਮੇਟੀ ਦੀ ਪ੍ਰਧਾਨਗੀ ਕਰਦਾ ਹੈ। ਇਸ ਦੇ ਜਿਹੜੇ ਹੈਗੇ 2 ਉਪ ਪ੍ਰਧਾਨ ਅਤੇ 5 ਕਾਰਜਕਾਰੀ ਮੈਂਬਰ ਹੁੰਦੇ ਹਨ। ਇਹ ਆਏ ਸਾਲ ਤੱਕ ਕਮੇਟੀ ਦੀ ਪ੍ਰਧਾਨਗੀ ਕਰਦਾ ਹੈ। ਇਸ ਦੇ ਜਿਹੜੇ ਹੈਗੇ 2 ਉਪ ਪ੍ਰਧਾਨ ਅਤੇ 5 ਕਾਰਜਕਾਰੀ ਮੈਂਬਰ ਹੁੰਦੇ ਹਨ। ਇਸ ਕਮੇਟੀ ਦਾ ਇੱਕ ਉਪ ਪ੍ਰਧਾਨ ਹੁੰਦਾ ਹੈ ਜਿਸ ਦੀ ਚੋਣ ਕਾਰਜਕਾਰੀ ਬੋਰਡ ਦੁਆਰਾ ਜਿਹੜਾ ਹੈਗਾ ਕਰਦਾ ਹੈ। ਠੀਕ ਹੈ ਜੀ, ਤਾਂ ਇਹ 2 ਵਾਰੀ ਲਾਈਨ ਲਿਖ ਦਿੱਤੀ ਗਈ ਹੈ। ਇੱਕ ਮੈਨੂੰ ਲੱਗਦਾ ਜਿੱਥੇ ਤੱਕ ਅਧਿਕ ਪ੍ਰਧਾਨਗੀ ਕਰਦਾ ਹੈ ਇਸ ਵਿੱਚ ਆਏ ਸਾਲ ਤੱਕ। ਠੀਕ ਹੈ ਜੀ, ਅਤੇ ਇਹ ਦੋਸਤੋ ਇਸ ਵਿੱਚ ਆਏ ਸਾਲ ਤੱਕ ਕਮੇਟੀ ਦੀ ਪ੍ਰਧਾਨਗੀ ਕਰਦਾ ਹੈ। ਇਸ ਦੇ ਜਿਹੜੇ ਹੈਗੇ 2 ਉਪ ਪ੍ਰਧਾਨ, ਠੀਕ ਹੈ, ਇਸ ਦੇ 2 ਉਪ ਪ੍ਰਧਾਨ ਅਤੇ ਜਿਹੜਾ ਹੈਗਾ ਵਾ 5 ਅਤੇ ਜਿਹੜਾ ਹੈਗਾ ਦੋਸਤੋ 5 ਕਾਰਜਕਾਰੀ ਮੈਂਬਰ ਹੁੰਦੇ ਹਨ। ਠੀਕ ਹੈ, ਤਾਂ ਤੁਸੀਂ ਇਹ ਲਾਈਨ ਨੂੰ ਦੇਖ ਲਿਓ, ਇੱਕ ਵਾਰੀ 2 ਲਾਈਨਾਂ ਲਿਖੀਆਂ ਹੋਈਆਂ ਨੇ ਇਹਨਾਂ ਨੇ। ਠੀਕ ਹੈ, ਇਸ ਨੂੰ ਚੰਗੀ ਤਰ੍ਹਾਂ ਦੇਖ ਲਿਓ। ਅਤੇ ਅੱਗੇ ਲਿਖਿਆ ਦੋਸਤੋ ਇਸ ਕਮੇਟੀ ਦਾ ਇੱਕ ਉਪ ਪ੍ਰਧਾਨ ਹੁੰਦਾ ਹੈ ਜਿਸ ਦਾ ਕਾਰਜਕਾਰੀ ਬੋਰਡ ਜਿਸ ਦੀ ਚੋਣ ਜਿਹੜੀ ਹੈਗੀ ਕਾਰਜਕਾਰੀ ਬੋਰਡ ਕਰਦਾ ਹੈ। ਇਸ ਕਮੇਟੀ ਦਾ ਜਿਹੜਾ ਹੈਗਾ ਕੰਮ ਹਰੇਕ 4 ਸਾਲ ਦੇ ਬਾਅਦ ਹੋਣ ਵਾਲੀ ਖੇਡਾਂ ਦਾ ਸਮਾਂ ਅਤੇ ਸਥਾਨ ਅਤੇ ਨਿਰਧਾਰਿਤ ਕਰਨਾ ਹੈ। ਇਹ ਕਮੇਟੀ ਹੀ ਖੇਡਾਂ ਨਾਲ ਸੰਬੰਧਿਤ ਨਿਯਮ ਅਤੇ ਦੂਜੇ ਪ੍ਰੋਗਰਾਮ ਬਣਾਉਂਦੀ ਹੈ। ਅਤੇ 17ਵਾਂ ਪ੍ਰਸ਼ਨ ਕੀ ਹੈ? ਏਸ਼ੀਆਈ ਖੇਡਾਂ ਕਦੋਂ ਅਤੇ ਜਿਹੜਾ ਹੈਗਾ ਕਿਉਂ ਸ਼ੁਰੂ ਹੋਈਆਂ? ਇਹਨਾਂ ਖੇਡਾਂ ਨੂੰ ਸ਼ੁਰੂ ਕਰਨ ਵਿੱਚ ਭਾਰਤ ਦਾ ਯੋਗਦਾਨ ਕੀ ਹੈ? ਤਾਂ ਦੇਖੋ ਉੱਤਰ ਕੀ ਹੈ? ਏਸ਼ੀਆਈ ਖੇਡਾਂ। ਤਾਂ ਦੇਖੋ ਏਸ਼ੀਆਈ ਖੇਡਾਂ ਦਾ ਆਰੰਭ 1948 ਈਸਵੀ ਵਿੱਚ ਜਦੋਂ ਲੰਡਨ ਵਿੱਚ 14ਵੀਂ ਓਲੰਪਿਕ ਖੇਡਾਂ ਹੋਈਆਂ। ਉਸ ਸਮੇਂ ਸ਼੍ਰੀ ਜੀ.ਡੀ. ਸੋਂਧੀ ਨੇ ਆਪਣਾ ਨਵਾਂ ਵਿਚਾਰ ਰੱਖਿਆ ਅਤੇ ਉਹ ਮਹਿਸੂਸ ਕਰਦੇ ਸਨ ਕਿ ਭਾਰਤੀ ਜਾਂ ਫਿਰ ਦੋਸਤੋ ਏਸ਼ੀਆਈ ਖਿਡਾਰੀ
ਜਦੋਂ ਪੱਛਮੀ ਦੇਸ਼ਾਂ ਦੇ ਮੁਕਾਬਲੇ ਅਤੇ ਖੇਡਾਂ ਵਿੱਚ ਭਾਗ ਲੈਂਦੇ ਸਨ ਤਾਂ ਉਹ ਬਹੁਤ ਹੀ ਵਧੀਆ ਨਤੀਜੇ ਪ੍ਰਾਪਤ ਨਹੀਂ ਕਰਦੇ। ਇਸ ਲਈ ਦੋਸਤੋ ਉਹਨਾਂ ਨੇ ਸੋਚਿਆ ਕਿ ਜੇਕਰ ਇਹੀ ਖਿਡਾਰੀ ਪਹਿਲਾਂ ਆਪਸ ਵਿੱਚ ਜਿਹੜਾ ਹੈਗਾ ਵਾ ਮੁਕਾਬਲਾ ਕਰਨ ਤਾਂ ਇੱਕ ਤਾਂ ਖੇਡ ਦਾ ਜਿਹੜਾ ਹੈਗਾ 70 ਉੱਚਾ ਹੋ ਜਾਵੇਗਾ, ਦੂਜੇ ਖਿਡਾਰੀ ਦੀ ਮੁਕਾਬਲਾ ਕਰਨ ਦੀ ਜਿਹੜੀ ਹੈਗੀ ਆ ਦ੍ਰਿੜਤਾ ਵਧੇਗੀ। ਇਸ ਵਿਚਾਰ ਨੂੰ ਪੂਰਾ ਕਰਨ ਦੇ ਲਈ ਦੋਸਤੋ 8 ਅਗਸਤ 1948 ਈਸਵੀ ਨੂੰ ਏਸ਼ੀਆਈ ਖੇਡਾਂ ਦੇਸ਼ ਦੀ ਲੰਦਨ ਵਿੱਚ ਮਾਊਂਟ ਰਾਇਲ ਹੋਟਲ ਵਿੱਚ ਮੀਟਿੰਗ ਬੁਲਾਈ। ਇਹਨਾਂ ਵਿੱਚ ਕੋਰੀਆ, ਚੀਨ, ਬਰਮਾ, ਸ਼੍ਰੀਲੰਕਾ ਅਤੇ ਭਾਰਤ ਅਤੇ ਜਿਹੜਾ ਹੈਗਾ ਦੋਸਤੋ ਫਿਲੀਪਾਈਨ ਦੇਸ਼ਾਂ ਨੇ ਹਿੱਸਾ ਲਿਆ। ਇਹ ਮੀਟਿੰਗ ਬਹੁਤ ਹੀ ਜਿਹੜੀ ਹੈ ਸਫਲ ਹੋਈ। ਸਾਰੇ ਮੈਂਬਰਾਂ ਨੇ ਜਿਹੜਾ ਹੈਗਾ ਵਾ ਅੱਗੋਂ ਤੋਂ ਏਸ਼ੀਆਈ ਖੇਡ ਮੁਕਾਬਲੇ ਕਰਾਉਣ ਲਈ ਜਿਹੜੀ ਕਿ ਪੂਰੀ ਸਹਿਮਤੀ ਦਿਖਾਈ। ਦੂਸਰਾ ਪੁਆਇੰਟ ਹੈ ਕਿ ਭਾਰਤ ਦੀ ਦੇਣ, ਠੀਕ ਹੈ, ਮਹਾਰਾਜਾ ਪਟਿਆਲਾ ਸ਼੍ਰੀ ਯਾਦਵਿੰਦਰ ਸਿੰਘ ਨੇ ਵੀ ਏਸ਼ੀਆਈ ਖੇਡਾਂ ਦੀ ਜਿਹੜੀ ਕਿ ਸ਼ੁਰੂ ਕਰਨ ਵਿੱਚ ਆਪਣਾ ਭਰਪੂਰ ਹਿੱਸਾ ਪਾਇਆ। ਉਹਨਾਂ ਨੇ ਜਿਹੜਾ ਹੈਗਾ ਫਰਵਰੀ 1949 ਈਸਵੀ ਵਿੱਚ ਦਿੱਲੀ ਵਿੱਚ ਏਸ਼ੀਆਈ ਖੇਡਾਂ ਵਿੱਚ ਏਸ਼ੀਆਈ ਦੇਸ਼ਾਂ ਦੀ ਮੀਟਿੰਗ ਬੁਲਾਈ। ਇਹ ਮੀਟਿੰਗ ਵੀ ਬਹੁਤ ਸਫਲ ਰਹੀ। ਅਫਗਾਨਿਸਤਾਨ, ਬਰਮਾ, ਸ਼੍ਰੀਲੰਕਾ, ਭਾਰਤ ਅਤੇ ਆਪਣਾ ਦੋਸਤੋ ਇੰਡੋਨੇਸ਼ੀਆ, ਨੇਪਾਲ, ਪਾਕਿਸਤਾਨ ਅਤੇ ਆਪਣਾ ਫਿਲੀਪਾਈਨ ਅਤੇ ਜਿਹੜਾ ਹੈਗਾ ਥਾਈਲੈਂਡ ਨੇ ਇਸ ਮੀਟਿੰਗ ਵਿੱਚ ਭਾਗ ਲਿਆ। ਇਸ ਮੀਟਿੰਗ ਵਿੱਚ ਜਿਹੜਾ ਹੈਗਾ ਦੋਸਤੋ ਆਪਣਾ ਏਸ਼ੀਆ ਐਥਲੈਟਿਕਸ ਫੈਡਰੇਸ਼ਨ ਦਾ ਨਾਂ ਬਦਲ ਕੇ ਏਸ਼ੀਆ ਖੇਡ ਫੈਡਰੇਸ਼ਨ ਰੱਖਿਆ ਗਿਆ। ਇਸ ਦਾ ਜਿਹੜਾ ਹੈਗਾ ਵਾ ਸੰਵਿਧਾਨ ਬਣਾਇਆ ਗਿਆ। ਇਹਨਾਂ ਖੇਡਾਂ ਨੂੰ ਦੋਸਤੋ ਹਰ 4 ਸਾਲ ਬਾਅਦ ਜਿਹੜਾ ਹੈਗਾ ਕਰਵਾਉਣਾ ਨਿਸ਼ਚਿਤ ਕੀਤਾ ਗਿਆ। ਏਸ਼ੀਆਈ ਖੇਡਾਂ ਫੈਡਰੇਸ਼ਨ ਨੇ 4 ਮਾਰਚ ਤੋਂ 11 ਮਾਰਚ ਤੱਕ ਪਹਿਲੀ ਖੇਡਾਂ ਸਨ 1951 ਵਿੱਚ ਯਾਨੀ ਕਿ 1951 ਵਿੱਚ ਨੈਸ਼ਨਲ ਸਟੇਡੀਅਮ ਦਿੱਲੀ ਵਿੱਚ ਕਰਵਾਈ। ਠੀਕ ਹੈ ਜੀ। ਤਾਂ ਤੀਸਰਾ ਪੁਆਇੰਟ ਏਸ਼ੀਆਈ ਖੇਡਾਂ ਦਾ ਮੋਟੋ, ਠੀਕ ਹੈ ਜੀ। ਤਾਂ ਏਸ਼ੀਆਈ ਖੇਡਾਂ ਦਾ ਮੋਟੋ ਹੈ ਹਮੇਸ਼ਾ ਅੱਗੇ ਵਧਣਾ। ਠੀਕ ਹੈ ਜੀ। ਏਸ਼ੀਆਈ ਖੇਡਾਂ ਦਾ ਜਿਹੜਾ ਹੈਗਾ ਵਾ 100 ਅਤੇ ਖੇਡਾਂ ਦੇ ਨਿਯਮ ਓਲੰਪਿਕ ਖੇਡਾਂ ਵਾਲੇ ਵੀ ਹਨ। ਠੀਕ ਹੈ ਜੀ। ਤਾਂ ਇੱਕ ਨਾ ਦੋਸਤੋ ਆਪਾਂ ਇੱਕ ਪਿਛਲੀ ਵਾਰ ਜਿਹੜਾ ਕੁਐਸਚਨ ਪੇਪਰ ਕਰਾਇਆ ਸੀਗਾ ਤੁਹਾਨੂੰ ਫਿਜ਼ੀਕਲ ਐਜੂਕੇਸ਼ਨ ਦਾ, ਤਾਂ ਉਹਦੇ ਵਿੱਚ ਨਾ ਦੋਸਤੋ ਪਿਛਲੇ ਸਾਲ ਦਾ ਬੋਰਡ ਦਾ ਪੇਪਰ ਸੀ, ਉਹਦੇ ਵਿੱਚ ਨਾ ਇੱਕ ਕੁਐਸਚਨ ਪੁੱਛਿਆ ਹੋਇਆ ਸੀਗਾ ਕਿ ਏਸ਼ੀਆਈ ਖੇਡਾਂ ਦਾ ਮੋਟੋ ਕੀ ਹੈ। ਤਾਂ ਇਹਦਾ ਆਨਸਰ ਤੁਸੀਂ ਆਹ ਲਿਖ ਦੇਣਾ ਵਾ ਹਮੇਸ਼ਾ ਅੱਗੇ ਵਧਣਾ। ਠੀਕ ਹੈ ਜੀ। ਇਹਦਾ ਇਹ ਮੋਟੋ ਹੈਗਾ ਵਾ, ਜੋ ਕਿ ਪਿਛਲੇ ਪੇਪਰ ਦੇ ਵਿੱਚ ਆਪਾਂ ਨੂੰ ਕਨਫਿਊਜ਼ਨ ਸੀਗੀ ਥੋੜੀ ਜੀ, ਤੇ ਉਹ ਤੁਹਾਨੂੰ ਮੈਂ ਇੱਥੇ ਦੱਸ ਦੇਣਾ। ਇਹ ਤੁਸੀਂ ਲਿਖ ਦੇਣਾ ਵਾ ਆਨਸਰ ਇਹਦਾ ਕਰੈਕਟ ਇਹ ਆ ਜਾਏਗਾ। ਗੂਗਲ ਤੇ ਦੋਸਤੋ ਜਿਹੜਾ ਹੈਗਾ ਇਹੀ ਆ, ਮਤਲਬ ਕੁਝ ਥੋੜਾ ਜਿਹਾ ਡਿਫਰੈਂਟ ਸੀਗਾ ਥੋੜਾ ਜਿਹਾ, ਬਟ ਦੋਸਤੋ ਮੀਨਿੰਗ ਜਿਹੜਾ ਹੈਗਾ ਸੇਮ ਹੀ ਆ ਇਹਦਾ। ਤੇ ਹੁਣ ਦੋਸਤੋ ਇਹਦੇ ਵਿੱਚ ਚੌਥਾ ਪੁਆਇੰਟ ਹੋਰ ਲਿਖਿਆ ਹੈ ਕਿ ਭਾਰਤ ਦੀ ਉਪਲਬਧੀਆਂ। ਤਾਂ 12ਵੀਂ ਏਸ਼ੀਆਈ ਖੇਡਾਂ ਜਿਹੜੀ ਹੈਗੀਆਂ ਨੇ ਹਿਰੋਸ਼ੀਮਾ ਜਾਪਾਨ ਵਿੱਚ 2 ਤੋਂ 16 ਅਕਤੂਬਰ 1994 ਨੂੰ ਹੋਈਆਂ। ਇਹਨਾਂ ਖੇਡਾਂ ਵਿੱਚ ਭਾਰਤ ਨੇ ਜਿਹੜਾ ਹੈਗਾ ਵਾ ਸੋਨੇ ਦੇ ਤੇ 3 ਜਿਹੜਾ ਹੈਗਾ ਵਾ ਚਾਂਦੀ ਦੇ ਅਤੇ ਤਾਂਬੇ ਦੇ ਤਗਮੇ ਪ੍ਰਾਪਤ ਕੀਤੇ। 13ਵੀਂ ਜਿਹੜੀ ਹੈ ਏਸ਼ੀਆਈ ਖੇਡਾਂ ਬੈਂਕਾਕ ਯਾਨੀ ਕਿ ਥਾਈਲੈਂਡ ਵਿੱਚ ਜਿਹੜਾ ਹੈਗਾ 6 ਦਸੰਬਰ ਤੋਂ 20 ਦਸੰਬਰ 1998 ਤੱਕ ਹੋਈਆਂ ਸਨ। ਇਸ ਦਾ ਜਿਹੜਾ ਹੈਗਾ ਭਾਰਤ ਨੇ ਸੋਨੇ ਦੇ 7, ਚਾਂਦੀ ਦੇ 11, ਤਾਂਬੇ ਦੇ 17 ਤਗਮੇ ਪ੍ਰਾਪਤ ਕੀਤੇ। 2002 ਵਿੱਚ ਜਿਹੜਾ ਹੈਗਾ ਪੁਸਾਨ ਯਾਨੀ ਕਿ ਸਾਊਥ ਕੋਰੀਆ ਵਿੱਚ ਇਹ ਖੇਡਾਂ ਕਰਵਾਈਆਂ ਗਈਆਂ। 2006 ਵਿੱਚ ਏਸ਼ੀਆਈ ਖੇਡਾਂ ਦੋਹਾਂ ਯਾਨੀ ਕਿ ਕਤਰ ਵਿੱਚ ਹੋਇਆ। ਇਹਨਾਂ ਖੇਡਾਂ ਵਿੱਚ ਭਾਰਤ ਦਾ ਹਾਕੀ ਦਾ ਪ੍ਰਦਰਸ਼ਨ ਬਹੁਤ ਹੀ ਹਲਕਾ ਰਿਹਾ। ਕਬੱਡੀ ਵਿੱਚ ਭਾਰਤ ਨੂੰ ਸੋਨੇ ਦਾ ਤਗਮਾ ਮਿਲਿਆ। ਇਸ ਦੇ ਇਲਾਵਾ ਜਿਹੜਾ ਹੈਗਾ ਭਾਰਤ ਨੇ ਸ਼ੂਟਿੰਗ ਅਤੇ ਆਪਣਾ ਐਥਲੈਟਿਕਸ ਵਿੱਚ ਜਿਹੜਾ ਹੈਗਾ ਮੈਡਲ ਹਾਸਲ ਕੀਤੇ। 2010 ਵਿੱਚ ਏਸ਼ੀਆਈ ਖੇਡਾਂ ਜਿਹੜਾ ਹੈਗਾ ਵਾ ਕੀ ਲਿਖਿਆ ਦੋਸਤੋ ਆਪਣਾ ਗੋਂਗੇਓਈ ਯਾਨੀ ਕਿ ਚੀਨ ਵਿੱਚ ਹੋਇਆ। ਭਾਰਤ ਨੇ ਦੋਸਤੋ ਇਹਨਾਂ ਖੇਡਾਂ ਵਿੱਚ 14 ਸੋਨੇ ਦੇ, 17 ਚਾਂਦੀ ਦੇ ਅਤੇ 33 ਤਾਂਬੇ ਦੇ ਮੈਡਲ ਪ੍ਰਾਪਤ ਕੀਤੇ। 17ਵੀਂ ਏਸ਼ੀਆਈ ਖੇਡਾਂ ਜਿਹੜੀ ਹੈਗੀਆਂ ਨੇ ਆਪਣੀਆਂ ਇਚੀਓਨ ਯਾਨੀ ਕਿ ਸਾਊਥ ਕੋਰੀਆ ਵਿੱਚ ਹੋਇਆ। ਇਹਨਾਂ ਖੇਡਾਂ ਵਿੱਚ ਭਾਰਤ ਨੇ ਕੁੱਲ 57 ਤਗਮੇ ਜਿੱਤੇ। 11 ਸੋਨੇ ਦੇ ਸੀਗੇ, 10 ਚਾਂਦੀ ਸੀਗੇ ਅਤੇ 36 ਜਿਹੜੇ ਸੀਗੇ ਆਪਣੇ ਤਾਂਬੇ ਦੇ ਤਗਮੇ ਪ੍ਰਾਪਤ ਕੀਤੇ। ਤਾਂ ਦੋਸਤੋ ਇਸ ਪ੍ਰਕਾਰ ਤੁਸੀਂ ਆਹ ਦੇਖ ਸਕਦੇ ਹੋ ਪੂਰਾ ਦਾ ਪੂਰਾ ਸ਼ਾਂਤੀ ਗੈਸ ਪੇਪਰ ਕੰਪਲੀਟ ਹੋ ਗਿਆ। 32 ਪੇਜਾਂ ਦੀ ਆਹ ਸ਼ਾਂਤੀ ਗੈਸ ਪੇਪਰ ਸੀਗਾ, ਪੂਰਾ ਹੀ ਤੁਹਾਨੂੰ ਕਰਾ ਦਿੱਤਾ। ਹੁਣ ਕੁਝ ਵੀ ਨਹੀਂ ਬਚਿਆ, ਇਹ ਆਖਰੀ ਪੇਜ ਸੀਗਾ। ਤਾਂ ਦੋਸਤੋ ਇੱਥੇ ਹੀ ਆਪਣਾ ਇਹ ਪੂਰਾ ਸ਼ਾਂਤੀ ਗੈਸ ਪੇਪਰ ਕੰਪਲੀਟ ਹੋ ਗਿਆ, ਜੋ ਕਿ ਦੋਸਤੋ ਤੁਹਾਡੇ ਕਲਾਸ 10ਵੀਂ ਦਾ ਫਿਜ਼ੀਕਲ ਐਜੂਕੇਸ਼ਨ ਦਾ ਇਹ ਸ਼ਾਂਤੀ ਗੈਸ ਪੇਪਰ ਸੀਗਾ, ਯਾਨੀ ਕਿ ਸ਼੍ਰੇਣੀ 10ਵੀਂ ਦਾ ਸਿਹਤ ਅਤੇ ਸਰੀਰਕ ਸਿੱਖਿਆ ਦਾ ਗੈਸ ਪੇਪਰ ਸੀਗਾ। ਵੈਰੀ ਇੰਪੋਰਟੈਂਟ ਪੇਪਰ ਸੀਗਾ। ਇਹਦੇ ਵਿੱਚ ਹੀ ਸਾਰਾ ਪੇਪਰ ਆ ਜਾਵੇਗਾ ਤੁਹਾਡਾ। ਠੀਕ ਹੈ, ਓਕੇ ਦੋਸਤੋ। ਬਾਕੀ ਤੁਹਾਡਾ ਇਹ ਹੁਣ ਮੈਨੂੰ ਲੱਗਦਾ ਕਿ ਆਖਰੀ ਐਗਜ਼ਾਮ ਆ। ਠੀਕ ਹੈ, ਫਿਜ਼ੀਕਲ ਐਜੂਕੇਸ਼ਨ। ਬਾਕੀ ਤਾਂ ਤੁਹਾਡੇ ਦੂਸਰੇ ਸਬਜੈਕਟ ਰਹਿ ਜਾਣਗੇ, ਉਹ ਤਾਂ ਅਨਇੰਪੋਰਟੈਂਟ ਆ। ਕਿਸੇ ਵਿਦਿਆਰਥੀ ਨੇ ਰੱਖੇ ਹੁੰਦੇ ਐਜ਼ ਅ ਜਿਹੜੇ ਜਨਰਲ ਵਿਦਿਆਰਥੀ ਨੇ ਉਹਨਾਂ ਦੇ ਇਹ ਆਖਰੀ ਸਬਜੈਕਟ ਹੈ ਮੇਰੇ ਅਕੋਰਡਿੰਗ। ਬਾਕੀ ਆਲ ਦਾ ਬੈਸਟ। ਤੇ ਤੁਸੀਂ ਅਗਰ ਮਿਹਨਤ ਕੀਤੀ ਹੈ ਤਾਂ ਤੁਹਾਡਾ ਰਿਜ਼ਲਟ ਵੀ ਵਧੀਆ ਆਵੇਗਾ। ਤਾਂ ਦੋਸਤੋ ਬਸ ਆਲ ਦਾ ਬੈਸਟ ਤੁਹਾਡੇ ਐਗਜ਼ਾਮ ਦੇ ਲਈ। ਤਾਂ ਅਗਰ ਤੁਹਾਡੀ ਕੋਈ ਕੁਐਰੀ ਹੈ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ। ਠੀਕ ਹੈ ਜੀ, ਓਕੇ ਦੋਸਤੋ, ਬਾਏ।